ਕਰਮਜੀਤ ਸਿੰਘ ਔਜਲਾ ਦਾ ਨਾਵਲ ਆਪਣਿਆਂ ਦੀ ਉਡੀਕ ਦਾ 9ਵਾਂ ਅਧਿਆਇ। ਚਲੋ ਢਿੱਲੋਂ ਸਾਹਿਬ, ਇੱਕ ਤੀਰ ਨਾਲ ਦੋ ਸ਼ਿਕਾਰ ਮਾਰ ਆਈਏ। ਬਚਿੱਤਰ ਸਿੰਘ ਨੇ ਢਿੱਲੋਂ ਨੂੰ ਉਹਦੇ ਸਟੋਰ 'ਚ ਬੈਠੇ ਹੋਏ ਨੂੰ ਕਿਹਾ। ਢਿੱਲੋਂ ਨੇ ਅੱਜ ਦੇ ਦਿਨ ਦਾ ਸਾਰਾ ਕੰਮ ਸਮੇਟ ਲਿਆ ਸੀ। ਹੁਣ ਤਾਂ ਦੁਕਾਨਦਾਰੀ ਦੀ ਸ਼ਾਮ 7 ਵਜੇ ਤੱਕ ਰਵਾਇਤੀ ਹਾਜ਼ਰੀ ਰਹਿਣੀ ਸੀ। ਇਸ ਕੰਮ ਵਾਸਤੇ ਸਟੋਰ 'ਤੇ ਕਰਮਚਾਰੀ ਸਨ। ਢਿੱਲੋਂ ਨੂੰ ਬਚਿੱਤਰ ਸਿੰਘ ਨਾਲ ਜਾਣ 'ਚ ਕੋਈ ਮਸਲਾ ਨਹੀਂ ਸੀ। ਇੱਕ ਤੀਰ ਨਾਲ ਦੋ ਸ਼ਿਕਾਰ? ਮੈਂ ਸਮਝਿਆ ਨਹੀਂ ਬਚਿੱਤਰ ਜੀ। ਇੱਕ ਪਾਸੇ ਜਾਣਾ ਤੇ ਦੋ ਕੰਮ ਨਿਬੇੜ ਆਉਣੇ ਆਪਾਂ ਨੇ। ਦੋ ਸ਼ਿਕਾਰ ਹੀ ਹੋ ਗਏ ਨਾ, ਇੱਕ ਤੀਰ ਨਾਲ। ਢਿੱਲੋਂ ਸਾਹਿਬ, ਮੈਂ ਨਹੀਂ ਸਮਝਿਆ ਅਜੇ ਵੀ। ਤੁਸੀਂ ਆਪਣੀ ਸ਼ਿਕਾਰ ਦੀ ਮੁਹਿੰਮ ਬਾਰੇ ਜ਼ਰਾ ਵੇਰਵੇ ਨਾਲ ਦੱਸੋ ਬਚਿੱਤਰ ਸਿੰਘ ਜੀ। ਕਾਹਦਾ ਵੇਰਵਾ? ਸਿੱਧੀ ਜਿਹੀ ਗੱਲ। ਆਪਾਂ ਚੱਲਦੇ ਹਾਂ ਕਬੀਰ ਪਾਰਕ, ਖਾਲਸਾ ਕਾਲਜ ਕੋਲ। ਨਾਲੇ ਮੇਰੇ ਭਾਈਆ ਕਰਤਾਰ ਸਿੰਘ ਨੂੰ ਮਿਲ ਆਉਂਦੇ ਹਾਂ, ਨਾਲੇ ਜੀਪ ਦੀ ਟਰਾਈ ਹੋ ਜਾਊਗੀ। ਇਹ ਆ ਮੇਰੇ ਦੋ ਸ਼ਿਕਾਰ, ਇੱਕ ਤੀਰ ਨਾਲ। ਚੰਗਾ, ਚਲੋ ਚੱਲਦੇ ਹਾਂ। ਉੱਠੋ ਫਿਰ। ਢਿੱਲੋਂ ਕੁਰਸੀ ਤੋਂ ਉੱਠ ਖੜਾ ਹੋਇਆ। ਬਚਿੱਤਰ ਸਿੰਘ ਵੀ ਉੱਠਿਆ ਤੇ ਦੋਵੇਂ ਕੈਬਿਨ 'ਚੋਂ ਨਿਕਲ ਕੇ ਮੁੱਖ ਦਫ਼ਤਰ 'ਚ ਆ ਗਏ। ਢਿੱਲੋਂ ਇੱਕ ਕਰਮਚਾਰੀ ਦੇ ਮੇਜ਼ ਕੋਲ ਰੁਕਿਆ। ਇਸ ਕਰਮਚਾਰੀ ਦਾ ਦਰਜਾ ਬਾਕੀ ਦੇ 4 ਹੋਰ ਕਰਮਚਾਰੀਆਂ ਨਾਲੋਂ ਵੱਧ ਜ਼ਿੰਮੇਵਾਰੀ ਵਾਲਾ ਸੀ। ਇਹ ਕੋਈ ਰਿਟਾਇਰਡ ਫੌਜੀ ਲੱਗਦਾ ਸੀ, ਜਿਹੜਾ ਪੈਨਸ਼ਨ ਲੈਣ ਤੋਂ ਬਾਅਦ ਵੀ ਨੌਕਰੀ ਕਰ ਰਿਹਾ ਸੀ। ਢਿੱਲੋਂ ਉਹਨੂੰ ਮੁਖਾਤਿਬ ਹੋਇਆ। ਅਮਰ ਸਿੰਘ ਜੀ, ਜੀਪ ਦੀ ਚਾਬੀ ਆ ਲਓ ਜੀ। ਅਮਰ ਸਿੰਘ ਰਿਟਾਇਰਡ ਫੌਜੀ ਨੇ ਝੱਟ ਹੀ ਦਰਾਜ ਖਿੱਚ ਕੇ ਛੱਲੇ ਵਾਲੀ ਚਾਬੀ ਕੱਢੀ ਤੇ ਢਿੱਲੋਂ ਵੱਲ ਵਧਾ ਦਿੱਤੀ। ਢਿੱਲੋਂ ਉੱਥੋਂ ਤੁਰਨ ਹੀ ਲੱਗਾ ਸੀ ਕਿ ਅਮਰ ਸਿੰਘ ਫੇਰ ਬੋਲਿਆ, ਸਰਦਾਰ ਸਾਹਿਬ, ਇੱਕ ਬਿੱਲ ਵੀ ਆ ਇਸ ਜੀਪ ਦਾ। ਤੁਸੀਂ ਕਿਹਾ ਸੀ ਇਹ ਖਰਚਾ ਹਿਸਾਬ 'ਚ ਨਹੀਂ ਲਿਖਣਾ। ਹਾਂ ਠੀਕ ਆ, ਚੰਗਾ ਕੀਤਾ ਯਾਦ ਕਰਾਤਾ। ਉਹ ਬਿੱਲ ਮੈਨੂੰ ਦਿਓ। ਕਿੰਨੇ ਦਾ ਵਾ ਉਹ ਬਿੱਲ? ਅਮਰ ਸਿੰਘ ਨੇ ਪੁੱਛਿਆ ਤਾਂ ਢਿੱਲੋਂ ਨਹੀਂ ਸੀ, ਪਰ ਜਵਾਬ ਦਿੱਤਾ ਸੀ ਬਚਿੱਤਰ ਸਿੰਘ ਨੇ। 247 ਰੁਪਏ ਦਾ ਜੀ। ਦੂਜੀ ਦਰਾਜ ਵਿੱਚ ਗੁਲਾਬੀ ਰੰਗ ਵਾਲਾ ਬਿੱਲ ਅਮਰ ਸਿੰਘ ਨੇ ਢਿੱਲੋਂ ਵੱਲ ਵਧਾ ਕੇ ਕਿਹਾ। ਸਰਵਿਸ, ਟਿਊਨਿੰਗ ਤੇ ਮੋਬਲ ਆਇਲ ਬਦਲਵਾਇਆ ਵਾ ਜੀ। ਇੱਕ ਸ਼ੀਸ਼ਾ ਵੀ ਨਵਾਂ ਪਿਆ। ਅਮਰ ਸਿੰਘ ਨੇ ਬਿੱਲ ਦਾ ਵੇਰਵਾ ਦਿੱਤਾ। ਆ ਲਓ ਜੀ 250 ਰੁਪਏ। ਬਚਿੱਤਰ ਸਿੰਘ ਨੇ 2 ਨੋਟ 100 ਦੇ ਤੇ ਇੱਕ 50 ਦਾ ਬਟੂਏ 'ਚੋਂ ਕੱਢ ਕੇ ਅਮਰ ਸਿੰਘ ਦੇ ਸਾਹਮਣੇ ਮੇਜ਼ ਤੇ ਰੱਖ ਦਿੱਤੇ ਤੇ ਬਿੱਲ ਦਾ ਕਾਗਜ਼ ਤੈਅ ਕਰਕੇ ਬਟੂਏ 'ਚ ਹੀ ਰੱਖ ਲਿਆ। ਤਦ ਤੱਕ ਅਮਰ ਸਿੰਘ ਨੇ ਉਹਨੂੰ 3 ਰੁਪਏ ਵਾਪਸ ਕਰਤੇ ਸੀ। ਸ਼ੁਕਰੀਆ, ਬਚਿੱਤਰ ਸਿੰਘ ਨੇ ਅਮਰ ਸਿੰਘ ਨੂੰ ਕਿਹਾ ਤੇ ਫਿਰ ਕੋਲ ਖੜੇ ਢਿੱਲੋਂ ਵੱਲ ਮੁੜਿਆ। ਚਲੋ ਢਿੱਲੋਂ ਸਾਹਿਬ, ਆਓ ਜੀ ਤੁਸੀਂ ਮੇਰੇ ਨਾਲ, ਢਿੱਲੋਂ ਨੇ ਕਿਹਾ ਤੇ ਉਹ ਬਾਹਰ ਨਿਕਲਣ ਵਾਲੇ ਦਰਵਾਜ਼ੇ ਵੱਲ ਤੁਰ ਪਿਆ। ਬਚਿੱਤਰ ਸਿੰਘ ਉਹਦੇ ਪਿੱਛੇ ਪਿੱਛੇ ਚੱਲ ਰਿਹਾ ਸੀ। ਛੇਤੀ ਦੋਵੇਂ ਜਾਣੇ ਬਾਹਰ ਖੜੀ ਜੀਪ ਕੋਲ ਸਨ। ਲਓ ਬਚਿੱਤਰ ਸਿੰਘ ਜੀ, ਕਰੋ ਆਪਣੀ ਸਵਾਰੀ ਦਾ ਮੁਆਇਨਾ। ਢਿੱਲੋਂ ਨੇ ਜੀਪ ਦੀ ਚਾਬੀ ਵਾਲਾ ਹੱਥ ਬਚਿੱਤਰ ਸਿੰਘ ਵੱਲ ਵਧਾਇਆ। ਲਿਆਓ ਜੀ, ਸਵਾਰੀ ਦੇ ਮੁਆਇਨੇ ਦੇ ਨਾਲ ਆਪਣੀ ਡਰਾਈਵਿੰਗ ਦਾ ਵੀ ਮੁਆਇਨਾ ਹੋ ਜਾਊਗਾ। ਬਚਿੱਤਰ ਸਿੰਘ ਨੇ ਚਾਬੀ ਫੜ ਕੇ ਆਖਿਆ ਤੇ ਜੀਪ ਦੇ ਇੰਜਣ ਵਾਲੇ ਪਾਸਿਓਂ ਹੁੰਦਾ ਹੋਇਆ ਸਟੀਅਰਿੰਗ ਤੇ ਆ ਬੈਠਾ। ਉਹਦੇ ਖੱਬੇ ਪਾਸੇ ਅਗਲੀ ਸੀਟ ਤੇ ਹੀ ਢਿੱਲੋਂ ਵੀ ਬੈਠ ਗਿਆ। ਬਚਿੱਤਰ ਸਿੰਘ ਨੇ ਚਾਬੀ ਲਾ ਕੇ ਘੁਮਾਈ ਤੇ ਘਰਾਹਟ ਨਾਲ ਜੀਪ ਸਟਾਰਟ ਹੋ ਗਈ। ਸਟਾਰਟਿੰਗ ਤਾਂ ਬਹੁਤ ਵਧੀਆ ਵਾ ਢਿੱਲੋਂ ਸਾਹਿਬ, ਬਚਿੱਤਰ ਸਿੰਘ ਨੇ ਖੱਬੇ ਪੈਰ ਨਾਲ ਕਲੱਚ ਦਬਾ ਕੇ ਪਹਿਲਾ ਗੇਅਰ ਪਾਉਂਦਿਆਂ ਕਿਹਾ। ਹੋਣੀ ਚਾਹੀਦੀ ਆ, ਅੱਜ ਹੀ ਤਾਂ ਸਰਵਿਸ ਹੋਈ ਆ। ਪਰ ਤੁਸੀਂ ਬ੍ਰੇਕ ਦੀ ਤਸੱਲੀ ਕਰ ਲਓ ਇੱਕ ਵਾਰ। ਸਭ ਤੋਂ ਜ਼ਰੂਰੀ ਤਾਂ ਬ੍ਰੇਕ ਆ। ਸਟਾਰਟ ਤਾਂ ਕੋਈ ਗੱਡੀ ਧੱਕੇ ਨਾਲ ਵੀ ਹੋ ਜਾਊ, ਪਰ ਜੇ ਬ੍ਰੇਕ ਫੇਲ ਹੋ ਕੇ ਰੁਕੀ ਨਾ ਤਾਂ ਫਿਰ ਕਿਸੇ ਖੰਭੇ 'ਚ ਮਾਰਨੀ ਪੈਂਦੀ ਹੈ। ਢਿੱਲੋਂ ਨੇ ਮਾਨੂੰ ਬ੍ਰੇਕ ਦੀ ਅਹਿਮੀਅਤ ਸਮਝਾਈ ਹੋਏ। ਬ੍ਰੇਕ ਵੀ ਚੈੱਕ ਕਰਦਾ ਵਾਂ ਹੁਣੇ, ਸਹਿਮਤ ਹੋਇਆ ਬਚਿੱਤਰ ਸਿੰਘ ਬੋਲਿਆ ਸੀ। ਉਹਨੇ ਜੀਪ ਪਹਿਲੇ ਗੇਅਰ 'ਚ ਪਾਉਣ ਤੋਂ ਬਾਅਦ ਹੌਲੀ-ਹੌਲੀ ਕਲੱਚ ਛੱਡ ਕੇ ਜੀਪ ਤੋਰ ਲਈ ਸੀ। ਮਸਾਂ 10 ਕੁ ਗਜ਼ ਜਾ ਕੇ ਉਹਨੇ ਗੇਅਰ ਫੇਰ ਨਿਊਟਰਲ ਕਰਕੇ ਬ੍ਰੇਕ ਦਾ ਪੈਡਲ ਦਬਾਇਆ। ਜੀਪ ਦਾ ਇੱਕਦਮ ਰੁਕ ਜਾਣਾ ਬ੍ਰੇਕ ਤੇ ਤਸੱਲੀ ਬਖਸ਼ਾਉਣ ਦੀ ਗਵਾਹੀ ਸੀ। ਬ੍ਰੇਕ ਵੀ ਵਧੀਆ ਲੱਗਦੀ ਹੈ ਢਿੱਲੋਂ ਸਾਹਿਬ, ਪਰ ਬ੍ਰੇਕ ਤਾਂ ਸਪੀਡ ਵਿੱਚ ਹੀ ਟੈਸਟ ਕਰਨੀ ਚਾਹੀਦੀ ਹੈ ਬਚਿੱਤਰ ਸਿੰਘ ਜੀ। ਸਪੀਡ ਵਿੱਚ ਵੀ ਕਰੂੰਗਾ ਬ੍ਰੇਕ ਟੈਸਟ। ਮੈਂ ਕਿਹਾ ਵੇਖ ਤਾਂ ਲਈਏ ਵੀ ਹੈਗੀ ਵੀ ਆ ਕਿ ਨਹੀਂ। ਰੁਕ ਚੁੱਕੀ ਜੀਪ ਨੂੰ ਫੇਰ ਗੇਅਰ 'ਚ ਪਾ ਕੇ ਤੋਰਦਿਆਂ ਹੋਇਆਂ ਕਿਹਾ ਸੀ ਬਚਿੱਤਰ ਸਿੰਘ ਨੇ। ਪਹਿਲੇ ਤੋਂ ਤੀਜਾ ਤੇ ਫਿਰ ਤੀਜੇ ਗੇਅਰ ਤੇ ਜੀਪ ਟ੍ਰੇਡ ਐਵੀਨਿਊ ਤੋਂ ਬਾਹਰ ਆ ਕੇ ਕਸਟਮ ਹਾਊਸ ਰੋਡ ਤੇ 30 ਕਿਲੋਮੀਟਰ ਦੀ ਸਪੀਡ ਤੇ ਦੌੜ ਰਹੀ ਸੀ। ਬਚਿੱਤਰ ਸਿੰਘ ਜੀਪ ਦੀ ਹਾਲਤ ਤੋਂ ਸੰਤੁਸ਼ਟ ਸੀ। ਇੰਜਨ ਦੀ ਖਿਚਾਈ ਤੇ ਆਵਾਜ਼ ਠੀਕ ਸੀ। ਸੀਟਾਂ, ਹਾਰਨ, ਸਟੀਅਰਿੰਗ ਤੇ ਬ੍ਰੇਕਾਂ ਬਿਲਕੁਲ ਸਹੀ ਤੇ ਚਾਲੂ ਹਾਲਤ 'ਚ ਲੱਗੀਆਂ ਸਨ। ਦੋਵਾਂ ਮਿੱਤਰਾਂ 'ਚ ਜੀਪ ਦੇ ਮੁੱਲ ਬਾਰੇ ਫੈਸਲਾ ਨਹੀਂ ਸੀ ਹੋ ਰਿਹਾ, ਕਿਉਂਕਿ ਦੋਵੇਂ ਕਿਸੇ ਰਾਸ਼ੀ ਨੂੰ ਆਪਣੇ ਮੂੰਹੋਂ ਕਹਿਣੋਂ ਝੱਕ ਰਹੇ ਸਨ। ਅਖੀਰ ਢਿੱਲੋਂ ਦੇ ਮੁਲਾਜ਼ਮ ਅਮਰ ਸਿੰਘ ਦੀ ਸਹਾਈ ਹੋਈ। ਉਹਦੇ ਕਹਿਣ ਤੇ ਕਾਰ ਬਾਜ਼ਾਰ 'ਚ ਇੱਕ ਦਲਾਲ ਨੇ 84 ਮਾਡਲ ਦੀ ਇਸ ਜੀਪ ਦਾ ਮੁੱਲ 80,000 ਪਾਇਆ ਸੀ, ਜਿਹੜਾ ਦੋਵਾਂ ਮਿੱਤਰਾਂ ਨੂੰ ਪ੍ਰਵਾਨ ਸੀ। ਤੁਸੀਂ ਤਾਂ ਲੰਮੇ ਰਾਹੇ ਜਾ ਰਹੇ ਹੋ ਬਚਿੱਤਰ ਸਿੰਘ ਜੀ। ਇਸ ਚੌਂਕ ਤੋਂ ਹੀ ਸੱਜੇ ਮੁੜ ਜਾਣਾ ਸੀ।
ਮੈਨੂੰ ਪਤਾ ਵਾ ਢਿੱਲੋਂ ਸਾਹਿਬ, ਇਹ ਰਾਹ ਕੰਪਨੀ ਬਾਗ ਥਾਣੀ ਹੋ ਕੇ ਲੰਮਾ ਪੈਣਾ ਵਾ, ਪਰ ਅੱਜ ਬੜੇ ਚਿਰ ਪਿੱਛੋਂ ਡਰਾਈਵਿੰਗ ਕਰਕੇ ਬੜਾ ਆਨੰਦ ਆ ਰਿਹਾ। ਅਜੇ ਤਾਂ ਲੰਮੇ ਰਾਹਾਂ ਦੀ ਇੱਛਾ। ਆਪਾਂ ਗ੍ਰੈਂਡ ਹੋਟਲ ਕੋਲੋਂ GT ਰੋਡ ਤੇ ਚੜ੍ਹ ਕੇ ਸੱਜੇ ਹੱਥ ਮੁੜਾਂਗੇ। ਲਓ ਢਿੱਲੋਂ ਸਾਹਿਬ, ਜੀਪ ਤਾਂ ਪਾਸ ਜੇ ਇਮਤਿਹਾਨ ਚੋਂ। ਲੱਗਦਾ ਵਾ ਇਹ ਪਿੰਡ ਜਾ ਕੇ ਸਾਡੀ ਸੇਵਾ ਖੂਬ ਕਰੂਗੀ। ਬਚਿੱਤਰ ਸਿੰਘ ਨੇ ਜੀਪ ਦੇ ਤਸੱਲੀ ਬਖਸ਼ਾਉਣ ਦਾ ਇਜ਼ਹਾਰ ਕੀਤਾ। ਜੀਪ ਤਾਂ ਸੇਵਾ ਕਰੂਗੀ ਪਿੰਡ ਜਾ ਕੇ, ਪਰ ਪਿੰਡ ਵਾਲਿਆਂ ਬਾਰੇ ਕੀ ਵਿਚਾਰ ਆ? ਉਹ ਕਿਹੋ ਜਿਹੀ ਸੇਵਾ ਕਰਨਗੇ, ਚਾਹ ਦੀ ਕਿ ਚਾਟੇ ਦੀ? ਢਿੱਲੋਂ ਨੇ ਬਚਿੱਤਰ ਸਿੰਘ ਅੱਗੇ ਇੱਕ ਸਵਾਲ ਖੜਾ ਕਰਤਾ। ਕੀ ਮਤਲਬ ਢਿੱਲੋਂ ਸਾਹਿਬ? ਆਪਾਂ ਨੂੰ ਕੀ ਲੱਗੇ ਪਿੰਡ ਵਾਲਿਆਂ ਨਾਲ ਤੇ ਉਹਨਾਂ ਦੀ ਸੇਵਾ ਨਾਲ? ਆਪਾਂ ਤਾਂ ਆਪਣੀ ਸੇਵਾ ਆਪ ਕਰਾਂਗੇ। ਬਚਿੱਤਰ ਸਿੰਘ ਜੀ, ਐਡੀ ਸਿੱਧੀ ਸਾਦੀ ਗੱਲ ਨਹੀਂ ਜੇ ਇਹ। ਤੁਸੀਂ ਭਾਵੇਂ ਮੁੰਬਈ 40 ਸਾਲ ਰਹਿ ਕੇ ਪਿੰਡਾਂ ਦੀ ਈਰਖਾ ਤੇ ਮੂਰਖਤਾ ਭੁੱਲ ਗਏ ਹੋਵੋਗੇ, ਪਰ ਇਹ ਸਭ ਕੁਝ ਉਸੇ ਤਰ੍ਹਾਂ ਅਜੇ ਵੀ ਹੈ ਪਿੰਡਾਂ 'ਚ। ਸਗੋਂ ਈਰਖਾ ਤੇ ਖਹਿਬਾਜ਼ੀ ਵੱਧ ਗਈ ਹੈ। ਠੀਕ ਹੈ ਢਿੱਲੋਂ ਸਾਹਿਬ, ਮੈਂ ਇਨਕਾਰ ਨਹੀਂ ਕਰਦਾ, ਪਰ ਮੇਰਾ ਕਿਸੇ ਨਾਲ ਵਰਤੋਂ ਵਿਹਾਰ ਹੀ ਨਹੀਂ ਹੋਣਾ। ਮੇਰੇ ਡੰਗਰਾਂ ਨੇ ਕਿਸੇ ਦੇ ਖੇਤ ਨਹੀਂ ਉਜਾੜਨੇ, ਕਿਸੇ ਦੇ ਡੰਗਰਾਂ ਨੇ ਮੇਰੇ ਨਹੀਂ ਉਜਾੜਨੇ। ਫਿਰ ਕਾਹਦਾ ਉਲਾਮਾ? ਮਾੜਾ ਮੈਂ ਕਿਸੇ ਨਾਲ ਕਦੇ ਬੋਲਿਆ ਨਹੀਂ, ਨਾ ਮੈਂ ਕਿਸੇ ਦਾ ਕੁਝ ਖੋਹਣਾ ਜਾਂ ਦੱਬਣਾ। ਮੈਨੂੰ ਨਹੀਂ ਲੱਗਦਾ ਢਿੱਲੋਂ ਸਾਹਿਬ ਮੇਰੇ ਲਈ ਕੋਈ ਪ੍ਰੋਬਲਮ ਹੋਊਗੀ ਪਿੰਡ 'ਚ। GT ਰੋਡ ਤੇ ਚੜ੍ਹ ਕੇ ਸੱਜੇ ਹੱਥ ਮੁੜਦਿਆਂ ਜੀਪ ਦੀ ਸਪੀਡ ਹੌਲੀ ਕਰਨ ਲਈ ਤੀਜੇ ਤੋਂ ਦੂਜੇ ਗੇਅਰ 'ਚ ਕਰਦਿਆਂ ਬਚਿੱਤਰ ਸਿੰਘ ਨੇ ਆਖਿਆ ਸੀ। ਬਚਿੱਤਰ ਸਿੰਘ ਜੀ, ਅਸਲ 'ਚ ਗੱਲ ਇਹ ਹੈ ਵੀ ਪਹਿਲਾਂ ਮੈਨੂੰ ਵੀ ਨਹੀਂ ਸੀ ਯਕੀਨ ਕਿ ਤੁਸੀਂ ਪਿੰਡ ਆ ਕੇ ਰਹੋਗੇ। ਮੈਂ ਤਾਂ ਸੋਚਦਾ ਸੀ ਕਿ ਤੁਸੀਂ ਐਵੇਂ ਹੀ ਗੱਲਾਂ ਕਰਦੇ ਜੀ। ਬੰਬਈ ਦੀ ਆਰਾਮ ਵਾਲੀ ਜ਼ਿੰਦਗੀ ਦੀ ਆਦੀ ਤੁਸੀਂ ਬਾਲ ਬੱਚੇ ਉੱਥੇ ਛੱਡ ਕੇ ਪਿੰਡ ਕਿੱਥੇ ਆਉਣ ਲੱਗੇ? ਪਰ ਤੁਸੀਂ ਆ ਹੀ ਗਏ। ਇਸੇ ਵਾਸਤੇ ਜਿਹੜੇ ਸਵਾਲ ਪਹਿਲਾਂ ਦੱਬੇ ਹੋਏ ਸੀ, ਹੁਣ ਉਹ ਸਾਰੇ ਉੱਠ ਖੜੇ ਹੋਏ ਆ ਤੇ ਮੈਨੂੰ ਪਰੇਸ਼ਾਨ ਕਰਨ ਡਏ ਆ। ਐਵੇਂ ਮੈਥੋਂ ਇਹ ਗੱਲ ਛੇੜੀ ਗਈ, ਜਦ ਕਿ ਤੁਸੀਂ ਤਾਂ ਇਸ ਜੀਪ ਦੀ ਟਰਾਈ ਲੈਣ ਡਏ ਹੋ। ਢਿੱਲੋਂ ਨੂੰ ਆਪਣੀ ਵੱਲੋਂ ਛੋਏ ਗਏ ਮਸਲੇ ਤੇ ਕੁਝ ਅਫਸੋਸ ਸੀ। ਨਹੀਂ ਢਿੱਲੋਂ ਸਾਹਿਬ, ਤੁਸੀਂ ਇਹ ਗੱਲ ਐਵੇਂ ਹੀ ਨਹੀਂ ਛੇੜੀ, ਸਗੋਂ ਬਹੁਤ ਚੰਗਾ ਕੀਤਾ। ਆਪਾਂ ਇਸ ਉੱਤੇ ਵੀ ਵਿਚਾਰ ਕਰਕੇ ਲੋੜੀਂਦੀ ਤਿਆਰੀ ਤਾਂ ਕਰ ਹੀ ਸਕਦੇ ਹਾਂ। ਮੈਂ ਤਾਂ ਕਹਿੰਦਾ ਵਾਂ ਚੰਗਾ ਹੋਇਆ ਇਹ ਗੱਲ ਚੱਲ ਪਈ। ਨਾਲੇ ਜੇ ਭਲਕ ਨੂੰ ਕੋਈ ਮਸਲਾ ਉੱਠਿਆ ਵੀ ਤਾਂ ਮੈਂ ਤੁਹਾਡੀ ਸਲਾਹ ਤੇ ਸਹਾਇਤਾ ਲੈਣੀ ਹੈ। ਤੁਸੀਂ ਇਸ ਗੱਲ ਨੂੰ ਹੋਰ ਵਿਚਾਰੋ ਢਿੱਲੋਂ ਸਾਹਿਬ। ਬਚਿੱਤਰ ਸਿੰਘ ਜੀ, ਮੈਨੂੰ ਤਾਂ ਆਪ ਬੀਤੀ ਯਾਦ ਆਉਣ ਡਈ ਹੈ। ਜ਼ਮੀਨ 'ਚੋਂ ਆਪਣਾ ਹਿੱਸਾ ਤੇ ਹੋਰ ਸਭ ਕੁਝ ਲੈਣ 'ਚ ਸਾਡਾ ਭਰਾਵਾਂ ਦਾ ਡਾਂਗ ਸੋਟਾ ਹੁੰਦਾ ਮਸਾਂ ਹੀ ਬਚਿਆ। ਸਾਡੇ ਪਿਤਾ ਜੀ ਜੀਂਦੇ ਸੀ ਉਦੋਂ, ਉਹਨਾਂ ਨੇ ਬਰਾਬਰ ਦੇ ਗੁਣੀਏ ਪਵਾ ਦਿੱਤੇ, ਅੰਗ ਸਾਕ ਤੇ ਪਿੰਡ ਦੇ 4 ਸਿਆਣੇ ਇਕੱਠੇ ਕਰਕੇ। ਪਰ ਨਤੀਜਾ ਪਿਤਾ ਜੀ ਨੂੰ ਵੀ ਪਿੰਡ ਛੱਡ ਕੇ ਸਾਡੇ ਕੋਲ ਆ ਕੇ ਰਹਿਣਾ ਪਿਆ। ਬੜਾ ਹੇਰਵਾ ਸੀ ਉਹਨਾਂ ਨੂੰ ਪਿੰਡ ਦਾ। ਮੈਨੂੰ ਤਾਂ ਉਹਨਾਂ ਦੀ ਯਾਦ ਆ ਕੇ ਪਛਤਾਵਾ ਲੱਗ ਜਾਂਦਾ ਕਿ ਮੈਂ ਕਾਹਨੂੰ ਆਪਣੀ ਜ਼ਮੀਨ ਵੰਡਾਈ। ਢਿੱਲੋਂ ਦੀ ਯਾਦ ਦੀ ਉਦਾਸੀ ਇਸ ਪਲ ਦੀ ਉਦਾਸੀ 'ਚ ਬਦਲ ਗਈ। ਉਹਦੀਆਂ ਉਦਾਸ ਅੱਖਾਂ ਨੇ ਸਿਆਲ ਦੀ ਸ਼ਾਮ ਦੀ ਢਲਦੀ ਧੁੱਪ 'ਚ ਨਿੱਘੀ ਹੋਈ ਸੜਕ ਤੇ ਦੂਰ ਤੱਕ ਨਜ਼ਰ ਮਾਰੀ। ਉਹਦੀਆਂ ਨਜ਼ਰਾਂ 'ਚ ਸੜਕ ਤੇ ਚੱਲ ਰਹੀਆਂ ਕਾਰਾਂ, ਬੱਸਾਂ, ਸਕੂਟਰ ਆਦਿ ਜਿਵੇਂ ਰੜਕ ਪਾ ਰਹੇ ਹੋਣ। ਪਿਤਾ ਦੀ ਯਾਦ ਕਾਰਨ ਉਦਾਸੀ ਗਹਿਰੀ ਹੋ ਗਈ ਸੀ। ਉਹ ਚੁੱਪ ਸੀ। ਢਿੱਲੋਂ ਸਾਹਿਬ ਬੋਲਦੇ ਨਹੀਂ, ਤੁਸੀਂ ਤਾਂ ਚੁੱਪ ਹੀ ਹੋ ਗਏ। ਬਚਿੱਤਰ ਸਿੰਘ ਚਾਹੁੰਦਾ ਸੀ ਕਿ ਇਸ ਵਿਸ਼ੇ ਤੇ ਹੋਰ ਗੱਲਬਾਤ ਹੋਵੇ। ਖਾਲਸਾ ਕਾਲਜ ਆਉਣ ਵਾਲਾ ਵਾ, ਵੇਖਿਓ ਕਿਤੇ ਅੱਗੇ ਨਾ ਲੰਘ ਜਾਏ। ਤੁਹਾਨੂੰ ਰਸਤਾ ਤਾਂ ਯਾਦ ਆ ਨਾ? ਢਿੱਲੋਂ ਛੱਡੇ ਹੋਏ ਮਸਲੇ ਨੂੰ ਛੱਡਿਆ ਹੀ ਰੱਖਣਾ ਚਾਹੁੰਦਾ ਸੀ। ਤਾਂ ਹੀ ਤਾਂ ਉਹਨੇ ਗੱਲ ਬਦਲਣ ਲਈ ਬਚਿੱਤਰ ਸਿੰਘ ਨੂੰ ਰਾਹ ਬਾਰੇ ਸਾਵਧਾਨ ਕਰਨਾ ਸ਼ੁਰੂ ਕਰਤਾ। ਢਿੱਲੋਂ ਸਾਹਿਬ, ਮੈਨੂੰ ਬਿਲਕੁਲ ਯਾਦ ਆ ਆਪਣੇ ਭਣਵਈਏ ਕਰਤਾਰ ਸਿੰਘ ਦਾ ਘਰ ਦਾ ਰਾਹ। ਉਹ ਸਾਹਮਣੇ 2 ਟਾਹਲੀਆਂ ਵਾਲਾ ਨਾ, ਉੱਥੋਂ ਮੁੜਨਾ ਹੈ ਖੱਬੇ ਹੱਥ। ਢਿੱਲੋਂ ਸਾਹਿਬ, ਮੈਨੂੰ ਆਪਣੇ ਪਿੰਡ ਦਾ ਰਾਹ ਵੀ ਪੂਰੀ ਤਰ੍ਹਾਂ ਯਾਦ ਆ ਤੇ ਇਸ ਰਾਹ ਤੇ ਜਿਹੜੇ ਹੋਰ ਮਿਲਣਗੇ ਉਹਨਾਂ ਦੀ ਪਛਾਣ ਵੀ ਮੈਨੂੰ ਪੂਰੀ ਤਰ੍ਹਾਂ। ਰਾਹਾਂ ਦੇ ਟੋਏ ਟਿੱਬੇ ਤੇ ਠੇਡੇ ਵੀ ਮੈਨੂੰ ਯਾਦ ਆ। ਢਿੱਲੋਂ ਸਾਹਿਬ, ਮੈਨੂੰ ਪਿੰਡ ਦੇ ਰਾਹ ਮੁੜਨਾ ਹੀ ਪੈਣਾ ਸੀ। ਤੁਸੀਂ ਕਹਿੰਦੇ ਜੇ ਨਾ ਬਾਲ ਬੱਚੇ ਬੰਬਈ ਛੱਡ ਕੇ ਮੈਂ ਕਿਸ ਤਰ੍ਹਾਂ ਆ ਸਕਦਾ। ਅਸਲ 'ਚ ਮੈਂ ਆਇਆ ਹੀ ਤਾਂ ਵਾਂ ਕਿ ਬੰਬਈ 'ਚ ਮੇਰੇ ਬਾਲ ਬੱਚੇ ਤੇ ਪੋਤੇ ਪੋਤੀਆਂ ਹੈਗੇ ਹੈ। ਢਿੱਲੋਂ ਸਾਹਿਬ, ਨਵੀਂ ਫਸਲ ਲਈ ਥਾਂ ਦੇਣ ਲਈ ਪੁਰਾਣੀ ਫਸਲ ਦਾ ਖਲਵਾੜਾ ਲਾਉਣਾ ਹੀ ਪੈਂਦਾ। ਕਬੀਰ ਪਾਰਕ ਨੂੰ ਮੁੜਨ ਵਾਲੀ ਸੜਕ ਤੇ ਆ ਗਈ ਸੀ। ਬਚਿੱਤਰ ਸਿੰਘ ਨੇ ਹੌਰਨ ਦਿੱਤਾ ਤੇ ਜੀਪ ਦੇ ਪਾਸੇ ਲੱਗੇ ਹੋਏ ਸ਼ੀਸ਼ੇ 'ਚੋਂ ਪਿੱਛੇ ਦਾ ਦ੍ਰਿਸ਼ ਵੇਖ ਕੇ ਸਾਵਧਾਨੀ ਨਾਲ ਜੀਪ ਨੂੰ ਖੱਬੇ ਹੱਥ ਵਾਲੀ ਘੱਟ ਚੌੜੀ ਸੜਕ ਤੇ ਮੋੜ ਲਿਆ। ਆਪਾਂ ਫੇਰ ਗੱਲ ਕਰਾਂਗੇ ਬਚਿੱਤਰ ਸਿੰਘ ਜੀ। ਇਹ ਗਲੀਆਂ ਵਾਲਾ ਰਸਤਾ ਵਾ, ਜ਼ਰਾ ਬਚਾ ਕੇ ਚਲਾਇਓ। ਸੜਕ ਵੀ ਖਰਾਬ ਹੈ। ਇੱਥੇ ਪਤਾ ਲੱਗੂਗਾ ਤੁਹਾਨੂੰ ਬੰਬਈ ਤੇ ਅੰਮ੍ਰਿਤਸਰ ਦੇ ਫਰਕ ਦਾ। ਤੰਗ ਤੇ ਟੋਇਆਂ ਵਾਲੀ ਸੜਕ ਤੇ ਰਿਕਸ਼ੇ, ਰੇਹੜੀਆਂ ਤੇ ਸਾਈਕਲਾਂ ਤੇ ਸਕੂਲੋਂ ਮੁੜਦੇ ਵਿਦਿਆਰਥੀ ਅਸਲ 'ਚ ਹੀ ਸਾਵਧਾਨੀ ਦੀ ਜ਼ਰੂਰਤ ਸੁਝਾ ਰਹੇ ਸਨ। ਇਸੇ ਕਾਰਨ ਢਿੱਲੋਂ ਨੂੰ ਵੀ ਗੱਲ ਛੱਡ ਕੇ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਦੀ ਉਦਾਸੀ 'ਚ ਖੋਣ ਦਾ ਮੌਕਾ ਮਿਲਿਆ ਸੀ। ਜੀਪ 100 ਕੁ ਮੀਟਰ ਸਿੱਧੀ ਜਾ ਕੇ ਸੱਜੇ ਹੱਥ ਮੋੜੀ ਗਈ। ਫਿਰ 2 ਕੁ ਘਰਾਂ ਤੋਂ ਬਾਅਦ ਇੱਕ ਹੋਰ ਮੋੜ ਖੱਬੇ ਹੱਥ ਨੂੰ ਕੱਟਿਆ ਗਿਆ ਤੇ ਤੀਸਰੇ ਘਰ ਦੇ ਕਾਲੇ ਰੰਗ ਦੇ ਲੋਹੇ ਦੇ ਗੇਟ ਸਾਹਮਣੇ ਬਚਿੱਤਰ ਸਿੰਘ ਨੇ ਜੀਪ ਰੋਕ ਦਿੱਤੀ। ਉਹ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੇ ਸਨ। ਉਤਰੋ ਢਿੱਲੋਂ ਸਾਹਿਬ।
ਬਚਿੱਤਰ ਸਿੰਘ ਨੇ ਜੀਪ ਦੀ ਚਾਬੀ ਕੱਢਦੇ ਹੋਏ ਆਖਿਆ ਤੇ ਨਾਲ ਹੀ ਸਟੀਅਰਿੰਗ ਸੀਟ ਤੋਂ ਥੱਲੇ ਉਤਰ ਆਇਆ ਤੇ ਫਿਰ ਉਹ ਦੋਵੇਂ ਮਿੱਤਰ ਘਰ ਦੇ ਸਾਹਮਣੇ ਗੇਟ ਤੇ ਸਨ। ਬਚਿੱਤਰ ਸਿੰਘ ਨੇ ਗੇਟ ਦੇ ਥੰਮ ਤੇ ਲੱਗੀ ਘੰਟੀ ਦਾ ਸਵਿੱਚ ਦਬਾਇਆ, ਪਰ ਕਿਸੇ ਦੇ ਆਉਣ ਦੀ ਉਡੀਕ ਕੀਤੇ ਬਗੈਰ ਢਿੱਲੋਂ ਨਾਲ ਗੇਟ ਖੋਲ੍ਹ ਕੇ ਘਰ ਅੰਦਰ ਦਾਖਲ ਹੋ ਕੇ ਅੱਗੇ ਵਧਣ ਲੱਗ ਪਏ। ਗੇਟ ਤੋਂ ਘਰ ਦੀ ਪੋਰਚ 15 ਕੁ ਫੁੱਟ ਦੂਰ ਸੀ। ਸੰਗਮਰਮਰ ਦੇ ਟੁੱਟੇ ਟੁਕੜਿਆਂ ਦਾ ਫਰਸ਼ ਸੀ। ਇਸ ਰਸਤੇ ਦੀ ਲੰਬਾਈ ਦੇ ਸੱਜੇ ਪਾਸੇ ਗੁਆਂਢੀਆਂ ਦੇ ਘਰ ਦੀ ਕੰਧ ਸੀ ਤੇ ਦੂਜੇ ਪਾਸੇ ਘਾਹ ਦਾ ਲੌਨ ਗੁਲਦਾਉਦੀ ਦੇ ਫੁੱਲਾਂ ਦੀਆਂ ਕਿਆਰੀਆਂ ਨਾਲ ਘਿਰਿਆ ਸੀ। ਘਰ ਦੀ ਉਸਾਰੀ ਰੰਗ ਰੋਗਨ ਬਣਤਰ ਤੇ ਗਮਲਿਆਂ ਵਿੱਚ ਫੁੱਲ ਬੂਟਿਆਂ ਦੀ ਹੋਂਦ ਤੇ ਸ਼ੁਕੀਨੀ ਤੇ ਠਾਠ-ਬਾਠ ਦੀ ਝਲਕ ਪੈ ਰਹੀ ਸੀ। ਘਰ ਦੀ ਚੁੱਪ-ਚਾਂਦ ਕਿਸੇ ਕਾਰ, ਸਕੂਟਰ ਜਾਂ ਸਾਈਕਲ ਦਾ ਨਜ਼ਰ ਨਾ ਆਉਣਾ ਘਰ ਦੇ ਵਾਸੀਆਂ ਦੀ ਗੈਰ ਹਾਜ਼ਰੀ ਵੱਲ ਇਸ਼ਾਰਾ ਕਰ ਰਿਹਾ ਸੀ। ਬਚਿੱਤਰ ਸਿੰਘ ਤੇ ਢਿੱਲੋਂ ਗੇਟ ਤੋਂ ਪੋਰਚ ਦੀ ਦੂਰੀ ਤੈਅ ਕਰਕੇ ਪੋਰਚ 'ਚ ਖੁੱਲ੍ਹਣ ਵਾਲੇ ਦਰਵਾਜ਼ੇ ਸਾਹਮਣੇ ਆ ਖੜ੍ਹੇ ਹੋਏ। ਬਚਿੱਤਰ ਸਿੰਘ ਨੇ ਬਾਹਰਲਾ ਜਾਲੀ ਵਾਲਾ ਦਰਵਾਜ਼ਾ ਖੋਲ੍ਹਿਆ। ਅੰਦਰਲਾ ਲੱਕੜੀ ਦਾ ਚਿੱਟੇ ਰੋਗਨ ਵਾਲਾ ਦਰਵਾਜ਼ਾ ਅੰਦਰੋਂ ਬੰਦ ਸੀ। ਲੱਗਦਾ ਕੋਈ ਘਰ ਨਹੀਂ ਹੈ, ਢਿੱਲੋਂ ਬੋਲਿਆ। ਵੇਖ ਲੈਂਦੇ ਹਾਂ। ਦਰਵਾਜ਼ਾ ਖੜਕਾ ਕੇ ਬਾਹਰਲੇ ਗੇਟ ਤੇ ਜਿੰਦਾ ਤਾਂ ਨਹੀਂ ਸੀ, ਕੋਈ ਘਰ ਹੋ ਸਕਦਾ। ਬਚਿੱਤਰ ਸਿੰਘ ਦੇ ਜਵਾਬ 'ਚ ਦਲੀਲ ਸੀ। ਬਚਿੱਤਰ ਸਿੰਘ ਦੇ ਦਰਵਾਜ਼ਾ ਖੜਕਾਉਣ ਦਾ ਕੋਈ ਨਤੀਜਾ ਨਾ ਨਿਕਲਿਆ। ਉਹ ਪੋਰਚ ਪਾਰ ਕਰਕੇ ਘਰ ਦੇ ਪਿਛਲੇ ਪਾਸੇ 'ਚ ਗਿਆ। ਉੱਥੇ ਬੀਜੀ ਗਈ ਮੇਥੀ ਦੀ ਕਿਆਰੀ 'ਚ ਪਲਾਸਟਿਕ ਦੀ ਪਾਈਪ ਰਾਹੀਂ ਪਾਣੀ ਚੱਲ ਰਿਹਾ ਸੀ। ਛੋਟੀ-ਛੋਟੀ ਮੇਥੀ ਦੀ ਹਰੀ ਭਰੀ ਕਿਆਰੀ ਅੱਧੀ ਕੁ ਭਰ ਚੁੱਕੀ ਸੀ। ਥੋੜ੍ਹੇ ਚਿਰ ਪਿੱਛੋਂ ਜਾਂ ਤਾਂ ਪਾਣੀ ਦਾ ਬੰਦ ਕਰਨ ਦੀ ਜਾਂ ਨਾਲ ਲੱਗਦੀ ਪਾਲਕ ਦੀ ਕਿਆਰੀ 'ਚ ਪਾਣੀ ਲਾਏ ਜਾਣ ਦੀ ਜ਼ਰੂਰਤ ਤੋਂ ਸਾਬਤ ਹੁੰਦਾ ਸੀ ਕਿ ਕੋਈ ਘਰ ਹੈ। ਬਚਿੱਤਰ ਸਿੰਘ ਨੇ ਆਵਾਜ਼ ਦੇਣ ਬਾਰੇ ਸੋਚਿਆ। ਕਰਤਾਰ ਸਿੰਘ ਜੀ, ਕਰਤਾਰ ਸਿੰਘ ਜੀ, ਕੋਈ ਘਰ ਹੈ? ਬਚਿੱਤਰ ਸਿੰਘ ਨੇ 2-3 ਵਾਰ ਆਵਾਜ਼ ਮਾਰੀ। ਕੌਣ? ਆਇਆ? ਛੱਤ ਤੋਂ ਆਵਾਜ਼ ਆਈ ਸੀ। ਬਚਿੱਤਰ ਸਿੰਘ ਨੇ ਆਪਣੇ ਭਣਵੱਈਏ ਦੀ ਆਵਾਜ਼ ਪਛਾਣ ਲਈ ਸੀ। ਭਾਜੀ ਥੱਲੇ ਆਓ, ਥੱਲੇ। ਕਿੱਥੋਂ ਬੋਲਦੇ ਜੇ? ਬਚਿੱਤਰ ਸਿੰਘ ਆਪਣੇ ਭਣਵੱਈਏ ਦੀ ਆਵਾਜ਼ ਸੁਣਨ ਪਿੱਛੋਂ ਫਿਰ ਬੋਲਿਆ ਸੀ। ਛੇਤੀ ਪਿਛਲੇ ਵਿਹੜੇ 'ਚ ਉਤਰਨ ਵਾਲੀਆਂ ਪੌੜੀਆਂ ਰਾਹੀਂ ਉਤਰ ਕੇ ਕਰਤਾਰ ਸਿੰਘ ਸਾਹਮਣੇ ਆਇਆ। ਉਹ ਬਚਿੱਤਰ ਸਿੰਘ ਨੂੰ ਇੱਕ ਸਾਥੀ ਨਾਲ ਵੇਖ ਕੇ ਖੁਸ਼ੀ ਭਰੀ ਹੈਰਾਨੀ ਮਹਿਸੂਸ ਕਰ ਰਿਹਾ ਸੀ। ਉਹਦੇ ਗਲੇ ਮਿਲਿਆ। ਦਲਜੀਤ ਸਿੰਘ ਢਿੱਲੋਂ ਨੂੰ ਉਹਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਤੁਸੀਂ ਕਿੱਥੇ ਲੁਕੇ ਬੈਠੇ ਸੀ ਭਾਜੀ? ਹੋਰ ਕੋਈ ਘਰ ਹੈ ਹੀ ਨਹੀਂ? ਕਿੱਧਰ ਗਏ ਸਾਰੇ? ਬਚਿੱਤਰ ਸਿੰਘ ਨੇ ਹਾਲ ਚਾਲ ਪੁੱਛਣ ਤੋਂ ਪਹਿਲਾਂ ਹੀ ਘਰ ਦੇ ਇਕਲਾਪੇ ਤੇ ਸੁੰਨੇ ਮਾਹੌਲ ਦਾ ਕਾਰਨ ਪੁੱਛਿਆ ਸੀ। ਬਚਿੱਤਰ ਸਿੰਘ ਨੂੰ ਆਪਣੇ ਭਣਵੱਈਏ ਦੀ ਹਾਲਤ ਕਾਫੀ ਮਾੜੀ ਲੱਗ ਰਹੀ ਸੀ। ਲੁੱਕ ਕੇ ਹੀ ਗੁਜ਼ਾਰਾ ਕਰ ਲਈਦਾ ਵਾ ਬਚਿੱਤਰ ਸਿਆਂ। ਘਰ ਮੈਂ ਜੋ ਹੈਗਾ ਵਾਂ, ਕੁੱਤੇ ਬਿੱਲੇ ਦੀ ਰਾਖੀ ਨੂੰ। ਘਰ ਵਾਲੇ ਜਿੱਧਰ ਜੀਅ ਕਰਦਾ ਵਾ ਜਾਂਦੇ ਆ। ਆਓ ਅੰਦਰ ਬੈਠੀਏ। ਕਦੋਂ ਆਏ ਤੁਸੀਂ ਬੰਬੇ ਤੋਂ? ਸਭ ਰਾਜੀ ਬਾਜੀ ਹੈ ਨਾ? ਕਰਤਾਰ ਸਿੰਘ ਦੀ ਉੱਤਰ ਕਥਨੀ ਵਿੱਚ ਕਿਸੇ ਦੁੱਖ ਦਾ ਇਜ਼ਹਾਰ ਤੇ ਫਰਿਆਦ ਦੀ ਕੂਕ ਸੀ। ਉਹ ਆਪਣੇ ਪਰਿਵਾਰ ਹੱਥੋਂ ਨਾਖੁਸ਼ ਤੇ ਦੁਖੀ ਲੱਗਦਾ ਸੀ। ਉਹਦੇ ਚਿਹਰੇ ਦੇ ਪ੍ਰਭਾਵ, ਉਦਾਸੀ, ਸਿਹਤ, ਉਹਦੇ ਦੁੱਖਾਂ ਦੀ ਕਹਾਣੀ ਦੀ ਸਪਸ਼ਟ ਲਿਖਤ ਤੇ ਉਹਦੀ ਦਸ਼ਾ ਦੀ ਮੂੰਹ ਬੋਲਦੀ ਤਸਵੀਰ ਸੀ। ਉਹਦੀ ਪਿਛਲੀ ਉਮਰ ਦਾ ਲਾਚਾਰ ਬੁਢਾਪਾ ਰੁਲਿਆ ਹੋਇਆ ਲੱਗਦਾ ਸੀ। ਕਰਤਾਰ ਸਿੰਘ ਉਹਨਾਂ ਦੋਵਾਂ ਨੂੰ ਡਰਾਇੰਗ ਰੂਮ 'ਚ ਲੈ ਗਿਆ। ਡਰਾਇੰਗ ਰੂਮ ਦੀ ਸਾਜ ਸਜਾਵਟ ਦੀ ਹਾਲਤ ਕਰਤਾਰ ਸਿੰਘ ਦੀ ਹਾਲਤ ਤੋਂ ਬਿਲਕੁਲ ਉਲਟ ਸੀ। ਕੀਮਤੀ ਫਰਨੀਚਰ, ਵਧੀਆ ਪਰਦੇ, ਫਰਸ਼ ਤੇ ਵਿਸ਼ੇ ਗਲੀਚੇ 'ਚ ਪੈਰ ਖੁੱਭਦੇ ਸਨ। ਵੰਨ-ਸੁਵੰਨੀਆਂ ਸਜਾਵਟੀ ਵਸਤਾਂ ਅਮੀਰੀ ਵੱਲ ਹੀ ਇਸ਼ਾਰਾ ਕਰਦੀਆਂ ਸਨ। ਪਰ ਕਰਤਾਰ ਸਿੰਘ ਦਾ ਬੇਰੌਣਕ ਚਿਹਰਾ, ਕਮਜ਼ੋਰ ਮਰੀ ਆਵਾਜ਼, ਘਸੇ ਹੋਏ ਸਸਤੇ ਕੱਪੜੇ, ਕਕਰੀਲੇ ਸਿਆਲ ਦੀ ਰੁੱਤੇ ਲੱਠੇ ਦੇ ਕੁੜਤੇ ਪਜਾਮੇ ਨਾਲ ਇੱਕ ਪਤਲੀ ਜਿਹੀ ਜਰਸੀ ਤੇ ਪੈਰੀਂ ਹੰਢੀ ਹੋਈ ਦੇਸੀ ਜੁੱਤੀ ਡਰਾਇੰਗ ਰੂਮ ਵੱਲੋਂ ਪੈ ਰਹੀ ਖੁਸ਼ਹਾਲੀ ਦੀ ਝਲਕ ਉੱਤੇ ਗ੍ਰਹਿਣ ਵਾਂਗ ਸੀ। ਬੈਠੋ 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 ਜੀ। ਕਰਤਾਰ ਸਿੰਘ ਨੇ ਉਹਨਾਂ ਦੋਵਾਂ ਨੂੰ ਡਰਾਇੰਗ ਰੂਮ 'ਚ ਰੱਖੇ ਵਧੀਆ ਸੋਫੇ ਤੇ ਬੈਠਣ ਲਈ ਇਸ਼ਾਰਾ ਕੀਤਾ। ਤੁਸੀਂ ਵੀ ਬਹਿ ਜਾਓ ਭਾਜੀ। ਢਿੱਲੋਂ ਨਾਲ ਸੋਫੇ ਤੇ ਬਹਿਣ ਪਿੱਛੋਂ ਬਚਿੱਤਰ ਸਿੰਘ ਨੇ ਕਰਤਾਰ ਸਿੰਘ ਨੂੰ ਆਖਿਆ। ਉਹ ਜਿਵੇਂ ਆਪਣੇ ਹੀ ਘਰ ਦੇ ਸੋਫੇ ਉੱਤੇ ਬਹਿਣ ਤੋਂ ਘਬਰਾਉਂਦਾ ਹੋਵੇ। ਬਹਿ ਜਾਂਦਾ ਵਾਂ ਮੈਂ ਵੀ। ਦੱਸੋ ਕੀ ਛਕੋਗੇ? ਕਰਤਾਰ ਸਿੰਘ ਨੇ ਖੜੇ ਖੜੇ ਪੁੱਛਿਆ। ਕੁਛ ਨਹੀਂ ਭਾਜੀ। ਇਹੋ ਜਿਹੀ ਠੰਡ 'ਚ ਪਾਣੀ ਦੀ ਲੋੜ ਨਹੀਂ, ਰੋਟੀ ਦਾ ਵੇਲਾ ਨਹੀਂ ਤੇ ਚਾਹ ਅਸੀਂ ਪੀਣੀ ਨਹੀਂ। ਤੁਸੀਂ ਬਹਿ ਜਾਓ ਭਾਜੀ, ਆਪਣਾ ਹਾਲ ਚਾਲ ਦੱਸੋ। ਬਚਿੱਤਰ ਸਿੰਘ ਕਹਿੰਦਾ ਹੋਇਆ ਆਪਣੇ ਭਣਵੱਈਏ ਦੀ ਦਸ਼ਾ ਜਾਂ ਦੁਰਦਸ਼ਾ ਦਾ ਅੰਦਾਜ਼ਾ ਵੀ ਲਾਉਂਦਾ ਜਾ ਰਿਹਾ ਸੀ। ਉਹਨੂੰ ਉਹਦੀ ਹਾਲਤ ਤਰਸਯੋਗ ਲੱਗੀ। ਤੁਸੀਂ ਬਹਿੰਦੇ ਕਿਉਂ ਨਹੀਂ ਭਾਜੀ? ਦੂਜੀ ਵਾਰ ਕਹਿਣ ਤੇ ਵੀ ਕਰਤਾਰ ਸਿੰਘ ਦੇ ਖੜੇ ਹੀ ਰਹਿਣ ਤੇ ਬਚਿੱਤਰ ਸਿੰਘ ਨੇ ਉੱਠ ਕੇ ਕੁਝ ਸਖਤੀ ਨਾਲ ਕਿਹਾ ਤਾਂ ਕਰਤਾਰ ਸਿੰਘ ਨੂੰ ਬੈਠਣਾ ਹੀ ਪਿਆ। ਉਹ ਕਿਸੇ ਤਣਾਅ 'ਚ ਸੀ, ਜਿਵੇਂ ਉਹਨੇ ਕੋਈ ਵਰਜਿਤ ਕੰਮ ਕੀਤਾ ਹੋਵੇ। ਬਚਿੱਤਰ ਸਿੰਘ, ਮੈਂ 5 ਮਿੰਟਾਂ 'ਚ ਚਾਹ ਲੈ ਕੇ ਆਉਣਾ। ਤੁਸੀਂ ਬਹੁਤ ਜ਼ਰਾ। ਕਰਤਾਰ ਸਿੰਘ ਉੱਠ ਖੜਾ ਹੋਇਆ ਸੀ ਤੇ ਉਹਨੇ ਉੱਠਦੇ ਹੋਏ ਨੇ ਆਖਿਆ। ਓਏ ਬਹਿ ਜਾਓ ਨਾ ਭਾਜੀ। ਬਚਿੱਤਰ ਸਿੰਘ ਬੋਲਿਆ ਤੇ ਨਾਲ ਹੀ ਉਹਨੇ ਆਪਣੀ ਥਾਂ ਤੋਂ ਉੱਠ ਕੇ ਸਾਹਮਣੇ ਸੋਫੇ ਤੋਂ ਉੱਠ ਕੇ ਖੜੇ ਹੋਏ ਤੁਰਨ ਨੂੰ ਤਿਆਰ ਆਪਣੇ ਭਣਵੱਈਏ ਕਰਤਾਰ ਸਿੰਘ ਨੂੰ ਮੋਢਿਆਂ ਤੋਂ ਫੜ ਕੇ ਬਿਠਾ ਦਿੱਤਾ। ਭਾਜੀ, ਘੜੀ ਮੁੜੀ ਚਾਹ ਦੀ ਗੱਲ ਨਹੀਂ ਨਾ ਕਰੀ ਜਾਓ। ਅਸੀਂ ਚਾਹ ਪੀਣ ਲਈ ਤੁਹਾਨੂੰ ਮਿਲਣ ਆਏ ਹਾਂ। ਆਪਣਾ ਹਾਲ ਦੱਸੋ ਭਾਜੀ।
ਬਚਿੱਤਰ ਸਿੰਘ ਵੀ ਕਰਤਾਰ ਸਿੰਘ ਦੇ ਨਾਲ ਹੀ ਬੈਠ ਗਿਆ ਸੀ। ਢਿੱਲੋਂ ਸਾਲੇ ਭਣਵਈਏ ਦਾ ਕਿਰਿਆਕਲਾਪ ਚੁੱਪਚਾਪ ਵੇਖ ਰਿਹਾ ਸੀ। ਕੀ ਦੱਸਾਂ ਹਾਲ? ਬਚਿੱਤਰ ਸਿੰਘ, ਮੈਨੂੰ ਤਾਂ ਹਾਲ ਦੱਸਣਾ ਹੀ ਭੁੱਲ ਗਿਆ ਵਾ। ਕਦੀ ਕਿਸੇ ਨੇ ਪੁੱਛਿਆ ਹੀ ਨਹੀਂ। ਕੀ ਦੱਸਾਂ? ਕਰਤਾਰ ਸਿੰਘ ਜਿਵੇਂ ਪਛਤਾਵੇ ਭਰੀ ਆਵਾਜ਼ 'ਚ ਉਦਾਸੀ ਦੇ ਡੂੰਘੇ ਖੂਹ 'ਚੋਂ ਬੋਲਿਆ ਹੋਵੇ। ਉਹਦੇ ਮਨ ਦੀ ਪੀੜ ਦੇ ਨਕਸ਼ੇ ਉਹਦੇ ਚਿਹਰੇ 'ਤੇ ਖਿੱਚੇ ਗਏ ਸਨ। ਭਾਜੀ, ਤੁਸੀਂ ਸਭ ਕੁਝ ਦੱਸੋ। ਮੈਨੂੰ ਸਾਫ਼ ਲੱਗਦਾ ਹੈ ਕਿ ਤੁਸੀਂ ਕਿਸੇ ਤਕਲੀਫ 'ਚ ਹੈਗੇ ਹੋ। ਦੁੱਖ ਸੁੱਖ ਭੈਣਾਂ ਭਰਾਵਾਂ ਨਾਲ ਹੀ ਵੰਡਾਈਦਾ। ਦੱਸੋ ਭਾਜੀ, ਦੱਸੋ ਸਭ ਕੁਝ। ਬਚਿੱਤਰ ਸਿੰਘ ਨੇ ਪੁੱਛਦਿਆਂ ਕਰਤਾਰ ਸਿੰਘ ਦੇ ਹੱਥ ਆਪਣੇ ਹੱਥਾਂ 'ਚ ਫੜ ਲਏ। ਜਿਹੜਾ ਬੰਦਾ ਆਪ ਵੀ ਤੇ ਉਹਦੇ ਬਾਲ ਬੱਚੇ ਵੀ ਬਸ ਉਹਦੀ ਮੌਤ ਹੀ ਉਡੀਕਦੇ ਹੋਣ, ਉਹਨੂੰ ਕੀ ਲੱਗੇ ਦੁੱਖਾਂ ਨਾਲ? ਬਚਿੱਤਰ ਸਿੰਘ, ਮੈਂ ਬੁੱਕਲ 'ਚ ਮੂੰਹ ਦੇ ਕੇ ਰੋ ਲੈਂਦਾ ਵਾਂ। ਆਪਣੇ ਅੱਥਰੂ ਆਪੇ ਹੀ ਪੂੰਝ ਲੈਂਦਾ ਵਾਂ। ਜਦੋਂ ਰਾਤ ਪੈਂਦੀ ਹੈ ਥੋੜ੍ਹੀ ਜਿਹੀ ਤਸੱਲੀ ਕਰ ਲੈਂਦਾ ਭਈ ਚਲੋ ਜਲਾਲਤ ਦੀ ਜ਼ਿੰਦਗੀ ਦਾ ਇੱਕ ਦਿਨ ਹੋਰ ਘਟ ਗਿਆ। ਗੱਲ ਜਿਵੇਂ ਅਧੂਰੀ ਛੁੱਟ ਗਈ ਸੀ। ਪਰ ਕਰਤਾਰ ਸਿੰਘ ਦੀਆਂ ਅੱਖਾਂ 'ਚ ਪੂਰੀ ਝੜੀ ਲੱਗ ਗਈ ਸੀ। ਭਾਜੀ, ਮੈਨੂੰ ਕੁਝ ਫਿਕਰ ਵਾਲੀ ਗੱਲ ਤਾਂ ਲੱਗੀ ਸੀ ਤੁਹਾਨੂੰ ਵੇਖ ਕੇ, ਪਰ ਹਾਲਤ ਇੰਨੀ ਖਰਾਬ ਹੈ ਮੇਰਾ ਅੰਦਾਜ਼ਾ ਨਹੀਂ ਸੀ। ਮੈਨੂੰ ਆਪਣਾ ਛੋਟਾ ਭਰਾ ਸਮਝੋ ਤੇ ਸਭ ਕੁਝ ਦੱਸੋ। ਮੈਂ ਜ਼ਰੂਰ ਹੀ ਕੁਛ ਨਾ ਕੁਛ ਕਰ ਸਕਾਂਗਾ। ਬਚਿੱਤਰ ਸਿੰਘ ਭਾਵੁਕ ਹੋ ਗਿਆ ਸੀ। ਉਹਨੇ ਆਪਣੀ ਜੇਬ 'ਚੋਂ ਰੁਮਾਲ ਕੱਢ ਕੇ ਕਰਤਾਰ ਸਿੰਘ ਦਾ ਅੱਥਰੂਆਂ ਨਾਲ ਭਿੱਜਿਆ ਚਿਹਰਾ ਸਾਫ਼ ਕੀਤਾ। ਦੱਸੋ ਭਾਜੀ, ਮੈਨੂੰ ਆਪਣੇ ਬਾਰੇ ਸਭ ਕੁਝ ਦੱਸੋ। ਬਚਿੱਤਰ ਸਿੰਘ ਨੇ ਜਿਵੇਂ ਜ਼ਿੱਦ ਕੀਤੀ। ਉਹ ਆਪਣੇ ਭਣਵੱਈਏ ਕਰਤਾਰ ਸਿੰਘ ਦਾ ਸਦਾ ਆਦਰ ਕਰਦਾ ਰਿਹਾ ਸੀ। ਕਰਤਾਰ ਸਿੰਘ ਦੇ ਜੀਵਨ ਵਿੱਚ ਕੋਈ ਵੀ ਸ਼ਰਮਿੰਦਾ ਕਰਨ ਵਾਲੀ ਗੱਲ ਉਹਨੂੰ ਕਦੀ ਨਹੀਂ ਸੀ ਰੜਕੀ। ਬਚਿੱਤਰ ਸਿੰਘ ਦੇ ਸਵਰਗਵਾਸੀ ਪਿਤਾ ਜੀ ਵੀ ਆਪਣੇ ਇੱਕੋ ਇੱਕ ਜਵਾਈ ਦਾ ਮਾਣ ਕਰਦੇ ਤੇ ਉਹਦੀ ਸਿਆਣਪ ਸਦਕਾ ਲੋੜ ਸਮੇਂ ਸਲਾਹ ਮਸ਼ਵਰਾ ਕਰਦੇ ਸਨ। ਕਰਤਾਰ ਸਿੰਘ ਨੇ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦਵਾਈ ਸੀ ਤੇ ਉਹ ਵਿਆਹੇ ਵਰੇ ਚੰਗੀਆਂ ਨੌਕਰੀਆਂ ਤੇ ਲੱਗੇ ਸਨ। ਕਰਤਾਰ ਸਿੰਘ ਆਪ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚੋਂ ਸੁਪਰਡੈਂਟ ਰਿਟਾਇਰ ਹੋਇਆ ਸੀ। ਸੇਵਾ ਮੁਕਤ ਹੋਣ ਸਮੇਂ ਉਹਨੂੰ ਪ੍ਰੋਵੀਡੈਂਟ ਫੰਡ ਤੇ ਗ੍ਰੈਚੁਟੀ ਵਜੋਂ ਇੱਕ ਮੋਟੀ ਰਾਸ਼ੀ ਵੀ ਮਿਲੀ ਸੀ। ਬਚਿੱਤਰ ਸਿੰਘ, ਮੇਰਾ ਹਾਲ ਤਾਂ ਕੁੱਤਿਆਂ ਤੋਂ ਵੀ ਭੈੜਾ ਹੀ ਹੋ। ਕੀ ਦੱਸਾਂ ਤੈਨੂੰ? ਤੁਸੀਂ ਮੈਨੂੰ ਸਭ ਕੁਝ ਦੱਸੋ ਭਾਜੀ। ਬਚਿੱਤਰ ਸਿੰਘ, ਤੈਨੂੰ ਪਤਾ ਹੀ ਹੈ ਮੈਂ ਤਾਂ ਰਿਟਾਇਰ ਹੋ ਕੇ ਪਿੰਡ ਹੀ ਵਸਣਾ ਚਾਹੁੰਦਾ ਸੀ। ਉਦੋਂ ਦੋਵੇਂ ਮੁੰਡੇ ਵੀ ਨੌਕਰੀ ਤੇ ਲੱਗੇ ਸੀ। ਵੱਡਾ ਸਠਿਆਲੇ, ਛੋਟਾ ਬੀੜ ਬਾਬਾ ਬੁੱਢਾ ਕਾਲਜ 'ਚ ਲੈਕਚਰਰ ਸੀ। ਇਹਨਾਂ ਦੋਵਾਂ ਨੇ ਜ਼ਿੱਦ ਕੀਤੀ ਵੀ ਪਲਾਟ ਇੱਥੇ ਅੰਮ੍ਰਿਤਸਰ ਹੈਗਾ ਵਾ ਤੇ ਫੰਡ ਤੇ ਗ੍ਰੈਚੁਟੀ ਤੇ 3 ਲੱਖ ਰੁਪਏ ਵੀ ਆ ਤੇ ਸ਼ਹਿਰ ਕੋਠੀ ਬਣਾ ਕੇ ਰਹੀਏ, ਬੰਦਿਆਂ ਵਾਂਗ ਜ਼ਿੰਦਗੀ ਕੱਟੀਏ ਜਿਹੜੀ ਹੈਗੀ ਆ 4 ਦਿਨ। ਮੇਰੇ ਕੋਲੋਂ ਮੁੰਡਿਆਂ ਨੇ ਤੇ ਨੂੰਹਾਂ ਨੇ ਮਿੱਠੇ ਤੇ ਪਿਆਰੇ ਹੋ ਕੇ ਜ਼ੋਰ ਪਾ ਕੇ ਹਾਂ ਕਰਵਾ ਲਈ। ਬੇਅੰਤ ਕੌਰ ਦੀ ਸਲਾਹ ਇਹ ਤੋਂ ਉਲਟ ਸੀ, ਪਰ ਅਸੀਂ ਦੋਵੇਂ ਆਪਣੀ ਔਲਾਦ ਅੱਗੇ ਹਾਰ ਗਏ। ਇਹ ਕੋਠੀ ਬਣਨ ਲੱਗ ਪਈ। ਮੈਂ ਸੋਚਿਆ 2 ਲੱਖ 'ਚ ਕੰਮ ਨਿਬੜ ਜਾਊ, ਪਰ ਮੁੰਡਿਆਂ ਤੇ ਨੂੰਹਾਂ ਦੀ ਸ਼ੁਕੀਨੀ ਨੇ ਮੇਰਾ 3 ਲੱਖ ਹੀ ਲਵਾ ਕੇ ਮੈਨੂੰ ਨੰਗ ਕਰਤਾ। ਉਦੋਂ ਕਹਿੰਦੇ ਸੀ ਵੀ ਮੈਂ ਪਿੰਡ ਰਹਿ ਕੇ ਕਿਉਂ ਰੁਲਣਾ ਵਾਂ, ਸ਼ਹਿਰ ਆਰਾਮ ਦੀ ਜ਼ਿੰਦਗੀ ਬਿਤਾਵਾਂ ਗੁਰੂ ਦੀ ਨਗਰੀ 'ਚ, ਦੋਵੇਂ ਵੇਲੇ ਮੱਥਾ ਟੇਕਣ ਜਾਇਆ ਕਰਾਂ। ਤੇ ਹੋਇਆ ਕੀ? ਮੈਨੂੰ ਕੰਗਾਲ ਕਰ ਦਿੱਤਾ। ਮੇਰੀ ਔਲਾਦ ਨੇ ਨਾ ਕੱਪੜਾ ਨਾ ਦਵਾ ਦਾਰੂ। ਜੇ ਸਿਆਲ 'ਚ ਕਿਤੇ ਖੰਘ ਲੱਗ ਜਾਂਦੀ ਆ ਤਾਂ ਕਾਨਵੈਂਟ 'ਚ ਪੜ੍ਹਨ ਵਾਲੇ ਪੋਤੇ ਪੋਤੀਆਂ ਇਨਫੈਕਸ਼ਨ ਕਹਿ ਕੇ ਨਫ਼ਰਤ ਕਰਦੇ ਆ। ਰੋਟੀ ਮਿਲਦੀ ਹੈ ਮੈਨੂੰ ਜਿੱਦਾਂ ਕੁੱਤੇ ਨੂੰ ਪਾਉਣੀ ਹੋਵੇ। ਇੱਕ ਤਾਂ ਤੇਰੀ ਭੈਣ ਬੇਅੰਤ ਕੌਰ ਮੈਨੂੰ ਛੱਡ ਕੇ ਤੁਰ ਗਈ ਤੇ ਦੂਜਾ ਇਹਨਾਂ ਨੇ ਮੇਰੇ ਕੋਲ ਇੱਕ ਪੈਸਾ ਨਹੀਂ ਰਹਿਣ ਦਿੱਤਾ। ਦੱਸ ਬਚਿੱਤਰ ਸਿੰਘ, ਜੇ ਮੈਂ 3 ਲੱਖ ਬੈਂਕ 'ਚ ਲਾਇਆ ਹੁੰਦਾ ਤਾਂ ਮੈਨੂੰ 3,000 ਮਹੀਨੇ ਦਾ ਵਿਆਜ ਮਿਲਣਾ ਸੀ। ਮੈਂ ਪਿੰਡ ਰਹਿੰਦਾ, 4 ਸਿਆੜ ਪੈਲੀ ਵੀ ਸੀ, 4 ਪੈਸੇ ਜੇਬ 'ਚ ਹੋਣੇ ਸੀ। ਆਪਣੀ ਸੰਭਾਲ ਕਰਦਾ, ਕਿਸੇ ਆਂਢੀ ਗੁਆਂਢੀ ਭੈਣ ਭਰਾ ਦਾ ਕੰਮ ਸਾਰਦਾ, ਸਰੀਕੇ ਬਰਾਦਰੀ 'ਚ ਬਹਿੰਦਾ ਖਲੋਂਦਾ, ਮਿਲਦਾ ਵਰਤਦਾ। ਤੇ ਹੁਣ ਬਚਿੱਤਰ ਸਿੰਘ, ਨਿਆਣੇ ਸਕੂਲ, ਨੂੰਹਾਂ ਆਪਣੀ ਨੌਕਰੀ ਤੇ ਪੁੱਤ ਆਪਣੀ ਨੌਕਰੀ ਤੇ। ਮੈਂ ਸਾਰਾ ਦਿਨ ਘਰ ਮੱਖੀਆਂ ਮਾਰਦਾ, ਕੁੱਤਿਆਂ ਦੀ ਰਾਖੀ, ਸੁੰਨੇ ਘਰ ਦਾ ਜਿੰਦਾ ਬਣ ਕੇ। ਜੇ ਕੋਈ ਘਰ ਆ ਜਾਂਦਾ ਹੈ ਤਾਂ ਮੈਨੂੰ ਲੁਕਾਉਂਦੇ ਫਿਰਦੇ ਆ। ਮੈਂ ਬੁਰਾ ਜੂ ਲੱਗਦਾ ਵਾਂ। ਜੇ ਮੈਨੂੰ ਚੱਜ ਦਾ ਲੀੜਾ ਕੱਪੜਾ ਦੇਣ ਤਾਂ ਕਿਉਂ ਬੁਰਾ ਲੱਗਾ ਮੈਂ? ਕਿਤੇ ਬਿਮਾਰੀ ਸ਼ੁਮਾਰੀ ਹੋ ਜਾਏ ਤਾਂ ਮੈਂ ਦੱਸਦਾ ਹੀ ਨਹੀਂ। ਇੱਕ ਤਾਂ ਡਰੀਦਾ ਬਈ ਆਖਣਗੇ ਕਿ ਮੈਂ ਕੁਝ ਵੱਧ ਘੱਟ ਖਾ ਲਿਆ ਹੋਣਾ, ਤੇ ਦੂਜਾ ਸੋਚਦਾ ਚਲੋ ਬਿਮਾਰੀ ਵਧੇ ਹੋਰ, ਖਬਰੇ ਮੈਨੂੰ ਇਹਨਾਂ ਦੀ ਕੈਦ 'ਚੋਂ ਛੁਡਾਈ ਦੇਵੇ। ਬਚਿੱਤਰ ਸਿੰਘ, ਠੰਡ ਵੇਖ ਸਿਆਲ ਦੀ ਤੇ ਆਹ ਵੇਖ ਕੱਪੜੇ ਮੇਰੇ। ਕੀ ਕਰੂ ਬੁੱਢਾ ਸਰੀਰ ਇਹੋ ਜਿਹੀ ਠੰਡ 'ਚ। ਨੂੰਹਾਂ ਤਾਂ ਬਗਾਨੀਆਂ ਧੀਆਂ ਨੇ, ਪਰ ਪੁੱਤ ਤਾਂ ਮੇਰੇ ਹੀ ਆ ਨਾ। ਅੰਨੇ ਹੋਇਆ ਉਹ। ਛੋਟਾ ਤਾਂ ਬਾਇਓਕੈਮਿਸਟਰੀ 'ਚ MSc ਆ। ਉਹਨੂੰ ਪਤਾ ਹੀ ਹੋਊ ਸਰੀਰ ਦੀਆਂ ਅੰਦਰੋਂ ਤੇ ਬਾਹਰੋਂ ਕੀ ਲੋੜਾਂ ਹੁੰਦੀਆਂ। ਮੈਨੂੰ ਇੱਕ ਕੱਲ ਦੁਰਕਾਰਾਂ ਤੇ ਕੰਗਾਲੀ ਨੇ ਸ਼ੁਦਾਈ ਕਰ ਦੇਣਾ। ਬਚਿੱਤਰ ਸਿੰਘ, ਜਾਂ ਤਾਂ ਤੂੰ ਮੇਰੀ ਬਾਂਹ ਫੜ ਤੇ ਜਾਂ ਮੈਨੂੰ ਕੋਈ ਮਰਨ ਲਈ ਥਾਂ ਦੱਸ। ਮੈਂ ਤਾਂ ਰੁਲ ਗਿਆ ਵਾਂ। ਕਰਤਾਰ ਸਿੰਘ ਬੋਲਣ ਲੱਗਾ ਤਾਂ ਬਹੁਤ ਕੁਝ ਬੋਲ ਗਿਆ। ਉਹਨੇ ਆਪਣੇ ਦੁੱਖਾਂ ਦੀ ਕਹਾਣੀ ਅੱਧ-ਪਚੱਧੀ ਸੁਣਾਈ ਸੀ, ਪਰ ਬਚਿੱਤਰ ਸਿੰਘ ਨੂੰ ਪੂਰੀ ਸਮਝ ਆ ਗਈ। ਭਾਜੀ, ਤੁਹਾਥੋਂ ਗਲਤੀ ਹੋ ਗਈ। ਕਿਹੜੀ ਗਲਤੀ? ਜਿਹੜਾ ਤੁਸੀਂ ਆਪਣਾ ਸਾਰਾ ਪੈਸਾ ਖਰਚ ਕਰਤਾ।
ਬਚਿੱਤਰ ਸਿੰਘ, ਗਲਤੀ ਮੈਂ ਕਦੋਂ ਕੀਤੀ? ਇਹ ਤਾਂ ਸਾਰਿਆਂ ਨੇ ਮੈਨੂੰ ਸਬਜ਼ ਬਾਗ ਵਿਖਾਲ ਵਿਖਾਲ ਕੇ ਕਰਵਾਈ। ਮੈਂ ਤੇ ਤੇਰੀ ਭੈਣ ਬੇਅੰਤ ਕੌਰ ਪਿੰਡ ਹੀ ਰਹਿਣਾ ਚਾਹੁੰਦੇ ਸੀ। ਕਿਤੇ ਕੋਠੀ ਬਣਾਉਣ ਦਾ ਗਰੋਹ ਮੈਂ ਨਾ ਸਹੇੜਿਆ ਹੁੰਦਾ, ਮੇਰੇ ਪੱਲੇ 3 ਲੱਖ ਰੁਪਏ ਹੋਣੇ ਸੀ। ਮੈਂ ਪਿੰਡ ਆਪਣੇ ਸਕਿਆਂ ਸੋਦਰਿਆਂ 'ਚ ਰਹਿੰਦਾ। ਪਿੰਡ ਲੋਕ ਮੇਰੇ ਗਿਆ ਉੱਠ ਕੇ ਖਲੋ ਜਾਂਦੇ ਸੀ। ਇੱਥੇ ਮੈਨੂੰ ਕੋਈ ਫਿੱਟੇ ਮੂੰਹ ਨਹੀਂ ਕਹਿੰਦਾ। ਆਹ ਜ਼ਮੀਨ ਆ ਨਾ, ਕੋਠੀ ਦੀ 400 ਗਜ, ਅੱਜ 12 ਲੱਖ ਦੀ ਆ। ਮੈਂ ਹੀ ਬਣਾਈ ਹੈ। ਮੈਂ ਪਿੰਡ ਹੁੰਦਾ 15 ਲੱਖ ਮੇਰੇ ਕੋਲ ਹੁੰਦਾ। ਇਹ ਪਲਾਟ ਵੇਚ ਕੇ ਤੇ 3 ਲੱਖ ਮੇਰੇ ਪ੍ਰੋਵੀਡੈਂਟ ਫੰਡ ਦਾ, ਤੇ ਮੈਂ ਵੀ ਬੰਦੇ ਦੀ ਜੂਨ ਕੱਟਦਾ। ਸੱਚੀ ਗੱਲ ਹੀ ਹੈ ਬਚਿੱਤਰ ਸਿੰਘ, ਮੈਂ ਬੰਦਾ ਹੋ ਕੇ ਵੀ ਜੀਂਦੇ ਜੀ ਕੁੱਤੇ ਦੀ ਜੂਨ ਕੱਟਣ ਡਿਆ ਵਾਂ। ਜੇ ਮੈਂ ਪਿੰਡ ਨਾ ਛੱਡਦਾ, ਤੇਰੀ ਭੈਣ ਬੇਅੰਤ ਕੌਰ ਨੇ ਵੀ ਨਹੀਂ ਸੀ ਮਰਨਾ। ਉਹ ਤਾਂ ਮਰੀ ਸੀ ਕਿਉਂਕਿ ਇਹਨਾਂ ਨੇ ਮੇਰੇ ਪੁੱਤਾਂ ਤੇ ਨੂੰਹਾਂ ਨੇ ਉਹਨੂੰ ਭਾਂਡੇ ਮਾਂਜਣ ਤੇ ਨਿਆਣੇ ਖਿਡਾਉਣ ਵਾਲੀ ਮਾਈ ਬਣਾ ਕੇ ਰੱਖ ਦਿੱਤਾ ਸੀ। ਉਹ ਪਿੰਡ ਦੀ ਹਵਾ 'ਚ ਅਜੇ ਵੀ ਜੀਂਦੀ ਰਹਿਣੀ ਸੀ। ਉਹਦੇ ਨਾਲ ਦੀਆਂ ਅਜੇ 9 ਬਰ-9 ਆ। ਮੇਰੀ ਔਲਾਦ ਤਾਂ ਮੇਰੇ ਜਮਦੂਤ ਆ ਬਚਿੱਤਰ ਸਿੰਘ, ਤੇ ਇਹ ਘਰ, ਇਸ ਘਰ 'ਚ ਮੈਂ ਨਰਕ ਭੁਗਤਣ ਡਿਆ ਵਾਂ। ਅਖੀਰਲਾ ਵਾਕ ਬੋਲਦਿਆਂ ਕਰਤਾਰ ਸਿੰਘ ਦੀ ਆਵਾਜ਼ ਫੇਰ ਭਾਰੀ ਹੋ ਗਈ, ਪਰ ਉਹਦੀਆਂ ਅੱਖਾਂ ਨੇ ਅੱਥਰੂ ਰੋਕੀ ਰੱਖੇ ਸਨ। ਬਚਿੱਤਰ ਸਿੰਘ ਆਪਣੇ ਭਣਵੱਈਏ ਦਾ ਦੁੱਖ ਸਮਝ ਰਿਹਾ ਸੀ। ਉਹਨੂੰ ਵੀ ਆਪਣੀ ਭੈਣ ਦੀ ਯਾਦ ਆਈ ਸੀ, ਪਰ ਉਹਨੇ ਮਹਿਸੂਸ ਕੀਤਾ ਕਿ ਉਹਦੀ ਭੈਣ ਬੇਅੰਤ ਕੌਰ ਦੀ ਲੋੜ ਉਹਨੂੰ, ਜੋ ਕਿ ਇੱਕ ਭਰਾ ਸੀ, ਨਾਲੋਂ ਕਿਤੇ ਵੱਧ ਉਹਦੇ ਭਣਵੱਈਏ ਨੂੰ ਸੀ, ਜੋ ਕਿ ਉਹਦਾ ਪਤੀ ਤੇ ਬੁਢਾਪੇ ਦੀ ਕੱਲ ਵਿੱਚ ਸਾਥ ਦਾ ਬਿਲਾਖੀ ਸੀ। ਭੈਣ ਦੀ ਯਾਦ ਵਿੱਚ ਬਚਿੱਤਰ ਸਿੰਘ ਦਾ ਮਨ ਉਦਾਸੀ ਨਾਲ ਭਰ ਗਿਆ, ਪਰ ਸਾਹਮਣੇ ਅਸਹਾਏ, ਦੁਖੀ ਤੇ ਰੋਲਿਆ ਭਣਵੱਈਆ ਉਹਦੀ ਕਾਰਵਾਈ ਦਾ ਤਤਕਾਲ ਸਰੋਕਾਰ ਸੀ। ਉਹ ਆਇਆ ਤਾਂ ਸੀ ਸਾਕਾਗਿਰੀ ਦੀ ਇੱਕ ਰਸਮੀ ਫੇਰੀ ਤੇ, ਪਰ ਇੱਥੇ ਤਾਂ ਉਹਦਾ ਇਨਸਾਨੀ ਤੇ ਸਬੰਧਾਂ ਦਾ ਫਰਜ਼ ਉਹਦੀ ਰਸਮ ਪੂਰਤੀ ਨੂੰ ਕਰਤੱਵ ਪਾਲਣਾ 'ਚ ਬਦਲਣ ਲਈ ਭਾਰੂ ਹੋ ਰਿਹਾ ਸੀ। ਭਾਜੀ, ਤੁਸੀਂ ਫਿਕਰ ਨਾ ਕਰੋ, ਮੈਂ 1.5-2 ਮਹੀਨਿਆਂ 'ਚ ਪਿੰਡ ਆ ਕੇ ਰਹਿਣ ਲੱਗ ਪੈਣਾ। ਮੈਂ ਤੇ ਹਰਜੀਤ ਦੋਹਾਂ ਨੇ, ਤੁਸੀਂ ਵੀ ਸਾਡੇ ਨਾਲ ਆ ਕੇ ਰਿਹੋ। ਬਚਿੱਤਰ ਸਿੰਘ ਨੇ ਕਰਤਾਰ ਸਿੰਘ ਦੇ ਹੱਥ ਘੁੱਟਦਿਆਂ ਕਿਹਾ। ਨਾ ਬਚਿੱਤਰ ਸਿੰਘ, ਇਉਂ ਨਾ ਆਖ, ਤੂੰ ਸੁਣਿਆ ਹੀ ਹੋਣਾ ਕਿ ਸਹੁਰੇ ਘਰ ਦਾ ਜਵਾਈ ਕੁੱਤਾ ਬਣ ਕੇ ਤਾਂ ਮੈਂ ਇੱਥੇ ਵੀ ਜੂਨ ਕੱਟੀ ਜਾਊਂਗਾ। ਮੈਂ ਤਾਂ ਹੁਣ ਬੰਦੇ ਦੀ ਜ਼ਿੰਦਗੀ ਤੇ ਮੌਤ ਚਾਹੁੰਦਾ। ਮੇਰਾ ਇੱਕ ਕੰਮ ਕਰ ਦੇ ਬਚਿੱਤਰ ਸਿੰਘ। ਦੱਸੋ ਭਾਜੀ। ਮੇਰਾ ਕੁਝ ਇੰਤਜ਼ਾਮ ਕਰ ਦੇ, ਜਿਹੜਾ ਮੈਂ ਫੇਰ ਪਿੰਡ ਜਾ ਕੇ ਰਵਾਂ। ਜਿਹੜੇ 3 ਕਿੱਲੇ ਜ਼ਮੀਨ ਆ, ਉਹੋ ਹੀ ਪੈਨਸ਼ਨ ਬਣੂਗੀ ਮੇਰੀ। ਕਿਤੇ ਪੈਨਸ਼ਨ ਵਾਲੀ ਨੌਕਰੀ ਕੀਤੀ ਹੁੰਦੀ ਤਾਂ ਵੀ ਇੱਦਾਂ ਨਹੀਂ ਸੀ ਰੁਲਣਾ। ਚਲੋ ਖੈਰ, ਘਰ ਤਾਂ ਪਿੰਡ ਹੈਗਾ ਹੀ ਆ। ਸੱਚੀ ਗੱਲ ਹੀ ਆ, ਯਕੀਨ ਜਾਣੀ, ਮੈਨੂੰ ਮੇਰੇ ਭਤੀਜਿਆਂ ਨੇ ਮੇਰੇ ਪੁੱਤਾਂ ਨਾਲੋਂ ਚੰਗੀ ਰੋਟੀ ਦੇ ਦੇਣੀ ਆ। ਮੈਂ ਵੀ ਉਹਨਾਂ ਦਾ ਕੱਟਾ ਵੱਛਾ ਧੁੱਪੇ ਛਾਵੇਂ ਕਰ ਦਿਆ ਕਰੂੰ। ਕੁਝ ਉਹਨਾਂ ਨੂੰ ਜ਼ਮੀਨ ਵਾਹੁਣ ਦਾ ਲਾਲਚ ਵੀ ਹੋਊ। ਕਰਤਾਰ ਸਿੰਘ ਜਿਵੇਂ ਬੁਢਾਪੇ ਤੋਂ ਨਹੀਂ, ਆਪਣੀ ਪਰਿਵਾਰਕ ਵਿਵਸਥਾ ਤੋਂ ਹਾਰਿਆ ਹੋਵੇ। ਉਦਾਸੀ ਤੇ ਦੁਰਦਸ਼ਾ ਦੇ ਬੱਦਲਾਂ ਨਾਲ ਢਕੇ ਹੋਏ ਆਪਣੇ ਜੀਵਨ ਆਕਾਸ਼ 'ਚੋਂ ਆਸ ਦੀ ਧੁੱਪ ਚੜ੍ਹਾਉਣੀ ਚਾਹੁੰਦਾ ਸੀ। ਤੁਸੀਂ ਫਿਕਰ ਨਾ ਕਰੋ ਭਾਜੀ, ਤੁਸੀਂ ਜੋ ਕਹੋਗੇ ਉਹ ਹੋ ਜਾਊਗਾ। ਬਸ ਮਹੀਨੇ ਦੋਹਾਂ ਦੀ ਗੱਲ ਆ, ਫਿਰ ਮੈਂ ਆ ਡੇਰਾ ਲਾਉਣਾ ਪਿੰਡ ਆ ਜਾਣਾ ਤੂੰ। ਬਚਿੱਤਰ ਸਿੰਘ, ਤੇਰੀ ਔਲਾਦ ਤੇ ਚੰਗੀ ਆ, ਤੇਰੇ ਮੁੰਡੇ ਤੇਰੀ ਮੰਨਦੇ ਆ, ਤੈਨੂੰ ਕੀ ਲੋੜ ਆ ਪਿੰਡ ਆਉਣ ਦੀ? ਬਚਿੱਤਰ ਸਿੰਘ ਭਾਜੀ, ਅਜੇ ਤਾਂ ਇੱਜ਼ਤ ਕਰਦੇ ਆ ਨਾ, ਤਾਂਹੀਓ ਤਾਂ ਮੈਂ ਆਖਿਆ ਕਿ ਇੱਜ਼ਤ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਉਹ ਘਰ ਛੱਡ ਦੇਵਾਂ। ਨਹੀਂ ਤਾਂ ਘਰ ਤਾਂ ਛੁੱਟਣਾ ਹੀ ਆ ਤੇ ਇੱਜ਼ਤ ਵੀ ਜਾਊਗੀ। ਸਮਝ ਨਹੀਂ ਆਈ ਮੈਨੂੰ। ਕਰਤਾਰ ਸਿੰਘ ਨੇ ਬਚਿੱਤਰ ਸਿੰਘ ਵੱਲ ਬੇਯਕੀਨੀ ਨਾਲ ਕਿਹਾ। ਘਰ ਇਹੋ ਆਗਾ ਭਾਜੀ, ਤੁਸੀਂ ਹੌਸਲਾ ਰੱਖੋ, ਆਪਾਂ ਕੋਈ ਹੱਲ ਕੱਢਾਂਗੇ। ਬਚਿੱਤਰ ਸਿੰਘ, ਹਰਜੀਤ ਕੌਰ ਤਕੜੀ ਆ? ਕੀ ਹਾਲ ਆ ਉਹਦਾ? ਉਹਦੀ ਸਿਹਤ ਦਾ ਖਿਆਲ ਰੱਖੀ। ਜੇ ਬੰਦੇ ਦੇ ਘਰ ਵਾਲੀ ਮਰ ਜਾਏ ਨਾ, ਇਸ ਉਮਰ ਦਾ, ਤਾਂ ਬੰਦਾ ਕੁੱਤੇ ਹਾਲ ਹੋ ਜਾਂਦਾ। ਉਹ ਤਕੜੀ ਆ ਨਾ? ਉਹਨੂੰ ਨਹੀਂ ਲਿਆਇਆ ਨਾਲ? ਨਹੀਂ ਭਾਜੀ, ਮੈਂ ਇਕੱਲਾ ਹੀ ਆਇਆ। ਹਰਜੀਤ ਆਊਗੀ 2 ਮਹੀਨਿਆਂ ਨੂੰ। ਅਸੀਂ ਤਾਂ ਪੱਕੇ ਹੀ ਆ ਜਾਣਾ ਪਿੰਡ, ਮੈਂ ਤੇ ਹਰਜੀਤ ਨੇ। ਮੈਂ ਤਾਂ ਆਇਆ ਵਾਂ ਵੀ ਘਰ ਦੀ ਟੁੱਟ ਭੱਜ ਠੀਕ ਕਰਕੇ ਰੰਗ ਰੋਗਨ ਕਰਵਾ ਲਵਾਂ, ਤਾਂਹੀਓ ਇਕੱਲਾ ਆਇਆ। ਹਰਜੀਤ ਠੀਕ ਹੈ, ਚੰਗੀ ਹੈ ਉਹਦੀ ਸਿਹਤ? ਕੁਝ ਚਿਰ ਵਾਸਤੇ ਚੁੱਪ ਰਹੀ। ਕਰਤਾਰ ਸਿੰਘ ਗੱਲਾਂ ਕਰਕੇ ਆਪਣੇ ਮਨ ਤੋਂ ਭਾਰ ਲੱਥਾ ਹੋਇਆ ਮਹਿਸੂਸ ਕਰ ਰਿਹਾ ਸੀ, ਪਰ ਘਰ ਆਏ 2 ਮਹਿਮਾਨਾਂ ਦੀ ਚਾਹ ਪਾਣੀ ਦੀ ਕੋਈ ਸੇਵਾ ਕੀਤੀ ਜਾਣ ਦਾ ਕੋਈ ਸਾਧਨ ਨਹੀਂ ਸੀ। ਉਹਨੂੰ ਯਾਦ ਆਇਆ ਕਿ ਜਦੋਂ ਉਹਦੀ ਘਰਵਾਲੀ ਬੇਅੰਤ ਕੌਰ ਜਿਉਂਦੀ ਸੀ ਤਾਂ ਘਰ ਕਿਸੇ ਮਹਿਮਾਨ ਦੇ ਆਉਣ ਤੇ ਉਹ ਬਗੈਰ ਆਖਿਆਂ ਹੀ ਚਾਹ ਬਣਾ ਕੇ ਸਾਹਮਣੇ ਲਿਆ ਰੱਖਦੀ ਸੀ। ਇਸੇ ਕਰਕੇ ਹੀ ਤਾਂ ਉਹਦੀ ਆਪਣੇ ਸਾਥੀਆਂ ਦੋਸਤਾਂ 'ਚ ਇੱਜ਼ਤ ਬਣੀ ਰਹੀ। ਉਹਦੇ ਹੁੰਦਿਆਂ ਉਹਦੇ ਨੂੰਹਾਂ ਪੁੱਤਾਂ ਨੇ ਕਦੇ ਵੀ ਉਹਦੇ ਨਾਲ ਫਾਲਤੂ ਗੱਲ ਨਹੀਂ ਸੀ ਕੀਤੀ, ਪਰ ਅੱਜ ਤਾਂ ਜਿਵੇਂ ਉਹ ਆਪ ਹੀ ਫਾਲਤੂ ਬਣ ਗਿਆ ਹੋਵੇ। ਕਿਸੇ ਕੂੜ ਕਬਾੜ ਵਾਂਗ ਜਿਹਨੂੰ ਖੱਜਲ ਖੁਆਰੀ ਦੀ ਬੁਹਾਰੀ ਅੱਜ ਨਹੀਂ ਭਲਕੇ ਹੂੰਝ ਕੇ ਘਰੋਂ ਬਾਹਰ ਮਾਰੇਗੀ। ਉਹ ਆਪਣੀ ਸਵਰਗਵਾਸੀ ਪਤਨੀ ਦੀ ਡੂੰਘੀ ਤੇ ਦੁਖਦਾਈ ਯਾਦ ਵਿੱਚ ਡੁੱਬ ਗਿਆ ਸੀ। ਭਾਜੀ, ਪਰਮ ਤੇ ਧਰਮ ਕਦੋਂ ਕੁ ਮੁੜਦੇ ਆ? ਬਚਿੱਤਰ ਸਿੰਘ ਦੇ ਸਵਾਲ ਨੇ ਉਦਾਸ ਚੁੱਪ ਦਾ ਖਾਤਮਾ ਕੀਤਾ। ਪਰਮ ਤੇ ਧਰਮ ਕਰਤਾਰ ਸਿੰਘ ਦੇ ਪੁੱਤਰਾਂ ਦਾ ਨਾਂ ਸੀ। ਉਹ ਦੋਵੇਂ ਕਾਲਜ 'ਚ ਲੈਕਚਰਾਰ ਸਨ। 4:45 ਵੱਜ ਗਏ ਆ। ਕਰਤਾਰ ਸਿੰਘ ਨੇ ਡਰਾਇੰਗ ਰੂਮ ਦੀ ਕੰਧ ਤੇ ਲੱਗੇ ਇੱਕ ਸਜੀਲੇ ਕਲੌਕ ਤੋਂ ਟਾਈਮ ਵੇਖ ਕੇ ਆਖਿਆ। ਉਹਦੇ ਗੁੱਟ ਨਾਲ ਘੜੀ ਨਹੀਂ ਸੀ। ਬਸ ਹਾਜ਼ਰ ਲਓ। ਮੁੰਡੇ ਬੱਸ ਅੱਡੇ ਤੋਂ ਸਿੱਧੇ ਆਪਣੀਆਂ ਵਹੁਟੀਆਂ ਦੇ ਸਕੂਲ ਜਾਂਦੇ ਆ।
ਉੱਥੋਂ ਨਿਆਣਿਆਂ ਦੇ ਸਕੂਲ ਬਸ ਦੋਹਾਂ ਸਕੂਟਰਾਂ ਤੇ 4-4 ਸਵਾਰੀਆਂ ਪਹੁੰਚੀਆਂ ਹੀ ਲਓ। ਕਰਤਾਰ ਸਿੰਘ ਨੇ ਅੱਗੇ ਹੋਰ ਦੱਸਿਆ। ਫੇਰ ਠੀਕ ਆ, ਤਾਂ ਤੇ ਮੈਂ ਰੁਕਦਾ ਵਾਂ। ਢਿੱਲੋਂ ਸਾਹਿਬ ਜੇ ਚਾਹੋ ਤਾਂ ਤੁਸੀਂ ਜਾ ਸਕਦੇ ਜੀ। ਦੁਕਾਨ ਸੰਭਾਲ ਕੇ ਮੈਨੂੰ ਲੈ ਜਾਇਓ। ਜੀਪ ਲੈ ਜਾਓ ਤੁਸੀਂ, ਹੈ ਨਾ? ਕਰਤਾਰ ਸਿੰਘ ਵੱਲੋਂ ਮੂੰਹ ਹਟਾ ਕੇ ਬਚਿੱਤਰ ਸਿੰਘ ਢਿੱਲੋਂ ਨੂੰ ਸੰਬੋਧਿਤ ਹੋਇਆ। ਠੀਕ ਆ ਬਚਿੱਤਰ ਸਿੰਘ ਜੀ, ਤੁਸੀਂ ਮਿਲੋ। ਮੈਂ ਹੁਣੇ ਜਾ ਕੇ ਤੁਹਾਨੂੰ 7:30 ਵਜੇ ਲੈਣ ਆ ਜਾਊਂਗਾ। ਢਿੱਲੋਂ ਕਹਿੰਦੇ ਸਾਰੀ ਉੱਠ ਖੜਾ ਹੋਇਆ। ਕਰਤਾਰ ਸਿੰਘ ਤੇ ਬਚਿੱਤਰ ਸਿੰਘ ਵੀ ਉੱਠ ਖੜੇ ਹੋਏ। ਫਿਰ ਉਹ ਤਿੰਨੇ ਡਰਾਇੰਗ ਰੂਮ ਤੋਂ ਬਾਹਰ ਤੇ ਅੱਗੇ ਤੁਰਦੇ ਹੋਏ ਬਾਹਰਲੇ ਦਰਵਾਜ਼ੇ ਸਾਹਮਣੇ ਖੜੀ ਜੀਪ ਤੱਕ ਆ ਪਹੁੰਚੇ। ਬਚਿੱਤਰ ਸਿੰਘ ਨੇ ਢਿੱਲੋਂ ਨੂੰ ਜੀਪ ਦੀ ਚਾਬੀ ਫੜਾਈ ਤੇ ਉਹ ਸਟੀਅਰਿੰਗ ਸੀਟ ਤੇ ਬੈਠ ਜੀਪ ਸਟਾਰਟ ਕਰਕੇ ਉੱਥੋਂ ਚੱਲ ਪਿਆ। ਕਰਤਾਰ ਸਿੰਘ ਤੇ ਬਚਿੱਤਰ ਸਿੰਘ ਵਾਪਸ ਘਰ ਦੇ ਅੰਦਰ ਆ ਗਏ। ਹੁਣ ਉਹ ਡਰਾਇੰਗ ਰੂਮ 'ਚ ਜਾਣ ਦੀ ਥਾਂ ਪੋਰਚ 'ਚ ਰੱਖੀਆਂ ਬੈਂਤ ਦੀਆਂ 4 ਕੁਰਸੀਆਂ 'ਚ ਦੋਹਾਂ ਤੇ ਬੈਠ ਗਏ। ਭਾਜੀ, ਤੁਹਾਨੂੰ ਠੰਡ ਲੱਗਣ ਡਈ ਆ? ਜਾਂ ਤਾਂ ਤੁਸੀਂ ਕੋਈ ਕੋਟ ਜਾਂ ਕੰਬਲ ਲੈ ਲਓ ਤੇ ਜਾਂ ਫਿਰ ਆਪਾਂ ਅੰਦਰ ਚੱਲ ਪੈਂਦੇ ਆ। ਦਸੰਬਰ ਦੀਆਂ ਤਰਕਾਲਾਂ ਦੀ 18ਵੀਂ ਠੰਡ 'ਚ ਸੁੰਗੜਦੇ ਕਰਤਾਰ ਸਿੰਘ ਵੱਲ ਵੇਖ ਕੇ ਬਚਿੱਤਰ ਸਿੰਘ ਨੇ ਕਿਹਾ, ਬਸ 2-4 ਮਿੰਟ ਹੀ ਆ, ਆਉਂਦੇ ਹੀ ਹੋਣੇ ਆ ਪਰਮ ਤੇ ਧਰਮ। ਮੈਂ ਬਾਹਰਲਾ ਗੇਟ ਖੋਲ੍ਹਣਾ ਹੁੰਦਾ ਵਾ ਨਾ, ਜੇ ਖੋਲ੍ਹਣ 'ਚ ਚਿਰ ਲੱਗ ਜਾਏ ਤਾਂ ਸਾਹਮਣੇ ਸਕੂਟਰ ਰੋਕ ਕੇ ਟੀ ਕਰੀ ਜਾਂਦੇ ਆ, ਹੌਰਨ ਵਜਾ ਕੇ ਨਾਲੇ ਝਿੜਕਦੇ ਆ ਵੀ ਮੈਂ ਕਿੱਥੇ ਸੁੱਤਾ ਵਾਂ। ਕਰਤਾਰ ਸਿੰਘ ਨੇ ਇੱਕ ਹੋਰ ਖੁਆਰੀ ਭਰੇ ਕਰਤੱਵ ਪਾਲਣ ਦੀ ਮਜਬੂਰੀ ਦਾ ਬਿਆਨ ਕੀਤਾ ਸੀ। ਕਰਤਾਰ ਸਿੰਘ ਦੀ ਗੱਲ ਠੀਕ ਹੀ ਨਿਕਲੀ। ਮਸਾਂ 5 ਮਿੰਟ ਹੀ ਲੰਘੇ ਸਨ, ਬਾਹਰ ਗੇਟ ਤੋਂ ਸਕੂਟਰ ਦੇ ਹਾਰਨ ਦੀ ਆਵਾਜ਼ ਸੁਣਾਈ ਦਿੱਤੀ। ਉਹਦੇ ਦੋਵਾਂ ਪੁੱਤਰਾਂ 'ਚੋਂ ਇੱਕ ਗੇਟ ਦੇ ਸਾਹਮਣੇ ਆ ਚੁੱਕਾ ਸੀ। ਉਹ ਕਿਸੇ ਘਬਰਾਹਟ ਤੇ ਡਰ 'ਚ ਆਪਣੀਆਂ ਬੁੱਢੀਆਂ ਲੱਤਾਂ ਨੂੰ ਕਾਹਲੀ ਦੇ ਮਕਸਦ ਨਾਲ ਘਸੀੜਦਾ ਗੇਟ ਤੱਕ ਪਹੁੰਚਾ ਤੇ ਕਿਸੇ ਵੱਡੇ ਸਾਹਿਬ ਦੀ ਕੋਠੀ ਦੇ ਚੌਕੀਦਾਰ ਵਾਂਗ ਗੇਟ ਦਾ ਇੱਕ ਪੱਲੜ ਖੋਲ੍ਹ ਕੇ ਕੰਧ ਨਾਲ ਖੜਾ ਹੋ ਗਿਆ। ਗੇਟ ਖੁੱਲ੍ਹਦੇ ਹੀ ਉਹਦੇ ਪੁੱਤਰਾਂ ਨੇ ਸਕੂਟਰ ਜ਼ਰਾ ਕੁ ਵਧੇਰੇ ਰੇਸ ਦੇ ਕੇ ਅੰਦਰ ਕੀਤਾ। ਕਰਤਾਰ ਸਿੰਘ ਨੇ ਮੁਸਤੈਦ ਚੌਕੀਦਾਰ ਵਾਂਗ ਝਟਪਟ ਗੇਟ ਬੰਦ ਕਰ ਦਿੱਤਾ, ਕਿਉਂਕਿ ਗਲੀ ਦੇ ਅਵਾਰਾ ਕੁੱਤੇ ਅੰਦਰ ਆ ਸਕਦੇ ਸਨ। ਇਹ ਆਉਣ ਵਾਲਾ ਕਰਤਾਰ ਸਿੰਘ ਦਾ ਛੋਟਾ ਪੁੱਤਰ ਪ੍ਰੋਫੈਸਰ ਪਰਮਜੀਤ ਸਿੰਘ ਸੀ, ਆਪਣੇ ਪੂਰੇ ਕੁਟੁੰਬ ਨਾਲ। ਛੋਟਾ ਮੁੰਡਾ ਸਕੂਟਰ ਦੀ ਅਗਲੀ ਸੀਟ ਨਾਲ ਪਿਓ ਦੀਆਂ ਲੱਤਾਂ 'ਚ ਖੜਾ ਸੀ। ਦੋਹਾਂ ਬੱਚਿਆਂ 'ਚੋਂ ਵੱਡੀ 8 ਸਾਲ ਦੀ ਕੁੜੀ ਮਾਂ ਤੇ ਪਿਓ ਦੇ ਵਿਚਕਾਰ ਫਸੀ ਸੀ। ਇਹ ਆਉਣ ਵਾਲੇ ਬਚਿੱਤਰ ਸਿੰਘ ਦੀ ਹਾਜ਼ਰੀ ਤੇ ਹੈਰਾਨ ਹੋਏ। ਪ੍ਰੋਫੈਸਰ ਪਰਮਜੀਤ ਸਿੰਘ ਨੇ ਪੋਰਚ ਵਿੱਚ ਬਚਿੱਤਰ ਸਿੰਘ ਦੀ ਵੀ ਕੁਰਸੀ ਤੋਂ ਪਹਿਲਾਂ ਹੀ ਸਕੂਟਰ ਰੋਕ ਦਿੱਤਾ। ਸਭ ਤੋਂ ਪਹਿਲਾਂ ਪਰਮਜੀਤ ਸਿੰਘ ਦੀ ਨੂੰਹ ਉਤਰੀ ਤੇ ਫਿਰ ਉਹਨੇ ਆਪਣੀ ਧੀ ਨੂੰ ਉਤਾਰਨ 'ਚ ਮਦਦ ਕੀਤੀ। ਸਟੈਂਡ ਤੇ ਸਕੂਟਰ ਲਾਉਣ ਪਿੱਛੋਂ ਪਰਮਜੀਤ ਸਿੰਘ ਮੁਸਕਰਾਉਂਦਾ ਹੋਇਆ ਬਚਿੱਤਰ ਸਿੰਘ ਵੱਲ ਵਧਿਆ। ਹੁਣ ਤੱਕ ਕਰਤਾਰ ਸਿੰਘ ਵੀ ਬੈਂਤ ਦੀ ਕੁਰਸੀ ਕੋਲ ਖੜਾ ਹੋ ਗਿਆ ਸੀ। ਮਾਮਾ ਜੀ, ਸਤਿ ਸ਼੍ਰੀ ਅਕਾਲ। ਜੁੜੇ ਹੋਏ ਹੱਥ ਖੋਲ੍ਹ ਕੇ ਪ੍ਰੋਫੈਸਰ ਪਰਮਜੀਤ ਸਿੰਘ ਨੇ ਬਚਿੱਤਰ ਸਿੰਘ ਦੇ ਗੋਡਿਆਂ ਨੂੰ ਛੁਹਾਏ। ਇਹੋ ਹੀ ਕਰਮ ਉਹਦੀ ਵਹੁਟੀ ਨੇ ਵੀ ਦੁਹਰਾਇਆ। ਦੋਵੇਂ ਬੱਚੇ ਕਿਸੇ ਕਿਸਮ ਦੇ ਭਾਵ ਪ੍ਰਗਟਾ ਜਾਂ ਅਭਿਵਾਦਨ ਤੋਂ ਬਗੈਰ ਹੀ ਆਪਣੇ ਬਸਤੇ ਚੁੱਕੀ ਟੱਪਦੇ ਤੇ ਹੀ ਕਰਦੇ ਲੌਬੀ 'ਚ ਦਾਖਲ ਹੋ ਗਏ। ਵੀ ਮੈਨੂੰ ਹੀ ਸਤਿ ਸ਼੍ਰੀ ਅਕਾਲ ਬੁਲਾਈ ਜਾਣ ਡਏ, ਆ ਕਰਤਾਰ ਸਿੰਘ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਲਓ। ਬਚਿੱਤਰ ਸਿੰਘ ਨੇ ਕੋਲ ਖੜੇ ਕਰਤਾਰ ਸਿੰਘ ਵੱਲ ਹੱਥ ਵੱਲ ਇਸ਼ਾਰਾ ਕੀਤਾ। ਕਰਤਾਰ ਸਿੰਘ ਦੇ ਚਿਹਰੇ ਤੇ ਡਰ ਭਰੀ ਘਬਰਾਹਟ ਫੈਲ ਗਈ। ਇਹ ਸ਼ਾਇਦ ਨੂੰਹ ਪੁੱਤ ਵੱਲੋਂ ਕਿਸੇ ਪ੍ਰਤੀਕਿਰਿਆ ਦੀ ਸੰਭਾਵਨਾ ਕਰਕੇ ਸੀ। ਪਰਮਜੀਤ ਸਿੰਘ ਤੇ ਉਹਦੀ ਵਹੁਟੀ ਦੇ ਚਿਹਰੇ ਤੇ ਵੀ ਸ਼ਰਮਿੰਦਗੀ ਦੇ ਭਾਵ ਆਏ ਸਨ। ਅੱਜ ਤਾਂ ਮਾਮਾ ਜੀ ਆਉਂਦੇ ਹੀ ਮਖੌਲ ਦੇ ਮੂਡ 'ਚ ਆ। ਪਰਮਜੀਤ ਸਿੰਘ ਨੇ ਮੌਕਾ ਸੰਭਾਲਣ ਦਾ ਯਤਨ ਕੀਤਾ ਤੇ ਨਾਲ ਹੀ ਹੱਸਣ ਲੱਗ ਪਿਆ। ਉਹਦੇ ਖੋਖਲੇ ਤੇ ਸ਼ਰਮਿੰਦੇ ਹਾਸੇ ਵਿੱਚ ਉਹਦੀ ਪਤਨੀ ਵੀ ਸ਼ਾਮਲ ਹੋ ਗਈ। ਤੁਸੀਂ ਮਾਮਾ ਜੀ ਨੂੰ ਅੰਦਰ ਲਿਆਓ, ਮੈਂ ਚਾਹ ਬਣਾਉਣੀ ਆ। ਮੌਕੇ ਦੇ ਕਸੂਤੇਪਣ ਤੋਂ ਬਚਣ ਲਈ ਕਰਤਾਰ ਸਿੰਘ ਦੀ ਨੂੰਹ ਨੂੰ ਚਾਹ ਦਾ ਬਹਾਨਾ ਸੁੱਝਿਆ ਸੀ। ਬੇਟਾ, ਚਾਹ ਤਾਂ ਮੈਨੂੰ 1 ਘੰਟਾ ਪਹਿਲਾਂ ਹੀ ਮਿਲ ਜਾਣੀ ਚਾਹੀਦੀ ਸੀ। ਮੈਨੂੰ ਆਏ ਨੂੰ ਘੰਟੇ ਤੋਂ ਵੱਧ ਹੋ ਗਿਆ। ਚਲੋ 10 ਮਿੰਟ ਦੀ ਹੋਰ ਦੇਰੀ ਸਹੀ। ਇੱਕ ਗੱਲ ਦੱਸ ਕੇ ਜਾਈਂ ਬੇਟਾ। ਬਚਿੱਤਰ ਸਿੰਘ ਸਾਹਮਣੇ ਖੜੀ ਸੋਹਣੀ ਸੁਨੱਖੀ ਤੇ ਸ਼ੌਕੀਨ ਦਿਸਣ ਵਾਲੀ ਕਰਤਾਰ ਸਿੰਘ ਦੀ ਨੂੰਹ ਨੂੰ ਮੁਖਾਤਿਬ ਸੀ। ਪੁੱਛੋ ਅੰਕਲ, ਕੀ ਗੱਲ ਹੈ? ਉਹ ਕਿਸੇ ਕਸੂਤੀ ਪਰਿਸਥਿਤੀ ਦੀ ਸ਼ੰਕਾ ਪ੍ਰਤੀ ਸੁਚੇਤ ਹੁੰਦੀ ਹੋਈ ਬੋਲੀ। ਗੱਲ ਪੁੱਛਣ ਤੋਂ ਬਾਅਦ ਵੀ ਚਾਹ ਪਿਆਵੇਂਗੀ ਨਾ? ਬਚਿੱਤਰ ਸਿੰਘ ਕਿਸੇ ਗੰਭੀਰ ਗੱਲ ਤੋਂ ਪੈਦਾ ਹੋਣ ਵਾਲੇ ਤਣਾਅ ਨੂੰ ਪਹਿਲਾਂ ਹੀ ਸਮੇਟਣ ਵਾਲੀ ਗੱਲ 'ਚ ਵਿਅੰਗ ਭਰ ਰਿਹਾ ਸੀ। ਸਾਹਮਣੇ ਖੜੇ ਪਰਮਜੀਤ ਸਿੰਘ ਤੇ ਉਹਦੀ ਵਹੁਟੀ 'ਚ ਝੇਪ ਭਰਿਆ ਹਾਸਾ ਹੱਸੇ। ਕਰਤਾਰ ਸਿੰਘ ਦੇ ਚਿਹਰੇ ਤੇ ਚਿੰਤਾ ਤੇ ਤੌਖਲਾ ਹੋਰ ਵੱਧ ਰਿਹਾ ਸੀ। ਅੱਜ ਤਾਂ ਅੰਕਲ ਮਜ਼ਾਕ ਕਰਨ ਤੇ ਤੁਲੇ ਹੋਏ ਆ। ਅੰਕਲ ਕਹੋ ਨਾ, ਕੀ ਗੱਲ? ਕਰਤਾਰ ਸਿੰਘ ਦੀ ਨੂੰਹ ਬੋਲੀ। ਬੇਟਾ, ਮਜ਼ਾਕ ਨਹੀਂ, ਮੈਂ ਤਾਂ ਰਿਸਕ ਅਵੋਇਡ ਕਰਨਾ ਚਾਹੁੰਦਾ। ਹੋਰ ਕਿਤੇ ਚਾਹ ਤੋਂ ਹੀ ਹੱਥ ਧੋ ਬਵਾਂ। ਪ੍ਰਾਹੁਣੇ ਬਣ ਕੇ ਜਾਈਦਾ ਕਾਹਦੇ ਲਈ ਆ ਕਿਸੇ ਦੇ ਘਰ? ਇਹੋ ਹੀ ਨਾ ਵੀ ਚੰਗੇ ਚਾਹ ਪਾਣੀ ਨਾਲ ਸੇਵਾ ਹੋਵੇ। ਜੇ ਇਹੀ ਕੰਮ ਵਿਗਾੜਨ ਵਾਲੀ ਕੋਈ ਗੱਲ ਹੋ ਜਾਏ ਤਾਂ ਬਚਾਅ ਵਾਸਤੇ ਚਾਹ ਪਿਆਉਣ ਵਾਲੀ ਕੋਲੋਂ ਗਰੰਟੀ ਮਿਲ ਜਾਏ ਤਾਂ ਚੰਗਾ ਹੀ ਹੈ ਨਾ। ਬਚਿੱਤਰ ਸਿੰਘ ਅਸਲ 'ਚ ਕਰਤਾਰ ਸਿੰਘ ਦਾ ਮਸਲਾ ਉਠਾਉਣ ਲਈ ਤੁਲਿਆ ਹੋਇਆ ਸੀ। ਉਹ ਕਰਤਾਰ ਸਿੰਘ ਦਾ ਰਸਮੀ ਮਹਿਮਾਨ ਬਣਨ ਦੇ ਬਜਾਏ ਦੁੱਖ ਸੁੱਖ ਦਾ ਸਰੋਕਾਰ ਰੱਖਣ ਵਾਲਾ ਆਪਣਾ ਬਣਨਾ ਚਾਹੁੰਦਾ ਸੀ। ਇਸ ਲਈ ਉਹਨੇ ਆਉਣ ਵਾਲੇ ਮਹਿਮਾਨ ਤੋਂ ਆਸ ਕੀਤੀਆਂ ਜਾਣ ਵਾਲੀਆਂ ਉਪਚਾਰਕਤਾਵਾਂ ਵੀ ਤਿਆਗ ਦਿੱਤੀਆਂ। ਅੰਕਲ ਕਹੋ ਵੀ ਨਾ, ਕੀ ਗੱਲ ਆ? ਤੁਸੀਂ ਤਾਂ ਸਸਪੈਂਸ ਹੀ ਪਾ ਦਿੱਤਾ। ਕਿਸੇ ਕਠਿਨ ਪਰਿਸਥਿਤੀ 'ਚ ਪੈਣ ਦੇ ਡਰ ਨਾਲ ਚੜ੍ਹ ਰਹੀ ਖਿਝ ਨੂੰ ਲੁਕਾਉਂਦੀ ਹੋਈ ਕਰਤਾਰ ਸਿੰਘ ਦੀ ਨੂੰਹ ਬੋਲੀ ਸੀ।
ਐਨ ਇਸੇ ਵਕਤ ਬਾਹਰੋਂ ਗਲੀ 'ਚੋਂ ਫਿਰ ਸਕੂਟਰ ਦੇ ਹਾਰਨ ਦੀ ਆਵਾਜ਼ ਆਈ ਤੇ ਕਰਤਾਰ ਸਿੰਘ ਫਿਰ ਪਹਿਲਾਂ ਵਾਲੀ ਕਾਹਲ ਤੇ ਘਬਰਾਹਟ 'ਚ ਬੁਢਾਪੇ ਦੀ ਕਮਜ਼ੋਰੀ ਕਾਰਨ ਧੂਈ ਦੀਆਂ ਲੱਤਾਂ ਨਾਲ ਗੇਟ ਵੱਲ ਵਧਿਆ। ਪਹਿਲਾਂ ਵਾਲਾ ਹੀ ਸਿਲਸਿਲਾ ਦੁਹਰਾਇਆ ਗਿਆ। ਗੇਟ ਦਾ ਇੱਕ ਪਲੜਾ ਖੁੱਲਿਆ। ਕਰਤਾਰ ਸਿੰਘ ਕੰਧ ਨਾਲ ਲੱਗ ਕੇ ਖੜਾ ਹੋ ਗਿਆ। ਸਕੂਟਰ ਲੰਘ ਗਿਆ। ਗੇਟ ਫੇਰ ਬੰਦ। ਇਸ ਵਾਰ ਆਉਣ ਵਾਲੇ ਕਰਤਾਰ ਸਿੰਘ ਦੇ ਵੱਡੇ ਪੁੱਤਰ ਪ੍ਰੋਫੈਸਰ ਧਰਮ ਸਿੰਘ ਦੇ ਪਰਿਵਾਰ ਦੇ 4 ਜੀਅ ਸਨ। ਇਹਨਾਂ 4 ਜਾਣਿਆਂ ਦਾ ਸਵਾਰੀ ਅੰਦਾਜ਼ ਵੀ ਉਹੀ ਸੀ। ਫਰਕ ਸਿਰਫ ਇਹ ਸੀ ਕਿ ਉਹਨਾਂ ਦੀ ਔਲਾਦ ਦੋਵੇਂ ਕੁੜੀਆਂ ਸਨ ਤੇ ਬੱਚੇ ਪ੍ਰੋਫੈਸਰ ਪਰਮਜੀਤ ਸਿੰਘ ਦੇ ਬੱਚਿਆਂ ਨਾਲੋਂ 3-3 ਸਾਲ ਉੱਪਰ ਉਮਰ 'ਚ ਵੱਡੇ ਸਨ, ਪਰ ਇਹਨਾਂ ਦੇ ਆਪਸੀ ਉਮਰ ਦੀ ਵਿੱਥ ਉਹਨਾਂ ਹੀ ਵਾਂਗ 2.5-2.5 ਸਾਲ ਦੀ ਸੀ। ਪ੍ਰੋਫੈਸਰ ਧਰਮ ਸਿੰਘ ਨੇ ਵੀ ਪੋਰਚ ਵਿੱਚ ਲਿਆ ਕੇ ਸਕੂਟਰ ਰੋਕਿਆ। ਸਕੂਟਰ ਖੜਾ ਕਰਕੇ ਉਹ ਵੀ ਬਚਿੱਤਰ ਸਿੰਘ ਵੱਲ ਮੁਸਕਰਾਉਂਦਾ ਵਧਿਆ। ਉਹਦੇ ਪਿੱਛੋਂ ਉਹਦੀ ਪਤਨੀ ਵੀ ਆਈ। ਮਾਮਾ ਜੀ ਸਤਿ ਸ਼੍ਰੀ ਅਕਾਲ। ਧਰਮ ਸਿੰਘ ਨੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ, ਫਿਰ ਉਹਦੀ ਪਤਨੀ ਨੇ। ਦੋਵਾਂ ਨੇ ਵੀ ਸਿਰ ਝੁਕਾ ਕੇ ਬਚਿੱਤਰ ਸਿੰਘ ਦੇ ਗੋਡਿਆਂ ਨੂੰ ਆਪਣੇ ਹੱਥਾਂ ਨਾਲ ਸਪਰਸ਼ ਕੀਤਾ। ਰੁਕੋ ਬੱਚਿਓ, ਰੁਕੋ। ਬਚਿੱਤਰ ਸਿੰਘ ਨੇ ਭਾਰੇ ਬਸਤੇ ਚੁੱਕ ਕੇ ਕੋਲੋਂ ਦੀ ਲੰਘਦੀਆਂ ਹੋਈਆਂ ਧਰਮ ਸਿੰਘ ਦੀਆਂ ਦੋਹਾਂ ਕੁੜੀਆਂ ਨੂੰ ਰੋਕ ਲਿਆ, ਪਰ ਉਹਨੇ ਗੱਲ ਧਰਮ ਸਿੰਘ ਨਾਲ ਹੀ ਕੀਤੀ। ਮੈਨੂੰ ਕਿਉਂ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੇ ਜੇ ਭਾਈ? ਕੋਲ ਖੜੇ ਧਰਮ ਸਿੰਘ ਦੇ ਮੋਢੇ ਤੇ ਹੱਥ ਨਾਲ ਥੱਪੜ ਪਾਉਂਦਿਆਂ ਬਚਿੱਤਰ ਸਿੰਘ ਨੇ ਉਹਦੀ ਪਤਨੀ ਦੇ ਚਿਹਰੇ ਤੇ ਸਿੱਧਾ ਵੇਖਦਿਆਂ ਕਿਹਾ, ਅੰਕਲ ਤੁਸੀਂ ਆਏ ਜੇ ਐਡੀ ਦੂਰੋਂ ਤਾਂ ਹੀ ਨਾ। ਸ਼ੌਕ ਸਵਸਥ ਤੇ ਸੁੰਦਰ ਤੇ ਪਹਿਰਾਵੇ ਤੇ ਪਹਿਨੇ ਗਏ ਜੇਵਰਾਂ ਤੋਂ ਪੈਸੇ ਦੀ ਖੁੱਲ੍ਹ-ਡੁੱਲ ਦਾ ਸਪਸ਼ਟ ਪ੍ਰਭਾਵ ਦੇਣ ਵਾਲੀ ਧਰਮ ਸਿੰਘ ਦੀ ਪਤਨੀ ਬੋਲੀ। ਅੱਛਾ ਇਹ ਗੱਲ ਆ, ਮੈਂ ਦੂਰੋਂ ਆਇਆ ਵਾਂ ਨਾ। ਬਚਿੱਤਰ ਸਿੰਘ ਹੱਸਣ ਲੱਗ ਪਿਆ। ਭਾਜੀ ਆਇਓ ਜ਼ਰਾ ਇੱਧਰ। ਗੇਟ ਬੰਦ ਕਰਕੇ ਉਹਨਾਂ ਵੱਲ ਵਾਪਸ ਆ ਰਹੇ ਕਰਤਾਰ ਸਿੰਘ ਨੂੰ ਬੁਲਾਇਆ ਸੀ ਬਚਿੱਤਰ ਸਿੰਘ ਨੇ। ਕੀ ਗੱਲ ਆ? ਬਚਿੱਤਰ ਸਿੰਘ ਕੋਲ ਆ ਕੇ ਖੜੇ ਹੋ ਚੁੱਕੇ ਕਰਤਾਰ ਸਿੰਘ ਨੇ ਪੁੱਛਿਆ। ਭਾਜੀ ਇਹ ਕਹਿੰਦੇ ਆ ਵੀ ਮੈਂ ਦੂਰੋਂ ਆਇਆ, ਇਸ ਲਈ ਇਹ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ। ਆਓ ਇੱਧਰ, ਤੁਸੀਂ ਵੀ ਬੁਲਾਓ ਆਪਣੇ ਪੁੱਤਾਂ ਤੇ ਨੂੰਹਾਂ ਨੂੰ ਸਤਿ ਸ਼੍ਰੀ ਅਕਾਲ। ਇਹ ਵੀ ਤਾਂ ਦੂਰੋਂ ਹੀ ਆਏ ਆ, ਥੋੜਾ ਘੱਟ ਸਹੀ ਹੈ ਨਾ। ਬਚਿੱਤਰ ਸਿੰਘ ਹੱਸਣ ਲੱਗ ਪਿਆ। ਭਾਜੀ ਅੰਕਲ ਨੇ ਤਾਂ ਆਉਂਦੇ ਹੀ ਕਚਹਿਰੀ ਲਾ ਲਈ ਆ। ਕਰਤਾਰ ਸਿੰਘ ਦੀ ਛੋਟੀ ਨੂੰਹ ਨੇ ਆਪਣੇ ਜੇਠ ਧਰਮ ਸਿੰਘ ਨੂੰ ਕਿਹਾ। ਚਲੋ ਉਹਨਾਂ ਨੂੰ ਹੱਕ ਹੈ, ਆਪਾਂ ਨੂੰ ਕੁਝ ਸਿਖਾਉਣਗੇ ਹੀ। ਤੁਸੀਂ ਜਾਓ ਅੰਦਰ। ਸਿਮੀ ਤੂੰ ਵੀ ਜਾ, ਚਾਹ ਬਣਾਓ। ਵੱਡੇ ਪੁੱਤਰ ਧਰਮ ਸਿੰਘ ਨੇ ਘਰ ਦੀਆਂ ਦੋਵਾਂ ਨੂੰਹਾਂ ਨੂੰ ਜਿਵੇਂ ਹਿਦਾਇਤ ਕੀਤੀ ਹੋਵੇ। ਸਿਮੀ ਉਹਦੀ ਘਰਵਾਲੀ ਦਾ ਨਾਂ ਸੀ। ਨਾ ਬੇਟਾ ਨਾ, 1 ਮਿੰਟ। ਕੀ ਨਾਂ ਤੇਰਾ? ਮੈਂ ਤਾਂ ਨਾਂ ਹੀ ਭੁੱਲ ਗਿਆ। ਹਾਂ ਯਾਦ ਆਇਆ, ਜੱਸੀ ਬੇਟਾ। ਮੈਂ ਪੁੱਛ ਲਵਾਂ ਨਾ ਉਹ ਗੱਲ? ਅੰਕਲ ਪੁੱਛੋ ਵੀ ਨਾ, ਕਿੰਨੀ ਦੇਰ ਹੋ ਗਈ ਆ? ਬੇਟਾ ਜੱਸੀ, ਤੁਸੀਂ ਸਕੂਟਰ ਤੋਂ ਬਾਹਰ ਹੀ ਕਿਉਂ ਨਹੀਂ ਉਤਰ ਜਾਂਦੇ? ਵਿਚਾਰੇ ਭਾਜੀ ਕੋਲੋਂ ਰੇਲਵੇ ਦੇ ਫਾਟਕ ਮੈਨ ਵਰਗੀ ਡਿਊਟੀ ਕਿਉਂ ਲੈਂਦੇ ਜੀ? ਲੈ ਪੁੱਛ ਲਈਏ ਗੱਲ, ਚਾਹ ਮਿਲੂਗੀ ਹੁਣ ਕਿ ਨਹੀਂ? ਬਚਿੱਤਰ ਸਿੰਘ ਨੇ ਹੱਸਦਿਆਂ ਕਿਹਾ ਸੀ। ਅੰਕਲ ਆਓ ਤੁਸੀਂ ਅੰਦਰ, 5 ਮਿੰਟਾਂ 'ਚ ਚਾਹ ਆਉਂਦੀ ਹੈ। ਛੋਟੀ ਨੂੰ ਜੱਸੀ ਦਾ ਉੱਤਰ ਸੀ। ਬੇਟਾ ਸਵਾਲ ਦਾ ਜਵਾਬ ਵੀ ਦਿਓ ਨਾ। ਬਚਿੱਤਰ ਸਿੰਘ ਟਾਲੀ ਜਾਣ ਵਾਲੀ ਗੱਲ ਨੂੰ ਫਿਰ ਸਾਹਮਣੇ ਲੈ ਆਇਆ। ਛੋਟੀ ਨੂੰ ਜੱਸੀ ਕੁਝ ਬੋਲ ਨਾ ਸਕੀ। ਅੰਕਲ ਅਸਲ 'ਚ ਅਸੀਂ ਚਾਰੇ ਜਣੇ ਸਕੂਟਰ ਤੇ ਐਨ ਜਕੜੇ ਹੁੰਦੇ ਆ ਨਾ, ਇਸ ਲਈ ਪੋਰਚ ਵਿੱਚ ਆ ਕੇ ਉਤਰੀਦਾ ਵਾ। ਛੋਟੀ ਨੂੰ ਜੱਸੀ ਨੂੰ ਕਸੂਤੀ ਸਥਿਤੀ 'ਚੋਂ ਕੱਢਣ ਲਈ ਜਿਵੇਂ ਉਹਦੀ ਜਠਾਣੀ ਸਿੰਮੀ ਨੇ ਮਦਦ ਕੀਤੀ। ਅੱਛਾ ਇੱਥੇ ਕੋਈ ਕਰੇਨ ਲੱਗੀ ਆ? ਜਾਓ ਬੇਟਾ ਤੁਸੀਂ ਆਪਣੀ ਚਾਹ ਦਾ ਵਾਅਦਾ ਪੂਰਾ ਕਰੋ, ਮੈਂ ਕਰੇਨ ਵੇਖ ਕੇ ਆਵਾਂ। ਬਚਿੱਤਰ ਸਿੰਘ ਮਖੌਲ ਦੀ ਮੁਦਰਾ 'ਚ ਛੱਤ ਵੱਲ ਵੇਖਣ ਲੱਗ ਪਿਆ। ਮਾਮਾ ਜੀ ਕੀ ਗੱਲ ਆ? ਆਉਂਦਿਆਂ ਦੀ ਖਬਰ ਲੈਣੀ ਸ਼ੁਰੂ ਕਰਤੀ। ਝੇਪੇ ਹੋਏ ਧਰਮ ਸਿੰਘ ਨੇ ਗੱਲ ਆਈ ਗਈ ਕਰਨ ਦੇ ਚਾਰੇ ਲਈ ਆਖਿਆ। ਖਬਰ ਕੀ ਲੈਣੀ ਆ ਤੁਹਾਡੀ? ਮੈਂ ਤਾਂ ਤੁਹਾਡੀ ਪੂਰੀ ਅਖਬਾਰ ਪੜੂੰਗਾ ਬੇਟਾ ਧਰਮ। ਤੁਸੀਂ ਭਾਜੀ ਦਾ ਕੀ ਹਾਲ ਬਣਾ ਰੱਖਿਆ? ਇਹਨਾਂ ਨੂੰ ਨਹੀਂ ਠੰਡ ਲੱਗਦੀ? ਕੀ ਕੱਪੜੇ ਆ ਇਹਨਾਂ ਦੀ ਗੱਲ ਇਹੋ ਜਿਹੀ ਠੰਡ 'ਚ? ਬਚਿੱਤਰ ਸਿੰਘ ਦੇ ਬੋਲਾਂ 'ਚ ਕੁਝ ਡਾਂਟਣ ਵਰਗਾ ਅੰਦਾਜ਼ ਸੀ। ਦੋਵੇਂ ਨੂੰ ਉੱਥੋਂ ਜਾਣ ਲੱਗੀਆਂ ਸਨ ਤੇ ਬਚਿੱਤਰ ਸਿੰਘ ਦੇ ਰੋਕੇ ਹੋਏ ਚਾਰੇ ਛੋਟੇ ਬੱਚੇ ਵੀ ਉਹਨਾਂ ਨਾਲ ਤੁਰਨ ਲੱਗੇ ਸਨ। ਰੁਕੋ 1 ਮਿੰਟ ਪਿਆਰੇ ਬੱਚਿਓ, ਬਚਿੱਤਰ ਸਿੰਘ ਉਹਨਾਂ ਨੂੰ ਸੰਬੋਧਿਤ ਹੋਇਆ ਸੀ ਤੇ ਫਿਰ 2 ਕਦਮ ਅੱਗੇ ਹੋ ਕੇ ਉਹਨੇ ਕਰਤਾਰ ਸਿੰਘ ਦੀ ਸਭ ਤੋਂ ਵੱਡੀ ਪੋਤੀ ਦੇ ਸਿਰ ਤੇ ਹੱਥ ਰੱਖਿਆ ਤੇ ਆਖਿਆ, ਬੇਬੀ ਤੁਹਾਡੇ 'ਚੋਂ ਕਿਸੇ ਨੇ ਮੈਨੂੰ ਬੁਲਾਇਆ ਹੀ ਨਹੀਂ। ਨਾ ਸਤਿ ਸ਼੍ਰੀ ਅਕਾਲ, ਨਾ ਕੋਈ ਗੱਲਬਾਤ। ਤੁਸੀਂ ਆਪਣੇ ਦਾਦਾ ਜੀ ਨਾਲ ਵੀ ਨਹੀਂ ਬੋਲੇ। ਕਰਤਾਰ ਸਿੰਘ ਦੀ ਵੱਡੀ ਪੋਤੀ ਤੇ ਧਰਮ ਸਿੰਘ ਦੀ ਵੱਡੀ ਧੀ ਕੁਝ ਝੇਂਪੀ ਹੋਈ ਸੀ, ਪਰ ਕਾਨਵੈਂਟ ਸਕੂਲਾਂ ਦੇ ਬੱਚਿਆਂ ਦੀ ਸੁਭਾਵਿਕ ਚੁਸਤੀ ਨਾਲ ਉਹਨੇ ਮੌਕਾ ਸੰਭਾਲਣ ਦਾ ਯਤਨ ਕੀਤਾ। ਅੰਕਲ ਤੁਸੀਂ ਗੱਲਾਂ ਕਰ ਰਹੇ ਸੀ ਨਾ, ਜਦੋਂ ਵੱਡੇ ਗੱਲਾਂ ਕਰਦੇ ਹੋਣ ਤਾਂ ਵਿੱਚ ਨਹੀਂ ਬੋਲੀਦਾ। ਉਸ ਬੱਚੀ ਦਾ ਜਵਾਬ ਸੀ। ਵੈਰੀ ਗੁੱਡ, ਸਮਾਰਟ ਬੇਟੀ। ਅੱਛਾ ਬੇਟਾ, ਜਦੋਂ ਤੂੰ ਸਕੂਲ ਤੋਂ ਵਾਪਸ ਆਉਂਦੀ ਆ ਤਾਂ ਤੇਰੇ ਦਾਦਾ ਜੀ ਇਕੱਲੇ ਹੀ ਹੁੰਦੇ ਆ? ਤੁਹਾਡੇ ਲਈ ਗੇਟ ਖੋਲ੍ਹਦੇ ਆ? ਕਿਸੇ ਵੱਡੇ ਨਾਲ ਗੱਲਾਂ ਨਹੀਂ ਕਰਦੇ ਹੁੰਦੇ? ਉਸ ਵਕਤ ਤੁਸੀਂ ਚਾਰੇ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਜੀ? ਇਸ ਵਾਰੀ ਬਚਿੱਤਰ ਸਿੰਘ ਨੇ ਕੋਲ ਖੜੀ ਕਰਤਾਰ ਸਿੰਘ ਦੀ ਦੂਜੀ ਪੋਤੀ ਨੂੰ ਪੁੱਛਿਆ। ਸੌਰੀ ਅੰਕਲ। ਸ਼ਰਮਿੰਦਗੀ ਦੇ ਭਾਵ ਨਾਲ ਉਹ ਹੌਲੀ ਜਿਹੀ ਬੋਲੀ ਸੀ। ਤੂੰ ਬਹੁਤ ਬੀਬੀ ਬੱਚੀ ਹੈ ਬੇਟਾ, ਤੂੰ ਸੱਚ ਬੋਲਿਆ ਨਾ, ਇਸ ਕਰਕੇ ਜਾਓ ਬੱਚਿਓ ਅੰਦਰ ਜਾਓ। ਬਚਿੱਤਰ ਸਿੰਘ ਨੇ ਉਹਦੇ ਸਿਰ ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ।
ਫਿਰ ਉਹਨੇ ਕੋਲ ਖੜੇ ਧਰਮ, ਪਰਮ ਤੇ ਕਰਤਾਰ ਸਿੰਘ ਵੱਲ ਵੇਖਿਆ। ਧਰਮ ਤੇ ਪਰਮ ਦੇ ਚਿਹਰੇ ਤੇ ਭਾਵ ਕਿਸੇ ਚੋਰੀ ਦੇ ਫੜੇ ਜਾਣ ਕਾਰਨ ਛਿੱਥੇ ਤੇ ਸ਼ਰਮਸਾਰ ਹੋਏ ਹੋਣ ਵਰਗੇ ਸਨ। ਕਰਤਾਰ ਸਿੰਘ ਬਹੁਤ ਘਬਰਾਇਆ ਹੋਇਆ ਸੀ। ਉਹ ਤਾਂ ਇਸ ਗੱਲਬਾਤ ਵਿੱਚ ਹਾਂ ਹੂੰ ਦੀ ਹਿੱਸੇਦਾਰੀ ਵੀ ਪਾਉਣ ਜੋਗਾ ਨਹੀਂ ਸੀ। ਉਹਨੂੰ ਡਰ ਸੀ ਕਿ ਬਚਿੱਤਰ ਸਿੰਘ ਦੇ ਜਾਣ ਪਿੱਛੋਂ ਉਹਦੇ ਪੁੱਤ ਤੇ ਨੂੰਹਾਂ ਉਹਦੀ ਖੂਬ ਖਬਰ ਲੈਣਗੇ। ਬਚਿੱਤਰ ਸਿੰਘ ਜਾਣ ਬੁੱਝ ਕੇ ਹੀ ਇਹ ਸਭ ਕੁਝ ਕਰ ਰਿਹਾ ਸੀ। ਉਹ ਆਪਣੇ ਭਣਵੱਈਏ ਕਰਤਾਰ ਸਿੰਘ ਦੀ ਦੁਰਦਸ਼ਾ ਭਰੀ ਹਾਲਤ ਸੁਧਾਰਨ ਲਈ ਪੱਕਾ ਇਰਾਦਾ ਬਣਾ ਚੁੱਕਾ ਸੀ। ਇਸ ਲਈ ਉਹਨੇ ਆਪਣੇ ਭਣੇਵਿਆਂ ਨੂੰ ਖਰੀਆਂ ਖਰੀਆਂ ਕਹਿਣ ਦੀ ਤੇ ਕਰਤਾਰ ਸਿੰਘ ਨੂੰ ਦੁਰਦਸ਼ਾ ਪ੍ਰਵਾਨ ਕਰੀ ਜਾਣ ਦੀ ਪ੍ਰਵਿਰਤੀ ਤੋਂ ਹਟਾਉਣ ਦੀ ਪੱਕੀ ਸਲਾਹ ਬਣਾ ਲਈ ਸੀ। ਇਸ ਪਾਸੇ ਉਹਨੇ ਕਾਰਵਾਈ ਆਰੰਭ ਕਰ ਵੀ ਦਿੱਤੀ ਸੀ। ਭਣੇਵਿਆਂ ਦੇ ਇਤਰਾਜ਼ ਜਾਂ ਨਾਰਾਜ਼ਗੀ ਦੀ ਉਹਨੂੰ ਕੋਈ ਪਰਵਾਹ ਨਹੀਂ ਸੀ। ਉਹਦੀ ਹਮਦਰਦੀ ਪੂਰੀ ਤਰ੍ਹਾਂ ਕਰਤਾਰ ਸਿੰਘ ਦੇ ਨਾਲ ਸੀ, ਜਿਹੜਾ ਪੁੱਤਾਂ ਦੀਆਂ ਗੱਲਾਂ 'ਚ ਆ ਕੇ ਆਪਣੀ ਬੱਚਤ ਪੂੰਜੀ ਸ਼ਹਿਰ ਦੇ ਮਕਾਨ ਤੇ ਖਰਚ ਕਰਕੇ ਆਪ ਖਾਲੀ ਹੱਥ ਹੋ ਕੇ ਖੁਆਰ ਹੋ ਰਿਹਾ ਸੀ। ਉਹਦੀ ਕੀਤੀ ਗਈ ਨੌਕਰੀ ਤੇ ਉਸ ਵਕਤ ਪੈਨਸ਼ਨ ਨਹੀਂ ਸੀ ਮਿਲਦੀ। ਚਲੋ ਮਾਮਾ ਜੀ ਅੰਦਰ ਚੱਲੀਏ, ਧਰਮ ਨੇ ਕਿਹਾ ਤੇ ਉਹ ਚਾਰੇ ਜਣੇ ਡਰਾਇੰਗ ਰੂਮ 'ਚ ਜਾ ਬੈਠੇ। ਦੋਵਾਂ ਭਰਾਵਾਂ ਦਾ ਸਾਂਝਾ ਡਰਾਇੰਗ ਰੂਮ ਸੀ। ਫਰਨੀਚਰ ਦੋਹਾਂ ਭਰਾਵਾਂ ਨੂੰ ਦਾਜ 'ਚ ਮਿਲੇ ਹੋਣ ਦਾ ਸਬੂਤ ਹਰ ਇੱਕ ਚੀਜ਼ ਦਾ ਦੋ ਵਾਰ ਹੋਣਾ ਸੀ। ਡਰਾਇੰਗ ਰੂਮ ਦੀ ਸਾਜ ਸਜਾਵਟ ਵਧੀਆ ਤੇ ਘਰ ਦੀ ਅਮੀਰੀ ਦਾ ਪ੍ਰਭਾਵ ਪਾਉਣ ਵਾਲੀ ਸੀ। ਪਰ ਘਰ ਦਾ ਮੁਖੀ ਕਰਤਾਰ ਸਿੰਘ ਆਪਣੀ ਖਸਤਾ ਹਾਲਤ ਕਾਰਨ ਆਪਣੇ ਹੀ ਘਰ ਦੇ ਡਰਾਇੰਗ ਰੂਮ 'ਚ ਓਪਰਾ ਲੱਗ ਰਿਹਾ ਸੀ। ਕੁਝ ਚਿਰ ਵਾਸਤੇ ਉੱਥੇ ਚੁੱਪ ਪਸਰੀ ਰਹੀ। ਵੇਖ ਬੇਟਾ ਧਰਮ, ਤੂੰ ਵੱਡਾ ਤੇ ਸਿਆਣਾ ਹੈ। ਮੈਂ ਤੇਰੇ ਨਾਲ ਇੱਕ ਸਪਸ਼ਟ ਗੱਲ ਕਰਨੀ ਚਾਹੁੰਦਾ। ਮੈਂ ਵੀ ਬਾਲ ਬੱਚਿਆਂ ਦਾ ਹਾਲ ਚਾਲ ਪੁੱਛ ਕੇ ਤੇ ਆਪਣਾ ਹਾਲ ਚਾਲ ਦੱਸ ਕੇ ਨਹੀਂ ਮੁੜ ਜਾਣਾ। ਤੁਹਾਨੂੰ ਲੱਗੇ ਚੰਗਾ, ਤੁਹਾਨੂੰ ਲੱਗੇ ਮਾੜਾ, ਮੈਂ ਤਾਂ ਸਾਫ਼-ਸਾਫ਼ ਆਖੂੰਗਾ ਤੇ ਜੋ ਕੁਝ ਕਰਨ ਵਾਲਾ ਹੋਊਗਾ ਕਰਵਾਊਂਗਾ। ਦੱਸੋ ਕੀ ਸਲਾਹ ਹੈ? ਬਚਿੱਤਰ ਸਿੰਘ ਸਾਰੀਆਂ ਉਪਚਾਰਕਤਾਵਾਂ ਨੂੰ ਛੱਡ ਕੇ ਸਿੱਧਾ ਹੀ ਮੁੱਦੇ ਤੇ ਆ ਗਿਆ। ਜੋ ਤੁਹਾਡੀ ਸਲਾਹ ਉਹੀ ਸਾਡੀ ਸਲਾਹ ਹੈ ਮਾਮਾ ਜੀ। ਪਰ ਸਲਾਹ ਕਾਹਦੇ ਬਾਰੇ ਹੈ? ਧਰਮ ਦਾ ਕਿਉਂ ਪਰਮ, ਤੇਰੀ ਕੀ ਸਲਾਹ? ਮੇਰੀ ਸਲਾਹ ਕੋਈ ਵੱਖਰੀ ਹੈ? ਮੈਂ ਵੀ ਸਭ ਦੇ ਨਾਲ ਆ ਮਾਮਾ ਜੀ। ਚਲੋ ਠੀਕ ਹੈ। ਆਪਣੀ ਪਹਿਲੀ ਸਲਾਹ ਇਹ ਹੋਊਗੀ ਕਿ ਜਿਹੜੀ ਤੁਹਾਡੀ ਸਲਾਹ ਹੈ ਆਪਣੇ ਪਿਓ ਨੂੰ ਇਸ ਸਿਆਲ ਵਿੱਚ ਨਮੂਨੀਏ ਨਾਲ ਮਾਰਨ ਦੀ, ਉਹ ਸਲਾਹ ਸਿਰੇ ਨਹੀਂ ਚੜ੍ਹਨ ਦੇਣੀ। ਵੇਖਿਆ ਜੇ ਭਾਜੀ ਨੂੰ, ਇਸ ਘਸੀ ਜਿਹੀ ਜਰਸੀ ਤੇ ਲੱਠੇ ਦੇ ਕੁੜਤੇ ਪਜਾਮੇ 'ਚ ਕਿਸ ਤਰ੍ਹਾਂ ਕੰਬਣ ਡਏ ਆ। ਇਹਨਾਂ ਨੂੰ ਗਰਮ ਕੱਪੜਾ ਸਵਾ ਦਿਓ, ਕੋਈ ਕੋਟ, ਲੋਈ, ਕੰਬਲ ਦੇ ਦਿੰਦੇ ਇਹਨਾਂ ਨੂੰ, ਹੈਂ? ਬਚਿੱਤਰ ਸਿੰਘ ਨੇ ਦੋਹਾਂ ਵੱਲ ਵੇਖਿਆ। ਮਾਮਾ ਜੀ ਇਹਨਾਂ ਕੋਲ ਕੰਬਲ ਹੈਗਾ, ਪੁੱਛ ਲਓ ਬੇਸ਼ੱਕ, ਛੋਟਾ ਭਣੇਵਾਂ ਪਰਮ ਬੋਲਿਆ। ਹੋਊਗਾ ਕੰਬਲ, ਕਿਸੇ ਵਿਆਹ 'ਚੋਂ ਜਾਂ ਮਿਲਣੀ 'ਚੋਂ ਮਿਲਿਆ। ਇਹਨਾਂ ਦੀ ਜਰਸੀ ਵਰਗਾ ਹੀ, ਘਸਿਆ ਤੇ ਬੋਰੀ ਵਰਗਾ, ਹੈ ਨਾ? ਜਰਾ ਦੱਸ ਖਾਂ, ਇਹਨਾਂ ਕੋਲ ਗਰਮ ਕੁੜਤਾ ਪਜਾਮਾ, 19 ਜਰਾਬਾਂ ਤੇ ਲੈਗਿੰਗ ਹੈਗੀਆਂ? ਇਹ ਅਫਸਰ ਰਿਟਾਇਰ ਹੋਏ ਆ, ਤੁਹਾਡੇ ਪਿਤਾ ਜੀ ਆ। 15 ਲੱਖ ਦੀ ਕੀਮਤ ਵਾਲੀ ਕੋਠੀ ਇਹਨਾਂ ਦੀ ਕਮਾਈ 'ਚੋਂ ਬਣੀ ਆ। ਇਹਨਾਂ ਤੁਹਾਨੂੰ ਪਾਲਿਆ ਪੋਸਿਆ, ਹਾਇਰ ਐਜੂਕੇਸ਼ਨ ਦਿੱਤੀ, 10ਵੀਂ ਕਰਵਾ ਕੇ ਟਾਈਪ ਸਿਖਾ ਕੇ ਕਿਤੇ ਕਲਰਕ ਤਾਂ ਨਹੀਂ ਸੀ ਲਵਾਤੇ। ਇਹਨਾਂ ਕਰਕੇ ਹੀ ਤਾਂ ਤੁਹਾਡੇ ਵਿਆਹ ਚੰਗੇ ਘਰਾਂ 'ਚ ਹੋਏ ਤੇ ਤੁਸੀਂ ਆਹ ਹੱਕ ਮੋੜਨ ਡਏ ਜੇ ਇਹਨਾਂ ਦਾ, ਹੈ? ਪੱਕੀ ਧਾਰੀ ਆ ਤੁਸੀਂ ਇਹਨਾਂ ਦਾ ਚਲਾਣਾ ਇਸੇ ਸਿਆਲ 'ਚ ਜ਼ਰੂਰੀ ਕਰਵਾਉਣ ਦੀ, ਹੈ ਨਾ? ਬਚਿੱਤਰ ਸਿੰਘ ਦੀ ਆਵਾਜ਼ 'ਚ ਕੁਝ ਗੁੱਸਾ ਵੀ ਆ ਗਿਆ ਸੀ। ਚੁੱਪ ਹੋ ਕੇ ਬਚਿੱਤਰ ਸਿੰਘ ਨੇ ਪਰਮ ਤੇ ਧਰਮ ਵੱਲ ਵੇਖਿਆ। ਇਸ ਕਸੂਤੀ ਸਥਿਤੀ 'ਚ ਪੈਣ ਕਰਕੇ ਉਹ ਹੈਰਾਨ ਤੇ ਚੋਰੀ ਫੜੀ ਜਾਣ ਕਾਰਨ ਸ਼ਰਮਿੰਦੇ ਸਨ। ਉਹਨਾਂ ਦੇ ਮਨ 'ਚ ਆਪਣੇ ਪਿਤਾ ਪ੍ਰਤੀ ਇੱਕ ਸ਼ਿਕਾਇਤ ਵੀ ਸੀ ਕਿ ਉਹਨੇ ਜ਼ਰੂਰ ਹੀ ਉਹਨਾਂ ਦੇ ਮਾਮੇ ਕੋਲ ਉਹਨਾਂ ਦੀਆਂ ਚੁਗਲੀਆਂ ਕੀਤੀਆਂ ਹੋਣਗੀਆਂ। ਇਸ ਬਾਰੇ ਤਾਂ ਆਪਣੇ ਪਿਓ ਦੀ ਖਬਰ ਲੈਣ ਗਈ ਪੂਰੀ ਲਾਪਾ ਕਰਕੇ, ਪਰ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਦੇ ਮਾਮੇ ਬਚਿੱਤਰ ਸਿੰਘ ਨੂੰ ਕੀ ਹੋ ਗਿਆ ਸੀ। ਉਹ ਕਿਉਂ ਉਹਨਾਂ ਦੇ ਨਿੱਜੀ ਮਾਮਲਿਆਂ 'ਚ ਦਖਲ ਦੇ ਰਿਹਾ ਸੀ। ਉਹ ਆਪਣੇ ਪਿਓ ਨਾਲ ਜਿਸ ਤਰ੍ਹਾਂ ਚਾਹੇ ਵਰਤਣ, ਕਿਸੇ ਨੂੰ ਕੀ ਹੱਕ ਹੈ ਉਹਨਾਂ ਦੇ ਘਰ ਲੱਤ ਅੜਾਉਣ ਦਾ। ਦੋਹਾਂ ਦੇ ਮਨ 'ਚ ਬਚਿੱਤਰ ਸਿੰਘ ਦਾ ਵਿਰੋਧ ਕਰਨ ਦੀ ਇੱਛਾ ਸੀ, ਪਰ ਆਪਣੇ ਪਿਓ ਦੀ ਬੁਰੇ ਹਾਲੀ ਦੇ ਸਾਹਮਣੇ ਸਪਸ਼ਟ ਤਸਵੀਰ ਤੋਂ ਸ਼ਰਮਿੰਦਗੀ ਕਾਰਨ ਹੌਸਲਾ ਜੁਟਾਉਣਾ ਮੁਸ਼ਕਲ ਸੀ। ਵੇਖੋ ਪਰਮ ਤੇ ਧਰਮ, ਤੁਸੀਂ ਭਾਜੀ ਨੂੰ ਸਿਰਫ ਆਪਣੇ ਪਿਤਾ ਹੀ ਸਮਝ ਕੇ ਆਪਣੇ ਘਰ ਦੀ ਨਿੱਜੀ ਗੱਲ ਹੀ ਨਾ ਸਮਝੋ। ਇਹ ਸਾਡੇ ਵੀ ਕੁਝ ਲੱਗਦੇ ਆ ਤੇ ਇਹਨਾਂ ਨੇ ਸਾਰੀ ਉਮਰ ਕਮਾਈ ਕਰਕੇ ਤੁਹਾਡੇ ਘਰ ਨੂੰ ਉੱਚਾ ਚੁੱਕਿਆ। ਤੁਸੀਂ ਆਪਣੇ ਚਾਚੇ ਵੱਲ ਵੇਖੋ, ਉਹਨੇ ਕਿਉਂ ਨਾ ਸ਼ਹਿਰ ਕੋਠੀ ਬਣਾ ਕੇ ਆਪਣੇ ਮੁੰਡਿਆਂ ਨੂੰ MSc ਕਰਵਾ ਦਿੱਤੀ। ਤੁਹਾਡੇ ਚਾਚਾ ਜੀ ਵੀ ਤਾਂ ਤੁਹਾਡੇ ਪਿਤਾ ਜੀ ਜਿੰਨਾ ਹੀ ਪੜ੍ਹਿਆ ਸੀ। PW 'ਚੋਂ ਕਲਰਕ ਰਿਟਾਇਰ ਹੋਇਆ, ਪੈਨਸ਼ਨ ਮਿਲਦੀ ਆ ਉਹਨੂੰ। ਆਪਣੀ ਔਲਾਦ ਬਾਰੇ ਉਹਨੇ ਕਦੀ ਸੋਚਿਆ ਹੀ ਨਹੀਂ। ਵੇਖ ਲਓ ਉਹਦੇ ਤਿੰਨੇ ਮੁੰਡੇ, ਇੱਕ ਮਿਲਟਰੀ 'ਚ ਆ, ਦੂਜੇ ਦੋਵੇਂ ਪਿੰਡ ਹੀ ਢੱਗਿਆਂ ਦੀਆਂ ਪੂਛਾਂ ਮਰੋੜਦੇ ਆ। ਮੁਕਾਬਲਾ ਕਰੋ ਭਾਜੀ ਦਾ ਆਪਣੇ ਚਾਚੇ ਨਾਲ, ਹੈ? ਬਚਿੱਤਰ ਸਿੰਘ ਨੇ ਫਿਰ ਦੋਵਾਂ ਨੂੰ ਦਬੋਚ ਲਿਆ। ਧਰਮ ਤੇ ਪਰਮ ਉੱਤੇ ਉਹਨਾਂ ਦੇ ਚਾਚੇ ਦੀ ਮਿਸਾਲ ਨਾਲ ਬੜਾ ਜ਼ੋਰਦਾਰ ਅਸਰ ਪਿਆ। ਉਹਨਾਂ ਨੂੰ ਆਪਣੇ ਪਿਓ ਦੀ ਹਾਲਤ ਆਪਣੇ ਚਾਚੇ ਦੇ ਮੁਕਾਬਲੇ ਠੀਕ ਹੀ ਦੁਰਦਸ਼ਾ ਭਰੀ ਲੱਗੀ। ਉਹਨਾਂ ਦਾ ਚਾਚਾ ਖੁੱਲ੍ਹਾ ਖਰਚਦਾ ਤੇ ਖਾਂਦਾ ਸੀ ਤੇ ਜਿੱਥੇ ਜੀਅ ਕਰਦਾ ਆਉਂਦਾ ਜਾਂਦਾ। ਲੀੜੇ ਕੱਪੜੇ ਵੀ ਉਹਦੇ ਚੰਗੇ ਹੁੰਦੇ। ਉਹਨਾਂ ਦੇ ਚਾਚੇ ਨੇ ਉਹਨਾਂ ਦੇ ਪਿਓ ਵਾਂਗ ਆਪਣੇ ਤਿੰਨਾਂ ਪੁੱਤਾਂ ਦੀ ਪੜ੍ਹਾਈ ਲਿਖਾਈ ਬਾਰੇ ਕੋਈ ਘਾਲਣਾ ਨਹੀਂ ਘਾਲੀ ਸੀ, ਜਦਕਿ ਕਮਾਈ ਇਹਨਾਂ ਦੋਵਾਂ ਭਰਾਵਾਂ ਦੀ ਬਰਾਬਰ ਹੀ ਸੀ।
ਚਾਚੇ ਦੀ ਮਿਸਾਲ ਨਾਲ ਧਰਮ ਤੇ ਪਰਮ ਦੋਵਾਂ ਭਰਾਵਾਂ ਦੇ ਹਥਿਆਰ ਮਨ ਹੀ ਮਨ 'ਚ ਸੁੱਟੇ ਜਾ ਚੁੱਕੇ ਸਨ। ਐਨ ਇਸ ਵਕਤ ਦੋਵੇਂ ਨੂੰਹਾਂ ਜੱਸੀ ਤੇ ਸਿੰਮੀ ਡਰਾਇੰਗ ਰੂਮ 'ਚ ਇੱਕ ਟਰੇ ਫੜੀ ਦਾਖਲ ਹੋਈਆਂ। ਛੋਟੀ ਜੱਸੀ ਦੀ ਟਰੇ 'ਚ ਚਾਹਦਾਨੀ ਤੇ ਕੱਪ ਸਨ ਤੇ ਵੱਡੀ ਨੂੰਹ ਸਿੰਮੀ ਦੀ ਟਰੇ 'ਚ ਸੁੱਕੇ ਮੇਵੇ, ਬਿਸਕਿਟ, ਗਜਰੇਲਾ ਸੀ। ਟਰੇਆਂ ਨੂੰ ਸੋਫਿਆਂ ਵਿਚਕਾਰ ਪਏ ਸੈਂਟਰ ਟੇਬਲ ਤੇ ਰੱਖ ਦਿੱਤਾ। ਲਓ ਅੰਕਲ, ਚਾਹ ਆ ਗਈ, ਛੋਟੀ ਨੂੰਹ ਬੋਲੀ। ਚਾਹ ਆਉਣੀ ਸੀ ਬੇਟਾ, ਨਾਲੇ ਆਹ ਡਰਾਈ ਫਰੂਟ, ਗਜਰੇਲਾ, ਬਿਸਕਿਟ ਬਈ ਤੁਸੀਂ ਕਿਹਾ ਹੋਣਾ ਕਿ ਮਾਮੇ ਨੂੰ ਵਧੀਆ ਚਾਹ ਪਿਆਓ ਤਾਂ ਕਿ ਬੰਬਈ ਤੱਕ ਜ਼ਿਕਰ ਹੋਵੇ। ਬਚਿੱਤਰ ਸਿੰਘ ਅਜੇ ਵੀ ਪਹਿਲੇ ਹੀ ਰੌਂਦ 'ਚ ਸੀ। ਨਹੀਂ ਅੰਕਲ, ਵਧੀਆ ਚਾਹ ਕਾਹਦੀ ਹੈ, ਤਾਂ ਆਮ ਰੂਟੀਨ ਚਾਹ ਇਹੋ ਹੀ ਮਿਲਦੀ ਹੈ ਸਾਨੂੰ ਅੰਬਰਸਰੀਆਂ ਨੂੰ। ਰੂਟੀਨ ਚਾਹ? ਵਾਹ ਬਈ ਵਾਹ, ਤਾਂ ਤੇ ਫਿਰ ਭਾਜੀ ਨੂੰ ਵੀ ਇਹ ਕਾਜੂ, ਨਮਕੀਨ, ਗਜਰੇਲਾ ਤੇ ਹੋਰ ਸਭ ਕੁਝ ਮਿਲਦਾ ਹੋਊ। ਬੜੀ ਮੌਜ ਆ ਭਾਜੀ ਤੁਹਾਨੂੰ। ਮੈਨੂੰ ਤਾਂ ਬੰਬਈ ਬਸ ਦਿਨ 'ਚ 4-5 ਕੱਪ ਚਾਹ ਦੇ ਮਿਲਦੇ ਆ। ਬ੍ਰੇਕਫਾਸਟ ਤੋਂ ਬਗੈਰ ਬਾਕੀ ਤਾਂ ਫੋਕਾ ਕੱਪ ਚਾਹ ਦਾ ਹੀ ਮਿਲਦਾ। ਮੈਂ ਤਾਂ ਹੁਣ ਇੱਥੇ ਹੀ ਆ ਜਾਣਾ। ਤੁਹਾਡੀ ਰੂਟੀਨ ਚਾਹ ਪੀਣ ਆਉਂਦਾ ਹੀ ਰਿਹਾ ਕਰੂੰ। ਬਚਿੱਤਰ ਸਿੰਘ ਨੇ ਜੱਸੀ ਦੀ ਗੱਲ ਵਿੱਚ ਹੀ ਟੋਕ ਕੇ ਕਹਿਣਾ ਸ਼ੁਰੂ ਕਰਤਾ। ਸਿੰਮੀ ਤੇ ਜੱਸੀ ਚੁੱਪ। ਕਿਸੇ ਨੇ ਕੁਝ ਨਹੀਂ ਬੋਲਣਾ, ਨਹੀਂ ਤਾਂ ਮਾਮਾ ਜੀ ਦੀ ਕਾਰਵਾਈ ਬੜੀ ਸਖਤ ਹੋਊਗੀ। ਚਾਹ ਪਾਓ ਤੁਸੀਂ। ਮਾਮਾ ਜੀ ਪਹਿਲਾਂ ਚਾਹ ਪੀ ਲਈਏ। ਵੱਡੇ ਪੁੱਤਰ ਧਰਮ ਨੇ ਮਾਹੌਲ ਬਦਲਣ ਲਈ ਇੱਕ ਵਾਰ ਫੇਰ ਚਾਰਾ ਕੀਤਾ। ਸਿੰਮੀ ਤੇ ਜੱਸੀ ਚਾਹ ਪਾ ਕੇ ਸਾਰਿਆਂ ਨੂੰ ਕੱਪ ਫੜਾ ਕੇ ਆਪ ਵੀ ਬਹਿ ਗਈਆਂ। ਕੁਝ ਦੇਰ ਚੁੱਪ ਰਹੀ। ਸਾਰੀ ਗੱਲਬਾਤ ਵਿੱਚ ਕਰਤਾਰ ਸਿੰਘ ਨੇ ਜ਼ਰਾ ਵੀ ਹਿੱਸਾ ਨਹੀਂ ਸੀ ਲਿਆ। ਉਹਦੇ ਚਿਹਰੇ ਤੇ ਫਿਕਰ ਤੇ ਡਰ ਦੀਆਂ ਨਿਸ਼ਾਨੀਆਂ ਸਪਸ਼ਟ ਦਿਸ ਰਹੀਆਂ ਸਨ। ਵੇਖੋ ਪਰਮ ਤੇ ਧਰਮ, ਅਸੀਂ ਬੰਬਈ ਵਾਲੇ ਅੰਮ੍ਰਿਤਸਰੀਆਂ ਵਾਂਗ ਮਾਂ ਰਾਜੀ, ਧੀ ਰਾਜੀ, ਸੱਸ ਰਾਜੀ, ਨਨਾਣ ਰਾਜੀ ਨਹੀਂ ਪੁੱਛਦੇ। ਸਾਨੂੰ ਤਾਂ ਰਾਜੀ ਬਾਜੀ ਦਾ ਪਤਾ ਵੇਖਦੇ ਹੀ ਲੱਗ ਜਾਂਦਾ। ਚਾਹ ਦੀ ਘੁੱਟ ਲੰਘਾ ਕੇ ਮੇਜ਼ ਤੇ ਕੱਪ ਰੱਖਦਿਆਂ ਬਚਿੱਤਰ ਸਿੰਘ ਨੇ ਕਿਹਾ, ਮੇਰਾ ਮਤਲਬ ਸਮਝਿਆ ਤੂੰ ਧਰਮ? ਬਚਿੱਤਰ ਸਿੰਘ ਨੇ ਧਰਮ ਵੱਲ ਵੇਖਦਿਆਂ ਪੁੱਛਿਆ। ਹਾਂਜੀ, ਕੁਛ ਹੀ ਨਹੀਂ, ਤੂੰ ਪੂਰਾ ਸਮਝ ਲੈ। ਮੈਂ ਸਮਝਾ ਦਿੰਦਾ। ਮਤਲਬ ਇਹ ਹੈ ਕਿ ਤੁਹਾਡੇ ਘਰ ਦਾ ਹਾਲ ਠੀਕ ਨਹੀਂ। ਅਸਲ 'ਚ ਭਾਜੀ ਦੇ ਘਰ ਦਾ ਹਾਲ ਠੀਕ ਨਹੀਂ। ਤੁਹਾਡਾ ਕਾਹਦਾ ਘਰ? ਭਾਜੀ ਦਾ ਘਰ ਹੈ, ਜਿਨ੍ਹਾਂ ਨੇ ਸਾਰੀ ਉਮਰ ਦੀ ਕਮਾਈ ਨਾਲ ਤੁਹਾਨੂੰ ਪਾਲਿਆ ਤੇ ਇਹ ਘਰ ਬਣਾਇਆ, ਤੇ ਤੁਸੀਂ ਤੁਹਾਡਾ ਉਹ ਹਾਲ ਹੈ ਜਿੱਦਾਂ ਸੱਪ ਚੂਹੇ ਦੀ ਰੁੱਡ 'ਚ ਆ ਵੜੇ। ਨਾਲ ਤਾਂ ਸੱਪ ਚੂਹੇ ਦੀ ਰੁੱਡ 'ਚ ਰਹੂਗਾ, ਜਿਹੜੀ ਚੂਹੇ ਨੇ ਕਿੰਨੇ ਔਖ ਨਾਲ ਬਣਾਈ ਹੁੰਦੀ ਹੈ। ਕਰੜੀ ਧਰਤੀ ਨੂੰ ਪਹੁੰਚਿਆਂ ਦੀਆਂ ਨੌਂਦਰਾਂ ਨਾਲ ਖੁਰਚ ਮਿੱਟੀ ਪੁੱਟ ਕੇ ਚੂਹਾ ਸੋਚਦਾ ਸੀ ਵੀ ਸਿਆਲ ਸੌਖਾ ਲੰਘ ਜਾਊਗਾ ਨਿੱਘੀ ਰੁੱਡ 'ਚ। ਪਰ ਹੋਇਆ ਕੀ? ਸੱਪ ਆ ਵੜਿਆ ਰੁੱਡ 'ਚ। ਨਾਲੇ ਤਾਂ ਚੂਹੇ ਨੂੰ ਖਾ ਕੇ ਢਿੱਡ ਭਰੂੰਗਾ ਤੇ ਨਾਲੇ ਰਹੂੰਗਾ ਉੱਥੇ। ਜਵਾਨ ਮੁੰਡਿਆਂ ਲਈ ਇਹ ਚੰਗੀ ਗੱਲ ਆ। ਪਿਓ ਦੇ ਘਰ ਨੂੰ ਚੂਹੇ ਦੀ ਰੁੱਡ ਸਮਝ ਕੇ ਸੱਪ ਵਾਂਗ ਕਬਜ਼ਾ ਕਰ ਲੈਣ। ਹੈਂ, ਦੱਸੋ ਮੈਨੂੰ। ਨਹੀਂ ਮਾਮਾ ਜੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਤੁਹਾਨੂੰ ਮਿਸਅੰਡਰਸਟੈਂਡਿੰਗ ਹੋਈ ਹੈ ਜੀ। ਝੇਂਪੇ ਹੋਏ ਧਰਮ ਦਾ ਉੱਤਰ ਸੀ ਉਹ, ਤੇ ਦੂਜੇ ਪਰਿਵਾਰ ਵਾਲੇ ਵੀ ਮਾਨਸਿਕ ਔਖ ਮਹਿਸੂਸ ਕਰ ਰਹੇ ਸਨ, ਪਰ ਉਹਨਾਂ ਨੂੰ ਸਹਾਰਨਾ ਪੈ ਰਿਹਾ ਸੀ। ਜਦ ਤੱਕ ਮੈਂ ਇੱਥੇ ਨਹੀਂ ਸੀ ਆਇਆ ਮੈਨੂੰ ਮਿਸਅੰਡਰਸਟੈਂਡਿੰਗ ਸੀ, ਪਰ ਇੱਥੇ ਆਉਂਦਿਆਂ ਮੇਰੀ ਮਿਸਅੰਡਰਸਟੈਂਡਿੰਗ ਦੂਰ ਹੋ ਗਈ। ਭਾਜੀ ਦੀ ਦੁਰਦਸ਼ਾ ਵੇਖ ਕੇ ਤੇ ਤੁਹਾਡੇ ਠਾਠ ਬਾਠ ਵੇਖ ਕੇ। ਇਹ ਡਰਾਇੰਗ ਰੂਮ ਦੀ ਸ਼ਾਨੋ ਸ਼ੌਕਤ ਵਾਲੀ ਸਜਾਵਟ, ਵਧੀਆ ਫਰਨੀਚਰ, ਇਹ ਟੰਗੀ ਪੇਂਟਿੰਗ ਔਰ ਡੈਕੋਰੇਸ਼ਨ ਪੀਸਿਸ, ਪਿੱਤਲ ਦੀਆਂ ਮੂਰਤੀਆਂ ਕਾਹਦੇ ਲਈ ਰੱਖੀਆਂ ਤੁਸੀਂ? ਇਸੇ ਲਈ ਨਾ, ਜੇ ਕੋਈ ਤੁਹਾਡੇ ਘਰ ਆਵੇ ਤੁਸੀਂ ਉਹਨੂੰ ਇਸ ਡਰਾਇੰਗ ਰੂਮ 'ਚ ਬਿਠਾ ਕੇ ਇਸ ਬੋਨ ਚਾਈਨਾ ਦੀ ਕਰੋਕਰੀ 'ਚ ਚਾਹ ਪਿਆਓ ਤਾਂ ਉਹ ਤੁਹਾਡੀ ਸ਼ਾਨੋ ਸ਼ੌਕਤ ਵੇਖ ਕੇ ਤੁਹਾਡੀ ਜੈ ਜੈਕਾਰ ਕਰ ਉੱਠੇ। ਪਰ ਸੋਚਿਆ ਜੇ ਕਦੀ, ਜੇ ਉਸ ਆਉਣ ਵਾਲੇ ਦੀ ਨਜ਼ਰ ਆ ਘਸੀ ਜਰਸੀ ਤੇ ਲੱਠੇ ਦਾ ਕੁੜਤਾ ਪਜਾਮਾ ਪਾਈ ਬੈਠੇ ਭਾਜੀ ਤੇ ਪੈ ਗਈ ਤਾਂ ਕੀ ਸੋਭਾ ਕਰੂਗਾ ਤੁਹਾਡੀ? ਉਹ ਯਾਦ ਕਰੋ ਤੁਹਾਡੀ ਪੜ੍ਹਾਈ ਵੇਲੇ, ਤੁਹਾਡੇ ਵਿਆਹ ਤੇ ਭਾਜੀ ਨੇ ਮੇਰੇ ਕੋਲੋਂ ਰੁਪਏ ਫੜੇ ਸੀ। ਇਹਨਾਂ ਤੁਹਾਡੀ ਜ਼ਿੰਦਗੀ ਬਣਾ ਦਿੱਤੀ। ਤੁਸੀਂ ਇਹਨਾਂ ਦਾ ਬੁਢਾਪਾ ਰੋਲਣ ਡਏ ਜੇ। ਹੈਂ, ਇਹ ਠੀਕ ਆ? ਦੱਸੋ ਮੈਨੂੰ। ਬਚਿੱਤਰ ਸਿੰਘ ਨੇ ਮੇਜ਼ ਤੇ ਰੱਖਿਆ ਕੱਪ ਫਿਰ ਚੁੱਕ ਕੇ ਚਾਹ ਦੀ ਇੱਕ ਘੁੱਟ ਭਰੀ ਤੇ ਉੱਥੇ ਬੈਠੇ ਸਾਰਿਆਂ ਤੇ ਨਜ਼ਰ ਮਾਰੀ। ਕਰਤਾਰ ਸਿੰਘ ਦੇ ਚਿਹਰੇ ਤੇ ਘਬਰਾਹਟ ਤੇ ਭੈ ਸੀ। ਉਹਨੂੰ ਡਰ ਸੀ ਕਿ ਬਚਿੱਤਰ ਸਿੰਘ ਦੇ ਜਾਣ ਪਿੱਛੋਂ ਉਹਦੀ ਖਬਰ ਲਈ ਜਾਏਗੀ। ਬਾਕੀ ਦੇ ਚਾਰੇ ਇੱਕ ਮਜਬੂਰੀ ਤੇ ਝਾਕੇ ਕਾਰਨ ਹੀ ਬਚਿੱਤਰ ਸਿੰਘ ਨੂੰ ਬਰਦਾਸ਼ਤ ਕਰਦੇ ਜਾ ਰਹੇ ਸਨ। ਜੀ ਤਾਂ ਉਹਨਾਂ ਦਾ ਕਰਦਾ ਸੀ ਕਿ ਉਹਨੂੰ ਕਹਿ ਦੇਣ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਘਰ ਦੇ ਮਾਮਲੇ 'ਚ ਲੱਤ ਅੜਾਉਣ ਵਾਲੇ। ਪਾਪਾ, ਧਰਮ ਦੀ ਵੱਡੀ ਬੇਟੀ ਆਵਾਜ਼ ਸੀ ਉਹ ਦੌੜਦੀ ਡਰਾਇੰਗ ਰੂਮ 'ਚ ਦਾਖਲ ਹੋਈ। ਸਾਰਿਆਂ ਦਾ ਧਿਆਨ ਉਸ ਵੱਲ ਚਲਾ ਗਿਆ। ਉਹਦੇ ਨਾਲ ਉਹਦੀ ਛੋਟੀ ਭੈਣ ਸੀ। ਪਾਪਾ, ਉਹ ਕੁੜੀ ਧਰਮ ਦੇ ਸਾਹਮਣੇ ਆ ਖੜੀ ਹੋਈ। ਉਹਨੂੰ ਦੌੜਨ ਕਰਕੇ ਥੋੜਾ ਸਾਹ ਵੀ ਚੜਿਆ ਸੀ। ਕੀ ਗੱਲ ਟਿਊਨੀ? ਪਾਪਾ, ਬਾਪੂ ਜੀ ਨੇ ਕਰ ਦਿੱਤਾ ਉਹੀ ਕੰਮ। ਮੇਥੀ ਦੀ ਕਿਆਰੀ 'ਚ ਪਾਣੀ ਛੱਡ ਦਿੱਤਾ ਸੀ ਪਾਈਪ ਨਾਲ, ਬੰਦ ਹੀ ਨਹੀਂ ਕੀਤਾ। ਉੱਥੇ ਸਮੁੰਦਰ ਬਣ ਗਿਆ ਵਾ। ਪੁੱਛੋ ਬਾਪੂ ਜੀ ਨੂੰ। ਮੈਂ ਪਾਣੀ ਬੰਦ ਕਰਕੇ ਆਇਆ। ਬਚਿੱਤਰ ਸਿੰਘ ਡਰ ਤੇ ਘਬਰਾਹਟ ਨਾਲ ਕਰਤਾਰ ਸਿੰਘ ਦੇ ਮੂੰਹ ਤੇ ਹਵਾਈਆਂ ਉੱਡਣ ਲੱਗ ਪਈਆਂ। ਸਾਫ਼ ਜ਼ਾਹਰ ਸੀ ਕਿ ਇਹੋ ਜਿਹੀ ਗਲਤੀ ਤੋਂ ਕਰਤਾਰ ਸਿੰਘ ਦੀ ਡਾਂਟ ਡਪਟ ਜ਼ਰੂਰੀ ਹੁੰਦੀ ਸੀ। ਇਸੇ ਦੀ ਉਮੀਦ ਤੇ ਤਮਾਸ਼ਾ ਵੇਖਣ ਵਾਸਤੇ ਹੀ ਤਾਂ ਪੋਤੀ ਨੇ ਦਾਦੇ ਦੇ ਕਸੂਰ ਵੱਲ ਆਪਣੇ ਪਿਓ ਦਾ ਧਿਆਨ ਦਿਵਾਇਆ ਸੀ। ਨਹੀਂ ਭਾਜੀ, ਬੈਠੋ ਤੁਸੀਂ।
ਪਰਮ ਤੂੰ ਬੰਦ ਕਰਕੇ ਆ ਪਾਣੀ, ਜਿੱਥੋਂ ਵੀ ਕਰਨਾ ਵਾ। ਬਚਿੱਤਰ ਸਿੰਘ ਨੇ ਕਰਤਾਰ ਸਿੰਘ ਦੀ ਦਸ਼ਾ ਭਾਂਪ ਲਈ ਸੀ। ਪਰਮ ਉੱਠ ਕੇ ਬਾਹਰ ਪਾਣੀ ਬੰਦ ਕਰਨ ਚਲਾ ਗਿਆ। ਕਰਤਾਰ ਸਿੰਘ ਦੀ ਪੁੱਤਰੀ ਟਿਊਨੀ ਆਪਣੇ ਪਿਤਾ ਵੱਲ ਕਿਸੇ ਨਿਰਾਸ਼ਾ ਨਾਲ ਵੇਖਦੀ ਰਹੀ। ਉਹਦੇ ਪਿਓ ਨੇ ਉਹਦੇ ਦਾਦੇ ਨੂੰ ਕੁਝ ਵੀ ਨਹੀਂ ਸੀ ਕਿਹਾ। ਪਰਮ ਵਾਪਸ ਆ ਕੇ ਫਿਰ ਉਹਨਾਂ 'ਚ ਸ਼ਾਮਲ ਹੋ ਗਿਆ। ਵੇਖੋ ਬੇਟਾ, ਪਰਮ ਤੇ ਧਰਮ। ਬਚਿੱਤਰ ਸਿੰਘ ਚਾਹ ਦਾ ਖਾਲੀ ਕੱਪ ਮੇਜ਼ 'ਤੇ ਰੱਖਦੇ ਹੋਏ ਨੇ ਉੱਥੇ ਹਾਜ਼ਰ ਸਾਰਿਆਂ 'ਤੇ ਨਜ਼ਰ ਮਾਰੀ, ਪਰ ਸੰਬੋਧਿਤ ਤੋਂ ਸਿਰਫ ਪਰਮ ਤੇ ਧਰਮ ਨਹੀਂ ਹੋਇਆ। ਜਨਰੇਸ਼ਨ ਗੈਪ ਜ਼ਰੂਰ ਹੁੰਦਾ ਹੈ, ਪਰ ਅਗਲੀ ਤੇ ਪਿਛਲੀ ਜਨਰੇਸ਼ਨ ਦੇ ਆਪਸੀ ਫਰਜ਼ ਤੇ ਸੰਬੰਧ ਵੀ ਹੁੰਦੇ ਆ। ਸੰਬੰਧਾਂ 'ਚ ਆਦਰ ਤੇ ਫਰਜ਼ਾਂ ਬਾਰੇ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ। ਭਾਜੀ ਨੇ ਹੀ ਤੁਹਾਡੀ ਜ਼ਿੰਦਗੀ ਬਣਾਈ, ਤੁਹਾਨੂੰ ਵਧੀਆ ਤਰੀਕੇ ਨਾਲ ਸੈਟਲ ਕੀਤਾ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਹਨਾਂ ਨੂੰ ਬੁਢਾਪੇ 'ਚ ਸੁੱਖ ਆਰਾਮ ਤੇ ਇੱਜ਼ਤ ਦਿਓ, ਪਰ ਮੈਨੂੰ ਤਾਂ ਸਭ ਕੁਝ ਇਹਦੇ ਉਲਟ ਹੀ ਦਿਸਦਾ। ਤੁਹਾਨੂੰ ਮੇਰਾ ਕਿਹਾ ਸੁਣਿਆ ਲੱਗਾ ਤਾਂ ਬੁਰਾ ਹੋਊ, ਪਰ ਜੇ ਮੈਂ ਤੁਹਾਨੂੰ ਇਹ ਸਭ ਕੁਝ ਨਾ ਕਹਿੰਦਾ ਤਾਂ ਮੇਰੀ ਬੁਜ਼ਦਿਲੀ ਮੈਨੂੰ ਸ਼ਰਮਿੰਦਾ ਕਰਦੀ ਰਹਿੰਦੀ। ਹੁਣ ਮੈਂ ਫਾਈਨਲ ਅਖੀਰਲੀ ਗੱਲ ਕਹਿੰਦਾ ਵਾਂ ਵੀ ਜਾਂ ਤਾਂ ਆਪਣੇ ਆਪ ਨੂੰ ਸੁਧਾਰੋ, ਨਹੀਂ ਤਾਂ ਇਸ ਘਰੋਂ ਨਿਕਲ ਜਾਓ। ਸਮਝੇ ਮੇਰੀ ਗੱਲ? ਜਾਂ ਤਾਂ ਆਪਣੇ ਆਪ ਨੂੰ ਸੁਧਾਰੋ ਜਾਂ ਇਸ ਘਰੋਂ ਨਿਕਲ ਜਾਓ। ਬੋਲੋ, ਕੀ ਜਵਾਬ ਹੈ ਤੁਹਾਡਾ? ਬਚਿੱਤਰ ਸਿੰਘ ਦਾ ਲਹਿਜਾ ਹੁਣ ਹੋਰ ਸਖਤ ਸੀ। ਆਪਣੇ ਘਰੋਂ ਨਿਕਲ ਜਾਈਏ? ਕਿਉਂ ਮਾਮਾ ਜੀ, ਤੁਸੀਂ ਜ਼ਿਆਦਤੀ ਕਰ ਰਹੇ ਹੋ ਇਹ ਕਹਿ ਕੇ। ਅਖੀਰ ਧਰਮ ਨੇ ਰੋਸ ਦੀ ਆਵਾਜ਼ ਉਠਾਈ ਦਿੱਤੀ। ਜ਼ਿਆਦਤੀ ਕਰਨ ਦੀ ਮੈਨੂੰ ਕੀ ਲੋੜ ਹੈ, ਪਰ ਜ਼ਿਆਦਤੀ ਮੈਂ ਰੋਕਣੀ ਜ਼ਰੂਰ ਹੈ। ਮੇਰਾ ਮਤਲਬ ਹੈ ਤੁਹਾਡੀ ਜ਼ਿਆਦਤੀ ਭਾਜੀ ਉੱਤੇ। ਅਸੀਂ ਕਾਹਦੀ ਜ਼ਿਆਦਤੀ ਕਰਦੇ ਹਾਂ ਪਾਪਾ ਜੀ ਉੱਤੇ? ਖਬਰੇ ਉਹਨਾਂ ਨੇ ਤੁਹਾਨੂੰ ਕੀ ਕੁਝ ਕਹਿ ਦਿੱਤਾ ਵਾ? ਕਿਉਂ ਪਾਪਾ ਜੀ, ਕੀ ਆਖਿਆ ਤੁਸੀਂ ਮਾਮਾ ਜੀ ਨੂੰ? ਧਰਮ ਭਾਜੀ ਨੂੰ ਨਾ ਘੂਰ, ਉਹਨਾਂ ਮੈਨੂੰ ਕੁਝ ਨਹੀਂ ਆਖਿਆ। ਮੈਂ ਆਪ ਹੀ ਵੇਖਿਆ ਸਭ ਕੁਝ। ਉਹਨਾਂ ਦੀ ਤਕਲੀਫ ਵੇਖ ਕੇ ਕੁਝ ਕਰਨਾ ਮੇਰਾ ਫਰਜ਼ ਵੀ ਬਣਦਾ। ਮਾਮਾ ਜੀ, ਤੁਸੀਂ ਸਾਨੂੰ ਪਾਪਾ ਜੀ ਦੀ ਤਕਲੀਫ ਤਾਂ ਦੱਸੋ, ਜਿਹੜੀ ਅਸੀਂ ਦੂਰ ਨਹੀਂ ਕਰਦੇ। ਧਰਮ, ਤੈਨੂੰ ਭਾਜੀ ਦੀ ਹਾਲਤ ਨਹੀਂ ਦਿਸਦੀ? ਉਹਨਾਂ ਦੀ ਸਿਹਤ, ਉਹਨਾਂ ਦੇ ਕੱਪੜੇ, ਵੇਖਿਆ ਉਹਨਾਂ ਦਾ ਮੂੰਹ? ਕਿਸ ਤਰ੍ਹਾਂ ਉਦਾਸੀ ਵੀਰਾਨੀ ਦੀ ਤਸਵੀਰ ਹੈ। ਅਸੀਂ ਕੀ ਕਰ ਸਕਦੇ ਹਾਂ ਮਾਮਾ ਜੀ? ਜਦੋਂ ਤੋਂ ਬੇਜੀ ਦੀ ਡੈਥ ਹੋਈ ਹੈ ਇਸ ਤਰ੍ਹਾਂ ਹੀ ਰਹਿੰਦੇ ਆ ਚੁੱਪਚਾਪ। ਅਸੀਂ ਕੀ ਕਰ ਸਕਦੇ ਹਾਂ? ਬੇਟਾ ਧਰਮ, ਤੁਸੀਂ ਹੀ ਕਰ ਸਕਦੇ ਜੇ ਸਭ ਕੁਝ। ਇਕੱਲੇ ਬੰਦੇ ਨੂੰ ਸਾਥ ਤੇ ਹਮਦਰਦੀ ਦੀ ਲੋੜ ਹੁੰਦੀ ਹੈ। ਜੀਵਨ ਸਾਥੀ ਚਲਿਆ ਜਾਏ ਤਾਂ ਬੰਦੇ ਦੀ ਅੱਧੀ ਮੌਤ ਹੋ ਜਾਂਦੀ ਹੈ। ਉਹ ਪਾਣੀ ਦੇ ਗਲਾਸ ਤੋਂ ਆਤੁਰ ਹੋ ਜਾਂਦਾ। ਕਿਹਨੂੰ ਦੱਸੇ ਆਪਣਾ ਦੁੱਖ ਸੁੱਖ? ਉਤੋਂ ਤੁਹਾਡੇ ਵੱਲੋਂ ਅਣਗਹਿਲੀ, ਜੇਬ 'ਚ ਇੱਕ ਪੈਸਾ ਨਾ ਹੋਣਾ, ਆਪਣੇ ਦੁੱਖ ਸੁੱਖ ਬਿਮਾਰੀ ਸ਼ੁਮਾਰੀ ਦੱਸਣ ਦੀ ਹਿੰਮਤ ਹੀ ਨਾ ਪੈਣੀ। ਦੱਸੋ ਕਾ ਮੈਨੂੰ, ਤੁਸੀਂ ਦੋਵੇਂ ਭਰਾ ਕਦੀ ਭਾਜੀ ਦਾ ਮੈਡੀਕਲ ਚੈੱਕਅਪ ਕਰਵਾਇਆ? ਕਦੀ ਉਹਨਾਂ ਨੂੰ ਆਪਣੇ ਨਾਲ ਕਦੀ ਹਜ਼ੂਰ ਸਾਹਿਬ ਜਾਂ ਅਨੰਦਪੁਰ ਸਾਹਿਬ ਦਰਸ਼ਨ ਕਰਾਉਣ ਲੈ ਕੇ ਗਏ? ਕਦੀ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕਿਹੜੀ ਚੀਜ਼ ਖਾਣ ਨੂੰ ਜੀਅ ਕਰਦਾ? ਦੱਸੋ, ਜਵਾਬ ਦਿਓ ਮੈਨੂੰ। ਮਾਮਾ ਜੀ, ਮੰਨਦੇ ਹਾਂ ਕੋਈ ਕਮੀ ਰਹਿ ਗਈ ਹੋਊ, ਅਸੀਂ ਪੂਰੀ ਕਰ ਦਿਆਂਗੇ, ਪਰ ਸਾਨੂੰ ਘਰੋਂ ਕੱਢਣ ਦੀ ਗੱਲ ਕੀ ਕੀਤੀ ਤੁਸੀਂ? ਧਰਮ, ਜ਼ਰਾ ਸੋਚ। ਕਿਉਂ ਕਹਿਣਾ ਪਿਆ ਮੈਨੂੰ? ਤੁਸੀਂ ਸਾਰੇ ਇੰਡੀਵਿਜੂਅਲਿਜ਼ਮ ਦੀ ਬਿਮਾਰੀ ਦੇ ਪੀੜਤ ਜੇ, ਵੀ ਸਾਰੇ ਜਣੇ ਆਪੋ ਆਪਣੀ ਭੁਗਤਣ, ਪਰ ਆਪਣੇ ਸਮਾਜ 'ਚ ਇਹ ਰਵੱਈਆ ਨਹੀਂ ਚੱਲ ਸਕਦਾ। ਇਹ ਨਜ਼ਰੀਆ ਰੱਖਣ ਵਾਲੀ ਅੱਜ ਦੀ ਜਵਾਨ ਪੀੜ੍ਹੀ ਨੂੰ, ਅੱਜ ਦੀ ਬੁਢਾਪੇ 'ਚ ਰੁਲਦੀ ਪੀੜ੍ਹੀ ਨੇ ਕਰਜ਼ਾ ਚੁੱਕ ਕੇ ਪ੍ਰੋਵੀਡੈਂਟ ਫੰਡ ਤੇ ਗ੍ਰੈਚੁਇਟੀ ਖਰਚ ਕਰਕੇ ਕਾਸੇ ਜੋਗੇ ਬਣਾਇਆ। ਇਹ ਤੁਹਾਡਾ ਘਰ ਹੀ ਲੈ ਲਓ, ਪਿਛਲੇ 16 ਸਾਲਾਂ ਤੋਂ ਉੱਦਾਂ ਦਾ ਉੱਦਾਂ ਹੀ ਆ ਨਾ। ਕਿਉਂ ਨਾ ਬਣਾ ਲਿਆ ਜੀ ਇਹਦੇ ਉੱਤੇ ਇੱਕ ਹੋਰ ਮੰਜ਼ਿਲ ਤੁਸੀਂ? ਤੁਹਾਡੇ ਕੋਲ ਤਾਂ ਪੈਸੇ ਵੀ ਹੈਗੇ ਜੀ। ਜੇ ਨਾ ਹੋਣ ਤਾਂ ਤੁਸੀਂ ਡਿਪਾਰਟਮੈਂਟਲ ਲੋਨ ਲੈ ਸਕਦੇ ਸੀ। ਕੀਤਾ ਕੋਈ ਚਾਰਾ ਤੁਸੀਂ ਇਸ ਕੋਠੀ ਨੂੰ ਵਧਾਉਣ ਦਾ? ਭਲਾ ਕਿਉਂ ਨਹੀਂ? ਇਸ ਵਾਸਤੇ ਕਿ ਤੁਹਾਡੇ ਸੁਪਨਿਆਂ ਦਾ ਘਰ ਹੋਰ ਤਰ੍ਹਾਂ ਬਣਨਾ ਵਾ। ਪਹਿਲਾਂ ਭਾਜੀ ਮਰਨਗੇ, ਫਿਰ ਤੁਸੀਂ ਇਹ ਕੋਠੀ ਵੇਚੋਗੇ, ਅੱਧੇ ਅੱਧੇ ਰੁਪਏ ਵੰਡੋਗੇ ਤੇ ਕੁਝ ਆਪਣੀ ਬੱਚਤ ਮਿਲਾ ਕੇ ਆਪੋ ਆਪਣੀਆਂ ਅੱਡੋ ਅੱਡ ਕੋਠੀਆਂ ਬਣਾਓਗੇ। ਇਸ ਸਭ ਲਈ ਭਾਜੀ ਦਾ ਨਾਂ ਹੋਣਾ ਜ਼ਰੂਰੀ ਆ ਨਾ। ਹੋ ਗਈ ਨਾ ਗੱਲ ਚੂਹੇ ਦੀ ਰੁੱਡ ਤੇ ਸੱਪ ਦੀ। ਇਹ ਕੋਠੀ ਭਾਜੀ ਦੀ ਦੁਸ਼ਮਣ ਹੋ ਗਈ ਨਾ। ਇਹ ਸਿਆਣੇ ਹੁੰਦੇ ਤਾਂ ਜਿਹੜੇ ਰੁਪਏ ਮਿਲੇ ਸੀ ਉਹਨਾਂ ਨੂੰ ਰਿਟਾਇਰ ਹੋਣ ਵੇਲੇ ਵਿਆਜ ਤੇ ਚੜਾਉਂਦੇ। ਮੰਥਲੀ ਪੈਨਸ਼ਨ ਸਕੀਮ ਉੱਤੇ ਪਿੰਡ ਰਹਿੰਦੇ ਆਰਾਮ ਨਾਲ। ਤੁਹਾਨੂੰ ਕਹਿੰਦੇ ਜਾਓ ਪੁੱਤਰ, ਤੁਹਾਨੂੰ ਪੜ੍ਹਾਤਾ, ਵਿਆਹ ਕਰ ਦਿੱਤਾ, ਹੁਣ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਬਿਤਾਓ। ਫਿਰ ਤੁਸੀਂ ਭਰਦੇ ਨਾ ਇਹੋ ਜਿਹੇ ਮਕਾਨ ਦਾ 2-2 ਹਜ਼ਾਰ ਕਿਰਾਇਆ। ਅੱਜ ਤੁਸੀਂ ਦੋਵੇਂ 250-250 ਰੁਪਏ ਵੀ ਨਹੀਂ ਦੇ ਸਕਦੇ ਹੈ। ਫਿਰ ਜੇ ਭਾਜੀ ਤੁਹਾਨੂੰ ਕੱਢਣ ਬਾਹਰ ਇੱਥੋਂ ਤੇ 15 ਲੱਖ ਦੀ ਇਹ ਕੋਠੀ ਵੇਚ ਕੇ ਉਸ ਪੈਸੇ ਦੇ ਸਿਰ ਤੇ ਮੌਜਾਂ ਕਰਨ, ਦਾਨ ਪੁੰਨ ਕਰਨ, ਮਿਲਣ ਗਿਲਣ ਬੰਦੇ ਦੀ ਜੂਨ ਜੀ ਕੇ। ਸਾਡੇ ਬੰਬੇ ਮਾਂ ਪਿਓ ਤੱਕ ਵੀ ਇੰਡੀਵਿਜੂਅਲਿਜ਼ਮ ਦਾ ਕਲਚਰ ਆ ਗਿਆ ਵਾ। ਸਿਰਫ ਪੜ੍ਹੀ ਲਿਖੀ ਔਲਾਦ ਤੱਕ ਹੀ ਨਹੀਂ ਆਇਆ। ਉੱਥੇ ਤਾਂ ਇਹ ਕਾਰਵਾਈ ਕਦੇ ਦੀ ਹੋ ਗਈ ਹੁੰਦੀ। ਜੇ ਤੁਸੀਂ ਨਾ ਸੁਧਰੋਗੇ ਮੈਂ ਵੀ ਭਾਜੀ ਕੋਲੋਂ ਇਹੋ ਹੀ ਕਰਵਾਊਂਗਾ। ਹੁਣ ਤੁਸੀਂ ਦੱਸ ਦਿਓ ਆਪਣਾ ਪੜ੍ਹਿਆ ਵਿਚਾਰ ਕੇ ਜੋ ਤੁਹਾਡੀ ਸਲਾਹ ਹੈ। ਮੈਨੂੰ ਜਿੰਨਾ ਮਰਜ਼ੀ ਮਾੜਾ ਘਰ 'ਚ ਪੁਆੜੇ ਪਾਉਣ ਵਾਲਾ ਆਖਦੇ ਰਹੋ, ਮੈਨੂੰ ਇਹਦੀ ਕੋਈ ਪਰਵਾਹ ਨਹੀਂ। ਕੁਝ ਚਿਰ ਚੁੱਪ ਰਹੀ। ਪਰਮ ਧਰਮ ਤੇ ਉਹਨਾਂ ਦੀਆਂ ਵਹੁਟੀਆਂ ਗੁੱਸੇ ਭਰੇ ਤਨਾਅ 'ਚ ਸਨ। ਉਹਨਾਂ ਲਈ ਉਹਨਾਂ ਦਾ ਮਾਮਾ ਬਚਿੱਤਰ ਸਿੰਘ ਇੱਕ ਅਣਚਾਹਿਆ ਮਹਿਮਾਨ ਸੀ।
ਉਹਨਾਂ ਨੂੰ ਆਪਣੇ ਪਿਤਾ ਕਰਤਾਰ ਸਿੰਘ ਤੇ ਵੀ ਗੁੱਸਾ ਆ ਰਿਹਾ ਸੀ, ਪਰ ਬਚਿੱਤਰ ਸਿੰਘ ਦੀ ਜ਼ੋਰਾਵਰੀ ਉਹਨਾਂ ਨੂੰ ਸ਼ਰਮਿੰਦਗੀ 'ਚ ਡੋਬ ਚੁੱਕੀ ਸੀ। ਉਹਨਾਂ ਨੇ ਤਾਂ ਹਥਿਆਰ ਸੁੱਟੇ ਸਨ ਤੇ ਨਾ ਹੀ ਬਚਿੱਤਰ ਸਿੰਘ ਦੀਆਂ ਗੱਲਾਂ ਕੱਟਣ ਦਾ ਕੋਈ ਸਾਧਨ ਲੱਭਣ ਦੇ ਸਮਰੱਥ ਸਨ। ਉਸ ਵਕਤ ਉੱਥੇ ਪਸਰੀ ਹੋਈ ਚੁੱਪ ਵਿੱਚ ਜ਼ੋਰਦਾਰ ਮੰਥਨ ਹੋ ਰਿਹਾ ਸੀ। ਸਭ ਤੋਂ ਤਰਸਯੋਗ ਹਾਲਤ ਕਰਤਾਰ ਸਿੰਘ ਦੀ ਸੀ। ਉਹਨੂੰ ਡਰ ਲੱਗਦਾ ਸੀ ਕਿ ਬਚਿੱਤਰ ਸਿੰਘ ਦੇ ਜਾਣ ਪਿੱਛੋਂ ਉਹਦੀਆਂ ਨੂੰਹਾਂ ਉਹਦੇ ਪੁੱਤਰਾਂ ਕੋਲੋਂ ਉਹਦੀ ਚੰਗੀ ਤਰ੍ਹਾਂ ਭੁਗਤ ਸਵਾਰਨਗੀਆਂ। ਵੇਖੋ ਪਰਮ, ਮੈਂ ਤਾਂ ਹੁਣ ਚਲੇ ਜਾਣਾ। ਰਾਤ ਮੈਂ ਬਸੰਤ ਐਵੇਨਿਊ ਰਹਿਣਾ, ਦੂਲੋ ਨੰਗਲ ਵਾਲੇ ਢਿੱਲੋਂ ਕੋਲ। ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਬੰਬਈ ਛੱਡ ਹੁਣ ਪਿੰਡ ਹੀ ਰਿਹਾ ਕਰਨਾ। ਪਿੰਡ ਵਾਲਾ ਘਰ ਠੀਕ ਕਰਵਾਉਣ ਆਇਆ ਵਾਂ ਤੇ ਠੰਡ ਘਟਦਿਆਂ ਸਾਰ ਮੈਂ ਤੇ ਤੁਹਾਡੀ ਮਾਮੀ ਨੇ ਪਿੰਡ ਰਹਿਣਾ ਸ਼ੁਰੂ ਕਰ ਦੇਣਾ। ਜੇ ਤੁਸੀਂ ਭਾਜੀ ਨੂੰ ਖੱਜਲ ਖੁਆਰ ਕਰਨੋਂ ਬਾਜ਼ ਨਾ ਆਏ ਤੇ ਭਾਜੀ ਵੀ ਮੇਰੇ ਨਾਲ ਪਿੰਡ ਹੀ ਰਹਿਣਗੇ ਤੇ ਇਹਨਾਂ ਕੋਲ 15 ਲੱਖ ਰੁਪਏ ਹੋਣਗੇ ਇਹ ਕੋਠੀ ਵੇਚ ਕੇ। ਤੇ ਭਾਜੀ ਤੁਸੀਂ ਵੀ ਸੁਣ ਲਓ, ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਤੁਸੀਂ ਇਸ ਘਰ ਦੇ ਮਾਲਕ ਹੋ। ਇਹ ਨੌਜਵਾਨ ਮੁੰਡੇ ਤੁਹਾਡੇ ਪਾਲੇ ਹੋਏ ਵੱਡੇ ਹੋਏ ਆ। ਜੇ ਕੋਈ ਰੁਕਾਵਟ ਪਾਉਣਗੇ ਤਾਂ ਮੈਂ ਤੁਹਾਡੇ ਨਾਲ ਹਾਂ ਤੇ ਕਾਨੂੰਨ ਆਪਾਂ ਦੋਹਾਂ ਨਾਲ ਹੈ। ਬੰਬਈ ਇਹੋ ਜਿਹੇ ਮਸਲੇ ਅਸੀਂ ਬਥੇਰੇ ਹੱਲ ਕੀਤੇ ਆ। ਅਸੀਂ ਇੱਕ ਵਾਰ ਇੱਕ ਡਾਕਟਰ ਧੀ ਕੋਲੋਂ ਉਹਦੇ ਬਿਮਾਰ ਬੁੱਢੇ ਪਿਓ ਦਾ ਖਰਚਾ ਬਣਾਇਆ ਸੀ। ਉਹ ਕੁੜੀ ਕਹਿੰਦੀ ਸੀ ਵੀ ਖਰਚਾ ਪੁੱਤ ਦੇਣ, ਪਰ ਕਚਹਿਰੀ ਨੇ ਫੈਸਲਾ ਕੀਤਾ ਕਿ ਪੁੱਤ ਤਾਂ ਅਮਰੀਕਾ ਰਹਿੰਦੇ ਆ ਤੇ ਪਿਓ ਨੇ ਆਪਣਾ ਫਲੈਟ ਕੁੜੀ ਦੇ ਨਾਂ ਲਵਾਇਆ ਤੇ ਕੁੜੀ ਦੀ ਆਮਦਨ ਵੀ ਮੌਕੂਲ ਆ। ਇਸ ਲਈ ਬੁੱਢੇ ਪਿਓ ਨੂੰ ਮਾਹਵਾਰੀ ਖਰਚਾ ਧੀ ਹੀ ਭਰੇ। ਬਸ ਭਾਜੀ ਤੁਸੀਂ ਬੇਫਿਕਰ ਰਹੋ, ਕਾਨੂੰਨ ਕਚਹਿਰੀ ਤੁਹਾਡੇ ਲਈ ਵੀ ਹੈ। ਬਚਿੱਤਰ ਸਿੰਘ ਗੱਲ ਦੇ ਅੰਤ 'ਚ ਕਰਤਾਰ ਸਿੰਘ ਨੂੰ ਮੁਖਾਤਿਬ ਸੀ, ਪਰ ਕਰਤਾਰ ਸਿੰਘ ਜਵਾਬ ਨਾ ਦੇ ਸਕਿਆ। ਉਹਨੇ ਆਪਣੇ ਦੋਹਾਂ ਪੁੱਤਰਾਂ ਤੇ ਨੂੰਹਾਂ ਵੱਲ ਨਜ਼ਰ ਮਾਰੀ, ਜਿਨ੍ਹਾਂ ਨੂੰ ਵੇਖਣ ਤੇ ਉਹਦੇ ਮਨ 'ਚ ਸੰਭਾਵਿਤ ਦੁਰਵਿਹਾਰ ਕਾਰਨ ਫਿਕਰ ਤੇ ਡਰ ਹੋਰ ਵੀ ਵਧਿਆ। ਮਾਮਾ ਜੀ, ਕਚਹਿਰੀ ਦੀ ਕਾਹਦੀ ਗੱਲ ਕਰਦੇ ਜੇ? ਪਾਪਾ ਜੀ ਤੋਂ ਅਸੀਂ ਕੁਝ ਖੋਇਆ ਤਾਂ ਨਹੀਂ। ਉਹ ਜੋ ਚਾਹੁਣਗੇ ਉਹਨਾਂ ਲਈ ਅਸੀਂ ਕਰਾਂਗੇ। ਤੁਸੀਂ ਐਵੇਂ ਗਲਤਫਹਿਮੀ ਨਾ ਵਧਾਈ ਜਾਓ। ਚੰਗਾ ਲੱਗੂਗਾ ਤੁਹਾਨੂੰ ਪਾਪਾ ਜੀ ਨੂੰ ਸਾਡੇ ਵਿਰੁੱਧ ਕਚਹਿਰੀ ਚੜ੍ਹਾ ਕੇ। ਆਖਰ ਤੁਹਾਡਾ ਮਕਸਦ ਹੀ ਕੀ ਹੈਗਾ? ਧਰਮ ਨੇ ਸਮਝੌਤੇ ਦਾ ਅੰਦਾਜ਼ ਅਪਣਾਇਆ। ਮੈਂ ਬੜੀ ਛੋਟੀ ਜਿਹੀ ਗੱਲ ਚਾਹੁੰਦਾ, ਜਿਹਦੇ 'ਚ ਤੁਹਾਡੀ ਵੀ ਇੱਜ਼ਤ ਤੇ ਫਾਇਦਾ। ਤੁਸੀਂ ਭਾਜੀ ਦੀ ਸੇਵਾ ਕਰਕੇ ਇਹਨਾਂ ਦਾ ਹੱਕ ਮੋੜੋ, ਇਹਨਾਂ ਦੀ ਇੱਜ਼ਤ ਕਰੋ। ਹਰ ਮਹੀਨੇ ਸਿਰਫ 500 ਰੁਪਏ ਇਹਨਾਂ ਨੂੰ ਖਰਚੇ ਲਈ ਦਿਓ, ਤਾਂ ਕਿ ਉਹ ਵੀ ਕਦੀ ਕਦਾਈ ਆਪਣੇ ਪੋਤੇ ਪੋਤੀਆਂ ਨੂੰ ਚਾਕਲੇਟ ਟਾਫੀ ਲੈ ਕੇ ਦੇ ਸਕਣ। ਲੀੜੇ ਕੱਪੜੇ ਉਹਨਾਂ ਦੇ ਚੰਗੇ ਹੋਣੇ ਚਾਹੀਦੇ ਆ। ਤੁਹਾਡੇ ਬੱਚੇ ਉਹਨਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ। ਤੁਸੀਂ ਮੰਨੋ ਭਾਵੇਂ ਨਾ, ਇਹ ਸਭ ਕੁਝ ਹੁਣ ਤੱਕ ਬਿਲਕੁਲ ਨਹੀਂ ਸੀ ਹੁੰਦਾ। ਦੱਸੋ ਮਨਜ਼ੂਰ ਹੈ? ਮਾਮਾ ਜੀ ਸਭ ਮਨਜ਼ੂਰ ਹੈ, ਅਸੀਂ ਸਭ ਕੁਝ ਕਰਾਂਗੇ। ਸ਼ਾਬਾਸ਼, ਗੱਲ ਦੇ ਪੱਕੇ ਰਹੋ। ਮੈਂ ਹੁਣ ਦੂਰ ਨਹੀਂ ਹੋਣਾ ਬਹੁਤਾ, ਤੇ ਨਾਲੇ ਮੇਰੇ ਜਾਣ ਪਿੱਛੋਂ ਭਾਜੀ ਨੂੰ ਕੁਝ ਕਹਿਣਾ ਨਹੀਂ। ਜੇ ਹੈਗਾ, ਨਹੀਂ ਤਾਂ ਵੇਖਿਓ ਫਿਰ। ਬਚਿੱਤਰ ਸਿੰਘ ਨੇ ਵੀ ਤਾਕੀਦਨੁਮਾ ਵਾਰਨਿੰਗ ਦੇ ਕੇ ਗੱਲ ਮੁਕਾਉਣੀ ਚਾਹੀ ਤਾਂ ਬਾਹਰਲੇ ਗੇਟ ਤੋਂ ਕਿਸੇ ਨੇ ਘੰਟੀ ਵਜਾਈ। ਇਹ ਢਿੱਲੋਂ ਸੀ, ਜਿਹੜਾ ਲਗਭਗ ਆਪਣੇ ਨਿਯਤ ਸਮੇਂ ਪਹੁੰਚ ਗਿਆ ਸੀ। ਧਰਮ ਬਾਹਰ ਗੇਟ ਤੋਂ ਉਹਨੂੰ ਅੰਦਰ ਲੈਣ ਗਿਆ। ਆਓ ਢਿੱਲੋਂ ਸਾਹਿਬ, ਮੈਨੂੰ ਤੁਹਾਡੀ ਉਡੀਕ ਸੀ, ਆਪਾਂ ਛੇਤੀ ਹੀ ਚੱਲਦੇ ਹਾਂ। ਧਰਮ ਨਾਲ ਢਿੱਲੋਂ ਦੇ ਡਰਾਇੰਗ ਰੂਮ 'ਚ ਦਾਖਲ ਹੋਣ ਤੇ ਬਚਿੱਤਰ ਸਿੰਘ ਬੋਲਿਆ। ਢਿੱਲੋਂ ਨੂੰ ਧਰਮ ਨੇ ਬਚਿੱਤਰ ਸਿੰਘ ਦੇ ਕੋਲ ਹੀ ਸੋਫੇ ਤੇ ਬਿਠਾ ਦਿੱਤਾ। ਅੱਜ ਇੱਥੇ ਹੀ ਰਹਿ ਬਚਿੱਤਰ ਸਿੰਘ, ਤਰਲੇ ਵਰਗੀ ਆਵਾਜ਼ 'ਚ ਕਰਤਾਰ ਸਿੰਘ ਨੇ ਕਿਹਾ ਸੀ। ਅਸਲ 'ਚ ਉਹਦਾ ਜੀਅ ਕਰਦਾ ਸੀ ਕਿ ਬਚਿੱਤਰ ਸਿੰਘ ਰਾਤ ਉਸ ਕੋਲ ਕੱਟੇ ਤੇ ਉਹ ਸਾਰੀ ਰਾਤ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰੇ। ਅੱਜ ਤਾਂ ਜਾਣਾ ਪਏਗਾ ਭਾਜੀ, ਪਰ ਮੈਂ ਫੇਰ ਆਊਂਗਾ। ਹੁਣ ਤਾਂ ਮੈਂ ਆਉਂਦਾ ਹੀ ਰਹਿਣਾ। ਕਰਤਾਰ ਸਿੰਘ ਦੇ ਚਿਹਰੇ ਤੋਂ ਉਹਦੇ ਅੰਦਰਲਾ ਡਰ ਤੇ ਚਿੰਤਾ ਸਪਸ਼ਟ ਝਲਕ ਰਹੀ ਸੀ। ਮਾਮਾ ਜੀ ਸਾਡੇ ਕੋਲ ਹੀ ਰਹੋ ਨਾ ਅੱਜ ਦੀ ਰਾਤ, ਧਰਮ ਨੇ ਸਿਰਫ ਰਸਮ ਪੂਰਤੀ ਲਈ ਆਖਿਆ, ਤੇ ਇਸ ਰਸਮ 'ਚ ਉਹਦਾ ਛੋਟਾ ਭਰਾ, ਪਤਨੀ ਤੇ ਭਰਜਾਈ ਵੀ ਇੱਕ ਦੋ ਲਫ਼ਜ਼ ਬੋਲ ਕੇ ਸ਼ਾਮਲ ਹੋਏ। ਆਪਾਂ ਚੱਲੀਏ ਢਿੱਲੋਂ ਸਾਹਿਬ? ਬਚਿੱਤਰ ਸਿੰਘ ਕਹਿੰਦਾ ਹੋਇਆ ਉੱਠ ਖੜਾ ਹੋਇਆ। ਚਲੋ, ਉੱਠਦਿਆਂ ਹੋਇਆਂ ਢਿੱਲੋਂ ਨੇ ਕਿਹਾ। ਨਹੀਂ ਅੰਕਲ, ਚਾਹ ਪੀਤੇ ਬਗੈਰ ਨਹੀਂ ਜਾਣ ਦੇਣਾ ਤੁਹਾਨੂੰ। ਕਾਹਲੀ ਨਾਲ ਉੱਠ ਕੇ ਢਿੱਲੋਂ ਨੂੰ ਰੋਕਦੇ ਹੋਏ ਧਰਮ ਨੇ ਕਿਹਾ। ਕੁਝ ਚਿਰ ਵਾਸਤੇ ਉੱਥੇ ਹੋਰ ਰਵਾਇਤੀ ਬੋਲਚਾਲ ਚੱਲਦਾ, ਪਰ ਬਚਿੱਤਰ ਸਿੰਘ ਢਿੱਲੋਂ ਨੂੰ ਲੈ ਕੇ ਬਾਹਰ ਆ ਗਿਆ। ਸਾਰੇ ਜਣੇ ਢਿੱਲੋਂ ਤੇ ਬਚਿੱਤਰ ਸਿੰਘ ਨੂੰ ਗੇਟ ਦੇ ਬਾਹਰ ਖੜੀ ਜੀਪ ਤੱਕ ਵਿਦਾ ਕਰਨ ਆਏ। ਦਸੰਬਰ ਦੀ ਠੰਡੀ ਸ਼ਾਮ ਦੇ 7 ਵਜੇ ਪਸਰੇ ਹਨੇਰੇ 'ਚ ਮਿਊਂਸਪਲ ਕਾਰਪੋਰੇਸ਼ਨ ਦੀਆਂ ਟਿਊਬ ਲਾਈਟਾਂ ਦੀ ਰੋਸ਼ਨੀ ਹਨੇਰੇ ਦੇ ਲੰਗਾਰ ਲਾ ਕੇ ਘੇਰਿਆਂ 'ਚ ਫੈਲੀ ਹੋਈ ਸੀ। ਵਧੇਰੀ ਠੰਡ ਉਤਰੀ ਹੋਈ ਰਾਤ ਕਰਕੇ ਗਲੀਆਂ ਤੇ ਸੜਕਾਂ ਤੇ ਇੱਕਾ ਦੁੱਕਾ ਆਦਮੀ ਤੇ ਵਾਹਨ ਸਨ। ਵਾਪਸ ਮੁੜਦੇ ਸਮੇਂ ਢਿੱਲੋਂ ਜੀਪ ਚਲਾ ਰਿਹਾ ਸੀ। ਦੋਵਾਂ ਦੀ ਚੁੱਪ ਦਾ ਆਲਮ ਵੀ ਉਹਦੇ ਹੀ ਬੋਲਣ ਨਾਲ ਟੁੱਟਾ ਸੀ। ਬਚਿੱਤਰ ਸਿੰਘ ਜੀ, ਠੀਕ ਰਿਹਾ ਮੇਲਾ ਗੇਲਾ ਭਾਈਆ ਜੀ ਨਾਲ? ਠੀਕ ਕਾਹਦਾ, ਵਿਚਾਰੇ ਭਾਈਆ ਜੀ ਨੂੰ ਹੀ ਠੀਕ ਨਹੀਂ ਰਹਿਣ ਦਿੱਤਾ ਉਸ ਘਰ ਕਿਸੇ ਨੇ। ਕਿਉਂ, ਕੀ ਗੱਲ? ਗੱਲ ਕਾਹਦੀ? ਬੁੱਢਾ ਆਦਮੀ ਬੇਲੋੜਾ ਤੇ ਸੰਭਾਲ ਦੀ ਥਾਂ ਬੇਇੱਜ਼ਤ ਹੋ ਕੇ ਚਪੜਾਸੀ ਵਾਂਗ ਆਪਣੇ ਦਿਨ ਕੱਟਣ ਡਿਆ ਵਾ ਖੁਆਰੀ 'ਚ। ਅੱਛਾ, ਵੈਰੀ ਬੈਡ। ਜੀਪ ਅੱਗੇ ਵੱਧਦੀ ਗਈ। ਬਚਿੱਤਰ ਸਿੰਘ ਢਿੱਲੋਂ ਨੂੰ ਆਪਣੇ ਭਣਵੱਈਏ ਬਚਿੱਤਰ ਸਿੰਘ ਦੀ ਦੁੱਖ ਭਰੀ ਵਿੱਥਿਆ ਤੇ ਆਪਣੀ ਕਾਰਵਾਈ ਸੁਣਾਉਂਦਾ ਰਿਹਾ ਤੇ ਇਸੇ ਕਾਰਵਾਈ 'ਚ ਦੋਵੇਂ ਢਿੱਲੋਂ ਦੇ ਘਰ ਬਸੰਤ ਐਵੇਨਿਊ ਪਹੁੰਚ ਗਏ। ਅਧਿਆਇ 10ਵਾਂ।
ਅੱਜ ਬਚਿੱਤਰ ਸਿੰਘ ਦੀ ਨੀਂਦ ਸਵੇਰੇ 3:45 ਵਜੇ ਟੁੱਟ ਗਈ ਸੀ। ਇਸ ਤਰ੍ਹਾਂ ਪਹਿਲੇ ਕਦੇ ਨਹੀਂ ਸੀ ਹੋਇਆ। ਉਹ ਡੂੰਘੀ ਤੇ ਲੰਮੀ ਨੀਂਦ ਦਾ ਅਭਿਆਸੀ ਸੀ। ਜੀਵਨ 'ਚ ਹੋਈਆਂ ਪ੍ਰਾਪਤੀਆਂ ਸਦਕਾ ਸਵੈ ਸੁਰੱਖਿਆ ਦੇ ਸਦਾ ਹੀ ਰਹਿਣ ਵਾਲੇ ਅਹਿਸਾਸ ਕਾਰਨ ਆਈ ਬੇਫਿਕਰੀ ਕਰਕੇ ਹੀ ਉਹਨੂੰ ਵਧੀਆ ਨੀਂਦ ਆਉਂਦੀ ਸੀ। ਰਾਤ ਦੀ ਲੰਬਾਈ ਦਾ ਉਹਨੂੰ ਅਹਿਸਾਸ ਹੀ ਨਹੀਂ ਸੀ। ਉਹਦੇ ਲਈ ਤਾਂ ਬਸ ਅੱਖ ਲੱਗੀ ਤੇ ਰਾਤ ਮੁੱਕੀ ਤੇ ਉਹ ਆਮ ਬੰਬਈ ਵਾਸੀਆਂ ਵਾਂਗ ਹੀ ਰਾਤ ਮੁਕਾ ਕੇ ਦਿਨ ਦੇ ਪਸਰੇ ਹੋਏ ਉਜਲੇ ਚਾਨਣ 'ਚ ਹੀ ਉੱਠਦਾ ਸੀ। ਪਰ ਅੱਜ ਦੀ ਰਾਤ ਮੁੱਕ ਕੇ ਸਵੇਰ ਚੜ੍ਹਾਉਣ ਵਾਲੀ ਰਾਤ ਤਾਂ ਬਿਲਕੁਲ ਹੀ ਵੱਖਰੀ ਸੀ। ਉਹ ਇੰਨਾ ਸਵਖਤੇ ਕਦੀ ਵੀ ਨਹੀਂ ਸੀ ਜਾਗਿਆ ਤੇ ਨਾ ਹੀ ਉਸ ਰਾਤ ਵਰਗੀ ਕੱਚੀ ਤੇ ਬਾਰ-ਬਾਰ ਟੁੱਟਣ ਵਾਲੀ ਨੀਂਦ ਦਾ ਉਹਨੂੰ ਕਦੀ ਪਹਿਲਾਂ ਤਜਰਬਾ ਹੋਇਆ ਸੀ। ਪੋਹ ਦੀ ਠੰਡੀ ਰਾਤ ਵਿੱਚ 9 ਵਜੇ ਹੀ ਨਿੱਘੀ ਰਜਾਈ 'ਚ ਵੜ ਕੇ 7 ਘੰਟੇ ਪਿੱਛੋਂ ਉੱਠ ਬੈਠੇ ਬਚਿੱਤਰ ਸਿੰਘ ਨੂੰ ਪੂਰੇ ਆਰਾਮ ਤੋਂ ਵੱਖਰੇ ਥਕਾਵਟ ਨਾਲ ਮਿਲਦੇ ਜੁਲਦੇ ਅਨੁਭਵ ਦਾ ਵਰਤਾਰਾ ਲੱਗ ਰਿਹਾ ਸੀ। ਸਦਾ ਵਾਂਗ ਚੜ੍ਹਦੀ ਕਲਾ 'ਚ ਰਹਿਣ ਵਾਲਾ ਉਹਦਾ ਮਨ ਵੀ ਇਸ ਪ੍ਰਭਾਤ ਜਾਂ ਅੰਮ੍ਰਿਤ ਵੇਲੇ ਸੰਕੋਚਿਆ ਜਿਹਾ ਹੋਣ ਕਰਕੇ ਆਪਣੇ ਵਿਚਾਰਾਂ ਜਾਂ ਸਵੈ ਸੁਝਾਵਾਂ ਦੀ ਤੋਰ ਵਿੱਚ ਅੱਤ ਮੱਠਾ ਸੀ। ਬਚਿੱਤਰ ਸਿੰਘ ਨੂੰ ਇਹ ਸਭ ਕੁਝ ਸੁਖਾਵਾਂ ਨਹੀਂ ਸੀ ਲੱਗ ਰਿਹਾ। ਉਹ ਅਸੁਖਾਵੇਂ ਅਹਿਸਾਸ ਨਾਲ ਪਲੰਘ ਦੀ ਢੋਰ ਨਾਲ ਆਪਣੀਆਂ ਮੋਹਰਾਂ ਟਿਕਾ ਕੇ ਛਾਤੀ ਤੱਕ ਰਜਾਈ ਖਿੱਚ ਕੇ ਕਮਰੇ 'ਚ ਪਸਰੇ ਹਨੇਰੇ 'ਚ ਰੌਸ਼ਨਦਾਨ ਰਾਹੀਂ ਬਾਹਰ ਜਗਦੀਆਂ ਕਮੇਟੀ ਦੀਆਂ ਬੱਤੀਆਂ ਤੋਂ ਮੱਧਮ ਜਿਹੀ ਆਉਣ ਵਾਲੀ ਰੌਸ਼ਨੀ ਨੂੰ ਵੇਖਦਿਆਂ ਹੋਇਆਂ ਮਨ ਵਿਚਲੀਆਂ ਕਈ ਸੋਚਾਂ ਵਿੱਚੋਂ ਕਿਸੇ ਇੱਕ ਦੀ ਕੰਨੀ ਫੜ ਕੇ ਆਪਣੇ ਮਨ ਨੂੰ ਆਰੇ ਲਾਉਣਾ ਚਾਹੁੰਦਾ ਸੀ। ਵਾਤਾਵਰਨ ਦੀ ਚੁੱਪ ਤੇ ਹਨੇਰੇ ਤੋਂ ਉਹਨੂੰ ਉਦਾਸੀ ਹੋਈ। ਉਹਦੀ ਇੱਛਾ ਹੋਈ ਕਿ ਉਹਦੇ ਨਾਲ ਇਸ ਵਕਤ ਹਰਜੀਤ ਕੌਰ ਹੁੰਦੀ। ਜੇ ਉਹ ਹੁੰਦੀ ਤਾਂ ਉਹਨੂੰ ਬਚਿੱਤਰ ਸਿੰਘ ਦੇ ਇਸ ਤਰ੍ਹਾਂ ਜਾਗੇ ਦਾ ਇੱਕਦਮ ਪਤਾ ਲੱਗ ਜਾਣਾ ਸੀ ਤੇ ਉਹਨੇ ਵੀ ਉੱਠ ਕੇ ਬਹਿ ਜਾਣਾ ਸੀ ਤੇ ਆਪਣੱਤ ਦੇ ਅਹਿਸਾਸ ਵਿੱਚ ਗੁੜ੍ਹਤ 'ਚ ਆਵਾਜ਼ 'ਚ ਪੁੱਛਣਾ ਸੀ, ਕੀ ਗੱਲ ਆ, ਤਬੀਅਤ ਤਾਂ ਠੀਕ ਆ ਨਾ? ਜੇ ਉਹ ਹੁੰਦੀ ਤਾਂ ਇਵੇਂ ਪੁੱਛੇ ਗਏ ਉੱਤੇ ਬਚਿੱਤਰ ਸਿੰਘ ਜਵਾਬ ਦਿੰਦਾ, ਪਤਾ ਨਹੀਂ ਕੀ ਗੱਲ ਆ, ਰਾਤ ਦੀ ਪੂਰੀ ਨੀਂਦ ਨਹੀਂ ਆਈ ਤੇ ਆ ਸਵਖਤੇ ਜਾਗ ਆ ਗਈ। ਆਪਣੇ ਆਪ ਨੂੰ ਸਮਝ ਨਾ ਆਈ ਗੱਲ ਬਚਿੱਤਰ ਸਿੰਘ ਨੇ ਹਰਜੀਤ ਕੌਰ ਕੋਲੋਂ ਸਮਝ ਲੈਣੀ ਸੀ। ਹਰਜੀਤ ਕੌਰ ਉਹਨੂੰ ਇਸ ਤਰ੍ਹਾਂ ਸਮਝਾਉਂਦੀ, ਇਸ ਤਰ੍ਹਾਂ ਬੇਚੈਨੀ ਆਈ ਜਾਂਦੀ ਹੁੰਦੀ ਹੈ। ਅਸਲ 'ਚ ਤੁਹਾਨੂੰ ਆਪਣੇ ਭਰਾ ਤੇ ਭਤੀਜਿਆਂ ਬਾਰੇ ਬਾਰ-ਬਾਰ ਫਿਕਰਾਂ ਭਰੇ ਖਿਆਲ ਆਈ ਜਾ ਰਹੇ ਨੇ। ਤੁਹਾਨੂੰ ਪਰਸੋਂ ਤੋਂ ਇੱਕ ਡਰ ਜਿਹਾ ਵੀ ਲੱਗਾ ਕਿ ਜਦੋਂ ਤੁਸੀਂ ਉਹਨਾਂ ਕੋਲੋਂ ਆਪਣਾ ਘਰ ਤੇ ਜ਼ਮੀਨ ਛੁਡਾ ਲਓਗੇ ਤਾਂ ਉਹ ਕਿੰਨਾ ਕੁ ਬੁਰਾ ਮਨਾਉਣਗੇ। ਕਿਤੇ ਮਾੜਾ ਬੋਲ ਚਾਲ ਹੀ ਨਾ ਹੋ ਜਾਏ। ਗੈਰ ਜ਼ਿੰਮੇਵਾਰ ਤੇ ਸ਼ਰਾਬੀ ਭਤੀਜੇ ਕਿਤੇ ਡਾਂਗ ਸੋਟੇ ਤੱਕ ਵੀ ਨਾ ਉਤਰ ਆਉਣ। ਹਾਂ ਹਰਜੀਤ, ਬਿਲਕੁਲ ਇਹਨਾਂ ਹੀ ਸੋਚਾਂ ਨੇ ਮੈਨੂੰ ਰਾਤ ਚੰਗੀ ਤਰ੍ਹਾਂ ਸੌਣ ਨਹੀਂ ਦਿੱਤਾ ਤੇ ਮੈਨੂੰ ਜਗਾ ਵੀ ਕਿੰਨੇ ਸਵਖਤੇ ਦਿੱਤਾ ਹੈਗਾ। ਬਚਿੱਤਰ ਸਿੰਘ ਦੇ ਮਨ ਦੀ ਸੋਚ ਨੇ ਹਰਜੀਤ ਕੌਰ ਦੀ ਹਾਜ਼ਰੀ ਉੱਥੇ ਮੰਨ ਕੇ ਪੁੱਛਿਆ ਸੀ, ਤੁਸੀਂ ਆਪਣੇ ਮਨ ਨੂੰ ਫਿਕਰ ਨਾ ਲਾਓ। ਘਰ ਤੇ ਜ਼ਮੀਨ ਬਾਰੇ ਸ਼ਰੀਕੇ ਤੋਂ ਅੰਗਾਂ ਸਾਕਾਂ 'ਚ ਫੈਸਲਾ ਤਾਂ ਹੋ ਹੀ ਗਿਆ ਸੀ। 4 ਸਾਲਾਂ ਤੋਂ ਇਸ ਫੈਸਲੇ ਦੀ ਪਾਲਣਾ ਹੋਣ ਡਈ ਹੈ। ਹੁਣ ਤੁਸੀਂ ਜੋ ਸੋਚ ਕੇ ਜਿਹੜੇ ਰਾਹ ਤੇ ਚੱਲ ਪਏ ਜੇ, ਪੱਕੇ ਮਨ ਨਾਲ ਅੱਗੇ ਵੱਧਦੇ ਜਾਓ। ਹੁਣ ਤਾਂ ਸੋਚਿਆ ਹੋਇਆ ਪੂਰਾ ਕਰਨਾ ਹੀ ਚਾਹੀਦਾ ਹੈ। ਹੁਣ ਕਾਹਦੀ ਦੁਬਿਧਾ? ਹਾਂ ਹਰਜੀਤ, ਹੁਣ ਮੈਨੂੰ ਦੁਬਿਧਾ ਕੋਲ ਨਹੀਂ ਆਉਣ ਦੇਣੀ ਚਾਹੀਦੀ। ਬਸ ਤੂੰ ਤੇ ਮੈਂ ਆਪਾਂ ਆਪਣੀ ਪੁਸ਼ਤੈਨੀ ਘਰ ਤੇ ਜ਼ਮੀਨ ਜੋ ਆਪਣੀ ਔਲਾਦ ਦੀ ਅਮਾਨਤ ਹੈਗੀ ਹੈ ਸੰਭਾਲਾਂਗੇ ਹਰਜੀਤ। ਇਹ ਗੱਲ ਬਚਿੱਤਰ ਸਿੰਘ ਨੇ ਸਪਸ਼ਟ ਬੋਲ ਕੇ ਕੀਤੀ ਤੇ ਹਰਜੀਤ ਦੀ ਅਸਲ ਵਿੱਚ ਹੀ ਉੱਥੇ ਹਾਜ਼ਰੀ ਦੇ ਅਹਿਸਾਸ ਨਾਲ ਖੱਬੇ ਪਾਸੇ ਵੱਲ ਉਹਨੂੰ ਆਪਣੀ ਬਾਂਹ 'ਚ ਲੈ ਕੇ ਆਪਣੇ ਪਾਸੇ ਨਾਲ ਲਾਉਣ ਲਈ ਝੁਕਿਆ। ਵਧੀ ਹੋਈ ਬਾਂਹ ਦੇ ਵਲੇਵੇਂ 'ਚ ਕੁਝ ਵੀ ਨਾ ਆ ਸਕਿਆ ਤੇ ਬਚਿੱਤਰ ਸਿੰਘ ਦਾ ਹਰਜੀਤ ਦੀ ਹੋਂਦ ਦਾ ਅਹਿਸਾਸ ਖੰਡਿਤ ਹੋ ਗਿਆ ਤੇ ਉਹਦਾ ਮਨ ਇਕਲਾਪੇ ਦੀ ਪੀੜ ਸਹਿਤ ਉਦਾਸੀ 'ਚ ਗੋਤੇ ਖਾਣ ਲੱਗ ਪਿਆ। ਪੋਹ ਦੇ ਮਹੀਨੇ ਦੀ ਸਿਆਲ ਦੀ ਪ੍ਰਭਾਤ ਦੇ 4 ਵਜੇ ਦੀ ਕੱਲ ਇਕਾਂਤ ਚੁੱਪ-ਚਾਂਦ ਤੇ ਹਨੇਰੇ 'ਚ ਬਚਿੱਤਰ ਸਿੰਘ ਨੇ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕੀਤਾ। ਆਪਣੀ ਪਿਆਰੀ ਤੇ ਵਫ਼ਾਦਾਰ ਪਤਨੀ ਹਰਜੀਤ ਕੌਰ ਦੀ ਯਾਦ ਨੇ ਉਹਨੂੰ ਜਿਵੇਂ ਜਕੜ ਹੀ ਲਿਆ। ਉਹਦੇ ਰੋਮ-ਰੋਮ ਵਿੱਚੋਂ ਇੱਛਾ ਪ੍ਰਗਟ ਹੋਣ ਲੱਗ ਪਈ ਕਿ ਇਸ ਵਕਤ ਹਰਜੀਤ ਕੌਰ ਉਹਦੇ ਨਾਲ ਹੋਵੇ। ਇੰਨੇ ਲੰਮੇ ਵਿਆਹਤਾ ਜੀਵਨ 'ਚ ਅੱਜ ਪਹਿਲੀ ਵਾਰ ਉਹਨੇ ਹਰਜੀਤ ਕੌਰ ਤੋਂ ਦੂਰੀ ਦਾ ਦੁੱਖ ਅਨੁਭਵ ਕੀਤਾ ਸੀ। ਉਹ 2-4 ਦਿਨਾਂ ਵਾਸਤੇ ਹਰਜੀਤ ਕੌਰ ਤੋਂ ਬਗੈਰ ਕਈ ਵਾਰ ਸਫ਼ਰ ਤੇ ਗਿਆ ਸੀ ਤੇ ਅੱਜ ਵੀ ਉਹਨੂੰ ਹਰਜੀਤ ਕੌਰ ਤੋਂ ਬਗੈਰ ਪੰਜਵਾਂ ਦਿਨ ਹੀ ਸੀ। ਪਰ ਉਹਦਾ ਮਨ ਹਰਜੀਤ ਦੇ ਸਾਥ ਲਈ ਪੀੜ ਦੀ ਹੱਦ ਤੱਕ ਕਿਉਂ ਬੇਚੈਨ ਸੀ? ਬੁਢਾਪੇ ਦੇ ਇਸ ਪੜਾਅ ਤੇ ਉਹਨਾਂ ਦੀਆਂ ਸਾਂਝੀਆਂ ਸਰੀਰਕ ਲੋੜਾਂ ਭਾਵੇਂ ਬਿਲਕੁਲ ਨਹੀਂ ਸਨ, ਪਰ ਸ਼ਾਇਦ ਇਹ ਸਿਰਫ ਸਾਥ ਤੇ ਸਾਂਝ ਦੀ ਭਰਪੂਰ ਤੇ ਬਲਵਾਨ ਇੱਛਾ ਸੀ ਜਿਹੜੀ ਇਸ ਇਕੱਲ ਤੇ ਇਕਾਂਤ ਵਿੱਚ ਬਚਿੱਤਰ ਸਿੰਘ ਨੂੰ ਆਪਣੇ ਸ਼ਿਕੰਜੇ 'ਚ ਜਕੜ ਚੁੱਕੀ ਸੀ, ਜਿਸ ਵਿੱਚੋਂ ਛੁੱਟਣ ਦੀ ਬਚਿੱਤਰ ਸਿੰਘ ਦੀ ਨਾ ਤਾਂ ਇੱਛਾ ਸੀ ਤੇ ਨਾ ਹੀ ਸਮਰੱਥਾ। ਉਹਨੂੰ ਆਪਣੀ ਪਤਨੀ ਨਾਲ ਪ੍ਰਮੁੱਖ ਪ੍ਰੇਮ ਕਹਾਣੀਆਂ ਦੇ ਨਾਇਕਾਂ ਵਾਂਗ ਹੀ ਪਿਆਰ ਸੀ, ਪਰ ਉਹ ਪਿਆਰ ਦਾ ਸ਼ਬਦੀ ਪ੍ਰਗਟਾ ਕਦੇ ਨਾ ਕਰ ਸਕਿਆ। ਸ਼ਬਦਾਂ ਦੇ ਪ੍ਰਗਟਾ ਦੀ ਅਸਮਰਥਤਾ ਦੀ ਘਾਟ ਵਿਹਾਰਕ ਕਾਰਵਾਈ ਨੇ ਸਦਾ ਹੀ ਪੂਰੀ ਕੀਤੀ ਸੀ। ਉਹਨੇ ਜਵਾਨੀ ਦੇ ਦਿਨਾਂ 'ਚ ਆਪਣੀ ਪ੍ਰੇਮਿਕਾ ਰੂਪੀ ਪਤਨੀ ਦੀਆਂ ਹੱਡੀਆਂ ਜਵਾਨੀ ਦੀ ਅੱਗ 'ਚ ਬੇਕਾਬੂ ਬਾਹਾਂ 'ਚ ਘੁੱਟ ਕੇ ਕੜਕਾਈਆਂ ਸਨ। ਉਹਦੇ ਬੁੱਲ੍ਹਾਂ ਤੇ ਗੱਲ੍ਹਾਂ ਤੇ ਚੁੰਮੀਆਂ ਦੀ ਵਰਖਾ ਕੀਤੀ ਸੀ। ਸਰੀਰਕ ਤੇ ਆਤਮਕ ਨੇੜਤਾ
ਉਹਨਾਂ ਲਈ ਇੱਕੋ ਹੀ ਅਰਥ ਧਾਰਨ ਕਰ ਗਈ ਸੀ। ਇੱਕ ਦੂਜੇ ਦੀ ਸਲਾਮਤੀ ਤੇ ਸੁੱਖ ਉਹਨਾਂ ਦਾ ਉਦੇਸ਼ ਬਣ ਗਿਆ ਸੀ। ਬੱਚੇ, ਪਰਿਵਾਰ ਤੇ ਘਰ ਇਸ ਉਦੇਸ਼ ਦੀ ਪੂਰਤੀ ਲਈ ਸਫਲ ਸਾਧਨ ਸਨ, ਜਿਨ੍ਹਾਂ ਦੀ ਸੰਭਾਲ ਤੇ ਬਿਹਤਰੀ ਜੀਵਨ ਦੀ ਸਾਰਥਕਤਾ ਤੇ ਪ੍ਰੇਮੀ ਵਿਆਹਤਾ ਜੋੜੇ ਲਈ ਅਸੀਮ ਤੇ ਪਰਸਪਰ ਆਨੰਦ ਦੀ ਪ੍ਰਾਪਤੀ ਸੀ। ਹਰਜੀਤ ਕੌਰ ਤੇ ਬਚਿੱਤਰ ਸਿੰਘ ਦੀ ਜਵਾਨੀ ਸਮੇਂ ਦੇ ਇੱਕ ਇੱਕ ਦਿਨ ਦੇ ਸੇਕ 'ਚ ਸਿੱਕਦੀ ਹੋਈ ਪੱਕ ਕੇ ਬੁਢਾਪੇ ਦੇ ਮੁਕਾਮ ਤੇ ਆ ਪਹੁੰਚੀ ਸੀ ਤੇ ਇੱਕ ਸਮੇਂ ਦੇ ਸਫ਼ਰ ਦੌਰਾਨ ਹਾਸਲ ਕੀਤੀ ਗਈ ਸਿਆਣਪ ਸਦਕਾ ਬਚਿੱਤਰ ਸਿੰਘ ਹਰਜੀਤ ਕੌਰ ਨਾਲ ਸਲਾਹ ਕਰਕੇ ਫੈਸਲੇ ਕਰਦਾ ਤੇ ਉਹਨੂੰ ਆਪਣੀ ਪਤਨੀ ਕੋਲੋਂ ਸਹਿਯੋਗ ਤੇ ਸਫਲਤਾ ਦੀ ਸੱਚੇ ਦਿਲੋਂ ਕਾਮਨਾ ਪ੍ਰਾਪਤ ਹੁੰਦੀ। ਇਸੇ ਕਾਰਨ ਉਹ ਇੱਕ ਸਧਾਰਨ ਆਦਮੀ ਤੋਂ ਕਰੋੜਾਂ ਦਾ ਮਾਲਕ, ਸੁਖੀ ਪਰਿਵਾਰ ਦਾ ਮੁਖੀ ਤੇ ਸਮਾਜ 'ਚ ਆਦਰ ਮਾਣ ਪ੍ਰਾਪਤ ਕਰ ਸਕਿਆ ਸੀ। ਉਹਨੂੰ ਆਪਣੀ ਹਰ ਇੱਕ ਕਾਮਯਾਬੀ ਉੱਤੇ ਆਪਣੀ ਪਤਨੀ ਦੀ ਮੋਹਰ ਤੇ ਖੁਸ਼ਬੂ ਦਾ ਅਹਿਸਾਸ ਹੁੰਦਾ। ਉਹਦੇ ਵੱਲੋਂ ਵੀ ਉਹਦੀ ਹਰ ਇੱਕ ਕਾਮਯਾਬੀ ਆਪਣੀ ਪਤਨੀ ਨੂੰ ਹੀ ਸਮਰਪਿਤ ਹੁੰਦੀ। ਉਹਦੀ ਪਤਨੀ ਦੀਆਂ ਸਰਬੱਤ ਸੋਚਾਂ ਤੇ ਅਰਦਾਸਾਂ ਉਹਦੀ ਸਫਲਤਾ ਤੇ ਇੱਜ਼ਤ ਤੇ ਸੁਰੱਖਿਆ ਲਈ ਸਨ। ਬਚਿੱਤਰ ਸਿੰਘ ਆਪਣੀ ਜੀਵਨ ਰੂਪੀ ਫਿਲਮ ਉਲਟੀ ਚਲਾ ਕੇ ਹਰਜੀਤ ਕੌਰ ਦੀ ਅਪਣੱਤ ਤੇ ਪਿਆਰ ਦੀਆਂ ਘੜੀਆਂ ਦਾ ਆਨੰਦ ਲੈਂਦਾ ਰਿਹਾ। ਅਚਾਨਕ ਇੱਕ ਯਾਦ ਨੇ ਉਹਨੂੰ ਝੰਜੋੜਿਆ ਕਿ ਜਦੋਂ ਹਰਜੀਤ ਕੌਰ ਅੰਮ੍ਰਿਤਸਰ ਹੁੰਦੀ ਹੈ, ਉਹ ਸਵੇਰੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਂ ਜ਼ਰੂਰ ਹੀ ਹਾਜ਼ਰੀ ਭਰਦੀ ਹੁੰਦੀ ਸੀ। ਹਰਜੀਤ ਕੌਰ ਪ੍ਰਤੀ ਉਪਜੇ ਪਿਆਰ ਤੇ ਅਪਣੱਤ ਨੇ ਬਚਿੱਤਰ ਸਿੰਘ ਦੇ ਮਨ 'ਚ ਵੀ ਹਰਿਮੰਦਰ ਸਾਹਿਬ ਜਾ ਕੇ ਉਸ ਪ੍ਰਭਾਤੀ ਆਯੋਜਨ 'ਚ ਸ਼ਾਮਲ ਹੋਣ ਦਾ ਇਰਾਦਾ ਬਣਾ ਦਿੱਤਾ। ਉਹਨੂੰ ਅਹਿਸਾਸ ਹੋਇਆ ਕਿ ਜਦੋਂ ਇਸ ਬਾਰੇ ਹਰਜੀਤ ਕੌਰ ਨੂੰ ਦੱਸੇਗਾ ਤਾਂ ਕਿੰਨੀ ਖੁਸ਼ ਹੋਏਗੀ। 1800 ਕਿਲੋਮੀਟਰ ਦੂਰ ਹਰਜੀਤ ਕੌਰ ਨੂੰ ਇਹ ਦੱਸ ਕੇ ਖੁਸ਼ ਕਰਨ ਦਾ ਮੌਕਾ ਉਹ ਜ਼ਰੂਰ ਹੀ ਪੈਦਾ ਕਰਨਾ ਚਾਹੁੰਦਾ ਸੀ। ਉਹਨੇ ਘੜੀ ਤੋਂ ਟਾਈਮ ਵੇਖਿਆ, 4:13 ਹੀ ਹੋਏ ਸਨ। ਹਰਿਮੰਦਰ ਸਾਹਿਬ 'ਚ ਕੀਰਤਨ ਤਾਂ ਚਾਹੇ 3 ਵਜੇ ਹੀ ਸ਼ੁਰੂ ਹੋ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵਾਲੀ ਪਾਲਕੀ ਦਸੰਬਰ ਦੇ ਅੱਤ ਠੰਡ ਵਾਲੇ ਮਹੀਨੇ 'ਚ 5 ਵਜੇ ਹੀ ਚੱਲਦੀ ਸੀ। ਬਚਿੱਤਰ ਸਿੰਘ ਨੇ ਸੋਚਿਆ ਕਿ ਉਹ 20 ਮਿੰਟਾਂ 'ਚ ਨਹਾ ਧੋ ਕੇ ਇੱਥੋਂ ਚੱਲ ਸਕਦਾ ਤੇ 5 ਵਜੇ ਤੱਕ ਜ਼ਰੂਰ ਹੀ ਹਰਿਮੰਦਰ ਸਾਹਿਬ ਪਹੁੰਚ ਜਾਏਗਾ। ਇਸ ਵਿਚਾਰ ਨੇ ਉਹਦੇ 'ਚ ਬਿਜਲੀ ਦੀ ਫੁਰਤੀ ਲਿਆਂਦੀ ਤੇ ਉਹ ਅਗਲੇ ਹੀ ਪਲ ਰਜਾਈ 'ਚੋਂ ਨਿਕਲ ਕੇ ਬਾਥਰੂਮ ਵਿੱਚ ਜਾ ਕੇ ਪੇਸਟ ਕਰਨ ਲੱਗ ਪਿਆ। ਗਰਮ ਪਾਣੀ ਆਟੋਮੈਟਿਕ ਗੀਜ਼ਰ 'ਚ ਸਦਾ ਹੀ ਮਿਲ ਸਕਦਾ ਸੀ। ਉਹਨੇ ਸਵੇਰ ਦੀਆਂ ਸਾਰੀਆਂ ਕਿਰਿਆਵਾਂ ਕਾਹਲੀ ਕਾਹਲੀ ਮੁਕਾਈਆਂ ਤੇ ਕੱਪੜੇ ਪਾ ਕੇ ਪੱਗ ਬੰਨ੍ਹ ਕੇ ਜਦੋਂ ਉਹਨੇ ਟਾਈਮ ਵੇਖਿਆ ਤਾਂ 4:40 ਹੋ ਚੁੱਕੇ ਸਨ। ਉਹਦੇ ਤਿਆਰ ਹੋਣ ਲਈ ਅੰਦਾਜ਼ੇ ਦੇ 20 ਮਿੰਟਾਂ ਨਾਲੋਂ 7 ਮਿੰਟ ਵਧੇਰੇ ਲੇਟ ਹੋ ਜਾਣ ਦੀ ਉਹਨੂੰ ਚਿੰਤਾ ਲੱਗੀ। ਛੇਤੀ ਤੋਂ ਛੇਤੀ ਤੁਰਨਾ ਚਾਹੁੰਦਾ ਸੀ, ਪਰ ਤੁਰਨ ਤੋਂ ਪਹਿਲਾਂ ਦਲਜੀਤ ਸਿੰਘ ਢਿੱਲੋਂ ਨੂੰ ਜਗਾ ਕੇ ਬਾਹਰਲਾ ਗੇਟ ਖੁਲਵਾਉਣਾ ਤਾਂ ਜ਼ਰੂਰੀ ਸੀ। ਕਿਤੇ ਸਾਰਾ ਕੰਮ ਦੇਰ ਨਾਲ ਲਵਾ ਦੇ, ਕਿਤੇ ਸਰਦੀ ਕਾਰਨ ਜੀਪ ਸਟਾਰਟ ਹੋਣ 'ਚ ਮੁਸ਼ਕਲ ਪੈਦਾ ਕਰੇ। ਕੁਝ ਫਿਕਰਾਂ ਨੇ ਬਚਿੱਤਰ ਸਿੰਘ ਨੂੰ ਘੇਰ ਲਿਆ, ਪਰ ਉਹਨੇ ਇਹਨਾਂ 'ਚ ਗੁਆਚਣ ਦੀ ਬਜਾਏ ਕਾਰਵਾਈ ਕੀਤੀ ਤੇ ਆਪਣੇ ਕਮਰੇ 'ਚੋਂ ਲੌਬੀ ਰਾਹੀਂ ਢਿੱਲੋਂ ਦੇ ਕਮਰੇ ਦੇ ਬੰਦ ਦਰਵਾਜ਼ੇ ਨੂੰ ਜਾ ਖੜਕਾਇਆ। ਢੁਕਿਆ ਦਰਵਾਜ਼ਾ ਖੜਕਾਉਣ ਨਾਲ ਹੀ ਖੁੱਲ੍ਹ ਗਿਆ। ਅੰਦਰ ਰੌਸ਼ਨੀ ਸੀ। ਰੇਡੀਓ ਤੇ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਕੀਰਤਨ ਦੀ ਬਹੁਤ ਹੀ ਮੱਧਮ ਆਵਾਜ਼ ਸੁਣਾਈ ਦੇ ਰਹੀ ਸੀ। ਢਿੱਲੋਂ ਸਾਹਿਬ, ਬਚਿੱਤਰ ਸਿੰਘ ਨੇ ਆਵਾਜ਼ ਦਿੱਤੀ। ਕੌਣ? ਬਚਿੱਤਰ ਸਿੰਘ ਜੀ, ਲੰਘ ਆਓ, ਸੁੱਖ ਤਾਂ ਹੈ ਨਾ, ਕਹਿੰਦਾ ਢਿੱਲੋਂ ਆਪ ਹੀ ਬਾਹਰ ਆ ਗਿਆ। ਉਹਨੇ ਸਿਰ ਤੇ ਪੀਲਾ ਪਟਕਾ ਬੰਨ੍ਹਿਆ ਸੀ, ਚਿੱਟੇ ਕੁੜਤੇ ਪਜਾਮੇ ਤੇ ਜਰਸੀ ਪਾਈ ਸੀ, ਦਾੜ੍ਹੀ ਤੇ ਠਾਠੀ ਬੱਧੀ ਹੈ। ਬਚਿੱਤਰ ਸਿੰਘ ਜੀ, ਤੁਸੀਂ ਤਿਆਰ ਹੋਏ ਜੀ, ਕਿਤੇ ਜਾਣਾ? ਢਿੱਲੋਂ ਨੇ ਕੁਝ ਹੈਰਾਨੀ ਨਾਲ ਪੁੱਛਿਆ। ਹਾਂ ਢਿੱਲੋਂ ਸਾਹਿਬ, ਦਰਬਾਰ ਸਾਹਿਬ, ਪਾਲਕੀ ਦੇ ਵੇਲੇ ਦਰਸ਼ਨ ਕਰਨ ਦਾ ਫੁਰਨਾ ਫੁਰਿਆ। ਮੈਂ ਆਖਿਆ ਤੁਹਾਡੇ ਕੋਲੋਂ ਆਗਿਆ ਲੈ ਕੇ ਬਾਹਰਲਾ ਗੇਟ ਖੁਲਾਵਾਂ। ਇਹ ਤਾਂ ਬਹੁਤ ਚੰਗੀ ਗੱਲ ਹੈ ਬਚਿੱਤਰ ਸਿੰਘ ਜੀ। ਮੈਂ ਤੇ ਤੁਹਾਡੀ ਭਰਜਾਈ ਸ਼ਰਨਜੀਤ ਵੀ ਲੱਗਦੀ ਵਾ ਰੋਜ਼ ਹੀ ਦਰਸ਼ਨ ਕਰਨ ਜਾਂਦੇ ਹਾਂ। ਆਪਾਂ ਇਕੱਠੇ ਹੀ ਚੱਲਦੇ ਹਾਂ। ਅਜੇ ਟਾਈਮ ਹੈ 25 ਕੁ ਮਿੰਟਾਂ ਦਾ, 10 ਮਿੰਟਾਂ 'ਚ ਪਹੁੰਚ ਜਾਈਦਾ ਦਰਬਾਰ ਸਾਹਿਬ। ਸ਼ਰਨਜੀਤ ਚਾਹ ਲੈ ਕੇ ਆਉਂਦੀ ਹੋਣੀ ਹੈ, ਤਦ ਤੱਕ ਮੈਂ ਪੱਗ ਬੰਨ੍ਹ ਲਵਾਂ। ਆਓ ਤੁਸੀਂ ਅੰਦਰ ਇੱਥੇ ਬੈਠੋ। ਢਿੱਲੋਂ ਬਚਿੱਤਰ ਸਿੰਘ ਦਾ ਹੱਥ ਫੜ ਕੇ ਆਪਣੇ ਬੈਡਰੂਮ 'ਚ ਹੀ ਲੈ ਗਿਆ ਤੇ ਕੰਧ ਨਾਲ ਪਈਆਂ 2 ਕੁਰਸੀਆਂ 'ਚੋਂ ਇੱਕ 'ਤੇ ਬੈਠਣ ਲਈ ਕਿਹਾ। ਢਿੱਲੋਂ ਠਾਠੀ ਖੋਲ੍ਹ ਕੇ ਪੱਗ ਬੰਨ੍ਹਣ ਲੱਗ ਪਿਆ। ਬਚਿੱਤਰ ਸਿੰਘ ਰੇਡੀਓ ਤੇ ਹਰਿਮੰਦਰ ਸਾਹਿਬ 'ਚੋਂ ਪ੍ਰਸਾਰਿਤ ਹੋ ਰਹੇ ਕੀਰਤਨ ਦੀਆਂ ਮੱਧਮ ਸੁਰਾਂ ਨਾਲ ਆਨੰਦਿਤ ਹੁੰਦਾ ਰਿਹਾ। ਰੇਡੀਓ ਟਰਾਂਜਿਸਟਰ ਦੀ ਆਵਾਜ਼ ਕਮਰੇ 'ਚ ਹੀ ਸੁਣੀ ਜਾ ਸਕਦੀ ਸੀ। ਕਿਸੇ ਦੂਸਰੇ ਕਮਰੇ ਵਿਚਲੇ ਨੂੰ ਇਹਦਾ ਪਤਾ ਹੀ ਨਹੀਂ ਸੀ ਲੱਗ ਸਕਦਾ। ਢਿੱਲੋਂ ਦੇ ਉਹਦੀ ਘਰਵਾਲੀ ਸ਼ਰਨਜੀਤ ਦਾ ਮੰਨਣਾ ਸੀ ਕਿ ਨਾ ਚਾਹੁਣ ਵਾਲੇ ਨੂੰ ਤੇ ਉੱਚੀ ਆਵਾਜ਼ 'ਚ ਕੀਰਤਨ ਸੁਣਾਉਣਾ ਗੁਰਬਾਣੀ ਦੀ ਬੇਅਦਬੀ ਹੈ। ਤਾਂ ਹੀ ਦਰਵਾਜ਼ਾ ਖੁੱਲ੍ਹਾ ਤੇ ਸ਼ਰਨਜੀਤ ਅੰਦਰ ਦਾਖਲ ਹੋਈ। ਉਹਦੇ ਹੱਥ 'ਚ ਟਰੇ ਸੀ ਤੇ ਟਰੇ 'ਚ ਚਾਹ ਦੇ 3 ਕੱਪ ਸਨ। ਲਓ ਭਰਾ ਜੀ, ਚਾਹ ਪੀਓ। ਮੈਨੂੰ ਤੁਹਾਡੇ ਆਉਣ ਦਾ ਪਤਾ ਲੱਗ ਹੀ ਗਿਆ ਸੀ। ਮੈਂ ਤੁਹਾਡੇ ਲਈ ਵੀ ਚਾਹ ਲੈ ਆਈ ਸੀ। ਢਿੱਲੋਂ ਦੀ ਪੱਗ ਦਾ ਅਖੀਰਲੀ ਪੇਚ ਅਜੇ ਵੀ ਰਹਿੰਦਾ ਸੀ, ਇਸ ਲਈ ਉਹਨੇ ਪਹਿਲਾਂ ਚਾਹ ਦੀ ਟਰੇ ਬਚਿੱਤਰ ਸਿੰਘ ਦੇ ਸਾਹਮਣੇ ਹੀ ਕੀਤੀ ਸੀ। 5-7 ਮਿੰਟਾਂ 'ਚ ਤਿੰਨੇ ਹੀ ਚੱਲ ਪਏ ਸਨ। ਜਾਣ ਲਈ ਉਹਨਾਂ ਨੇ ਢਿੱਲੋਂ ਦੀ ਕਾਰ ਵਰਤੀ ਸੀ, ਕਿਉਂਕਿ ਅੱਤ ਦੀ ਠੰਡ ਹੋਣ ਕਰਕੇ ਖੁੱਲ੍ਹੀ ਜੀਪ 'ਚ ਬਹੁਤ ਹਵਾ ਲੱਗਣੀ ਸੀ। ਜਾਂਦੇ ਵਕਤ ਉਹਨਾਂ ਨੇ ਕੋਈ ਗੱਲਬਾਤ ਨਾ ਕੀਤੀ। ਤਿੰਨਾਂ ਦੇ ਧਿਆਨ ਕਾਰ ਦੇ ਰੇਡੀਓ ਤੋਂ ਪ੍ਰਸਾਰਿਤ ਹੋ ਰਹੇ ਹਰਿਮੰਦਰ ਸਾਹਿਬ ਤੋਂ ਆਸਾ ਦੀ ਵਾਰ ਦੇ ਕੀਰਤਨ 'ਤੇ ਸੀ। 10 ਕੁ ਮਿੰਟਾਂ 'ਚ ਹਰਿਮੰਦਰ ਸਾਹਿਬ ਦੇ ਕਾਰ ਸਟੈਂਡ 'ਤੇ ਸਨ। ਉਹਨਾਂ ਨੇ ਆਪਣੇ ਜੋੜੇ ਕਾਰ 'ਚ ਹੀ ਰੱਖ ਦਿੱਤੇ। ਸੀਮਿੰਟ ਦੇ ਠੰਡੇ ਫਰਸ਼ 'ਤੇ ਨੰਗੇ ਪੈਰ ਰੱਖਦਿਆਂ ਸੀਤ ਦੀ ਇੱਕ ਲਹਿਰ ਬਚਿੱਤਰ ਸਿੰਘ ਦੀ ਰੀੜ੍ਹ ਦੀ ਹੱਡੀ ਰਾਹੀਂ
ਹੁੰਦੀ ਸਿਰ ਤੱਕ ਪਹੁੰਚੀ, ਪਰ ਢਿੱਲੋਂ ਤੇ ਸ਼ਰਨਜੀਤ ਇਸ ਤੋਂ ਅਪ੍ਰਭਾਵਿਤ ਸਨ। ਇਹ ਉਹਨਾਂ ਦੇ ਨਿਤਨੇਮ ਦੇ ਅਭਿਆਸ ਕਰਕੇ ਸੀ। ਉਹ ਕਾਰ ਪਾਰਕ ਤੇ ਛੇਤੀ ਤੁਰਦੇ ਘੰਟਾ ਘਰ ਵਾਲੀ ਡਿਓਢੀ ਵੱਲ ਚੱਲ ਪਏ। ਪੈਰ ਧੋਣ ਵਾਲੀ ਥਾਂ ਤੇ ਚੱਲਦਾ ਸੱਜਰਾ ਪਾਣੀ ਸਾਫ਼ ਤੇ ਕੁਝ ਘੱਟ ਠੰਡਾ ਸੀ। ਤਿੰਨਾਂ ਨੇ ਪੈਰ ਧੋਤੇ ਤੇ ਜੁੜੇ ਹੋਏ ਹੱਥਾਂ ਨਾਲ ਸਾਹਮਣੇ ਰੌਸ਼ਨੀਆਂ 'ਚ ਚਮਕ ਰਹੇ ਸਵਰਨ ਮੰਦਰ ਦੇ ਗੁੰਬਦ ਵੱਲ ਤੱਕਦਿਆਂ ਸਿਰ ਨਵਾਇਆ ਤੇ ਸੰਗਮਰਮਰ ਦੇ ਫਰਸ਼ ਤੋਂ ਹੁੰਦੇ ਹੋਏ ਪਰਿਕਰਮਾ ਨੂੰ ਉਤਰਨ ਵਾਲੀਆਂ ਪੌੜੀਆਂ ਰਹੀ ਪਰਿਕਰਮਾ 'ਚ ਪਹੁੰਚੇ। ਸਰੋਵਰ ਦੇ ਪਵਿੱਤਰ ਜਲ 'ਚ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ ਦਾ ਅਕਸ ਰੌਸ਼ਨੀਆਂ ਕਾਰਨ ਲਹਿਰਾਂ ਦੀ ਹਿਲਜੁਲ 'ਚ ਅਲੌਕਿਕ ਦ੍ਰਿਸ਼ ਪੈਦਾ ਕਰ ਰਿਹਾ ਸੀ। ਢਿੱਲੋਂ ਤੇ ਉਹਦੀ ਪਤਨੀ ਸ਼ਰਨਜੀਤ ਨੇ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਪਰਿਕਰਮਾ ਦੇ ਸੰਗਮਰਮਰੀ ਫਰਸ਼ ਤੇ ਮੱਥਾ ਟੇਕਿਆ। ਬਚਿੱਤਰ ਸਿੰਘ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਵਾਤਾਵਰਨ 'ਚ ਰਾਗਾਂ ਦੀਆਂ ਧੁਨਾਂ 'ਚ ਗਾਇਨ ਕੀਤੀ ਜਾ ਰਹੀ ਗੁਰਬਾਣੀ ਦੇ ਸਪਰਸ਼ ਦਾ ਅਨੁਭਵ ਦੇਣ ਵਾਲੇ ਸ਼ਬਦਾਂ ਦਾ ਆਨੰਦ ਸੀ। ਦ੍ਰਿਸ਼ਟੀ ਲਈ ਸੁਨਹਿਰੀ ਮੰਦਰ ਤੇ ਉਹਦਾ ਸਰੋਵਰ ਤੇ ਪਾਣੀ 'ਚ ਝਿਲਮਿਲਾਹਟ ਵਾਲੀਆਂ ਰੌਸ਼ਨੀਆਂ ਕਾਰਨ ਆਸ-ਪਾਸ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਹੇ ਸ਼ਰਧਾਲੂ। ਬਚਿੱਤਰ ਸਿੰਘ ਦੇ ਮਨ 'ਚ ਸ਼ਰਧਾ ਪ੍ਰਗਟ ਹੋਈ ਤੇ ਬਲਵਤੀ ਹੁੰਦੀ ਗਈ। ਉਹ ਮੱਥਾ ਟੇਕ ਕੇ ਉੱਠਿਆ ਤੇ ਢਿੱਲੋਂ ਤੇ ਸ਼ਰਨਜੀਤ ਨਾਲ ਖੱਬੇ ਪਾਸਿਓਂ ਪਰਿਕਰਮਾ ਦਾ ਆਰੰਭ ਕੀਤਾ। ਸੰਗਮਰਮਰ ਦੇ ਫਰਸ਼ ਤੇ ਪਰਿਕਰਮਾ ਦੇ ਵਿਚਕਾਰ ਨਾਰੀਅਲ ਦਾ ਟਾਟ ਵਿਛਾਇਆ ਸੀ। ਠੰਡ ਕਾਰਨ ਸੰਗਮਰਮਰ ਬਹੁਤ ਠੰਡਾ ਹੋ ਜਾਂਦਾ ਹੈ ਤੇ ਸ਼ਰਧਾਲੂਆਂ ਦੇ ਟਾਟ ਉੱਤੇ ਚੱਲਣ ਨਾਲ ਪੈਰ ਘੱਟ ਠਰਦੇ ਹਨ। ਉਹ ਤਿੰਨੇ ਚੱਲਦੇ ਹੋਏ ਬ੍ਰਹਮ ਬੂਟਾ, ਬੁੰਗਾ, ਰਾਮਗੜ੍ਹੀਆਂ ਤੇ ਦੁੱਖ ਭੰਜਣੀ ਬੇਰੀ ਪਹੁੰਚੇ। ਇੱਥੇ ਸ਼ਰਧਾਲੂ ਪੋਹ ਮਹੀਨੇ ਦੀ ਕਕਰੀਲੀ ਠੰਡ 'ਚ ਸਰੋਵਰ ਦੇ ਠੰਡੇ ਪਾਣੀ 'ਚ ਇਸ਼ਨਾਨ ਕਰ ਰਹੇ ਸਨ। ਉਹਨਾਂ ਲਈ ਰੁੱਤ ਦੀ ਲੋਹੜੇ ਦੀ ਠੰਡ ਤੇ ਠਾਰਨ ਵਾਲੇ ਪਾਣੀ ਨਾਲੋਂ ਸ਼ਰਧਾ ਤੇ ਭਰੋਸੇ ਦਾ ਨਿੱਘ ਵਧੇਰੇ ਮਹੱਤਵਪੂਰਨ ਤੇ ਫਲਦਾਇਕ ਸੀ। ਉਹ ਅੱਗੇ ਵਧਦੇ ਹੋਏ ਖੱਬੇ ਪਾਸੇ ਲੰਗਰ ਤੇ ਮੰਜੀ ਸਾਹਿਬ ਦੇ ਸਾਹਮਣਿਓਂ ਲੰਘ ਕੇ ਪਰਿਕਰਮਾ ਦੀ ਦੂਜੀ ਗੁੱਠਵੀਂ ਲੰਘ ਕੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਪਹੁੰਚੇ ਤੇ ਮੱਥਾ ਟੇਕਿਆ। ਦੂਜੇ ਸ਼ਰਧਾਲੂਆਂ ਨਾਲ ਵਿਛੇ ਹੋਏ ਟਾਟ ਉੱਤੇ ਅੱਗੇ ਚੱਲਦੇ ਹੋਏ ਅਕਾਲ ਤਖ਼ਤ ਦੇ ਨਾਲ ਹੀ ਕੋਠਾ ਸਾਹਿਬ 'ਚੋਂ 4-5 ਮਿੰਟ ਹੀ ਪਹਿਲਾਂ ਚੱਲੀ ਹੋਈ ਪਾਲਕੀ ਨਾਲ ਚੱਲ ਰਹੇ ਸ਼ਰਧਾਲੂਆਂ 'ਚ ਆ ਮਿਲੇ। ਸਾਰੇ ਸ਼ਰਧਾਲੂ ਸਤਿਨਾਮ ਵਾਹਿਗੁਰੂ ਸਾਹਿਬ ਜੀ ਦਾ ਉਚਾਰਨ ਕਰ ਰਹੇ ਸਨ। ਉਚਾਰਨ ਦੇ ਸਲੀਕੇ ਤੇ ਅੰਦਾਜ਼ 'ਚ ਸ਼ਰਧਾ ਦੀ ਪਰਪੱਕਤਾ ਦਾ ਝਲਕਾਰਾ ਸੀ। ਪਾਲਕੀ ਨਾਲ ਚੱਲ ਰਹੇ ਸ਼ਰਧਾਲੂਆਂ 'ਚੋਂ ਘੱਟੋ ਘੱਟ ਅੱਧੀ ਗਿਣਤੀ ਹਿੰਦੂ ਸ਼ਰਧਾਲੂਆਂ ਦੀ ਸੀ। ਉਹਨਾਂ ਨੇ ਆਪਣੇ ਸਿਰ ਰੁਮਾਲਾਂ ਜਾਂ ਗੁਲੂਬੰਦਾਂ ਨਾਲ ਢਕੇ ਸਨ। ਕੁਝ ਹਿੰਦੂ ਬਜ਼ੁਰਗਾਂ ਨੇ ਪੱਗਾਂ ਵੀ ਬੰਨ੍ਹੀਆਂ ਸਨ। ਸੋਨੇ ਦੀ ਪਾਲਕੀ 'ਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਸੁਸ਼ੋਭਿਤ ਸੀ। ਸੋਨੇ ਦੀ ਭਾਰੀ ਪਾਲਕੀ ਦਾ ਭਾਰ 8-10 ਬੰਦੇ ਮਸਾਂ ਹੀ ਚੁੱਕ ਸਕਦੇ ਸਨ। ਸਾਰੇ ਹੀ ਸ਼ਰਧਾਲੂ ਪਾਲਕੀ ਨੂੰ ਹਰਿਮੰਦਰ ਸਾਹਿਬ ਤੱਕ ਪਹੁੰਚਾਉਣ ਵਾਸਤੇ ਆਪਣੇ ਮੋਢਿਆਂ ਰਾਹੀਂ ਇਹ ਸੇਵਾ ਕਰਨੀ ਚਾਹੁੰਦੇ ਸਨ। ਇਸ ਕਰਕੇ ਹਰ ਇੱਕ ਸ਼ਰਧਾਲੂ ਨੂੰ ਪਾਲਕੀ ਨੂੰ ਮੋਢਾ ਦੇਣ ਦੀ ਸੇਵਾ ਮਸਾਂ 1-ਅੱਧੇ ਮਿੰਟ ਲਈ ਨਸੀਬ ਹੁੰਦੀ, ਕਿਉਂਕਿ ਦੂਜੇ ਸ਼ਰਧਾਲੂ ਇਸ ਪਵਿੱਤਰ ਤੇ ਸ਼ੁਭ ਸੇਵਾ ਦਾ ਹਿੱਸਾ ਲੈਣ ਲਈ ਤਤਪਰ ਸਨ। ਪਾਲਕੀ ਅਕਾਲ ਤਖ਼ਤ ਦੇ ਸਾਹਮਣੇ ਵਾਲੇ ਮੈਦਾਨ 'ਚੋਂ ਹੁੰਦੀ ਹੋਈ ਦਰਸ਼ਨੀ ਡਿਓਢੀ 'ਚ ਦਾਖਲ ਹੋਈ। ਸਤਿਨਾਮ ਵਾਹਿਗੁਰੂ ਸਾਹਿਬ ਜੀ ਪ੍ਰੇਮ ਭਿੱਜਿਆ ਸ਼ਰਧਾਲੂਆਂ ਦਾ ਉਚਾਰਨ ਅਲੌਕਿਕ ਸੀ। ਬਚਿੱਤਰ ਸਿੰਘ ਦੇ ਮਨ 'ਚ ਆਉਂਦਾ, ਕਾਸ਼ ਉਹਦੀ ਪਤਨੀ ਹਰਜੀਤ ਕੌਰ ਵੀ ਉਹਦੇ ਨਾਲ ਇਸ ਸੰਗਤ 'ਚ ਹੁੰਦੀ। ਇਸਤਰੀ ਤੇ ਪੁਰਸ਼ਾਂ ਦੀ ਮਿਲਵੀਂ ਆਵਾਜ਼ 'ਚ ਉਹਨੂੰ ਲੱਗਾ ਕਿ ਹਰਜੀਤ ਕੌਰ ਦੀ ਆਵਾਜ਼ ਵੀ ਸ਼ਾਮਲ ਹੈ। ਉਹਨੇ ਧਿਆਨ ਨਾਲ ਸੁਣਿਆ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸਤਰੀਆਂ, ਪੁਰਸ਼ਾਂ ਤੇ ਬੱਚਿਆਂ ਦੀਆਂ ਮਿਲਵੀਆਂ ਆਵਾਜ਼ਾਂ ਵਿੱਚ ਹਰਜੀਤ ਕੌਰ ਦੀ ਆਵਾਜ਼ ਵੀ ਬਚਿੱਤਰ ਸਿੰਘ ਨੂੰ ਜਾਪੀ। ਸਾਰੀ ਰਾਤ ਆਪਣੀ ਪਤਨੀ ਹਰਜੀਤ ਕੌਰ ਨੂੰ ਪਿੰਡ ਆ ਕੇ ਹੋਣ ਵਾਲੀਆਂ ਤਕਲੀਫਾਂ ਤੇ ਈਰਖਾਲੂ ਸ਼ਰੀਕੇ ਦੇ ਮਾੜੇ ਵਿਹਾਰ ਦੇ ਡਰ ਸਦਕਾ ਹੀ ਤਾਂ ਉਹਦੀ ਨੀਂਦ ਟੁੱਟਦੀ ਰਹੀ ਸੀ ਤੇ ਉਹਨੂੰ ਛੇਤੀ ਜਾਗ ਆ ਗਈ ਸੀ। ਹਰਜੀਤ ਕੌਰ ਦਾ ਖਿਆਲ ਕਰਕੇ ਹੀ ਤਾਂ ਉਹ ਇੱਥੇ ਆਇਆ ਸੀ। ਹੁਣ ਉਹਨੂੰ ਹਰਜੀਤ ਕੌਰ ਆਪਣੀ ਬੰਬਈ ਬੈਠੀ ਪਤਨੀ ਦੀ ਆਵਾਜ਼ ਵੀ ਲੱਭ ਰਹੀ ਸੀ। ਉਹ ਭਾਵੁਕ ਹੋ ਗਿਆ। ਉਹਨੇ ਗੁਰੂ ਘਰੋਂ ਆਪਣੇ ਪਰਿਵਾਰ ਤੇ ਪਤਨੀ ਲਈ ਸਾਰੇ ਸੁੱਖ ਤੇ ਰਖਵਾਲੀ ਮੰਗੀ। ਉਹਦੀ ਭਾਵੁਕਤਾ ਨੇ ਉਹਦੀਆਂ ਅੱਖਾਂ 'ਚੋਂ ਪਾਣੀ ਦੀਆਂ 2 ਬੂੰਦਾਂ ਟਪਕਾਈਆਂ ਤੇ ਉਹਦੀ ਸ਼ਰਧਾ ਨੇ ਦੂਜੇ ਸ਼ਰਧਾਲੂਆਂ ਦੀ ਆਵਾਜ਼ 'ਚ ਆਵਾਜ਼ ਮਿਲਾਈ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਲਕੀ ਦੇ ਅੱਗੇ ਅੱਗੇ ਵਜਾਈ ਜਾਣ ਵਾਲੀ ਤੁਰੀ ਦੀ ਆਵਾਜ਼ ਸਰਬ ਉੱਚਤਾ ਦੀ ਘੋਸ਼ਣਾ ਵਾਂਗ ਸੀ। ਪਾਲਕੀ ਤੇ ਸ਼ਰਧਾਲੂ ਦਰਸ਼ਨੀ ਡਿਓਢੀ 'ਚੋਂ ਲੰਘ ਕੇ ਸਰੋਵਰ ਤੇ ਬਣੇ ਸੰਗਮਰਮਰ ਦੇ ਪੁਲ ਉੱਤੋਂ ਦੀ ਹੁੰਦੇ ਹੋਏ ਹਰਿਮੰਦਰ ਸਾਹਿਬ ਦੇ ਮੁੱਖ ਦਰਵਾਜ਼ੇ ਵੱਲ ਵਧ ਰਹੇ ਸਨ। ਸੁਨਹਿਰੀ ਗੁੰਬਦੀਆਂ ਵਾਲੇ ਥੰਮਾਂ ਦੇ ਸ਼ੀਸ਼ਿਆਂ 'ਚੋਂ ਆ ਰਹੀ ਰੰਗੀਨ ਰੌਸ਼ਨੀ ਤੇ ਹੋਰ ਰੌਸ਼ਨੀਆਂ ਪਾਲਕੀ ਤੇ ਹਰਿਮੰਦਰ ਸਾਹਿਬ ਦੇ ਸੋਨੇ ਦੇ ਲਿਸ਼ਕਾਰੇ ਸਰੋਵਰ ਜਲ 'ਚ ਪਾ ਕੇ ਸਾਰੇ ਜਲ ਦੀਆਂ ਲਹਿਰਾਂ ਨੂੰ ਸੁਨਹਿਰੀ ਕਰ ਰਹੀਆਂ ਸਨ। ਸੋਨੇ ਦੀ ਪਾਲਕੀ 'ਚ ਗੁਰੂ ਸ਼ਬਦ ਰਤਨ ਸੋਨੇ ਦੇ ਮੰਦਰ 'ਚ ਲਿਜਾਇਆ ਜਾ ਰਿਹਾ ਸੀ, ਜਿੱਥੇ ਇਹਦੇ ਅਮੁੱਕ ਖਜ਼ਾਨੇ ਨੂੰ ਸਦਾ ਵੰਡੀਂਦੇ ਰਹਿਣਾ ਸੀ। ਪਾਲਕੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਸਾਹਮਣੇ ਪਹੁੰਚ ਕੇ ਸੰਗਮਰਮਰੀ ਫਰਸ਼ ਤੇ ਰੱਖੀ ਗਈ। ਇਸ ਵਕਤ ਹਰਿਮੰਦਰ ਸਾਹਿਬ ਦੇ ਅੰਦਰੋਂ ਦਰਸ਼ਨ ਦੇਖ ਜੀਵਾਂ ਗੁਰਤੇਰਾ ਦਾ ਗਾਇਨ ਸ਼ਾਸਤਰੀ ਧੁਨਾਂ 'ਚ ਹੋ ਰਿਹਾ ਸੀ। ਇੱਕ ਸੇਵਾਦਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੂਜੇ ਸ਼ਰਧਾਲੂ ਦੀ ਸਹਾਇਤਾ ਨਾਲ ਸਤਿਕਾਰ ਨਾਲ ਸਿਰ ਉੱਤੇ ਰੱਖ ਕੇ
ਹਰਿਮੰਦਰ ਸਾਹਿਬ ਦੇ ਐਨ ਵਿਚਕਾਰ ਪੀੜਾ ਸਾਹਿਬ ਤੇ ਪਹੁੰਚਾਈ ਤੇ ਇੱਕ ਸ਼ਰਧਾਲੂ ਨੇ ਗੁਰੂ ਉਪਮਾ ਵਿੱਚ ਸਵਈਏ ਪੜ੍ਹਨਾ ਆਰੰਭ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤ ਸੁੰਦਰ ਚੰਦੋਏ ਹੇਠ ਕੀਤਾ ਜਾ ਰਿਹਾ ਸੀ। ਰੁਮਾਲੇ ਬਹੁਤ ਹੀ ਸਵੱਛ ਤੇ ਕੀਮਤੀ ਸਨ। ਇੱਕ ਸਵਈਆ ਸਮਾਪਤ ਹੁੰਦਾ, ਦੂਜਾ ਗੁਰਮੁਖ ਸ਼ਰਧਾਲੂ ਗੁਰੂ ਉਪਮਾ 'ਚ ਹੋਰ ਸਵਈਆ ਪੜ੍ਹਨ ਲੱਗ ਪੈਂਦਾ। ਸਾਰਾ ਮਾਹੌਲ ਅਤ ਪਵਿੱਤਰ ਤੇ ਸ਼ਰਧਾ ਭਰਪੂਰ ਸੀ। ਸ਼ਰਧਾਲੂਆਂ ਦੀ ਕਾਫੀ ਗਿਣਤੀ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਧੱਕਾ ਨਹੀਂ ਸੀ ਲੱਗ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਨਿਯਤ ਸਥਾਨ ਤੇ ਸਥਾਪਿਤ ਕਰਕੇ ਤਾਬਿਆਂ ਤੇ ਬੈਠੇ ਗ੍ਰੰਥੀ ਜੀ ਨੇ ਕੀਰਤ ਰਚਿਤ ਇੱਕ ਸਵਈਆ ਪੜ੍ਹਨਾ ਸ਼ੁਰੂ ਕੀਤਾ ਤਾਂ ਹਾਜ਼ਰ ਸਾਰੀ ਸੰਗਤ ਵੀ ਗਾਇਨ 'ਚ ਸ਼ਾਮਲ ਹੋ ਗਈ। ਹਮ ਅਬ ਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖਾਏ, ਮਾਇਆ ਮੋਹ ਭਰਮ ਭਉ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸਮੂਹਿਕ ਗਾਨ ਨੇ ਸੱਚਖੰਡੀ ਆਨੰਦ ਵਰਤਾ ਦਿੱਤਾ। ਅੱਜ ਬਚਿੱਤਰ ਸਿੰਘ ਨੂੰ ਸਮਝ ਆਈ ਕਿ ਉਹਦੀ ਪਤਨੀ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਪਾਲਕੀ ਯਾਤਰਾ 'ਚ ਸ਼ਾਮਲ ਹੋਣ ਦੀ ਇੱਛਾ ਸਦਾ ਹੀ ਕਿਉਂ ਰੱਖਦੀ ਹੈ। ਉਹਨੇ ਫੈਸਲਾ ਕੀਤਾ ਕਿ ਇੱਥੇ ਇਸੇ ਹੀ ਕਾਰਜ ਵਾਸਤੇ ਆਪਣੀ ਪਤਨੀ ਨਾਲ ਕਈ ਵਾਰ ਆਏਗਾ। ਫਿਰ ਗ੍ਰੰਥੀ ਜੀ ਹੁਕਮਨਾਮਾ ਲੈਣ ਲੱਗੇ। ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵੀ ਪੰਨੇ ਤੋਂ ਖੋਲ੍ਹ ਲੈਣਾ ਸੀ। ਇਹ ਪੰਨਾ ਪਹਿਲਾਂ ਨਿਸ਼ਚਿਤ ਨਹੀਂ ਹੋਣਾ ਚਾਹੀਦਾ। ਇਸ ਦੌਰਾਨ ਗ੍ਰੰਥੀ ਜੀ ਨੇ 2 ਸ਼ਲੋਕ ਪੜ੍ਹੇ। ਸੋ ਕੋ ਅਟਲ ਗੁਰ ਸੇਵਿਐ, ਅਨਿ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਕੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਫਿਰ ਤਾਬਿਆ ਬੈਠੇ ਗ੍ਰੰਥੀ ਨੇ ਉਸ ਦਿਨ ਦਾ ਹੁਕਮਨਾਮਾ ਲਿਆ। ਸੋਠ ਮਹਿਲਾ ਚੌਥਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰ ਪੂਰੇ ਕੀ ਵਡਿਆਈ, ਤਾਕੀ ਕੀਮਤ ਕਹੀ ਨਾ ਜਾਈ। ਹਉ ਕੁਰਬਾਨ ਜਾਈ ਤੇਰੇ ਨਾਵੈ, ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਰਹਾਉ ਭਾਰੋ ਸੁਆਮੀ ਮੇਰਾ, ਸੰਤਾਂ ਪਰਵਾਸਾ ਤੇਰਾ। ਨਾਨਕ ਪ੍ਰਭ ਸਰਣਾਈ, ਮੁਖ ਨਿੰਦਕ ਕੈ ਜਾਏ। ਸਭ ਸ਼ਰਧਾਲੂਆਂ ਨੇ ਹੱਥ ਜੋੜ ਕੇ ਉਸ ਦਿਨ ਦਾ ਵਾਕ ਸੁਣਿਆ। ਹੁਕਮ ਵਿੱਚ ਆਉਣ ਵਾਲਾ ਗੁਰਸ਼ਬਦ ਉਸ ਦਿਨ ਦਾ ਵਿਚਾਰਨ ਯੋਗ ਵਿਸ਼ਾ ਸਮਝਿਆ ਜਾਂਦਾ ਹੈ ਤੇ ਨਾਲ ਹੀ ਗੁਰੂ ਵੱਲੋਂ ਕੋਈ ਰਮਜ਼ ਭਰਿਆ ਸੁਨੇਹਾ ਜਾਂ ਦਰਪੇਸ਼ ਮਸਲੇ ਦਾ ਹੱਲ। ਕੁਝ ਸ਼ਰਧਾਲੂ ਤਾਂ ਹਰਿਮੰਦਰ ਸਾਹਿਬ ਦੇ ਅੰਦਰ ਜਾਂ ਉਤਲੀ ਮੰਜ਼ਿਲ ਤੇ ਜਿੱਥੇ ਥਾਂ ਮਿਲਿਆ ਬੈਠ ਗਏ। ਢਿੱਲੋਂ ਤੇ ਉਹਦੀ ਪਤਨੀ ਦਾ ਨਿੱਤ ਦਾ ਪ੍ਰੋਗਰਾਮ ਹੁਕਮਨਾਮੇ ਤੋਂ ਪਿੱਛੋਂ ਮੱਥਾ ਟੇਕ ਕੇ ਪਰਿਕਰਮਾ ਦੇ ਵਰਾਂਡੇ 'ਚ ਆ ਕੇ ਬਹਿਣ ਦਾ ਹੁੰਦਾ ਸੀ। ਇੱਥੇ ਉਹ ਖੁੱਲ੍ਹੇ ਥਾਂ ਬੈਠ ਕੇ ਨਿੱਤ ਹੁੰਦਾ ਰਹਿਣ ਵਾਲਾ ਕੀਰਤਨ ਸੁਣਦੇ ਤੇ ਫਿਰ ਅਰਦਾਸ ਹੋਣ ਉਪਰੰਤ ਵਾਪਸ ਆਪਣੇ ਘਰ ਮੁੜਦੇ। ਅਜੇ ਅਰਦਾਸ 'ਚ ਅੱਧੇ ਕੁ ਘੰਟੇ ਦਾ ਚਿਰ ਸੀ। ਉਹ ਤਿੰਨੋਂ ਜਣੇ ਅਕਾਲ ਤਖ਼ਤ ਦੇ ਸੱਜੇ ਪਾਸੇ ਪਰਿਕਰਮਾ ਦੇ ਵਰਾਂਡੇ 'ਚ ਵਿਛੀਆਂ ਦਰੀਆਂ ਤੇ ਬੈਠ ਗਏ। ਪੱਕੇ ਰਾਗਾਂ 'ਚ ਪ੍ਰਵੀਨ ਰਾਗੀਆਂ ਦਾ ਕੀਰਤਨ ਗਾਇਨ ਪਰਿਕਰਮਾ 'ਚ ਲਗਾਏ ਗਏ ਸਟੀਰੀਓ ਸਪੀਕਰਾਂ ਰਾਹੀਂ ਸੁਣ ਰਿਹਾ ਸੀ। ਡੂੰਘੇ ਅਰਥ, ਸਰਲ ਭਾਸ਼ਾ ਤੇ ਆਸ ਉਮੀਦ ਦੀ ਵਰਖਾ ਕਰਨ ਵਾਲੀ ਆਸਾ ਦੀ ਵਾਰ ਤੇ ਕੀਰਤਨ ਰਾਹੀਂ ਅਨੇਕਾਂ ਭਰਮਾਂ ਦਾ ਵੀ ਖੰਡਨ ਹੋ ਰਿਹਾ ਸੀ। ਗੁਰਬਾਣੀ ਦੀ ਅੱਜ ਜਿੰਨੀ ਸਮਝ ਬਚਿੱਤਰ ਸਿੰਘ ਨੂੰ ਪਹਿਲਾਂ ਕਦੀ ਨਹੀਂ ਸੀ ਆਈ। ਉਹਨੂੰ ਹਰਜੀਤ ਕੌਰ ਦਾ ਰਵੱਈਆ ਹਰ ਮਸਲੇ ਦੇ ਹੱਲ ਲਈ ਗੁਰਬਾਣੀ 'ਚੋਂ ਅਗਵਾਈ ਲੈਣ ਦਾ ਉਚਿਤ ਲੱਗਾ। ਉਹਨੇ ਮਨ ਬਣਾ ਲਿਆ ਸੀ ਕਿ ਪਿੰਡੋਂ ਆਉਣ ਤੋਂ ਬਾਅਦ ਉਹ ਗੁਰਬਾਣੀ ਦੇ ਗੂੜ੍ਹ ਰਹੱਸਾਂ ਦਾ ਵੀ ਅਧਿਐਨ ਕਰੇਗਾ। ਹਰ ਰੋਜ਼ ਸਵੇਰੇ ਰੇਡੀਓ ਤੋਂ ਇੱਥੋਂ ਪ੍ਰਸਾਰਿਤ ਹੋਣ ਵਾਲਾ ਕੀਰਤਨ ਸੁਣਿਆ ਕਰੇਗਾ। ਬੰਬਈ ਉਹਦੀ ਪਤਨੀ ਹਰਜੀਤ ਕਦੇ ਕਦਾਈ ਜਲੰਧਰ ਰੇਡੀਓ ਸਟੇਸ਼ਨ ਰਾਹੀਂ ਇੱਥੋਂ ਪ੍ਰਸਾਰਿਤ ਹੋਣ ਵਾਲਾ ਕੀਰਤਨ ਸੁਣਨ 'ਚ ਸਫਲ ਹੋ ਜਾਂਦੀ ਸੀ, ਪਰ ਵਧੇਰੇ ਕਰਕੇ ਕੜਕੜ ਦੀਆਂ ਆਵਾਜ਼ਾਂ ਤੇ ਬਿਜਲਈ ਸ਼ੋਰ ਲੰਮੀ ਦੂਰੀ ਹੋਣ ਕਰਕੇ ਕੀਰਤਨ ਦੇ ਰਸ ਨੂੰ ਘਟਾਉਂਦਾ ਸੀ। ਆਨੰਦ ਸਾਹਿਬ ਦੇ ਪਾਠ ਪਿੱਛੋਂ ਅਰਦਾਸ ਹੋਈ। ਸਾਰੇ ਸ਼ਰਧਾਲੂ ਹੱਥ ਜੋੜ ਕੇ ਖੜੇ ਹੋ ਗਏ। ਅਦਬ ਤੇ ਆਦਰ 'ਚ ਝੁਕਾਏ ਸਿਰ, ਜੁੜੇ ਹੋਏ ਹੱਥ ਤੇ ਗੁਰੂ ਚਰਨਾਂ ਨਾਲ ਜੁੜੇ ਹੋਏ ਮਨ ਅੰਮ੍ਰਿਤ ਵੇਲੇ ਵਿੱਚ ਅੰਮ੍ਰਿਤ ਸਰੋਵਰ ਦੇ ਦੁਆਲੇ ਪਰਿਕਰਮਾ ਕਰਦੇ ਹੋਏ ਲੋਕ ਦੇਵਤਿਆਂ ਦਾ ਝਲਕਾਰਾ ਪਾ ਰਹੇ ਸਨ। ਅਰਦਾਸ 'ਚ ਮੰਗੇ ਗਏ ਵਿਵੇਕ ਦਾਨ ਤੇ ਸਰਬੱਤ ਦੇ ਭਲੇ ਨੇ ਜਿਵੇਂ ਬਚਿੱਤਰ ਸਿੰਘ ਦੀ ਆਤਮਾ ਹੀ ਨਿਰਮਲ ਕਰ ਦਿੱਤੀ ਹੋਵੇ। ਉਹਨੇ ਵੀ ਸਰਬੱਤ ਦਾ ਭਲਾ ਮੰਗਦੇ ਹੋਏ ਨੇ ਮੱਥਾ ਟੇਕਿਆ। ਸੰਗਮਰਮਰ ਦੇ ਠੰਡੇ ਫਰਸ਼ ਤੇ ਮੱਥੇ ਦੇ ਸਪਰਸ਼ ਰਾਹੀਂ ਜਿਵੇਂ ਕਈ ਭਟਕਣਾਂ ਦੀ ਤਪਸ਼ ਠੰਡੀ ਹੋ ਗਈ ਹੋਵੇ ਤੇ ਬੰਬਈ ਦੇ ਸੁੱਖ ਆਰਾਮ ਭੋਗਣ ਵਾਲੀ ਹਰਜੀਤ ਕੌਰ ਨੂੰ ਪਿੰਡ ਲਿਆ ਕੇ ਅਸੁਵਿਧਾਵਾਂ ਵਿੱਚ ਪਾਉਣ ਦਾ ਦੋਸ਼ ਭਾਵ ਬਚਿੱਤਰ ਸਿੰਘ ਦੇ ਮਨ 'ਚੋਂ ਮਿਟ ਗਿਆ। ਸਾਰੀ ਸੰਗਤ ਦੀ ਸਮੂਹਿਕ ਅਰਦਾਸ ਦੇ ਨਾਲ ਨਾਲ ਉਹਦੀ ਨਿੱਜੀ ਅਰਦਾਸ ਹਰਜੀਤ ਕੌਰ ਵਾਸਤੇ ਪਿੰਡ ਵਾਪਸ ਆ ਕੇ ਦੁੱਖਾਂ ਤੋਂ ਬਚਾਅ ਤੇ ਸੁੱਖਾਂ ਦੀ ਪ੍ਰਾਪਤੀ ਸੀ। ਸ਼ਰਧਾ ਨਾਲ ਭਰਪੂਰ ਵਾਤਾਵਰਨ 'ਚ ਅਰਦਾਸ ਦੀ ਪੂਰਤੀ ਦਾ ਜਿਵੇਂ ਉਹਨੂੰ ਭਰੋਸਾ ਦਿਵਾਇਆ ਗਿਆ ਹੋਵੇ। ਇਸ ਨਾਲ ਉਹਦਾ ਮਨ ਸ਼ਾਂਤ ਤੇ ਹੌਲਾ ਫੁੱਲ ਹੋ ਕੇ ਖੁਸ਼ੀ ਦੇ ਮੰਡਲਾਂ 'ਚ ਵਿਚਰਨ ਲੱਗ ਪਿਆ। ਅਰਦਾਸ ਉਪਰੰਤ ਉਹ ਤਿੰਨੇ ਘਰ ਨੂੰ ਮੁੜਨ ਵਾਸਤੇ ਕਾਰ ਕੋਲ ਪਹੁੰਚੇ। ਅੱਤ ਦੀ ਠੰਡ 'ਚ ਨੰਗੇ ਪੈਰ ਠਰ ਤਾਂ ਜ਼ਰੂਰ ਰਹੇ ਸਨ, ਪਰ ਉਹਨਾਂ ਦੀ ਸ਼ਰਧਾ ਕਾਰਨ ਨਾ ਉਹਨਾਂ ਲਈ ਦੁਖਦਾਈ ਸਨ ਤੇ ਨਾ ਹੀ ਅਸਹਿ।
ਉਹ ਦਰਬਾਰ ਸਾਹਿਬ ਕਮੇਟੀ ਵੱਲੋਂ ਬਣਾਏ ਗਏ ਕਾਰ ਪਾਰਕ 'ਚ ਪਹੁੰਚੇ। ਢਿੱਲੋਂ ਨੇ ਕਾਰ ਦੀ ਖਿੜਕੀ ਚਾਬੀ ਲਾ ਕੇ ਖੋਲ੍ਹੀ। ਸਟੀਅਰਿੰਗ ਤੇ ਬੈਠ ਕੇ ਆਪਣੀ ਪਤਨੀ ਦੇ ਬੈਠਣ ਲਈ ਪਿਛਲੀ ਖਿੜਕੀ ਖੋਲ੍ਹੀ ਤੇ ਫਿਰ ਅਗਲੀ ਖੱਬੇ ਪਾਸੇ ਵਾਲੀ ਖਿੜਕੀ ਖੋਲ੍ਹੀ ਤੇ ਬਚਿੱਤਰ ਸਿੰਘ ਉਹਦੇ ਬਰਾਬਰ ਬਹਿ ਗਿਆ। ਕਾਰ 'ਚ ਬਹਿ ਕੇ ਉਹਨਾਂ ਨੇ ਆਪੋ ਆਪਣੀਆਂ ਜੁੱਤੀਆਂ ਪਾਈਆਂ। ਉਹਨਾਂ ਤਿੰਨਾਂ ਦਾ ਧਿਆਨ ਅਜੇ ਵੀ ਹਰਿਮੰਦਰ ਸਾਹਿਬ ਦੇ ਵਾਤਾਵਰਨ 'ਚ ਹੀ ਰੰਗਿਆ ਸੀ। ਉਹਨਾਂ ਤਿੰਨਾਂ 'ਚੋਂ ਕੋਈ ਵੀ ਬੋਲ ਨਹੀਂ ਸੀ ਰਿਹਾ। ਢਿੱਲੋਂ ਨੇ ਕਾਰ ਸਟਾਰਟ ਕੀਤੀ ਤੇ ਕਾਰ ਪਾਰਕ ਤੋਂ ਬਾਹਰ ਲਿਆ ਕੇ ਕੋਤਵਾਲੀ ਵੱਲ ਵਧਣ ਲੱਗਾ। ਬਚਿੱਤਰ ਸਿੰਘ ਦਾ ਮਨ ਹਰਿਮੰਦਰ ਸਾਹਿਬ ਦੀ ਮਹਾਨਤਾ ਵਿਚਾਰਨ ਲੱਗ ਪਿਆ। ਇਸ ਹਰੀ ਮੰਦਰ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਹੀ ਸੀ, ਜਿਸ ਵਿੱਚ ਜਾਤ ਪਾਤ ਨੂੰ ਤਿਆਗ ਕੇ ਗੁਣ ਤੇ ਘਾਲ ਕਮਾਈ ਨੂੰ ਮਹੱਤਵ ਦੇ ਕੇ ਕਬੀਰ ਜੁਲਾਹਾ, ਰਵਿਦਾਸ ਚਮਾਰ, ਧੰਨਾ ਜੱਟ, ਸੈਣ ਨਾਈ, ਫਰੀਦ ਮੁਸਲਮਾਨ ਤੇ ਹੋਰ ਭਗਤਾਂ ਦੀਆਂ ਕਾਵਿ ਕਿਰਤਾਂ ਗੁਰੂ ਸਾਹਿਬਾਂ ਦੇ ਬਰਾਬਰ ਰੱਖੀਆਂ ਗਈਆਂ। ਇਸ ਬਰਾਬਰੀ ਦੇ ਸੁਨੇਹੇ ਕਾਰਨ ਹੀ ਤਾਂ ਗੁਰੂ ਦੇ ਸਿੱਖਾਂ ਨੇ ਆਪਣੇ ਆਪ ਨੂੰ ਸਭ ਮਨੁੱਖਾਂ ਦੇ ਬਰਾਬਰ ਸਮਝ ਕੇ ਜ਼ੁਲਮ ਤੇ ਜਬਰ ਵਿਰੁੱਧ ਬਗਾਵਤ ਕਰਕੇ ਹਲੀਮੀ ਰਾਜ ਦਾ ਉਪਰਾਲਾ ਕੀਤਾ ਸੀ। ਦਰਸ਼ਨੀ ਡਿਓਢੀ ਦੇ ਬਾਹਰ ਲਾਚੀ ਬੇਰੀ, ਜਿਸ ਨਾਲ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਘੋੜੇ ਬੰਨ੍ਹ ਕੇ ਮੱਸੇ ਰੰਘੜ ਦਾ ਸਿਰ ਲਾਇਆ ਸੀ, ਦੁਨੀਆ ਦੀ ਸਰਬੋਤਮ ਬਹਾਦਰੀ ਦੀ ਯਾਦਗਾਰੀ ਤਾਂ ਹੈ। ਬੁੰਗਾ ਰਾਮਗੜ੍ਹੀਆਂ 'ਚ ਦਿੱਲੀ ਦੇ ਲਾਲ ਕਿਲ੍ਹੇ ਦੇ ਦੀਵਾਨੇ ਖਾਸ ਤੋਂ ਲਿਆ ਕੇ ਲਾਏ ਗਏ ਲਾਲ ਪੱਥਰ ਦਿੱਲੀ ਫਤਿਹ ਦੀ ਯਾਦਗਾਰੀ ਤਾਂ ਹੈ। ਦਰਸ਼ਨੀ ਡਿਓਢੀ 'ਚ ਸੋਮਨਾਥ ਮੰਦਰ ਦੇ ਚਾਂਦੀ ਦੇ ਦਰਵਾਜ਼ੇ ਹਮਲਾਵਰਾਂ ਤੋਂ ਖੋਹ ਕੇ ਲਿਆ ਕੇ ਇੱਥੇ ਲਾਏ ਜਾਣਾ ਵੀ ਤਾਂ ਪੰਜਾਬੀ ਭਾਰਤੀ ਮਰਦਾਨਗੀ ਦੀ ਸ਼ਾਨ ਹੀ ਤਾਂ ਹੈ। ਬਾਬਾ ਦੀਪ ਸਿੰਘ ਦਾ ਅਸਥਾਨ ਕੁਰਬਾਨੀ ਤੇ ਗੌਰਵ ਦਾ ਚਮਕਦਾ ਸੂਰਜ ਹੀ ਤਾਂ ਹੈ। ਇਸ ਸਭ ਦੇ ਨਾਲ ਹਰਿਮੰਦਰ ਸਾਹਿਬ ਵਿੱਚੋਂ ਵਿਵੇਕ ਦਾਨ ਤੇ ਸਰਬੱਤ ਦਾ ਭਲਾ ਜੀਵਨ ਨੂੰ ਕਿਵੇਂ ਧਨਵਾਨ ਤੇ ਬਲਵਾਨ ਬਣਾਉਂਦਾ ਹੈ। ਬਚਿੱਤਰ ਸਿੰਘ ਇਹਨਾਂ ਡੂੰਘੀਆਂ ਸੋਚਾਂ 'ਚ ਖੋਇਆ ਸੀ ਤੇ ਉਹਨੂੰ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਬਸੰਤ ਐਵੀਨਿਊ ਵਿੱਚ ਢਿੱਲੋਂ ਦੇ ਘਰ ਦੇ ਸਾਹਮਣੇ ਕਾਰ ਆ ਕੇ ਰੁਕ ਗਈ। ਢਿੱਲੋਂ ਦੀ ਪੋਤੀ ਸਮਿਤੀ ਸਵੇਰ ਦੀ ਕਸਰਤ ਛੱਡ ਕੇ ਲੋਹੇ ਦਾ ਗੇਟ ਖੋਲ੍ਹਣ ਆਈ। ਉਹਨੇ ਟਰੈਕ ਸੂਟ ਪਾਇਆ ਸੀ ਤੇ ਚੜ੍ਹੇ ਹੋਏ ਸਾਹ ਕਾਰਨ ਉਹਦੀ ਕਸਰਤ ਦੀ ਅਸਲੀਅਤ ਦਾ ਪਤਾ ਲੱਗਦਾ ਸੀ। ਢਿੱਲੋਂ ਨੇ ਕਾਰ ਅੰਦਰ ਲਿਆ ਕੇ ਖੜੀ ਕੀਤੀ ਤੇ ਉਹ ਤਿੰਨੋਂ ਬਾਹਰ ਆਏ। ਬਚਿੱਤਰ ਸਿੰਘ ਜੀ, ਤੁਸੀਂ ਅਜੇ ਕੁਝ ਆਰਾਮ ਕਰੋ, ਲਓ ਅਖਬਾਰ ਪੜ੍ਹੋ। ਵਰਾਂਡੇ 'ਚ ਇੱਕ ਕੁਰਸੀ ਤੇ ਪਈਆਂ ਦੋ ਅਖਬਾਰਾਂ, ਇੱਕ ਅੰਗਰੇਜ਼ੀ ਟ੍ਰਿਬਿਊਨ ਤੇ ਦੂਜੀ ਪੰਜਾਬੀ ਅਜੀਤ ਵਿੱਚੋਂ ਇੱਕ ਢਿੱਲੋਂ ਨੇ ਬਚਿੱਤਰ ਸਿੰਘ ਨੂੰ ਫੜਾਉਂਦਿਆਂ ਕਿਹਾ। ਠੀਕ, ਬਚਿੱਤਰ ਸਿੰਘ ਦਾ ਅਖਬਾਰ ਫੜਦੇ ਹੋਏ ਦਾ ਉੱਤਰ ਸੀ। 8 ਵਜੇ ਬ੍ਰੇਕਫਾਸਟ ਕਰਕੇ ਆਪਾਂ ਪਲੰਬਰ ਤੇ ਇਲੈਕਟ੍ਰੀਸ਼ੀਅਨ ਨੂੰ 9 ਵਜੇ ਜਾ ਕੇ ਲੈਣਾ। ਹਾਂ ਹਾਂ, ਚੰਗਾ, ਤੁਸੀਂ ਅਜੇ ਬੈਠੋ, ਫਿਰ ਰਜਾਈ 'ਚ ਮੈਂ ਡੈਰੀ ਤੋਂ ਦੁੱਧ ਲੈ ਆਵਾਂ। ਦੁੱਧ ਲਿਆਉਣ ਲਈ ਕੁੰਡੇ ਵਾਲਾ ਡੱਬਾ ਲੈ ਕੇ ਢਿੱਲੋਂ ਦੀ ਪੋਤੀ ਕੋਲ ਆ ਕੇ ਖੜੀ ਹੋ ਗਈ। ਚਲੋ ਮੈਂ ਵੀ ਚੱਲਦਾ ਤੁਹਾਡੇ ਨਾਲ। ਢਿੱਲੋਂ ਸਾਹਿਬ, ਵੇਖ ਲਓ, ਤੁਹਾਡੀ ਮਰਜ਼ੀ, ਠੰਡ ਆ ਬੜੀ, ਤੁਸੀਂ ਬੰਬਈ ਵਾਲੇ ਠੰਡ ਤੋਂ ਬੜਾ ਡਰਦੇ। ਨਹੀਂ ਢਿੱਲੋਂ ਸਾਹਿਬ, ਬੰਬਈ 'ਚ ਅਸੀਂ ਪੰਜਾਬ ਵਾਲੇ ਹੀ ਰਹੇ ਹਾਂ ਤੇ ਹੁਣ ਪੰਜਾਬ ਹੀ ਮੁੜਨ ਲੱਗੇ ਹਾਂ। ਪੰਜਾਬ ਦੀ ਠੰਡ ਸਾਨੂੰ ਡਰਾਉਂਦੀ ਨਹੀਂ, ਪਿਆਰੀ ਲੱਗਦੀ ਹੈ। ਦੋਵੇਂ ਹੱਸ ਪਏ ਤੇ ਢਿੱਲੋਂ ਨੇ ਕੋਲ ਖੜੀ ਆਪਣੀ ਪੋਤੀ ਸਮਿਤੀ ਕੋਲੋਂ ਦੁੱਧ ਲਿਆਉਣ ਵਾਲਾ ਡੱਬਾ ਫੜਿਆ ਤੇ ਉਹ ਦੋਵੇਂ ਘਰੋਂ ਬਾਹਰ ਹੋ ਗਏ ਤੇ ਸਮਿਤੀ ਆਪਣੀ ਉਛਲ ਕੁੱਦ ਵਿੱਚ ਲੱਗ ਕੇ ਉਸ ਸਰਦੀ ਵਿੱਚ ਵੀ ਮੁੜਕੋ ਮੁੜਕੀ ਹੋ ਗਈ। ਅਧਿਆਇ 11ਵਾਂ। ਬਚਿੱਤਰ ਸਿੰਘ ਤੇ ਢਿੱਲੋਂ ਸਵੇਰ ਦੇ ਨਾਸ਼ਤੇ ਤੋਂ 8:30 ਵਜੇ ਹੀ ਵਿਹਲੇ ਹੋ ਗਏ ਸਨ। ਉਹਨਾਂ ਨੇ ਹੁਣ ਢਿੱਲੋਂ ਦੇ ਪੁੱਤਰਾਂ ਦੇ ਕੀੜੇ ਮਾਰ ਦਵਾਈਆਂ ਦੇ ਸਟੋਰ ਪਹੁੰਚਣਾ ਸੀ। ਪਹਿਲਾਂ ਤੋਂ ਹੀ ਕੀਤੇ ਫੈਸਲੇ ਅਨੁਸਾਰ ਬਿਜਲੀ ਦਾ ਮਿਸਤਰੀ ਤੇ ਪਲੰਬਰ ਉਹਨਾਂ ਨੂੰ ਉੱਥੇ 9 ਵਜੇ ਸਾਰੇ ਲੋੜੀਂਦੇ ਸਮਾਨ ਨਾਲ ਤਿਆਰ ਮਿਲਣਗੇ। ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਬਿਜਲੀ ਤੇ ਪਲੰਬਿੰਗ ਦਾ ਸਮਾਨ ਅੰਦਾਜ਼ੇ ਨਾਲੋਂ ਕੁਝ ਵਧੇਰੇ ਲੈ ਲਿਆ ਜਾਏ, ਕਿਉਂਕਿ ਵਧੀਆ ਸਮਾਨ ਤਾਂ ਮੋੜਿਆ ਜਾ ਸਕਦਾ, ਪਰ ਜੇ ਕੁਝ ਸਮਾਨ ਪਿੰਡ 'ਚ ਘਟ ਗਿਆ ਤਾਂ ਕੰਮ ਉੱਥੇ ਹੀ ਰੁਕ ਜਾਏਗਾ। ਨਿਸ਼ਚਿਤ ਸਮੇਂ ਬਚਿੱਤਰ ਸਿੰਘ ਤੇ ਢਿੱਲੋਂ ਸਟੋਰ ਤੇ ਪਹੁੰਚ ਗਏ ਤੇ ਬਿਜਲੀ ਵਾਲਾ ਤੇ ਪਲੰਬਰ ਮਿਸਤਰੀ ਵੀ ਉਹਨਾਂ ਨੂੰ ਉੱਥੇ ਹੀ ਉਹਨਾਂ ਦੀ ਉਡੀਕ ਕਰਦੇ ਮਿਲੇ। ਢਿੱਲੋਂ ਦੇ ਮੁੰਡੇ ਕੰਮ ਤੇ ਹਾਜ਼ਰ ਸਨ, ਇਸ ਲਈ ਉਹਨਾਂ ਵੀ ਬਚਿੱਤਰ ਸਿੰਘ ਨਾਲ ਤੁਰਨ 'ਚ ਕੋਈ ਮਸਲਾ ਨਹੀਂ ਸੀ, ਸੋ ਝਟਪਟ ਚੱਲ ਪੈਣ ਦਾ ਫੈਸਲਾ ਹੋਇਆ। ਬਿਜਲੀ ਦੇ ਸਮਾਨ ਤੇ ਡੱਬੇ ਤੇ ਬੋਰੀਆਂ 'ਚ ਪਾਈਪ ਫਿਟਿੰਗ ਆਦਿ ਜੀਪ ਦੇ ਪਿਛਲੇ ਹਿੱਸੇ 'ਚ ਰਖਵਾਇਆ ਗਿਆ। ਇੱਕ ਬੋਰਾ ਸੀਮਿੰਟ ਦਾ ਵੀ ਸੀ। ਇਲੈਕਟ੍ਰੀਸ਼ੀਅਨ ਤੇ ਪਲੰਬਰ ਨੂੰ ਵੀ ਪਿੱਛੇ ਬੈਠਣ ਲਈ ਆਖਿਆ ਗਿਆ। ਬਚਿੱਤਰ ਸਿੰਘ ਨੇ ਸਟੀਅਰਿੰਗ ਸੰਭਾਲਿਆ, ਢਿੱਲੋਂ ਵੀ ਉਹਦੇ ਬਰਾਬਰ ਆ ਕੇ ਬੈਠ ਗਿਆ। ਐਨ ਇਸ ਵਕਤ ਢਿੱਲੋਂ ਦਾ ਬੇਟਾ ਛੋਟਾ ਪੁੱਤਰ ਲਖਬੀਰ ਸਿੰਘ ਕੋਲ ਆ ਕੇ ਕੁਝ ਪੁੱਛਣ ਲੱਗਾ। ਉਹਦੇ ਸਵਾਲ ਦੀ ਉਡੀਕ 'ਚ ਬਚਿੱਤਰ ਸਿੰਘ ਨੇ ਜੀਪ ਦਾ ਇੰਜਨ ਸਟਾਰਟ ਨਾ ਕੀਤਾ। ਅੰਕਲ ਸ਼ਾਮ ਨੂੰ ਮੁੜ ਆਓਗੇ ਨਾ? ਲਖਬੀਰ ਦੇ ਸਵਾਲ ਤੇ ਬਚਿੱਤਰ ਸਿੰਘ ਨੇ ਢਿੱਲੋਂ ਵੱਲ ਵੇਖਿਆ। ਬੇਟਾ, ਉਮੀਦ ਤਾਂ ਹੈ, ਮਿਸਤਰੀਆਂ ਨੂੰ ਉੱਥੇ ਛੱਡ ਕੇ ਅਸੀਂ ਤਾਂ ਆ ਜਾਵਾਂਗੇ, ਪਰ ਜੇ ਕੋਈ ਅਦਲਾ ਬਦਲੀ ਹੋਈ ਤਾਂ ਫੋਨ ਕਰ ਦਿਆਂਗੇ, ਢਿੱਲੋਂ ਨੇ ਲਖਬੀਰ ਨੂੰ ਸਮਝਾਇਆ। ਜੀਪ ਸਟਾਰਟ ਹੋਈ। ਬਚਿੱਤਰ ਸਿੰਘ ਨੇ ਕਲੱਚ ਦਬਾਇਆ, ਗੱਡੀ ਪਹਿਲੇ ਗੇਅਰ 'ਚ ਪਾਈ। ਕਲੱਚ ਹੌਲੀ ਹੌਲੀ ਛੱਡਣ ਤੇ ਜੀਪ ਵੀ ਹੌਲੀ ਹੌਲੀ ਰੜਨ ਲੱਗ ਪਈ ਤੇ ਢਿੱਲੋਂ ਨੇ ਸਟੋਰ ਤੋਂ ਦੂਰ ਹੁੰਦੀ ਗਈ ਤੇ ਫਿਰ ਦੂਜਾ ਗੇਅਰ ਤੇ ਤੀਜਾ ਗੇਅਰ ਤੇ ਜੀਪ ਕੁਝ ਮੋੜ ਕੱਟ ਕੇ
ਕੁਝ ਚੁਰਾਹੇ ਪਾਰ ਕਰਦੀ ਹੋਈ ਜੀਟੀ ਰੋਡ ਤੇ ਦੌੜਦੀ ਹੋਈ ਅੰਮ੍ਰਿਤਸਰ ਸ਼ਹਿਰ ਚੋਂ ਬਾਹਰ ਆ ਗਈ ਸੀ। ਮਾਨਾਂਵਾਲਾ, ਜੰਡਿਆਲਾ, ਟਾਂਗਰਾ, ਖਲਚੀਆਂ ਤੇ ਰਈਆਂ ਇਸ ਤਰ੍ਹਾਂ ਪਿੱਛੇ ਰਹਿ ਗਏ ਜਿਵੇਂ ਬਚਿੱਤਰ ਸਿੰਘ ਨੇ ਯਾਦਾਂ ਦੀ ਪੁਸਤਕ ਦੇ ਵਰਕੇ ਥਲਦੇ ਹੋਏ ਕਈ ਅਧਿਆਏ ਪਿੱਛੇ ਛੱਡ ਦਿੱਤੇ ਹੋਣ। ਫਿਰ ਜੀਪ ਬਾਬਾ ਬਕਾਲਾ ਮੋੜ ਤੇ ਪਹੁੰਚ ਗਈ ਸੀ। ਇੱਥੋਂ ਸੱਜੇ ਹੱਥ ਮੁੜ ਕੇ ਸਿਰਫ 5 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਚੀਮਾ ਬਾਟ, ਬੂਲੋ ਨੰਗਲ ਤੇ ਕੋਟ ਮਹਿਤਾਬ ਨੂੰ ਲੰਘ ਕੇ ਬਚਿੱਤਰ ਸਿੰਘ ਨੇ ਆਪਣੇ ਪਿੰਡ ਜਾ ਪਹੁੰਚਣਾ ਸੀ। ਉਹਦਾ ਪਿੰਡ, ਜਿੱਥੇ ਉਹਦਾ ਘਰ ਸੀ, ਉਹਦੇ ਭਰਾ ਤੇ ਉਹਦਾ ਪਰਿਵਾਰ, ਉਹਦਾ ਸ਼ਰੀਕਾ ਭਾਈਚਾਰਾ ਤੇ ਉਹਦੇ ਹਾਣ ਦੇ ਕਈ ਬੰਦੇ। ਉਹਦਾ ਪਿੰਡ ਉਹਦੇ ਲਈ ਇੱਕ ਭਾਵੁਕਤਾ ਦਾ ਮੁਕਾਮ ਸੀ ਤੇ ਬਾਬਾ ਬਕਾਲਾ ਮੋੜ ਤੇ ਮੁੜਦਿਆਂ ਹੀ ਉਹਨੂੰ ਭਾਵੁਕਤਾ ਭਰੀਆਂ ਯਾਦਾਂ ਨੇ ਗੁਦਗੁਦਾਉਣਾ ਸ਼ੁਰੂ ਕਰ ਦਿੱਤਾ ਸੀ। ਸਾਢੇ ਕੁ 4 ਕਿਲੋਮੀਟਰ 8-10 ਮਿੰਟਾਂ ਵਿੱਚ ਲੰਘ ਗਏ। ਅੱਗੇ ਪਿੰਡ ਮਸਾਂ ਹੀ ਅੱਧਾ ਕੁ ਕਿਲੋਮੀਟਰ ਸੀ। ਇੱਥੋਂ ਸੜਕ ਖੱਬੇ ਪਾਸੇ ਮੋੜ ਕੱਟਦੀ ਸੀ। ਇਸ ਮੋੜ ਉੱਤੇ ਇੱਕ ਪੁਰਾਣਾ ਬੋਹੜ ਧਰਤੀ ਦੇ ਇੱਕ ਹਿੱਸੇ ਤੇ ਛਾਂ ਕਰਨ ਲਈ ਆਪਣੇ ਸੰਘਣੇ ਤੇ ਚੌੜੇ ਪੱਤਿਆਂ ਦੀ ਛਤਰੀ ਫੈਲਾਈ ਬੈਠਾ ਸੀ। ਭਾਵੇਂ ਸਰਦੀਆਂ ਦੀ ਰੁੱਤ ਛਾਂ ਦੀ ਕਿਸੇ ਨੂੰ ਲੋੜ ਨਹੀਂ ਸੀ, ਪਰ ਬੋਹੜ ਵੱਲੋਂ ਆਪਣਾ ਫਰਜ਼ ਨਿਭਾਇਆ ਜਾ ਰਿਹਾ ਸੀ। ਇਹ ਪੁਰਾਣਾ ਬੋਹੜ ਮੁਰੱਬੇਬੰਦੀ ਵੇਲੇ ਨਵੀਂ ਕੱਢੀ ਗਈ ਸੜਕ ਤੇ ਰੱਬ ਸਬੱਬੀ ਹੀ ਆ ਜਾਣ ਕਰਕੇ ਬਚ ਗਿਆ, ਨਹੀਂ ਤਾਂ ਬੇਸ਼ੁਮਾਰ ਪੱਤਿਆਂ ਨੂੰ ਸੰਭਾਲਣ ਵਾਲੇ ਇਹਦੇ ਟਹਿਣੇ ਤੇ ਟਹਿਣੀਆਂ ਛਾਂ ਦੇਣ ਦੀ ਬਜਾਏ ਵੱਢੇ ਜਾ ਕੇ ਬਾਲਣ ਬਣ ਕੇ ਕਿਸੇ ਚੁੱਲ੍ਹੇ ਜਾਂ ਭੱਠੀ 'ਚ ਕੋਲੇ ਬਣ ਕੇ ਭਬਕ ਕੇ ਇੱਕ ਵਾਰ ਸੇਕ ਦੇ ਕੇ ਸਦਾ ਲਈ ਠੰਡੇ ਹੋ ਜਾਂਦੇ। ਉਸ ਬੋਹੜ ਵੱਲ ਵੇਖ ਕੇ ਬਚਿੱਤਰ ਸਿੰਘ ਇਹ ਸੋਚ ਰਿਹਾ ਸੀ। ਇਸ ਸੋਚ ਵਿੱਚ ਖੋਏ ਹੋਏ ਨਹੀਂ, ਜੀਪ ਐਨ ਬੋਹੜ ਹੇਠਾਂ ਠੰਡੀ ਛਾਂ 'ਚ ਖੜੀ ਕਰਤੀ। ਉਹਦੇ ਨਾਲ ਬੈਠੇ ਤਿੰਨਾਂ ਜਣਿਆਂ ਨੂੰ ਪੋਹ ਦੀ ਸਵੇਰ ਦੀ ਠੰਡ ਦਾ ਤਿੱਖਾਪਨ ਵੱਧਦਾ ਹੋਇਆ ਲੱਗਿਆ। ਬਚਿੱਤਰ ਸਿੰਘ ਜੀ, ਜੀਪ ਅੱਗੇ ਤੋਰੋ, ਛਾਂ 'ਚ ਬੜੀ ਠੰਡ ਲੱਗਦੀ ਆ। ਜੀਪ ਰੋਕਿਓ। ਤਾਂ ਬੋਹੜ ਵੱਲ ਚੁੱਪ-ਚਾਪ ਵੇਖ ਰਹੇ ਬਚਿੱਤਰ ਸਿੰਘ ਨੂੰ ਢਿੱਲੋਂ ਨੂੰ ਆਖਣਾ ਹੀ ਪੈ ਗਿਆ। ਬਚਿੱਤਰ ਸਿੰਘ ਸਿਰਫ ਇੰਨਾ ਹੀ ਬੋਲਿਆ, ਪਰ ਜੀਪ ਅੱਗੇ ਨਾ ਕੀਤੀ। ਕਿੱਥੇ ਗਵਾਚ ਗਏ ਤੁਸੀਂ ਬਚਿੱਤਰ ਸਿੰਘ ਜੀ? ਢਿੱਲੋਂ ਨੇ ਉਹਦਾ ਮੋਢਾ ਹਲੂਣਦਿਆਂ ਕਿਹਾ। ਢਿੱਲੋਂ ਸਾਹਿਬ, ਉਹ ਵੇਖੋ, ਤੁਸੀਂ ਜਿਹਨੂੰ ਲੋਕ ਬੋਹੜ ਦੀ ਦਾੜੀ ਕਹਿੰਦੇ ਆ। ਬਚਿੱਤਰ ਸਿੰਘ ਨੇ ਬੋਹੜ ਦੀ ਲਮਕਦੀ ਹੋਈ ਦਾੜੀ ਵੱਲ ਹੱਥ ਕਰਕੇ ਕਿਹਾ। ਕੀ ਗੱਲ ਆ ਉਹਨੂੰ? ਢਿੱਲੋਂ ਸਾਹਿਬ, ਉਹ ਦਾੜੀ ਨਹੀਂ, ਜੜ੍ਹਾਂ ਵਾ ਬੋਹੜ ਦੀਆਂ। ਹਵਾ 'ਚ ਜੜ੍ਹਾਂ, ਪਰ ਜ਼ਮੀਨ ਤੱਕ ਪਹੁੰਚਣਾ ਚਾਹੁੰਦੀਆਂ। ਫਿਰ ਕੀ ਹੈ ਬਚਿੱਤਰ ਸਿੰਘ ਜੀ? ਤੁਸੀਂ ਜੀਪ ਧੁੱਪ 'ਚ ਕਰੋ, ਠੰਡ ਬੜੀ ਆ। ਢਿੱਲੋਂ ਨੂੰ ਸੰਘਣੇ ਬੋਹੜ ਦੀ ਠੰਡੀ ਛਾਂ ਪਰੇਸ਼ਾਨ ਕਰ ਰਹੀ ਸੀ। ਢਿੱਲੋਂ ਸਾਹਿਬ, ਉਹ ਬੋਹੜ ਦੀਆਂ ਹਵਾਈ ਜੜ੍ਹਾਂ ਮੇਰੇ ਵਾਂਗ ਹੀ ਤਾਂ ਹੈਗੀਆਂ। ਮੇਰੇ ਵਾਂਗ ਹੀ ਇਹ ਵੀ ਬੰਬਈ ਦੇ ਅਸਮਾਨ 'ਚੋਂ ਪਿੰਡ ਦੀ ਮਿੱਟੀ 'ਚ ਪਹੁੰਚਣ ਵਰਗਾ ਹੀ ਜਦੋਜਹਿਦ ਕਰ ਰਹੀਆਂ, ਹੈ ਕਿ ਨਹੀਂ ਢਿੱਲੋਂ ਸਾਹਿਬ? ਹਾਂ ਬਚਿੱਤਰ ਸਿੰਘ ਜੀ, ਪਰ ਤੁਸੀਂ ਜੀਪ ਛਾਂ ਤੋਂ ਅੱਗੇ ਕਰਕੇ ਧੁੱਪ 'ਚ ਲੈ ਚਲੋ। ਤੁਸੀਂ ਨਹੀਂ ਸਮਝ ਸਕੇ ਢਿੱਲੋਂ ਸਾਹਿਬ, ਤੁਹਾਨੂੰ ਕੀ ਪਤਾ ਹਵਾਈ ਜੜ੍ਹਾਂ ਦਾ ਦੁੱਖ, ਜਿਹੜੀਆਂ ਅਪਮਾਨ ਦਾ ਪੈਂਡਾ ਤੈਅ ਕਰਕੇ ਮਿੱਟੀ ਤੱਕ ਪਹੁੰਚਣਾ ਚਾਹੁੰਦੀਆਂ ਤਾਂ ਕਿ ਆਪਣੇ ਟਹਿਣਿਆਂ ਦਾ ਸਹਾਰਾ ਬਣ ਸਕਣ ਤੇ ਭਾਰ ਹੋਣ ਦੇ ਦੋਸ਼ ਤੋਂ ਮੁਕਤ ਹੋ ਸਕਣ। ਤੁਸੀਂ ਆਪਣੀ ਮਿੱਟੀ ਤੋਂ ਦੂਰ ਕਦੀ ਬੇਗਾਨੇ ਅਸਮਾਨ 'ਚ ਹਵਾਈ ਜੜ੍ਹਾਂ ਬਣ ਕੇ ਟੰਗੇ ਨਹੀਂ ਰਹੇ ਹੋ। ਢਿੱਲੋਂ ਸਾਹਿਬ, ਬਚਿੱਤਰ ਸਿੰਘ ਨੇ ਆਪਣਾ ਸਿਰ ਹੇਠਾਂ ਕੀਤਾ ਤੇ ਜੀਪ ਦਾ ਗੇਅਰ ਪਾ ਕੇ ਅੱਗੇ ਵਧਿਆ। ਉਹਦੀਆਂ ਨਜ਼ਰਾਂ ਸਾਹਮਣੇ ਪਿੰਡ ਦਾ ਲੁਭਾਵਣਾ ਦ੍ਰਿਸ਼ ਸੀ। ਅੱਧੇ ਕੁ ਕਿਲੋਮੀਟਰ ਦੀ ਦੂਰੀ ਤੇ ਪਿੰਡ ਦੇ ਵੰਨ-ਸੁਵੰਨੇ ਘਰ, ਇੱਕ ਮੰਜ਼ਲੇ, 2 ਮੰਜ਼ਲੇ ਤੇ ਗੁਰਦੁਆਰੇ ਦਾ ਨਿਸ਼ਾਨ ਸਭ ਨਜ਼ਰ ਆ ਰਹੇ ਸਨ। ਜੀਪ ਦੇ ਪਹੀਆਂ ਦੇ ਹਰ ਇੱਕ ਚੱਕਰ ਨਾਲ ਇਹ ਸਭ ਕੁਝ ਹੋਰ ਕੋਲ ਆਉਂਦਾ ਜਾ ਰਿਹਾ ਸੀ। ਮਸਾਂ ਹੀ 10 ਕੁ ਮਿੰਟਾਂ ਤੱਕ ਉਹ ਜੀਪ ਬਚਿੱਤਰ ਸਿੰਘ ਦੇ ਘਰ ਦੇ ਵੱਡੇ ਦਰਵਾਜ਼ੇ ਦੇ ਬਾਹਰ ਖੜੀ ਸੀ। ਦਰਵਾਜ਼ਾ ਉਹਦੇ ਭਰਾ ਦਾ ਪਰਿਵਾਰ ਅੰਦਰੋਂ ਬੰਦ ਰੱਖਦਾ ਸੀ। ਉਹ ਸਾਰੇ ਜੀਪ ਤੋਂ ਉਤਰੇ। ਦੋਹਾਂ ਮਿਸਤਰੀਆਂ ਨੂੰ ਉੱਥੇ ਰੁਕਣ ਵਾਸਤੇ ਕਹਿ ਕੇ ਬਚਿੱਤਰ ਸਿੰਘ ਢਿੱਲੋਂ ਨੂੰ ਨਾਲ ਲੈ ਕੇ ਆਪਣੇ ਭਰਾ ਦੇ ਘਰ ਵੱਲ ਤੁਰਿਆ। ਘਰ 'ਚ ਦਾਖਲ ਹੁੰਦੇ ਹੀ ਪਰਿਵਾਰ ਦੇ ਹਾਜ਼ਰ ਮੈਂਬਰਾਂ ਦੀ ਨਜ਼ਰ ਉਹਨਾਂ ਉੱਤੇ ਪਈ। ਉਹਦਾ ਭਰਾ ਧੁੱਪ 'ਚ ਡਿੱਠੇ ਇੱਕ ਮੰਜੇ ਤੇ ਲੱਤਾਂ ਲਮਕਾਈ ਬੈਠਾ ਗਰਨਾ ਕੱਢ ਰਿਹਾ ਸੀ। ਉਹਦੇ ਖੱਬੇ ਹੱਥ 'ਚ ਸਣ ਦੀਆਂ ਧਾਈਆਂ ਤੇ ਸਾਹਮਣੇ ਚਿੱਟੀਆਂ ਤਲੂਣੀਆਂ ਦਾ ਢੇਰ ਸੀ। ਉਹ ਸਭ ਕੁਝ ਉੱਥੇ ਛੱਡ ਕੇ ਛੇਤੀ ਉੱਠ ਕੇ ਬਚਿੱਤਰ ਸਿੰਘ ਵੱਲ ਵਧਿਆ। ਹੋ ਗਿਆ ਬਚਿੱਤਰ ਸਿੰਘ, ਅਸੀਂ ਤੇ ਤੇਰੀ ਚਿੱਠੀ ਦੇ ਹਿਸਾਬ ਨਾਲ ਪਰਸੋਂ ਦੀ ਉਡੀਕਦੇ ਸੀ, ਬਚਿੱਤਰ ਸਿੰਘ ਦੇ ਭਰਾ ਨੇ ਕਿਹਾ। ਭਰਾ ਦੀ ਜੱਫੀ 'ਚ ਬਚਿੱਤਰ ਸਿੰਘ ਨੂੰ ਇਉਂ ਲੱਗਾ ਜਿਵੇਂ ਬੋਹੜ ਦੀਆਂ ਹਵਾਈ ਜੜ੍ਹਾਂ ਜ਼ਮੀਨ 'ਚ ਜਾ ਖੁੱਭੀਆਂ ਹੋਣ ਤੇ ਟਹਿਣੀਆਂ ਨੂੰ ਤਾਕਤ ਪਹੁੰਚਾਉਣ ਲੱਗ ਪਈਆਂ ਹੋਣ। ਉਸੇ ਵਕਤ ਉਹਦੀ ਨਜ਼ਰ ਆਪਣੇ ਭਰਾ ਦੇ ਸੀਰੀ ਤੇ ਪਈ, ਜਿਹੜਾ ਇੱਕ ਮੱਝ ਨੂੰ ਸੰਗਲੋਂ ਫੜੀ ਬਚਿੱਤਰ ਸਿੰਘ ਦੇ ਘਰੋਂ ਇਸ ਘਰ ਖੁੱਲ੍ਹਣ ਵਾਲੇ ਦਰਵਾਜ਼ੇ ਰਾਹੀਂ ਆ ਰਿਹਾ ਸੀ। ਹੁਣ ਬਚਿੱਤਰ ਸਿੰਘ ਨੂੰ ਲੱਗਾ ਕਿ ਬੋਹੜ ਦੀਆਂ ਹਵਾਈ ਜੜ੍ਹਾਂ ਜ਼ਮੀਨ 'ਚ ਤਾਂ ਜਾ ਚੁੱਕੀਆਂ ਹਨ, ਪਰ ਉਹਨਾਂ ਦੁਆਲਿਓਂ ਮਿੱਟੀ ਉੱਡਣੀ ਸ਼ੁਰੂ ਹੋ ਗਈ ਸੀ। ਉਹਦੇ ਘਰ ਨੂੰ ਮਨ੍ਹਾ ਕਰਨ ਤੇ ਵੀ ਡੰਗਰਾਂ ਲਈ ਵਰਤਣਾ ਤੇ ਹੋਰ ਕਈ ਕੁਝ ਉਲਾਮਿਆਂ ਦਾ ਸਿਲਸਿਲਾ ਵੀ ਸ਼ੁਰੂ ਕਰਵਾਏਗਾ। ਬਚਿੱਤਰ ਸਿੰਘ ਦੇ ਭਰਾ ਨੇ ਢਿੱਲੋਂ ਨਾਲ ਵੀ ਹੱਥ ਮਿਲਾਇਆ, ਫਿਰ ਦੋਹਾਂ ਨੂੰ ਉਸੇ ਮੰਜੇ ਵੱਲ ਲੈ ਤੁਰਿਆ ਜਿੱਥੇ ਆਪ ਬੈਠਾ ਸੀ। ਬਚਿੱਤਰ ਸਿੰਘ ਦੀ ਭਰਜਾਈ ਨੇ ਵੀ ਸਤਿ ਸ੍ਰੀ ਅਕਾਲ ਬੁਲਾਏ। ਦੋਹਾਂ ਭਤੀਜ ਨੂੰਹਾਂ ਨੇ ਆ ਕੇ ਪੈਰੀਂ ਹੱਥ ਲਾਇਆ। ਉਹਨਾਂ ਦੋਵਾਂ ਦੇ ਬਹਿਣ ਲਈ 2 ਕੁਰਸੀਆਂ ਲਿਆ ਦਿੱਤੀਆਂ। ਉਹਦੇ ਭਤੀਜੇ ਪਹਿਲੀਆਂ 'ਚ ਸਨ ਤੇ ਉਹਨਾਂ ਦੇ ਨਿਆਣੇ ਸਕੂਲ। ਚੁੱਲ੍ਹੇ ਤੇ ਚਾਹ ਬਣਦਿਆਂ ਤੇ ਪੀਂਦਿਆਂ ਸਾਰਾ
ਹਾਲ ਚਾਲ ਦੱਸਿਆ ਪੁੱਛਿਆ ਗਿਆ। ਦੋਹਾਂ ਮਿਸਤਰੀਆਂ ਨੂੰ ਵੀ ਇੱਕ ਮੰਜੇ ਤੇ ਬਿਠਾ ਕੇ ਚਾਹ ਪਿਆਈ ਗਈ। ਅੱਜ ਹੀ ਕੀਤੀ ਜਾਣ ਵਾਲੀ ਕਾਰਵਾਈ ਤੇ ਨਾਲ ਲਿਆਂਦੇ ਗਏ ਮਿਸਤਰੀਆਂ ਬਾਰੇ ਜਾਣ ਕੇ ਬਚਿੱਤਰ ਸਿੰਘ ਦੇ ਭਰਾ ਦੇ ਸਾਰੇ ਸ਼ੱਕ ਦੂਰ ਹੋ ਗਏ ਕਿ ਇਸ ਵਾਰੀ ਬਚਿੱਤਰ ਸਿੰਘ ਜ਼ਰੂਰ ਹੀ ਪਿੰਡ ਆ ਕੇ ਆਪਣਾ ਘਰ ਤੇ ਜ਼ਮੀਨ ਸੰਭਾਲ ਲਏਗਾ। ਇਸ ਗੱਲ ਤੋਂ ਬਚਿੱਤਰ ਸਿੰਘ ਦੇ ਭਰਾ ਦੇ ਮਨ 'ਚ ਕਈ ਸ਼ੰਕਿਆਂ ਨੇ ਉਸਲਵੱਟੇ ਲਏ। ਮਿਸਤਰੀਆਂ ਨੂੰ ਛੇਤੀ ਕੰਮ ਵਿਖਾ ਦਿੱਤਾ ਗਿਆ। ਇਲੈਕਟ੍ਰੀਸ਼ੀਅਨ ਸਾਰੇ ਸਵਿੱਚਾਂ ਤੇ ਤਾਰਾਂ ਆਦਿ ਦਾ ਨਿਰੀਖਣ ਕਰਨ ਲੱਗ ਪਿਆ। ਇਸ ਤਰ੍ਹਾਂ ਪਲੰਬਰ ਨੇ ਵੀ ਮੋਟਰ ਵਾਲਾ ਪੰਪ ਜਿਹੜਾ ਕਿ ਉਤਾਰ ਕੇ ਰੱਖਿਆ ਸੀ ਚਾਲੂ ਕਰਕੇ ਛੱਤ ਤੇ ਬਣੀ ਟੈਂਕੀ ਤੇ ਹੋਰ ਟੂਟੀਆਂ ਆਦਿ ਠੀਕ ਕਰਨੀਆਂ ਸ਼ੁਰੂ ਕਰਤੀਆਂ। ਕੋਈ ਵੱਡਾ ਨੁਕਸ ਜਾਂ ਭੰਨ ਤੋੜ ਨਹੀਂ ਸੀ। 2 ਦਿਨਾਂ ਵਿੱਚ ਹੀ ਸਭ ਕੁਝ ਠੀਕ ਹੋ ਜਾਣਾ ਚਾਹੀਦਾ ਸੀ। ਆਂਢ ਗੁਆਂਢ ਕਈ ਜਣੇ ਬਚਿੱਤਰ ਸਿੰਘ ਨੂੰ ਮਿਲਣ ਆਏ ਤੇ ਉਹਨਾਂ ਸਾਰਿਆਂ ਨੇ ਉਹਦੇ ਆਉਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ, ਪਰ ਉਹਦੇ ਭਰਾ ਦੇ ਪਰਿਵਾਰ ਦੀ ਖੁਸ਼ੀ ਘਟਦੀ ਜਾ ਰਹੀ ਸੀ। ਤਰਕਾਲਾਂ ਨੂੰ ਬਚਿੱਤਰ ਸਿੰਘ ਨੇ ਤੇ ਢਿੱਲੋਂ ਮਿਸਤਰੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਮੁੜ ਗਏ। ਜਾਣ ਤੋਂ ਪਹਿਲਾਂ 2 ਮਜ਼ਦੂਰਾਂ ਨੂੰ ਅਗਲੀ ਸਵੇਰੇ ਘਰ ਦੀ ਸਫਾਈ ਵਾਸਤੇ ਪੱਕਾ ਕਰ ਗਏ ਸਨ। ਬਿਜਲੀ ਦੇ ਪਲੰਬਿੰਗ ਦਾ ਕੰਮ ਕੱਲ੍ਹ ਤੱਕ ਮੁੱਕ ਜਾਣ ਦੀ ਆਸ ਸੀ ਤੇ ਪਰਸੋਂ ਤੋਂ ਰੰਗ ਰੋਗਨ ਕਲੀ ਆਦਿ ਸ਼ੁਰੂ ਹੋ ਜਾਣੀ ਸੀ। 8 ਦਿਨਾਂ 'ਚ ਸਾਰੇ ਕੰਮ ਪੂਰੇ ਹੋ ਗਏ। 8ਵੇਂ ਦਿਨ ਦੀ ਰਾਤ ਹਰ ਤਰ੍ਹਾਂ ਨਾਲ ਉਪਯੁਕਤ ਘਰ 'ਚ ਬਚਿੱਤਰ ਸਿੰਘ ਨੇ ਕਈ ਸੋਚਾਂ 'ਚ ਬਿਤਾਈ। ਸਵੇਰੇ ਧੁੱਪ ਚੜ੍ਹੀ। ਉਹਨੇ ਪਹਿਲੀਆਂ ਗੇੜਾ ਮਾਰਨ ਦੀ ਸਲਾਹ ਕਰਕੇ ਘਰੋਂ ਨਿਕਲ ਤੁਰਿਆ। ਫਿਰਨੀ ਉੱਤੇ ਉਹਨੂੰ ਹੌਲੀ ਹੌਲੀ ਤੁਰਦਾ ਹੋਇਆ ਇੱਕ ਬੁੱਢਾ ਮਿਲਿਆ। ਉਹਦੇ ਵੱਲ ਪਹਿਚਾਨਣ ਦੇ ਯਤਨ ਨਾਲ ਵੇਖ ਰਿਹਾ ਸੀ। ਪਛਾਣ ਲਿਆ ਬਚਿੱਤਰ ਸਿੰਘ? ਆ ਨਾ ਸਾਡਾ ਆਪਣਾ ਤੇ ਬੇਤਕਲਫੀ ਵਾਲਾ ਸੰਬੋਧਨ ਸੀ, ਪਰ ਬਚਿੱਤਰ ਸਿੰਘ ਨੂੰ ਉਹਦੀ ਪਛਾਣ ਨਾ ਆਈ। ਨਹੀਂ ਪਛਾਣਿਆ ਮੈਨੂੰ? ਬਚਿੱਤਰ ਸਿੰਘ ਪਛਾਣਿਆ ਤਾਂ ਮੈਂ ਵੀ ਤੈਨੂੰ ਨਹੀਂ, ਪਰ ਐਵੇਂ ਬੁੱਝ ਲਿਆ। ਤੈਨੂੰ ਕੁਝ ਓਪਰਾ ਜਿਹਾ ਲੱਗਣ ਕਰਕੇ ਸਾਰੇ ਪਿੰਡ 'ਚ ਗੱਲਾਂ ਜੋ ਹੋਣ ਡਈਆਂ ਸੀ ਵੀ ਬੰਬਈਓ ਬਚਿੱਤਰ ਸਿੰਘ ਆ ਗਿਆ ਤੇ ਇੱਥੇ ਹੀ ਰਹੂ ਹੁਣ ਆਪਣੇ ਟੱਬਰ ਨਾਲ। ਮੈਨੂੰ ਨਹੀਂ ਨਾ ਪਛਾਣਿਆ ਅਜੇ ਵੀ ਤੂੰ? ਨਹੀਂ ਜੀ, ਮੈਨੂੰ ਤੁਹਾਡੀ ਪਛਾਣ ਨਹੀਂ ਆਈ। ਤੁਸੀਂ ਦੱਸੋ ਜੀ। ਤੇ ਤੁਸੀਂ ਕਹਿ ਕੇ ਕਿਉਂ ਸ਼ਰਮਿੰਦਾ ਕਰਦਾ ਵਾਂ? ਮੈਂ ਉਹ ਹੀ ਹਾਂ, ਚਰਨ, ਜਿਹੜਾ ਤੇਰੇ ਨਾਲ ਚੌਥੀ 'ਚ ਪੜ੍ਹਦਾ ਹੁੰਦਾ ਸੀ। ਚਰਨੂ ਲੁਹਾਰਾਂ ਦਾ। ਹੁਣ ਮੈਨੂੰ ਲੋਕ ਚਰਨ ਸਿਉਂ ਕਹਿੰਦੇ ਆ। ਦੋਤਿਆਂ ਪੋਤਿਆਂ ਵਾਲਾ ਜੋ ਹੋ ਗਿਆ ਮੈਂ ਨਾਲ। ਭਾਈ ਮੇਰੇ ਮੁੰਡਿਆਂ ਨੇ 4 ਪੈਸੇ ਕਮਾ ਲਏ, ਮਿਸਤਰੀਆਂ ਦਾ ਚਰਨ ਸਿਉਂ ਕਹਿਣ ਲੱਗ ਪਏ ਆ। ਚਲੋ ਛੱਡੋ ਜੀ ਇਹ ਸਭ ਕੁਝ, ਸੁਣਾਓ ਕੀ ਹਾਲ ਆ ਬਾਲ ਬੱਚੇ ਦਾ? ਬਚਿੱਤਰ ਸਿੰਘ ਨੇ ਪੁੱਛਿਆ। ਹਾਲ ਵਧੀਆ। 2 ਮੁੰਡਿਆਂ ਦੇ ਲੁਧਿਆਣੇ ਕਾਰਖਾਨੇ ਆ, ਤੀਜਾ ਬਟਾਲੇ ਫੋਰਮੈਨ ਆ। ਧੀਆਂ ਪੁੱਤ ਵਿਆਹੇ ਵਰੇ ਆ, ਸਾਰੇ ਸੌਖੀ ਰੋਟੀ ਖਾਂਦੇ ਆ, ਗੁਰੂ ਦੀ ਮਿਹਰ ਆ। ਚੰਗਾ ਚਰਨ ਸਿੰਘ ਜੀ, ਗੁਰੂ ਦੀ ਮਿਹਰ ਹੀ ਚਾਹੀਦੀ ਆ। ਪਿੰਡ ਦਾ ਹਾਲ ਦੱਸੋ? ਬਚਿੱਤਰ ਸਿੰਘ ਪਿੰਡ ਦਾ ਹਾਲ? ਪਿੰਡ ਦਾ ਹਾਲ ਇੱਕੋ ਜਿਹਾ ਨਹੀਂ ਰਹਿੰਦਾ ਸਦਾ। ਕੋਈ ਕੀ ਦੱਸੇ? ਕੋਈ ਹਾਲ ਆ ਪਿੰਡ ਦੇ? ਕਿਹੜਾ ਦੱਸਾਂ ਤੈਨੂੰ? ਪਿੰਡ ਦੇ ਸਾਰੇ ਹੀ ਹਾਲ ਦੱਸ ਦਿਓ ਮੈਨੂੰ ਚਰਨ ਸਿੰਘ ਜੀ। ਚੰਗਾ, ਪਰ ਤੂੰ ਚੱਲਿਆ ਕਿੱਥੇ ਆ? ਵਿਹਲ ਹੀ ਹੈਗਾ ਹੀ ਸਾਰੇ ਹਾਲ ਸੁਣਨ ਨੂੰ। ਮੈਂ ਤਾਂ ਐਵੇਂ ਪਹਿਲੀਆਂ ਫੇਰਾ ਮਾਰਨ ਚੱਲਿਆ ਵਾਂ। ਮੈਂ ਤਾਂ ਵਿਹਲਾ ਹੀ ਹਾਂ। ਤੁਹਾਡੇ ਕੋਲ ਟਾਈਮ ਹੋਵੇ ਸਹੀ ਚਰਨ ਸਿੰਘ ਜੀ। ਸਾਡੇ ਕੋਲ ਟਾਈਮ ਹੀ ਟਾਈਮ ਆ। ਚੱਲ ਮੈਂ ਵੀ ਚੱਲਦਾ ਤੇਰੇ ਨਾਲ ਹੀ ਤੁਹਾਡੀਆਂ ਪਹਿਲੀਆਂ ਵੱਲ। ਨਾਲੇ 4 ਗੰਨੇ ਲੈ ਆਊਂਗਾ ਤੁਹਾਡੀ ਕਮਾਦੋਂ। ਬਟਾਲੇ ਵਾਲੇ ਮੁੰਡੇ ਦਾ ਟੱਬਰ ਪਿੰਡ ਹੀ ਰਹਿੰਦਾ ਵਾ। ਨਿਆਣੇ ਗੰਨੇ ਚੂਪ ਲੈਣਗੇ, ਨਾਲੇ ਪਿੰਡ ਦਾ ਹਾਲ ਚਾਲ ਦੱਸਦਾ ਵਾਂ। ਹਾਂਜੀ ਹਾਂਜੀ ਠੀਕ ਆ। ਬਚਿੱਤਰ ਸਿੰਘ ਸੁਣ ਪਿੰਡ ਦੀ, ਇੱਥੇ ਤੱਤੀ ਵੀ ਉਹ ਤੇ ਠੰਡੀ ਵੀ। ਜਦੋਂ ਦੇ ਨਵੇਂ ਬੀਜ ਖਾਦਾਂ ਟਰੈਕਟਰ ਤੇ ਬਿਜਲੀ ਆਈ ਆ ਨਾ, ਲੋਕਾਂ ਦਾ ਢਿੱਡ ਭਰਨ ਲੱਗ ਪਿਆ। ਖਾਲੀ ਢਿੱਡ ਪਹਿਲਾਂ ਭਰਿਆ, ਫਿਰ ਆਫਰ ਵੀ ਗਿਆ। ਆਫਰੇ ਢਿੱਡਾਂ ਵਾਲਿਆਂ ਨੇ ਢਿੱਡ ਅੜੀਆਂ ਲਈਆਂ, ਡਾਂਗੋ ਡਾਂਗੀ ਹੋਏ ਤੇ ਕਾਕੂ ਗਿਆ ਨੇ ਹਵੇਲੀ ਵਾਲਿਆਂ ਦਾ ਬੰਦਾ ਮਾਰਤਾ। 2 ਭਰਾਵਾਂ ਨੂੰ ਉਮਰ ਕੈਦ ਹੋਈ, ਜ਼ਮੀਨ ਗਹਿਣੇ ਟਰੈਕਟਰ ਵਿਕ ਗਏ। ਆਫਰਿਆ ਢਿੱਡ ਹੁਣ ਫੇਰ ਫਾਕੇ ਕੱਟਣ ਡਿਆ ਵਾ। ਬੜੀ ਦੁੱਖ ਭਰੀ ਗੱਲ ਆ। ਇੱਕ ਗੱਲ ਤੂੰ ਅਜੇ ਹੋਰ ਸੁਣ। ਹੱਟੀ ਵਾਲਿਆਂ ਬਾਹਮਣਾਂ ਦੀ ਕੁੜੀ ਮਾਸਟਰਨੀ ਸੀ ਜਲਾਲਾਬਾਦ। ਆਪਣੇ ਪਿੰਡ ਦੇ ਲੱਖੂ ਮਜ਼ਬੀ ਦਾ ਮੁੰਡਾ ਸਕੂਲਾਂ ਦੇ ਸਾਰੇ ਜ਼ਿਲ੍ਹੇ ਦਾ ਵੱਡਾ ਅਫਸਰ ਲੱਗ ਗਿਆ ਸੀ ਪੜ੍ਹ ਲਿਖ ਕੇ। ਬਈ ਉਹਨੇ ਬੜੀ ਪੜ੍ਹਾਈ ਕੀਤੀ, ਬੜਾ ਦਿਮਾਗ ਸੀ ਉਹਦਾ। ਜੀ ਕਰਕੇ ਬੋਲਦਾ। ਹੱਟੀ ਵਾਲਿਆਂ ਦੀ ਕੁੜੀ ਵਿਆਹੋਂ ਦੂਜੇ ਸਾਲ ਹੀ ਛੱਡ ਦਿੱਤੀ ਸੀ ਉਹਦੇ ਸਹੁਰਿਆਂ ਨੇ। ਮਜ਼ਬੀਆਂ ਦਾ ਮੁੰਡੇ ਨੇ। ਮੁੰਡਾ ਤੇ ਹੱਟੀ ਵਾਲਿਆਂ ਦੀ ਕੁੜੀ ਦਾ ਆਪੋ 'ਚ ਹੀ ਯਾਰਾਨਾ ਪੈ ਗਿਆ। ਉਹਨਾਂ ਕਚਹਿਰੀ 'ਚ ਵਿਆਹ ਕਰ ਲਿਆ ਤੇ ਉਸ ਕੁੜੀ ਦਾ ਪਿਓ ਬਾਲਾ ਬਾਹਮਣ ਚੂਹਿਆਂ ਦੀ ਦਵਾਈ ਖਾ ਕੇ ਮਰ ਗਿਆ। ਆਖੇ ਉਹਦੀ ਇੱਜ਼ਤ ਮਿੱਟੀ 'ਚ ਮਿਲ ਗਈ ਸੀ। ਇਹ ਵੀ ਹਾਲ ਹੀ ਉਹ ਆਪਣੇ ਪਿੰਡ ਦਾ। ਬਚਿੱਤਰ ਸਿੰਘ ਅੱਛਾ, ਹੋਰ ਸੁਣ। ਫੇਰ ਆ ਗਈਆਂ ਬੰਦੂਕਾਂ। ਜਿਹੜਾ ਵੀ ਮੁੰਡਾ ਵੇਖੀਏ ਬੰਦੂਕ ਲਈ ਫਿਰੇ। ਉਹ ਚੁਬਾਰਾ ਨਾ, ਚਿੱਟੇ ਬਨੇਰਿਆਂ ਵਾਲਾ, ਸ਼ਾਹਾਂ ਦਾ। ਇਹਨਾਂ ਨੇ ਤਾਂ ਸਾਰੇ ਪਿੰਡ ਦੀ ਜ਼ਮੀਨ ਗਹਿਣੇ ਲਿਖਾ ਲੈਣੀ ਸੀ। ਇੱਕ ਦਿਨ ਆ ਗਏ ਬੰਦੂਕਾਂ ਵਾਲੇ। ਕੋਈ ਆਂਦਾ ਅੱਤਵਾਦੀ ਸੀ, ਕੋਈ ਆਂਦਾ ਵਾ ਕਾਲੇ ਕੱਛੇ ਵਾਲੇ। 2 ਜੀਅ ਮਾਰ ਗਏ ਉਹਨਾਂ ਦੇ। ਰੁਪਈਆ ਤੇ ਗਹਿਣਾ ਲੁੱਟ ਕੇ ਲੈ ਗਏ। ਉਹ ਵਿਚਾਰੇ ਤਾਂ ਪਿੰਡ ਹੀ ਛੱਡ ਗਏ। ਹੁਣ ਸ਼ਹਿਰ 'ਚ ਕੱਪੜੇ ਦੀ ਹੱਟੀ ਖੋਲ੍ਹੀ ਆ ਤੇ ਉਹ ਚੁਬਾਰੇ ਵਾਲਾ ਘਰ ਵਿਕਾਊ ਆ। ਬੜੇ ਦੁੱਖ ਦੀ ਗੱਲ ਆ ਚਰਨ ਸਿੰਘ ਜੀ। ਉਹ ਦੁੱਖ ਦੀਆਂ ਗੱਲਾਂ ਤੂੰ ਸੁਣ ਤਾਂ ਸਹੀ। ਉਹ ਟਾਹਲੀ ਆ ਨਾ, ਉਹ ਜਿਹੜੀ ਭਲਾਈਪੁਰ ਵਾਲੇ ਪੈਸੇ ਤੇ, ਉੱਥੇ ਮੁਕਾਬਲਾ ਹੋਇਆ ਸੀ ਪੁਲਿਸ ਤੇ ਮੁੰਡਿਆਂ ਦਾ। ਅੱਧੀ ਰਾਤ ਨੂੰ ਸਵੇਰੇ ਪੁਲਿਸ ਪਿੰਡ ਆ ਗਈ ਤੇ ਬੰਦਿਆਂ ਨੂੰ ਸੱਦ ਕੇ ਲੈ ਗਈ। ਕਹਿੰਦੇ ਵੀ ਮੁੰਡੇ ਪਛਾਣੋ। ਮੈਂ ਵੀ ਗਿਆ ਸੀ।
ਕੀ ਦੱਸਾਂ ਬਚਿੱਤਰ ਸਿਆਂ, ਕਿੰਨੇ ਸੋਹਣੇ ਮੁੰਡੇ ਜਵਾਨ, ਮੇਰਾ ਜੀ ਕਰੇ ਦੋਥੜਾ ਮਾਰ ਕੇ ਰੋਵਾਂ। ਮੈਨੂੰ ਪੁਲਿਸ ਵਾਲੇ ਪੁੱਛਣ ਵੀ ਮੈਂ ਉਹਨਾਂ ਨੂੰ ਪਛਾਣਦਾ ਵਾਂ। ਮੈਂ ਕਿਹਾ ਹਾਂ। ਤਾਂ ਮੈਨੂੰ ਆਖਣ ਲੱਗੇ ਦੱਸ ਇਹ ਕਿਹਨਾਂ ਦਾ ਪੁੱਤ ਆ। ਤਾਂ ਮੈਂ ਕਿਹਾ ਮਾਵਾਂ ਦੇ ਪੁੱਤ ਆ। ਤਾਂ ਉਹਨੇ ਮੈਨੂੰ ਬੰਦੂਕ ਦਾ ਬੱਟ ਮਾਰਿਆ ਤੇ ਕਹਿੰਦਾ ਪਰਾਂ ਵੀ ਬੁੜਿਆ, ਸੱਤਰਿਆ ਬੱਤਰਿਆ। ਉਹ ਮੈਨੂੰ ਗਾਲਾਂ ਕੱਢੀ ਜਾਵੇ, ਮੈਂ ਮਰੇ ਮੁੰਡੇ ਵੇਖੀ ਜਾਵਾਂ ਤੇ ਲੋਕੀ ਹੱਸੀ ਜਾਣ। ਇਹ ਵੀ ਇੱਕ ਹਾਲ ਹੀ ਆ ਪਿੰਡ ਦਾ ਬਚਿੱਤਰ ਸਿੰਘ। ਓਹੋ ਕੀ ਅਜੇ ਹੋਰ ਸੁਣ। ਉਹ ਵੇਖ ਦੋ ਤੂਤ, ਉੱਥੇ ਨਹਿਰ ਦਾ ਪੁਲ ਆ। ਉਸ ਪੁਲ ਤੇ ਪੁਲਿਸ ਦੀ ਜੀਪ ਤੇ ਬੰਬ ਸੁੱਟ ਕੇ ਅੱਤਵਾਦੀਆਂ ਨੇ 6 ਪੁਲਿਸ ਵਾਲੇ ਮਾਰੇ ਸੀ। ਉਹਨਾਂ ਦੇ ਸਰੀਰ ਰੂੰ ਵਾਂਗੂ ਪਿੰਜੇ ਗਏ। ਕਹਿੰਦੇ ਆ ਵੀ ਉਹਨਾਂ ਨੇ ਬਦਲਾ ਲਿਆ ਸੀ। ਇਹ ਕਾਹਦੇ ਬਦਲੇ ਹੋਏ? ਕਿਉਂ ਲਈ ਦੇ ਆ ਬਦਲੇ? ਲੋਕ ਬਚਿੱਤਰ ਸਿੰਘ, ਜਦੋਂ ਨਾੜਾਂ 'ਚ ਵਗਣ ਵਾਲਾ ਲਹੂ ਧਰਤ ਤੇ ਵਗਦਾ ਤਾਂ ਧਰਤ ਰੋ ਰੋ ਕੇ ਬੰਜਰ ਹੋ ਜਾਂਦੀ ਆ। ਕੁਝ ਦੇਰ ਚੁੱਪ ਰਹੀ। ਚਰਨ ਸਿੰਘ ਮਿਸਤਰੀ ਉਦਾਸੀ 'ਚ ਡੁੱਬਾ ਸੀ। ਬਚਿੱਤਰ ਸਿੰਘ ਵੀ ਉਦਾਸ ਹੋ ਗਿਆ। ਫਿਰ ਵੀ ਉਹ ਹੋਰ ਸੁਣਨਾ ਚਾਹੁੰਦਾ ਸੀ। ਹੋਰ ਦੱਸੋ ਚਰਨ ਸਿੰਘ। ਕੀ ਦੱਸਣ ਵਾਲਾ ਬਚਿੱਤਰ ਸਿੰਘ? ਬੁੱਢਿਆਂ ਦੀ ਬੇਇੱਜ਼ਤੀ ਹੁੰਦੀ ਆ ਪੁੱਤਾਂ ਪੋਤਿਆਂ ਦੇ ਹੱਥੋਂ। ਧੀਆਂ ਪੁੱਤ ਆਪ ਮੁਹਾਰੇ ਹੋ ਗਏ ਆ। ਫਸਲਾਂ ਵੱਢਣ ਤੋਂ ਪਹਿਲਾਂ ਹੀ ਵਿਕੀਆਂ ਹੁੰਦੀਆਂ। ਵਿੱਤੋਂ ਬਾਹਰਾ ਦਾਜ, ਸ਼ਰਾਬ ਤੇ ਨਸ਼ਿਆਂ ਦੀ ਲਾਹਨਤ। 5 ਬੰਦੇ ਮਰ ਗਏ ਆ ਆਪਣੇ ਪਿੰਡ ਦੇ ਪਿਛਲੇ 7 ਸਾਲਾਂ 'ਚ ਸ਼ਰਾਬ ਪੀ ਕੇ। ਕੋਈ ਕਹਿੰਦਾ ਬਹੁਤੀ ਪੀ ਲਈ, ਕੋਈ ਕਹਿੰਦਾ ਸ਼ਰਾਬ ਜ਼ਹਿਰੀਲੀ ਸੀ। ਕੀ ਦੱਸਾਂ? ਤੂੰ ਸਭ ਕੁਝ ਮੈਥੋਂ ਹੀ ਸੁਣਨਾ ਵਾ। ਤੂੰ ਵੀ ਦੱਸ ਕੁਝ ਮੈਨੂੰ। ਕਹਿੰਦੇ ਤੂੰ ਬੰਬਈਓਂ ਆਇਆ ਵਾ, ਉੱਥੋਂ ਦੇ ਸੁੱਖਾਂ ਬਾਰੇ ਦੱਸ। ਸਾਡੇ ਪਿੰਡ ਤਾਂ ਸੋਗਾਂ ਤੇ ਦੁੱਖਾਂ ਦੀਆਂ ਹੀ ਖਬਰਾਂ ਆ ਭਾਈ ਬਚਿੱਤਰ ਸਿੰਘ। ਚਰਨ ਸਿੰਘ ਦੀਆਂ ਗੱਲਾਂ ਤੇ ਬਚਿੱਤਰ ਸਿੰਘ ਬੜਾ ਉਦਾਸ ਹੋ ਗਿਆ। ਉਹ ਛੇਤੀ ਘਰ ਮੁੜਿਆ। ਉਹਨੂੰ ਆਪਣੇ ਪਿੰਡ ਦੀ ਦੁਖੀ ਧੜਕਣ ਦਾ ਜਿਵੇਂ ਪੂਰਾ ਅਹਿਸਾਸ ਹੋ ਰਿਹਾ ਹੋਵੇ। ਉਹਨੇ ਪਿੰਡ ਦੇ ਦੁੱਖ ਮਿਟਾਉਣ ਦੀ ਤਕੜੀ ਇੱਛਾ ਕੀਤੀ, ਪਰ ਕੋਈ ਜੁਗਤ ਨਾ ਸੁੱਝ ਸਕੀ। ਉਹਦਾ ਪਿੰਡ ਆਉਣ ਦਾ ਉਦੇਸ਼ ਪੂਰਾ ਹੋ ਚੁੱਕਾ ਸੀ। ਘਰ ਦੀ ਮੁਰੰਮਤ, ਰੰਗ ਰੋਗਨ, ਬਿਜਲੀ, ਟੈਲੀਫੋਨ, ਡਿਸ਼ ਐਂਟੀਨਾ ਸਭ ਕੁਝ ਹੋ ਚੁੱਕਾ ਸੀ। ਹੁਣ ਉਹ ਜਦੋਂ ਚਾਹੇ ਹਰਜੀਤ ਕੌਰ ਨਾਲ ਇੱਥੇ ਆ ਕੇ ਰਹਿਣਾ ਸ਼ੁਰੂ ਕਰ ਸਕਦਾ ਸੀ। ਪਰ ਉਹਨੂੰ ਲੱਗਦਾ ਸੀ ਕਿ ਉਹਦਾ ਪਿੰਡ ਉਹਨੂੰ ਪਿੰਡ ਵਾਸੀਆਂ ਲਈ ਕੁਝ ਕਰਨ ਲਈ ਵਾਸਤਾ ਪਾ ਰਿਹਾ ਸੀ ਤੇ ਉਹਦੇ ਲਈ ਉਹ ਸਭ ਕੁਝ ਕਰਨਾ ਇੱਕ ਫਰਜ਼ ਦੀ ਪੁਕਾਰ ਵਾਂਗ ਸੀ। ਜੋ ਵੀ ਹੋ ਸਕੇ ਉਹਨੇ ਕਰਨ ਦਾ ਇਰਾਦਾ ਬਣਾ ਲਿਆ ਸੀ। ਅਧਿਆਇ 12ਵਾਂ। ਬਚਿੱਤਰ ਸਿੰਘ ਨੂੰ ਪਿੰਡ ਆਇਆ ਅੱਜ 17ਵਾਂ ਦਿਨ ਸੀ। ਇਸੇ ਦੌਰਾਨ ਉਹਦੇ ਪਿੰਡ ਵਾਲੇ ਘਰ ਦਾ ਕੀਤਾ ਜਾਣ ਵਾਲਾ ਸਾਰਾ ਕੰਮ ਪੂਰਾ ਹੋ ਗਿਆ ਸੀ। ਘਰ 'ਚ ਬਿਜਲੀ, ਪਾਣੀ, ਗੁਸਲਖਾਨੇ, ਟੈਲੀਫੋਨ ਬਿਲਕੁਲ ਸਹੀ ਹਾਲਤ 'ਚ ਕੰਮ ਕਰ ਰਹੇ ਸਨ। ਉਹਨੇ STD ਤੇ ਆਪਣੇ ਪਰਿਵਾਰ ਨਾਲ ਰਾਤ ਨੂੰ 10 ਵਜੇ ਤੋਂ ਬਾਅਦ ਚੌਥਾਈ ਦਰ ਹੋਣ ਤੇ ਲਗਭਗ ਰੋਜ਼ ਹੀ ਗੱਲ ਕੀਤੀ ਸੀ ਤੇ ਉਹਨਾਂ ਨੂੰ ਇੱਥੇ ਹੋਣ ਵਾਲੀ ਪ੍ਰਗਤੀ ਤੋਂ ਜਾਣੂ ਕਰਵਾ ਕੇ ਉਹਨਾਂ ਦਾ ਹਾਲ ਚਾਲ ਜਾਣ ਕੇ ਆਪਣੀ ਸਦਾ ਹੀ ਚੜ੍ਹਦੀ ਕਲਾ ਦੇ ਬਾਰੇ ਦੱਸਿਆ ਸੀ। ਬਚਿੱਤਰ ਸਿੰਘ ਨੂੰ ਰੰਗ ਰੋਗਨ ਤੇ ਲੋੜੀਂਦੀ ਮੁਰੰਮਤ ਤੋਂ ਬਾਅਦ ਪਿੰਡ ਦਾ ਇਹ ਘਰ ਸਾਰੀਆਂ ਸਹੂਲਤਾਂ ਸਣੇ ਤਸੱਲੀ ਬਖਸ਼ ਲੱਗਾ। ਉਹ ਆਪਣੇ ਮਨ 'ਚ ਇਸ ਘਰ ਦੀਆਂ ਸਹੂਲਤਾਂ ਨੂੰ ਆਪਣੇ ਬੰਬਈ ਦੇ ਫਲੈਟ ਨਾਲ ਤੁਲਨਾ ਕਰਦਾ। ਜਿਹੜਾ ਵੀ ਫਰਕ ਉਹਨੂੰ ਸੁੱਝਦਾ ਉਹ ਦੂਰ ਕਰਦਾ। ਇਸੇ ਕਰਕੇ ਉਹਨੇ ਬੰਬਈ 'ਚ ਵੇਖੇ ਜਾਣ ਵਾਲੇ TV ਦੇ ਸਾਰੇ ਚੈਨਲਾਂ ਵਾਸਤੇ ਡਿਸ਼ ਐਂਟੀਨਾ ਵੀ ਲਾ ਲਿਆ ਸੀ। ਉਹਦਾ ਮਨ ਇਸ ਘਰ ਦੀਆਂ ਸਹੂਲਤਾਂ ਨੂੰ ਉਹਨਾਂ ਦੇ ਬੰਬਈ ਦੇ ਫਲੈਟ ਵਿੱਚ ਮਿਲਣ ਵਾਲੀਆਂ ਸਹੂਲਤਾਂ ਨਾਲ ਮੁਕਾਬਲਾ ਕਰਦਾ ਤਾਂ ਉਹਨੂੰ ਮਹਿਸੂਸ ਹੁੰਦਾ ਕਿ ਉਹ ਬੰਬਈ ਵਾਂਗ ਦੁਨੀਆ ਦੇ ਕਿਸੇ ਵੀ ਥਾਂ ਇੱਥੋਂ ਫੋਨ ਕਰ ਸਕਦਾ ਹੈ। ਉੱਥੇ ਵਾਂਗ ਹੀ TV ਦੇ ਸਾਰੇ ਚੈਨਲ ਇੱਥੇ ਵੇਖ ਸਕਦਾ ਹੈ। ਵਿਹੜੇ 'ਚ ਖੜੀ ਜੀਪ ਨੂੰ ਵੇਖ ਕੇ ਉਹ ਸੋਚਦਾ ਕਿ ਇਸ਼ਤਿਹਾਰਬਾਜ਼ੀ ਤੇ ਵਪਾਰਕ ਅਦਾਰਿਆਂ ਦੇ ਖੇਤਰੀ ਸੰਗਠਨਾਂ ਕਰਕੇ ਬੰਬਈ ਵਾਲੇ ਟੁੱਥਪੇਸਟ ਤੇ ਸਾਬਣ ਸ਼ੈਂਪੂ 5 ਕਿਲੋਮੀਟਰ ਹੀ ਦੂਰ ਰਹੀਆਂ ਬਾਬਾ ਬਕਾਲਾ ਤੇ ਬਿਆਸ ਕਸਬਿਆਂ 'ਚੋਂ ਜਦੋਂ ਚਾਹੇ ਲੈ ਸਕਦਾ ਹੈ। ਬਹੁ-ਰਾਸ਼ਟਰੀ ਵੱਡੀਆਂ ਕੰਪਨੀਆਂ ਤੇ ਲਾਇਆ ਜਾਣ ਵਾਲਾ ਕਸੂਰ ਕਿ ਉਹ ਆਪਣੇ ਉਤਪਾਦਨ ਜੰਗਲੀ ਚੂਹੇ ਦੀ ਰੁੱਡ ਵਿੱਚ ਜਾ ਕੇ ਵੇਚ ਲੈਂਦੇ ਹਨ, ਬਚਿੱਤਰ ਸਿੰਘ ਨੂੰ ਕਸੂਰ ਨਾ ਹੋ ਕੇ ਇੱਕ ਗੁਣ ਵਾਂਗ ਲੱਗਾ। ਜਿੱਥੇ ਵੀ ਪੈਸਾ ਉੱਥੇ ਹੀ ਸਹੂਲਤਾਂ। ਮੁੱਢਲੀ ਅਹਿਮੀਅਤ ਤਾਂ ਪੈਸੇ ਦੀ ਹੈ ਤੇ ਪੈਸਾ ਬਚਿੱਤਰ ਸਿੰਘ ਕੋਲ ਸੀ। ਇਹ ਪੈਸਾ ਉਹਨੇ ਆਪਣੇ ਪਿੰਡੋਂ ਬੰਬਈ 'ਚ ਜਾ ਕੇ ਕਮਾਇਆ ਸੀ। ਅੱਜ ਬੰਬਈ 'ਚੋਂ ਕਮਾਏ ਪੈਸੇ ਨਾਲ ਉਹਨੇ ਆਪਣੇ ਪਿੰਡ ਦੇ ਘਰ ਵਿੱਚ ਹੀ ਬੰਬਈ ਵਾਲੀਆਂ ਸਾਰੀਆਂ ਸਹੂਲਤਾਂ ਪੈਦਾ ਕਰ ਲਈਆਂ ਸਨ। ਉਹਨੂੰ ਇਸ ਤੋਂ ਤਸੱਲੀ ਦਾ ਅਨੁਭਵ ਹੁੰਦਾ। ਬਚਿੱਤਰ ਸਿੰਘ ਆਪਣੇ ਘਰ ਬਾਰੇ ਸੋਚਦਾ। ਉਹਦਾ ਘਰ ਪਿੰਡ ਦਾ ਸਭ ਤੋਂ ਵੱਡਾ ਘਰ ਨਾ ਹੋ ਕੇ ਵੀ ਸਭ ਤੋਂ ਚੰਗਾ ਘਰ ਸੀ। ਕੀ ਇਹ ਉਹਦੇ ਖਰਚੇ ਗਏ ਪੈਸੇ ਕਰਕੇ ਸੀ? ਉਹ ਸੋਚਦਾ। ਪੈਸੇ ਦੀ ਸਮਰੱਥਾ ਤਾਂ ਪਿੰਡ 'ਚ ਹੋਰ ਵੀ ਕਈ ਘਰਾਂ 'ਚ ਸੀ। ਅਗਾਂਹ ਵਧੂ ਪੰਜਾਬ ਦੀ ਵਿਗਿਆਨਕ ਕਿਰਸਾਨੀ ਨੇ ਕਈਆਂ ਨੂੰ ਬਹੁਤ ਅਮੀਰ ਬਣਾ ਦਿੱਤਾ ਸੀ। ਪਰ ਕੀ ਉਹਨਾਂ ਦੇ ਘਰ ਬਚਿੱਤਰ ਸਿੰਘ ਦੇ ਘਰ ਵਰਗੇ ਸੁਖਾਵੇਂ, ਸਾਫ਼ ਸੁਥਰੇ ਤੇ ਆਧੁਨਿਕ ਘਰੇਲੂ ਮਸ਼ੀਨਾਂ ਨਾਲ ਸੁਸੱਜਿਤ ਸਨ? ਬਚਿੱਤਰ ਸਿੰਘ ਸੋਚਦਾ ਤੇ ਉਹਨੂੰ ਜਵਾਬ ਨਾ ਵਿੱਚ ਮਿਲਦਾ। ਫਿਰ ਉਹਦੀ ਸੋਚ ਕਾਰਨ ਲੱਭਣ 'ਚ ਰੁੱਝ ਜਾਂਦੀ। ਉਹ ਸੋਚਦਾ ਰਹਿੰਦਾ ਤੇ ਪਿੰਡ ਦੇ 3-4 ਅਮੀਰ ਪਰਿਵਾਰਾਂ ਬਾਰੇ ਸੋਚਦਾ। ਪੈਸੇ ਦੀ ਖੁੱਲ੍ਹ ਡੁੱਲ੍ਹ ਤੇ ਸਮੇਂ ਦੀ ਵੀ ਕੋਈ ਘਾਟ ਨਹੀਂ। ਪਿੰਡ 'ਚ ਸਸਤੀ ਮਜ਼ਦੂਰੀ, ਸੁਭਾਅ ਵਿੱਚ ਵੀ ਕੰਜੂਸੀ ਨਹੀਂ। ਤਾਂ ਫਿਰ ਕੀ ਕਾਰਨ ਹੋਇਆ? ਬਚਿੱਤਰ ਸਿੰਘ ਸੋਚਦਾ ਰਿਹਾ।
ਅਖੀਰ ਉਹਦਾ ਨਤੀਜਾ ਇਹ ਸੀ ਕਿ ਜੋ ਸੂਝ-ਬੂਝ ਉਹਨੂੰ ਬੰਬਈ 'ਚ ਰਹਿ ਕੇ ਮਿਲ ਸਕੀ ਹੈ, ਉਹਦੇ ਪਿੰਡ ਦੇ ਨਿਵਾਸੀਆਂ ਨੂੰ ਖੁਸ਼ਹਾਲ ਤੇ ਥੋੜ੍ਹਾ ਬਹੁਤਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਨਹੀਂ ਮਿਲ ਸਕੀ। ਇਸ ਪੱਖੋਂ ਉਹਨੇ ਆਪਣੇ ਆਪ ਨੂੰ ਸੁਭਾਗਾ ਸਮਝਿਆ ਤੇ ਇਸ ਸੁਭਾਗ ਨੂੰ ਆਪਣੇ ਪਿੰਡ ਵਾਸੀਆਂ ਨਾਲ ਸਾਂਝਾ ਕੀਤਾ। ਇਸ ਪਾਸੇ ਉਹ ਆਪਣੇ ਕਦਮ ਕਿਸ ਤਰ੍ਹਾਂ ਅੱਗੇ ਵਧਾਵੇ, ਉਹਨੂੰ ਪਿੰਡ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਪੰਚਾਇਤ ਤੇ ਗੁਰਦੁਆਰੇ ਦਾ ਖਿਆਲ ਆਇਆ। ਇਹਨਾਂ ਸੰਸਥਾਵਾਂ ਰਾਹੀਂ ਪਿੰਡ ਵਿੱਚੋਂ ਵਧੇਰੇ ਸ਼ਰਾਬ, ਬੱਚਿਆਂ ਦੀ ਪੜ੍ਹਾਈ, ਅਧਵਾਟੇ ਚੁੱਟਣਾ, ਇਸਤਰੀਆਂ ਦੇ ਰੋਗਾਂ ਪ੍ਰਤੀ ਅਣਗਹਿਲੀ, ਪਿੰਡ 'ਚ ਬਾਜ਼ਾਰ ਦੀ ਅਣਹੋਂਦ, ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ਤੇ ਸਹੂਲਤਾਂ ਪ੍ਰਤੀ ਅਗਿਆਨਤਾ ਦੂਰ ਕਰਨ ਬਾਰੇ ਆਪਣਾ ਯੋਗਦਾਨ ਪਾ ਸਕਦਾ ਸੀ। ਇਹਨੂੰ ਇਉਂ ਲੱਗਾ ਜਿਵੇਂ ਉਹਨੂੰ ਇੱਕ ਉਚਿਤ ਕਾਜ ਲੱਭ ਗਿਆ ਹੋਵੇ, ਜਿਸ ਨਾਲ ਉਹਨੂੰ ਆਨੰਦ ਮਿਲੇਗਾ ਤੇ ਪਿੰਡ ਦਾ ਹਿੱਤ ਹੋਏਗਾ। ਮਿਹਨਤ ਕਰਕੇ ਪੈਸਾ ਕਮਾਉਣ ਵਾਲੇ ਪਿੰਡ ਵਾਸੀਆਂ ਨੂੰ ਆਪਣਾ ਪੈਸਾ ਖਰਚ ਕੇ ਬੰਬਈ ਵਾਲੀਆਂ ਸਹੂਲਤਾਂ, ਭਾਅ ਤੇ ਵਸਤੂਆਂ ਮਿਲਣੀਆਂ ਹੀ ਚਾਹੀਦੀਆਂ ਹਨ। ਉਹਦੇ ਮਨ 'ਚ ਉਤਸ਼ਾਹ ਵੱਧ ਰਿਹਾ ਸੀ। ਉਹਨੂੰ ਭਵਿੱਖ 'ਚ ਝਾਤੀ ਮਾਰਨ ਵਾਲੇ ਆਪਣੇ ਮਨ ਰਾਹੀਂ ਆਪਣੇ ਖੁਸ਼ਹਾਲ ਪਿੰਡ 'ਚ ਸਫਾਈ, ਸਿਹਤ, ਵਿੱਦਿਆ, ਬਾਜ਼ਾਰ ਤੇ ਰਹਿਣ ਸਹਿਣ ਦੇ ਪੱਖੋਂ ਚੰਗੇ ਦ੍ਰਿਸ਼ ਦਿਸੇ। ਉਹਨੂੰ ਪਿੰਡ ਬਾਰੇ ਕਈ ਕੁਝ ਜਾਣਨ ਦੀ ਜ਼ਰੂਰਤ ਵੀ ਮਹਿਸੂਸ ਹੋਈ। ਉਹਨੂੰ ਚਰਨ ਸਿੰਘ ਮਿਸਤਰੀ ਦਾ ਖਿਆਲ ਆਇਆ, ਜਿਹਦੇ ਤਿੰਨੋਂ ਪੁੱਤਰ ਸ਼ਹਿਰ ਵਸੇ ਹੋਏ ਹਨ, ਪਰ ਆਪਣੇ ਬੁਢਾਪੇ 'ਚ ਆਪਣੀ ਘਰਵਾਲੀ ਨਾਲ ਪੁੱਤਰਾਂ ਦੇ ਸ਼ਹਿਰ ਆ ਕੇ ਰਹਿਣ ਤੇ ਜ਼ੋਰ ਦੇਣ ਦੇ ਬਾਵਜੂਦ ਵੀ ਪਿੰਡ 'ਚ ਰਹਿ ਰਿਹਾ ਸੀ। ਬਚਿੱਤਰ ਸਿੰਘ ਉੱਠਿਆ ਤੇ ਚਰਨ ਸਿੰਘ ਦੇ ਘਰ ਵੱਲ ਤੁਰ ਪਿਆ। ਅਧਿਆਇ 13ਵਾਂ। ਮਿਸਤਰੀ ਚਰਨ ਸਿੰਘ ਦਾ ਘਰ ਪਿੰਡ ਦੇ ਦੂਜੇ ਪਾਸੇ ਸੀ। ਦੂਰੀ ਕੋਈ ਬਹੁਤੀ ਨਹੀਂ ਸੀ। ਬਚਿੱਤਰ ਸਿੰਘ ਆਪਣੀ ਸੁਭਾਵਕ ਕਾਹਲੀ ਚਾਲੇ ਉਹਦੇ ਘਰ ਨੂੰ ਚੱਲ ਪਿਆ। ਸ਼ਾਹ ਵੇਲੇ ਤੋਂ ਬਾਅਦ ਇਹ ਤੁਰਨਾ ਉਹਨੂੰ ਸਰੀਰ ਤੋਂ ਆਲਸ ਝਾੜਨ ਵਾਂਗ ਲੱਗਾ। ਉਹ 10 ਕੁ ਮਿੰਟਾਂ ਵਿੱਚ ਹੀ ਚਰਨ ਸਿੰਘ ਦੇ ਘਰ ਪਹੁੰਚ ਗਿਆ। ਉਹਦੇ ਘਰ ਦੇ ਖੁੱਲ੍ਹੇ ਦਰਵਾਜ਼ੇ ਨੂੰ ਖੜਕਾਉਣ ਦੀ ਲੋੜ ਨਹੀਂ ਸੀ, ਪਰ ਉਹਨੇ ਦਾਖਲ ਹੁੰਦਿਆਂ ਆਵਾਜ਼ ਜ਼ਰੂਰ ਦੇ ਦਿੱਤੀ। ਕੌਣ? ਲੰਘੋ ਅੰਦਰ। ਬਚਿੱਤਰ ਸਿੰਘ ਦੀ ਆਵਾਜ਼ ਦੇ ਉੱਤਰ ਵਿੱਚ ਮਿਸਤਰੀ ਚਰਨ ਸਿੰਘ ਦੀ ਆਵਾਜ਼ ਸੀ। ਉਹ ਹੱਥ ਵਿੱਚ ਲੋਹੇ ਦੀ ਬਾਲਟੀ ਫੜੀ ਦਰਵਾਜ਼ੇ ਵੱਲ ਵਧਿਆ। ਲੋਹੇ ਦੀ ਬਾਲਟੀ ਉਹਨੇ ਹੁਣੇ ਹੀ ਪੁਦੀਨੇ ਦੀ ਕਿਆਰੀ ਨੂੰ ਪਾਣੀ ਦੇ ਕੇ ਖਾਲੀ ਕੀਤੀ ਸੀ। ਦਰਵਾਜ਼ੇ ਤੋਂ ਅੰਦਰ ਵੜਦੇ ਬਚਿੱਤਰ ਸਿੰਘ ਨੂੰ ਵੇਖ ਕੇ ਚਰਨ ਸਿੰਘ ਗਦ-ਗਦ ਹੋ ਗਿਆ। ਆਓ ਸਰਦਾਰ ਜੀ, ਆਓ, ਅੱਜ ਤਾਂ ਕੀੜੀ ਘਰ ਨਰੈਣ ਆ ਗਿਆ। ਚਰਨ ਸਿੰਘ ਨੇ ਬਾਲਟੀ ਉੱਥੇ ਰੱਖ ਦਿੱਤੀ ਤੇ ਝਾਟੀ ਕੰਧ ਨਾਲ ਖੜੀ ਕੀਤੀ ਇੱਕ ਮੰਜੀ ਨੂੰ ਵਿਹੜੇ 'ਚ ਧੁੱਪੇ ਡਾਹ ਦਿੱਤਾ। ਲਓ ਬੈਠੋ ਸਰਦਾਰ ਜੀ, ਬੜੇ ਚਾਅ ਨਾਲ ਉਹਨੇ ਆਖਿਆ, ਪਰ ਛੇਤੀ ਉਹਨੂੰ ਜਿਵੇਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਏ। ਖਲੋ, ਮੈਂ ਲਿਆਇਆ ਕੁਰਸੀ। ਗਰਮ ਪਤਲੂਨ ਨਾਲ ਤੁਹਾਤੋਂ ਮੰਜੀ ਤੇ ਬੈਠਾ ਨਹੀਂ ਜਾਣਾ। ਉਹ ਝੱਟ ਅੰਦਰ ਗਿਆ ਤੇ ਪਲਾਸਟਿਕ ਦੀ ਕੇਨ ਨਾਲ ਬੁਣੀ ਇੱਕ ਲੋਹੇ ਦੀ ਕੁਰਸੀ ਲਿਆ ਕੇ ਰੱਖ ਦਿੱਤੀ ਤੇ ਬਚਿੱਤਰ ਸਿੰਘ ਨੂੰ ਬੜੀ ਆਪਣੱਤ ਨਾਲ ਬਿਠਾਇਆ। ਤੁਸੀਂ ਕਿਹੜੇ ਕੰਮ ਆਏ? ਇਹ ਤਾਂ ਮੈਂ ਫੇਰ ਪੁੱਛਾਂਗਾ, ਪਹਿਲਾਂ ਦੱਸੋ ਛਕੋਗੇ ਕੀ? ਚਾਹ, ਦੁੱਧ, ਲੱਸੀ? ਚਰਨ ਸਿੰਘ ਜੀ, ਤੁਸੀਂ ਤਾਂ ਉਚੇਚ ਕਰਨ ਲੱਗ ਪਏ ਜੀ। ਕੋਈ ਦੂਰੋਂ ਆਇਆ ਵਾ? ਉਚੇਚ ਤਾਂ ਮੈਂ ਕਰਨਾ ਵਾਂ ਬਈ ਬਚਿੱਤਰ ਸਿੰਘ ਮੇਰੇ ਘਰ ਬੰਬਈ ਦਾ ਆਇਆ ਵਾ। ਚਰਨ ਸਿੰਘ ਫਿਰ ਹੱਸਣ ਲੱਗ ਪਿਆ। ਸਰਦਾਰ ਆਇਆ ਵਾ? ਬਿਸ਼ਨਪੁਰੇ। ਚਰਨ ਸਿੰਘ ਬਚਿੱਤਰ ਸਿੰਘ ਨਾਲ ਗੱਲ ਕਰਦਾ ਕਰਦਾ ਆਪਣੀ ਘਰਵਾਲੀ ਨੂੰ ਆਵਾਜ਼ਾਂ ਮਾਰਨ ਲੱਗ ਪਿਆ। ਤੁਸੀਂ ਬੁਲਾਇਆ? ਚਿੱਟੇ ਵਾਲਾਂ ਪਰ ਸਿਹਤ ਵਾਲੇ ਜੁੱਸੇ ਵਾਲੀ ਬਿਸ਼ਨ ਕੌਰ ਨੇ ਸੰਕੋਚ ਕਰਦੀ ਹੋਈ ਨੇ ਆ ਕੇ ਪੁੱਛਿਆ। ਆ ਵੇਖ, ਤੇਰਾ ਬੰਬਈ ਵਾਲਾ ਦਿਓਰ ਆਇਆ। ਪਹਿਲਾਂ ਤਾਂ ਲਿਆ ਅਲਸੀ ਦੀਆਂ ਪਿੰਨੀਆਂ ਤੇ ਫੇਰ ਲਿਆ ਚਾਹ। ਇਹ ਆ ਬਚਿੱਤਰ ਸਿੰਘ ਵੱਡਾ ਪੱਤੀ ਵਾਲਾ, ਇਹ ਵੀ ਹੁਣ ਪਿੰਡ 'ਚ ਹੀ ਰਹੂ ਬੰਬਈ ਛੱਡ ਕੇ। ਪਰਿਚੈ ਕਰਵਾਉਣ ਦੀ ਕਿਰਿਆ ਬੜੀ ਸਰਲ ਸੀ। ਬਚਿੱਤਰ ਸਿੰਘ ਨੇ ਉੱਠ ਕੇ ਬਿਸ਼ਨ ਕੌਰ ਨੂੰ ਸਤਿ ਸ੍ਰੀ ਅਕਾਲ ਬੁਲਾਈ। ਬਿਸ਼ਨ ਕੌਰ ਤਾਂ ਕੰਮ ਹੀ ਪੁੱਛਣ ਆਈ ਸੀ, ਕੋਈ ਹੋਰ ਗੱਲਬਾਤ ਕੀਤੇ ਬਗੈਰ ਹੀ ਮੁੜ ਗਈ। ਛੇਤੀ ਸਟੀਲ ਦੀ ਇੱਕ ਪਲੇਟ 'ਚ ਅਲਸੀ ਦੀਆਂ 4 ਪਿੰਨੀਆਂ ਲਿਆ ਕੇ ਚਰਨ ਸਿੰਘ ਨੂੰ ਫੜਾ ਕੇ ਮੇਜ਼ ਦੀ ਜ਼ਰੂਰਤ ਸਮਝ ਕੇ ਇੱਕ ਲੱਕੜ ਦਾ ਸਟੂਲ ਵੀ ਚੁੱਕ ਲਿਆਈ। ਲਓ ਬਚਿੱਤਰ ਸਿੰਘ ਜੀ, ਛਕੋ। ਬੁੱਢਿਆਂ ਨੂੰ ਸਿਆਲ 'ਚ ਬਚਾਉਣ ਵਾਲੀ ਅਲਸੀ। ਇੰਨੀ ਖਾਊ ਕੌਣ? ਇੱਕ ਪਿੰਨੀ ਬਹੁਤ ਆ ਆਪਾਂ ਨੂੰ। ਤੁਸੀਂ ਖਾ ਕੇ ਤਾਂ ਦੇਖੋ, ਪੇਂਡੂ ਖੁਰਾਕ, ਬੰਬਈ ਦੀ ਵਾਈ ਦੂਰ ਹੋ ਜਾਊਗੀ। ਸਰਦਾਰ ਜੀ, ਹੁਣ ਦੱਸੋ ਅੱਜ ਕਿਸ ਤਰ੍ਹਾਂ ਭਾਗ ਲਾਏ ਗਰੀਬ ਦੀ ਕੁੱਲੀ ਨੂੰ? ਗਰੀਬ ਦੀ ਕੁੱਲੀ ਕਿਉਂ ਚਰਨ ਸਿੰਘ ਜੀ? ਇਹ ਤਾਂ ਭਰਾ ਦਾ ਘਰ ਆ। ਭਾਈ ਬਚਿੱਤਰ ਸਿੰਘ, ਤੂੰ ਪੜ੍ਹਿਆ ਲਿਖਿਆ ਤੇ ਸ਼ਹਿਰੋਂ ਆਇਆ ਵਾ, ਤਾਈਓ ਇਸ ਤਰ੍ਹਾਂ ਬੋਲਦਾ, ਨਹੀਂ ਤਾਂ ਇੱਥੇ ਤੇਰੇ ਪਿੰਡ ਦੂਜੇ ਭਰਾ ਤਾਂ ਕਹਿੰਦੇ ਹੀ ਐ ਕੁੱਤੇ ਤਰਖਾਣ ਦਾ ਘਰ ਆ। ਚਰਨ ਸਿੰਘ ਦੀ ਗੱਲ ਤਾਂ ਹਾਸੇ 'ਚ ਮੁੱਕੀ, ਪਰ ਉਹਦਾ ਕਈਆਂ ਦੀ ਉਜੜਤਾ ਉੱਤੇ ਰੋਸ ਪ੍ਰਤੱਖ ਸੀ। ਇਸੇ ਗੱਲ ਦਾ ਤਾਂ ਮੈਨੂੰ ਦੁੱਖ ਹੈ ਚਰਨ ਸਿੰਘ ਜੀ। ਪਿੰਡ 'ਚ ਕੁਝ ਬਹੁਤ ਮਾੜੀਆਂ ਗੱਲਾਂ, ਮਾੜਾ ਬੋਲ ਚਾਲ, ਖਾਣਾ ਪੀਣਾ, ਖਹਿਬਾਜ਼ੀ। ਮੈਂ ਕਿਹਾ ਤੁਹਾਤੋਂ ਪੁੱਛੀਏ ਜੇ ਕੋਈ ਚਾਰਾ ਕੀਤਾ ਜਾ ਸਕੇ। ਸ਼ੁਕਰ ਆ ਵਾਹਿਗੁਰੂ ਦਾ, ਮੇਰੇ ਵਰਗਾ ਇੱਕ ਸ਼ੁਦਾਈ ਪਿੰਡ 'ਚ ਹੋਰ ਆਇਆ। ਚਰਨ ਸਿੰਘ ਫਿਰ ਹੱਸਣ ਲੱਗ ਪਿਆ। ਇਹ ਕੀ ਕਿਹਾ ਤੁਸੀਂ ਚਰਨ ਸਿੰਘ ਜੀ? ਬਚਿੱਤਰ ਸਿੰਘ, ਜਦੋਂ 8 ਸਾਲ ਪਹਿਲਾਂ ਮੈਂ ਮੁੰਡਿਆਂ ਕੋਲੋਂ ਸ਼ਹਿਰੋਂ ਪਿੰਡ ਆ ਕੇ ਰਹਿਣ ਲੱਗਾ, ਮੈਂ ਆਖਿਆ ਵੀ ਇੱਥੇ ਨਿਆਣੇ ਪੜ੍ਹਨ ਤੇ ਵੱਡੇ ਸ਼ਰਾਬ ਨਾ ਪੀਣ। ਮੈਂ ਵੀ ਲੱਗਾ ਇਹਨਾਂ ਨੂੰ ਸਮਝਾਉਣ ਤੇ ਇਹ ਲੱਗ ਪਏ ਆਖਣ, ਅਖੇ 4 ਦਿਨ ਸ਼ਹਿਰ ਰਹਿ ਕੇ ਕੁੱਤੇ ਤਰਖਾਣ ਦਾ ਦਿਮਾਗ ਖਰਾਬ ਹੋ ਗਿਆ।
ਮੈਂ ਤਾਂ ਬਈ ਹਟ ਗਿਆ, ਹਾਰ ਕੇ ਇਹਨਾਂ ਨੂੰ ਬੰਦੇ ਦੀ ਜੂਨ ਪਾਉਣੋਂ। ਹੁਣ ਆਪਾਂ ਖਰਾਬ ਦਿਮਾਗ ਵਾਲੇ ਦੋ ਸ਼ਦਾਈ ਮਿਲ ਕੇ ਖਬਰੇ ਕੁਝ ਕਰ ਲਈਏ। ਹੈ ਸਲਾਹ ਤੇਰੀ? ਸਲਾਹਾਂ ਤਾਂ ਮੇਰੀਆਂ ਬਹੁਤ ਆ ਚਰਨ ਸਿੰਘ ਜੀ, ਪਹਿਲਾਂ ਮੈਨੂੰ ਪਿੰਡ ਬਾਰੇ ਵਿਸਥਾਰ ਨਾਲ ਦੱਸੋ। ਬਈ ਲੰਮਾ ਕਿੱਸਾ, ਤੈਨੂੰ ਛੋਟਾ ਕਰਕੇ ਦੱਸਦਾ। ਪਹਿਲਾਂ ਸਰਪੰਚ ਤੋਂ ਸ਼ੁਰੂ ਹੋ ਜਾ। ਲੋਕ ਕਹਿੰਦੇ ਆ ਭਲਾ ਮਾਨਸ ਆਦਮੀ ਆ, ਕਿਉਂਕਿ ਥਾਣੇਦਾਰ ਅੱਗੇ ਹੱਥ ਜੋੜ ਜੋੜ ਕੇ ਸ਼ਰਾਬ 'ਚ ਫੜੇ ਬੰਦੇ ਨੂੰ ਛੁਡਾ ਦਿੰਦਾ। ਪਿੰਡ ਦੀ ਤਰੱਕੀ ਜਾਂ ਕੋਈ ਸਰਕਾਰੀ ਸਹੂਲਤ ਦਾ ਕੋਈ ਪਤਾ ਥੋ ਨਹੀਂ। ਦੂਜਾ ਲੈ ਲਾ ਗੁਰਦੁਆਰੇ ਦਾ ਭਾਈ। ਅੱਧੇ ਪਿੰਡ 'ਚੋਂ ਸਵੇਰੇ ਰੋਟੀਆਂ ਇਕੱਠੀਆਂ ਕਰ ਲੈਂਦਾ, ਅੱਧੇ ਪਿੰਡ 'ਚੋਂ ਰਾਤ ਨੂੰ। ਝੋਟੇ ਵਾਂਗ ਫਿੱਟਿਆ, ਕੋਈ ਇਤਿਹਾਸ ਨਹੀਂ ਦੱਸਦਾ, ਬਾਣੀ ਗਲਤ ਪੜ੍ਹਨੀ, ਬਸ ਬੁਤਾਂਗ ਲੋਕਾਂ ਕੋਲੋਂ ਮੱਥਾ ਟਿਕਾਈ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ। ਵਿੱਚ ਕੀ ਲਿਖਿਆ ਜੇ ਆਪ ਪਤਾ ਹੋਵੇ ਤਾਂ ਹੀ ਸਮਝਾਵੇ ਕਿਸੇ ਨੂੰ। ਤੁਹਾਡੀ ਇਹ ਗੱਲ ਤਾਂ ਠੀਕ ਹੈ, ਕੋਈ ਕਹਿੰਦਾ ਨਹੀਂ ਗੁਰਦੁਆਰੇ ਦੇ ਭਾਈ ਨੂੰ ਚਰਨ ਸਿੰਘ ਜੀ। ਕੋਈ ਆਖੂਗਾ ਕਿਉਂ ਭਾਈ? ਲੋਕ ਭਰਮਾਂ ਤੋਂ ਛੁੱਟਣਾ ਨਹੀਂ, ਭਰਮਾਂ 'ਚ ਪੈਣਾ ਚਾਹੁੰਦੇ ਆ। ਆਪਣੀ ਨਲਾਇਕੀ ਤੇ ਨਾਕਾਮਯਾਬੀ ਦੀ ਜ਼ਿੰਮੇਵਾਰੀ ਕਿਸੇ ਦੇ ਕੀਤੇ ਕਿਰਾਏ ਤੇ ਪਾ ਕੇ ਬੰਦਾ ਨਾਲੇ ਤਾਂ ਹਮਦਰਦੀ ਲੈ ਲੈਂਦਾ ਤੇ ਨਾਲੇ ਸ਼ਰਮਿੰਦਗੀ ਤੋਂ ਬਚ ਜਾਂਦਾ ਵਾ। ਭਾਈ ਕੋਲੋਂ ਗੁਰਮਤਿ ਗਿਆਨ ਦੀਆਂ ਗੱਲਾਂ ਕੋਈ ਤਾਂ ਪੁੱਛੇ ਜੇ ਕੋਈ ਭਰਮਾਂ 'ਚੋਂ ਨਿਕਲਣਾ ਚਾਹੁੰਦਾ ਹੋਵੇ। ਇੱਥੇ ਤਾਂ ਅਜੇ ਤੱਕ ਲੋਕ ਤਖੀਏ ਤੇ ਦੀਵਾ ਬਾਲੀ ਜਾਂਦੇ ਆ ਤੇ ਮਾਤਾ ਨਿਕਲਣ ਤੇ ਮਾਤਾ ਰਾਣੀ ਨੂੰ ਮੱਥੇ ਟੇਕਦੇ ਆ। ਇੱਕ ਸ਼ਰਾਬੀ ਤੇ ਫੀਮੀ ਹੈਗਾ ਵਾ ਮਹਿੰਗੂ, ਅੱਧਾ ਪਿੰਡ ਉਹਦੇ ਕੋਲੋਂ ਧਾਗਾ ਤਵੀਤ ਕਰਾਉਂਦਾ ਫਿਰਦਾ। ਕੀ ਕੀ ਕੁਛ ਦੱਸਾਂ ਤੈਨੂੰ ਬਚਿੱਤਰ ਸਿਆਂ। ਵੈਰੀ ਬੈਡ ਐਂਡ ਵੈਰੀ ਸੈਡ। ਬਚਿੱਤਰ ਸਿੰਘ ਦੇ ਮੂੰਹ ਆਪ ਮੁਹਾਰੇ ਨਿਕਲ ਗਿਆ। ਬਚਿੱਤਰ ਸਿੰਘ, ਅੰਗਰੇਜ਼ੀ 'ਚ ਅਫਸੋਸ ਕਰਨ ਨਾਲ ਨਹੀਂ ਉਹ ਕੁਛ ਸੌਰਨਾ। ਜੇ ਪਿੰਡ ਨਾਲ ਪਿਆਰ ਹੈਗਾ ਹੈ ਤਾਂ ਕੁਝ ਕਰਕੇ ਵਿਖਾਲ। ਚਰਨ ਸਿੰਘ ਨੇ ਤਾਂ ਬਚਿੱਤਰ ਸਿੰਘ ਨੂੰ ਇੱਕ ਵੰਗਾਰ ਹੀ ਪਾਤੀ ਸੀ। ਕੁਝ ਕਰਨ ਨੂੰ ਬਚਿੱਤਰ ਸਿੰਘ ਦਾ ਜੀਅ ਵੀ ਕਰਦਾ ਸੀ, ਪਰ ਉਹ ਕੀ ਕਰੇ। ਕੁਛ ਦੇਰ ਸੋਚਣ ਤੋਂ ਬਾਅਦ ਉਹਨੇ ਪੁੱਛ ਹੀ ਲਿਆ, ਮੈਂ ਕੀ ਕਰ ਸਕਦਾ? ਬੜਾ ਕੁਝ। ਦੱਸੋ ਤਾਂ ਸਹੀ। ਤੇ ਪਹਿਲੀ ਗੱਲ ਸੁਣ ਲੈ ਕਰਨ ਵਾਲੇ ਕੰਮ ਦੀ। ਪਿੰਡ 'ਚ ਘੱਟੋ ਘੱਟ 20 ਬੁੱਢੇ ਬੁੱਢੀਆਂ ਮੋਤੀਆਂ ਬਿੰਦ ਕਰਕੇ ਅੱਧ ਪਚੱਧੇ ਜਾਂ ਪੂਰੇ ਅੰਨੇ ਹੋਏ ਬੈਠੇ ਆ। ਸਾਰਿਆਂ ਦੇ ਘਰ ਵਾਲੇ ਇਹਦੇ ਇਲਾਜ ਲਈ 300-300 ਰੁਪਈਆ ਭਰ ਸਕਦੇ ਆ, ਪਰ ਅਕਲਾਂ ਬਿਨਾਂ ਖੂਹ ਖਾਲੀ। ਮੈਂ ਕਿਹਾ ਵੀ ਆ 2-4 ਵਾਰੀ ਉਹਨਾਂ ਨੂੰ, ਕਿਸੇ ਤੇ ਕੋਈ ਅਸਰ ਹੀ ਨਹੀਂ। ਜੇ ਤੂੰ ਸਰਕਾਰੀ ਹਸਪਤਾਲ 'ਚੋਂ ਇਹਨਾਂ ਦੇ ਆਪਰੇਸ਼ਨ ਕਰਵਾ ਕੇ ਮੁੜ ਕੇ ਸੁਜਾਕੇ ਬਣਾ ਦੇ ਤਾਂ ਸਾਰੇ ਪਿੰਡ ਦਾ ਰਵੱਈਆ ਹੀ ਬਦਲ ਜੂ। ਅੱਛਾ, 20 ਬੰਦੇ ਮੋਤੀਆਂ ਕਰਕੇ ਅੰਨੇ ਹੋਏ ਬੈਠੇ ਆ? ਬੜੀ ਮਾੜੀ ਗੱਲ ਆ। ਚਲੋ ਆਪਾਂ ਕਰਵਾ ਦਿੰਦੇ ਹਾਂ। ਸਭ ਦੇ ਆਪਰੇਸ਼ਨ 300 ਰੁਪਏ ਦੇ ਹਿਸਾਬ ਨਾਲ 6000 ਰੁਪਇਆ ਹੀ ਆ ਨਾ। ਮੈਂ ਖਰਚ ਕਰ ਦਊਂਗਾ ਇਹ। ਚਲੋ ਚਰਨ ਸਿੰਘ ਜੀ, ਪਿੰਡ ਦੀ ਸੇਵਾ ਇਸ ਕਾਰਜ ਤੋਂ ਸ਼ੁਰੂ ਹੋਵੇ। ਮੈਂ ਉਹਨਾਂ ਦੇ ਆਪਰੇਸ਼ਨ ਕਰਵਾ ਕੇ ਬੰਬਈ ਜਾਵਾਂਗਾ ਹਰਜੀਤ ਨੂੰ ਲੈਣ। ਵਧੀਆ ਗੱਲ ਕੀਤੀ ਤੁਸੀਂ। ਬਾਬੇ ਬਕਾਲੇ ਜਾ ਕੇ ਹਸਪਤਾਲੋਂ ਪਤਾ ਕਰ ਆਓ, 20 ਬੰਦੇ ਇੱਕੋ ਵਾਰ ਦਾਖਲ ਕਰ ਲੈਣਗੇ? 3 ਦਿਨ ਹਸਪਤਾਲ 'ਚ ਹੀ ਰਹਿਣਾ ਪੈਂਦਾ। ਆਪਾਂ ਦੋਵੇਂ ਚੱਲਦੇ ਹਾਂ ਚਰਨ ਸਿੰਘ ਜੀ, ਤੁਸੀਂ ਵੀ ਚੱਲੋ ਨਾ ਮੇਰੇ ਨਾਲ ਹੁਣੇ ਹੀ। ਪਰ ਲੋਕ ਤਿਆਰ ਹੋ ਜਾਣਗੇ ਆਪਰੇਸ਼ਨ ਲਈ? ਇਹ ਕੰਮ ਮੇਰੇ ਤੇ ਛੱਡ ਦੇ ਬਚਿੱਤਰ ਸਿਆਂ। ਚੱਲ ਫਿਰ ਚੱਲੀਏ। ਖਲੋ ਜਾ ਘੜੀ, ਤੇਰੀ ਭਾਬੀ ਚਾਹ ਬਣਾਉਣ ਡਈ ਆ, ਪੀ ਕੇ ਚੱਲਦੇ ਆ। ਨਾਲੇ ਤੂੰ ਆਲਸੀ ਦੀ ਪਿੰਨੀ ਤਾਂ ਖਾ। ਚਰਨ ਸਿੰਘ ਨੇ ਪਲੇਟ 'ਚੋਂ ਇੱਕ ਚੰਗੀ ਭਾਰੀ ਪਿੰਨੀ ਚੱਕ ਕੇ ਬਚਿੱਤਰ ਸਿੰਘ ਦੇ ਹੱਥ 'ਚ ਫੜਾਤੀ। ਬਚਿੱਤਰ ਸਿਆਂ, ਮਾੜਾ ਹਾਲ ਆ ਪਿੰਡ ਦਾ। ਲੋਕਾਂ ਦੇ ਘਰੀਂ ਬਿਜਲੀ ਲੱਗੀ ਆ, ਤਾਰਾਂ ਲਮਕਦੀਆਂ, ਸਵਿੱਚ ਟੁੱਟੇ ਹੋਏ ਆ, ਰੱਬ ਚਾਹੁੰਦਾ ਵੀ ਨਹੀਂ ਤੇ ਮੌਤ ਨੂੰ ਤਾਂ ਸਾਰਿਆਂ ਨੇ ਆਵਾਜ਼ਾਂ ਮਾਰੀਆਂ। ਫਰਿੱਜ ਸਾਰਿਆਂ ਦੇ ਘਰੀਂ ਆ ਤੇ ਅੱਧਿਆਂ ਦੇ ਖਰਾਬ। ਟਰੈਕਟਰਾਂ ਨੂੰ ਪਹਿਲੀ ਵਾਹੁਣ ਲਈ ਘੱਟ ਤੇ ਕਾਰ ਵਾਂਗ ਵੱਧ ਵਰਤਦੇ ਆ। ਕੌਣ ਅਕਲ ਦੇ ਇਹਨਾਂ ਨੂੰ? ਮੈਂ ਤਾਂ ਆਪਣੀ ਬੇਇੱਜ਼ਤੀ ਕਰਵਾ ਕੇ ਕਹਿਣੋਂ ਹੀ ਹਟ ਗਿਆ। ਬਿਸ਼ਨ ਕੌਰ ਇੱਕ ਥਾਲੀ 'ਚ ਰੱਖ 2 ਸ਼ੀਸ਼ੇ ਦੇ ਗਲਾਸਾਂ 'ਚ ਪਾਈ ਚਾਹ ਲੈ ਕੇ ਆ ਗਈ। ਬਚਿੱਤਰ ਸਿੰਘ ਅਲਸੀ ਦੀ ਅੱਧੀ ਪਿੰਨੀ ਹੀ ਖਾ ਸਕਿਆ। ਦੋਵਾਂ ਨੇ ਛੇਤੀ ਚਾਹ ਮੁਕਾ ਲਈ। ਚਲੋ ਚੱਲੀਏ ਚਰਨ ਸਿੰਘ ਜੀ, ਬਾਬੇ ਬਕਾਲੇ। ਦੋਵੇਂ ਉੱਠੇ ਤੇ ਬਾਹਰ ਦੇ ਬੂਹੇ ਵੱਲ ਵਧੇ। ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਚਰਨ ਸਿੰਘ ਨੇ ਆਪਣੀ ਘਰਵਾਲੀ ਨੂੰ ਉੱਚੀ ਆਵਾਜ਼ 'ਚ ਜਾਣ ਤੇ ਚਿਰ ਲਾ ਕੇ ਮੁੜਨ ਬਾਰੇ ਦੱਸਤਾ ਸੀ। ਉਹ ਦੋਵੇਂ ਬਚਿੱਤਰ ਸਿੰਘ ਦੇ ਘਰ ਪਹੁੰਚੇ। ਉੱਥੋਂ ਜੀਪ 'ਚ ਉਹਨਾਂ ਨੇ ਬਾਬੇ ਬਕਾਲੇ ਦੇ ਸਰਕਾਰੀ ਹਸਪਤਾਲ ਜਾਣਾ ਸੀ। ਜਾਣ ਤੋਂ ਪਹਿਲਾਂ ਬਚਿੱਤਰ ਸਿੰਘ ਨੇ ਵੀ ਆਪਣੀ ਭਰਜਾਈ ਨੂੰ ਮੁੜਨ 'ਚ ਲੇਟ ਹੋਣ ਬਾਰੇ ਦੱਸਤਾ। ਬਾਬੇ ਬਕਾਲੇ ਨੂੰ ਜਾਂਦਿਆਂ ਰਾਹ 'ਚ ਚਰਨ ਸਿੰਘ ਬਚਿੱਤਰ ਸਿੰਘ ਨੂੰ ਪਿੰਡ ਦੇ ਦੁਰਭਾਗਾਂ ਬਾਰੇ ਦੱਸਦਾ ਗਿਆ। ਅਨਪੜ੍ਹ ਤੇ ਅਨਟ੍ਰੇਨਡ ਦਾਈ ਕਿਸ ਤਰ੍ਹਾਂ ਬੱਚੇ ਦੇ ਜਨਮ ਵੇਲੇ ਖਤਰਨਾਕ ਮਸਲੇ ਪੈਦਾ ਕਰਦੀ ਸੀ। ਪਿੰਡ ਦੀਆਂ ਹੱਟੀਆਂ ਵਾਲੀ ਕਿਸ ਤਰ੍ਹਾਂ ਬੁਖਾਰ, ਖੰਘ ਤੇ ਹੋਰ ਮਰਜ਼ਾਂ ਦੀਆਂ ਦਵਾਈਆਂ ਵੇਚ ਰਹੇ ਸਨ। ਸਕੂਲਾਂ 'ਚ ਦਾਖਲ ਹੋਣ ਵਾਲੇ ਅੱਧੇ ਬੱਚੇ ਆਪਣੀ ਪੜ੍ਹਾਈ ਵਿੱਚ ਹੀ ਛੱਡ ਉਹਨੇ ਜਾਂਦੇ, ਪਰ ਸਕੂਲੀ ਅਧਿਆਪਕ ਜ਼ਰੂਰੀ ਸਿੱਖਿਆ ਨੀਤੀ ਤਹਿਤ ਉਹਨਾਂ ਦੀ ਕਾਗਜ਼ੀ ਹਾਜ਼ਰੀ ਲਾਈ ਜਾ ਰਹੇ ਸਨ। ਇਸ ਤਰ੍ਹਾਂ ਸਰਕਾਰ ਨੂੰ ਵਿੱਦਿਆ ਦੇ ਖੇਤਰ 'ਚ ਹੋ ਰਹੀ ਤਰੱਕੀ ਦੇ ਅੰਕੜੇ ਮਿਲ ਰਹੇ ਸਨ। ਬਾਬਾ ਬਕਾਲੇ ਪਹੁੰਚ ਕੇ ਪਹਿਲਾਂ ਉਹਨਾਂ ਨੇ 9ਵੀਂ ਪਾਤਸ਼ਾਹੀ ਦੇ ਇਤਿਹਾਸਿਕ ਗੁਰਦੁਆਰੇ ਮੱਥਾ ਟੇਕਿਆ, ਫਿਰ ਹਸਪਤਾਲ ਪਹੁੰਚੇ। ਸਵੇਰ ਦਾ ਟਾਈਮ ਖਤਮ ਹੋ ਚੁੱਕਾ ਸੀ। ਹਸਪਤਾਲ ਦੇ ਹੱਥ 'ਚ ਡਾਕਟਰ ਦਾ ਘਰ ਸੀ ਤੇ ਚਪੜਾਸੀ ਕੋਲੋਂ ਪੁੱਛਣ ਤੇ ਡਾਕਟਰ ਨੇ ਉਹਨਾਂ ਨੂੰ ਘਰ ਬੁਲਾ ਕੇ ਮਿਲਣਾ ਮੰਨ ਲਿਆ। ਮੋਤੀਏ ਦੇ ਇਕੱਠੇ 20 ਆਪਰੇਸ਼ਨਾਂ ਤੋਂ ਡਾਕਟਰ ਉਤਸ਼ਾਹਤ ਹੋਇਆ। ਡਾਕਟਰ ਕੋਲ ਅੰਮ੍ਰਿਤਸਰ ਦੀ ਰੋਟਰੀ ਕਲੱਬ ਦੀ ਪੇਸ਼ਕਸ਼ ਸੀ, ਜਿਸ ਅਨੁਸਾਰ ਦਵਾਈਆਂ ਤੇ ਐਨਕਾਂ ਦਾ ਖਰਚਾ ਕਲੱਬ ਨੇ ਸਹਾਰਨਾ ਸੀ। ਡਾਕਟਰ ਵੱਲੋਂ ਸਾਰੇ ਆਪਰੇਸ਼ਨਾਂ ਦਾ ਦਿਨ 4 ਦਿਨ ਬਾਅਦ ਸੋਮਵਾਰ ਨਿਯਤ ਕਰ ਦਿੱਤਾ ਗਿਆ। 2 ਨਰਸਾਂ ਤੇ ਇੱਕ ਸਹਾਇਕ ਡਾਕਟਰ ਦੇ ਅਮਲੇ ਨਾਲ
ਡਾਕਟਰ ਇੰਚਾਰਜ ਨੇ 20 ਆਪਰੇਸ਼ਨ 3 ਘੰਟਿਆਂ 'ਚ ਹੀ ਪੂਰੇ ਕਰ ਲੈਣੇ ਸਨ। ਸਿਰਫ 2 ਰਾਤਾਂ ਲਈ ਮਰੀਜ਼ਾਂ ਨੂੰ ਹਸਪਤਾਲ 'ਚ ਰਹਿਣਾ ਪੈਣਾ ਸੀ। ਇਸ ਦੌਰਾਨ ਰੋਟੀ, ਦੁੱਧ, ਫਲ ਤੇ ਚਾਹ ਆਦਿ ਦੀ ਸੇਵਾ ਵੀ ਰੋਟਰੀ ਕਲੱਬ ਵਾਲਿਆਂ ਨੇ ਕਰਨੀ ਸੀ। ਸੌਖੇ ਹੀ ਮਿਲ ਗਏ। ਇਸ ਸਹਿਯੋਗ ਤੋਂ ਬਚਿੱਤਰ ਸਿੰਘ ਤੇ ਚਰਨ ਸਿੰਘ ਬਹੁਤ ਪ੍ਰਸੰਨ ਸਨ। ਚਰਨ ਸਿੰਘ ਨੇ ਪਿੰਡ ਪਹੁੰਚ ਕੇ ਮੋਤੀਏ ਦੇ ਸਾਰੇ ਮਰੀਜ਼ਾਂ ਨੂੰ ਦੁਬਾਰਾ ਫਿਰ ਵੇਖ ਸਕਣ ਦੀ ਆਸ ਪੈਦਾ ਕਰਕੇ ਆਪਰੇਸ਼ਨ ਲਈ ਤਿਆਰ ਕਰ ਲਿਆ। ਕੁਝ ਪਰਿਵਾਰਾਂ ਵੱਲੋਂ ਕੁਝ ਨਾਂਹ ਨੁੱਕਰ ਵੀ ਕੀਤੀ ਗਈ, ਪਰ ਪ੍ਰੇਰਨਾ ਰਾਹੀਂ ਸਾਰੇ ਸਹਿਮਤ ਹੋ ਗਏ। ਨਿਯਤ ਦਿਨ ਆਪਰੇਸ਼ਨ ਹੋਏ। ਆਪਰੇਸ਼ਨ ਸਾਰੇ ਹੀ ਸਫਲ ਸਨ। ਤੀਜੇ ਦਿਨ ਹਸਪਤਾਲੋਂ ਸਾਰਿਆਂ ਨੂੰ 10 ਨੰਬਰ ਦੀ ਐਨਕ ਲਾ ਕੇ ਛੁੱਟੀ ਦੇ ਦਿੱਤੀ ਗਈ। ਭਾਵੇਂ ਸਾਰਿਆਂ ਦੀਆਂ ਅੱਖਾਂ 'ਚ ਲਾਏ ਗਏ ਟਾਂਕਿਆਂ ਕਾਰਨ ਰੜਕ ਪੈ ਰਹੀ ਸੀ, ਪਰ ਦੁਬਾਰਾ ਫਿਰ ਦੁਨੀਆ ਦੇਖ ਲੈਣੀ ਇੱਕ ਮਹਾਨ ਅਨੁਭਵ ਸੀ ਤੇ ਇਸ ਕਾਰਨ ਉਹ ਸਾਰੇ ਬਚਿੱਤਰ ਸਿੰਘ ਤੇ ਚਰਨ ਸਿੰਘ ਦੇ ਸ਼ੁਕਰਗੁਜ਼ਾਰ ਸਨ। ਪਿੰਡ 'ਚ ਇਸ ਕਾਰਜ ਨੇ ਉਹਨਾਂ ਦੋਵਾਂ ਦਾ ਮਾਣ ਪੈਦਾ ਕਰ ਦਿੱਤਾ ਸੀ। ਬਚਿੱਤਰ ਸਿੰਘ ਇਸ ਛੋਟੇ ਜਿਹੇ ਉਪਰਾਲੇ ਤੋਂ ਮਿਲਣ ਵਾਲੇ ਵੱਡੇ ਫਲ ਕਰਕੇ ਬਹੁਤ ਖੁਸ਼ ਸੀ। ਉਹ ਆਪਣੇ ਮਨ 'ਚ ਆਪਣੇ ਪਿੰਡ ਵਾਸੀਆਂ ਦੀ ਸਿਹਤ, ਵਿੱਦਿਆ ਤੇ ਹਰ ਪ੍ਰਕਾਰ ਦੀ ਬਿਹਤਰੀ ਲਈ ਕੁਝ ਸੋਚ ਰਿਹਾ ਸੀ। ਬਚਿੱਤਰ ਸਿੰਘ ਦਾ ਘਰ ਹੁਣ ਹਰ ਤਰ੍ਹਾਂ ਨਾਲ ਤਿਆਰ ਤੇ ਪੂਰੀਆਂ ਸੁਵਿਧਾਵਾਂ ਸਹਿਤ ਸੀ। ਉਹ ਹੁਣ ਛੇਤੀ ਤੋਂ ਛੇਤੀ ਹਰਜੀਤ ਕੌਰ ਨੂੰ ਇੱਥੇ ਲਿਆ ਕੇ ਆਪਣਾ ਪੱਕਾ ਨਿਵਾਸ ਕਰਨਾ ਚਾਹੁੰਦਾ ਸੀ। ਉਹਨੇ ਸਭ ਤੋਂ ਪਹਿਲਾਂ ਰਾਖਵੀਂ ਹੋਣ ਵਾਲੀ ਟਿਕਟ ਅੰਮ੍ਰਿਤਸਰ ਢਿੱਲੋਂ ਨੂੰ ਫੋਨ ਕਰਕੇ ਰਾਖਵੀਂ ਕਰਵਾ ਲਈ ਸੀ। ਉਹਦੇ ਜਾਣ ਦਾ ਦਿਨ ਅਜੇ 6 ਦਿਨ ਬਾਅਦ ਸੀ। ਇਸ ਦੌਰਾਨ ਉਹ ਆਪਰੇਸ਼ਨ ਕਰਵਾਉਣ ਵਾਲੇ ਸਾਰੇ ਵਿਅਕਤੀਆਂ ਨੂੰ ਮਿਲਿਆ। ਸਾਰੇ ਉਹਦੇ ਪ੍ਰਤੀ ਬਹੁਤ ਕ੍ਰਿਤੱਗ ਸਨ ਤੇ ਉਹਨੂੰ ਪਿੰਡੋਂ ਨਾ ਜਾਣ ਵਾਸਤੇ ਆਖਦੇ। ਬਚਿੱਤਰ ਸਿੰਘ 1 ਮਹੀਨੇ ਦੇ ਵਿੱਚ ਆਪਣੀ ਪਤਨੀ ਨਾਲ ਪੱਕੇ ਤੌਰ ਤੇ ਮੁੜ ਆਉਣ ਦਾ ਭਰੋਸਾ ਦਿਵਾਉਂਦਾ। ਸਫ਼ਰ ਦਾ ਦਿਨ ਆ ਗਿਆ। ਬਚਿੱਤਰ ਸਿੰਘ ਨੇ ਅੰਮ੍ਰਿਤਸਰੋਂ ਫਰੰਟੀਅਰ ਮੇਲ ਫੜਨੀ ਸੀ। ਚਰਨ ਸਿੰਘ ਉਹਨੂੰ ਗੱਡੀ ਤੇ ਚੜਾਉਣ ਆਇਆ ਤੇ ਮੁੜਨ ਦੀ ਤਾਰੀਖ ਦਾ ਪਤਾ ਦੇਣ ਲਈ ਪੱਕੀ ਕੀਤੀ। ਅਧਿਆਇ 14। 2 ਰਾਤਾਂ ਤੇ 1 ਦਿਨ ਦਾ ਸਫ਼ਰ ਮੁਕਾ ਕੇ ਸਵੇਰੇ 6:30 ਵਜੇ ਫਰੰਟੀਅਰ ਮੇਲ ਬੰਬਈ ਪਹੁੰਚ ਗਈ। ਬਚਿੱਤਰ ਸਿੰਘ ਬੰਬੇ ਸੈਂਟਰਲ ਜਾਣ ਦੀ ਬਜਾਏ ਦਾਦਰ ਸਟੇਸ਼ਨ ਤੇ ਉਤਰ ਗਿਆ। ਇੱਥੇ ਗੱਡੀ ਸਿਰਫ 2 ਮਿੰਟ ਲਈ ਰੁਕਦੀ ਸੀ। ਥੋੜੇ ਜਿਹੇ ਤੇ ਹੌਲੇ ਸਮਾਨ ਨਾਲ ਬਚਿੱਤਰ ਸਿੰਘ ਲਈ ਉਤਰਨਾ ਕੋਈ ਔਖਾ ਨਹੀਂ ਸੀ। ਇਸ ਸਟੇਸ਼ਨ ਤੋਂ ਉਹਦੇ ਘਰ ਕੋਲ ਪੈਣ ਕਰਕੇ ਬੰਬੇ ਸੈਂਟਰਲ ਨਾਲੋਂ ਟੈਕਸੀ ਦੇ ਕਿਰਾਏ 'ਚ ਵੀ ਬਚਤ ਸੀ। ਬਚਿੱਤਰ ਸਿੰਘ ਨੇ ਆਪਣੇ ਪਹੁੰਚਣ ਦਾ ਦਿਨ ਜਾਣਬੁੱਝ ਕੇ ਹੀ ਐਤਵਾਰ ਦੀ ਸਵੇਰ ਚੁਣਿਆ ਸੀ ਤਾਂ ਕਿ ਉਹਦੇ ਪਰਿਵਾਰ ਦੇ ਸਾਰੇ ਮੈਂਬਰ ਛੁੱਟੀ ਵਾਲੇ ਦਿਨ ਘਰ ਹੀ ਹੋਣ ਤੇ ਉਹਦਾ ਆਉਣ ਦਾ ਵੇਲਾ ਬਾਕੀ ਦੇ ਘਰ ਵਾਲਿਆਂ ਦੇ ਜਾਣ ਦੇ ਵੇਲੇ ਨਾਲ ਨਾ ਟਕਰਾਵੇ। ਬੰਬਈ ਦੀ ਗਰਮ ਸਵੇਰ ਨੇ ਬਚਿੱਤਰ ਸਿੰਘ ਨੂੰ ਅਜੇ ਪਰਸੋਂ ਹੀ ਪੰਜਾਬ 'ਚ ਬਿਤਾਈ ਠੰਡੀ ਸਵੇਰ ਦਾ ਖਿਆਲ ਦਿਵਾਇਆ, ਪਰ ਦੇਸ ਦੀ ਰੁੱਤ ਦਾ ਸਿਧਾਂਤ ਸਮਝ ਕੇ ਉਹ ਆਪਣੀ ਅਟੈਚੀ ਚੁੱਕੀ, ਸ਼ੋਲਡਰ ਬੈਗ ਮੋਢੇ ਤੇ ਲਟਕਾਈ, ਲਾਈਨ 'ਚ ਲੱਗੀ ਅਗਲੀ ਟੈਕਸੀ ਤੇ ਜਾ ਬੈਠਾ ਤੇ ਟੈਕਸੀ ਵਾਲੇ ਨੂੰ ਯੂਨੀਅਨ ਪਾਰਕ ਬਾਂਦਰਾ ਆਖਿਆ। ਟੈਕਸੀ ਦਾ ਮੀਟਰ ਡਰਾਈਵਰ ਨੇ ਡਾਊਨ ਕੀਤਾ ਤੇ ਟੈਕਸੀ ਰੇੜੇ ਪੈ ਕੇ ਕੁਝ ਸਿੱਧੀ ਜਾ ਕੇ ਇੱਕ ਗੋਲ ਮੁੜ ਕੇ ਲੰਮੀ ਸਿੱਧੀ ਤੇ ਖੁੱਲੀ ਸੜਕ ਤੇ ਦੌੜਦੀ ਬਾਂਦਰਾ ਤੀਕ ਦੀ ਦੂਰੀ ਘੱਟ ਕਰਦੀ ਹੋਈ 20-25 ਮਿੰਟਾਂ ਵਿੱਚ ਹੀ ਬਾਂਦਰਾ ਪਹੁੰਚ ਗਈ। ਪਹੁੰਚ ਕੇ ਟੈਕਸੀ ਡਰਾਈਵਰ ਨੂੰ ਨਿਯਤ ਥਾਂ ਤੇ ਪਹੁੰਚਣ ਲਈ ਕੁਝ ਹਦਾਇਤਾਂ ਦੀ ਜ਼ਰੂਰਤ ਸੀ। ਲਾਲ ਬੱਤੀਆਂ ਵਾਲੇ ਚੌਕ ਤੇ ਰੁਕਣ ਵੇਲੇ ਡਰਾਈਵਰ ਨੇ ਪੁੱਛ ਲਿਆ, ਅਬ ਕਿਧਰ सरदार जी? सीधा प्राण साहब के बंगले तक, फिर पहले चौक से दाएं हाथ नीचाई उतरो, बाएं हाथ तीसरी बिल्डिंग, ओशन व्यू बिल्डिंग। बचेतर सिंह ने सारा रास्ता ही स्पष्ट कर दिता। अच्छा, ओशन व्यू बिल्डिंग, जिसमें मीनाक्षी शेषाद्री रहती है, समझ गया। ਡਰਾਈਵਰ ਇੱਕ ਪ੍ਰਸਿੱਧ ਫਿਲਮ ਐਕਟਰੈਸ ਦੇ ਘਰ ਤੋਂ ਜਾਣੂ ਹੋਣ ਕਰਕੇ ਝੱਟ ਹੀ ਸਮਝ ਗਿਆ। ਬਾਂਦਰਾ ਤੇ ਪਾਲੀ ਹਿੱਲ ਵਿੱਚ ਵੱਡੀਆਂ ਫਿਲਮੀ ਹਸਤੀਆਂ ਰਹਿੰਦੀਆਂ ਸਨ ਤੇ ਉਹਨਾਂ ਦੀਆਂ ਕੋਠੀਆਂ ਰਸਤਾ ਦੱਸਣ ਤੇ ਪੁੱਛਣ ਵਾਲਿਆਂ ਲਈ ਆਪਣੀ ਪ੍ਰਸਿੱਧੀ ਕਰਕੇ ਬੜੀਆਂ ਮਦਦਗਾਰ ਸਨ। मिसाल वजों कोई दसदा, आप प्राण साहब के बंगले से दलीप कुमार जी के बंगले की तरफ जाइए, रास्ते में एक ही पार्क आता है, उसके सामने राजकुमार जी का बंगला है, उसके बगल में है बिल्डिंग जिधर आप जाना चाहते हो। ਬਚਿੱਤਰ ਸਿੰਘ ਦੇ ਦੱਸੇ ਅਨੁਸਾਰ ਟੈਕਸੀ ਬਿਲਡਿੰਗ ਦੇ ਕੰਪਾਊਂਡ 'ਚ ਦਾਖਲ ਹੋ ਕੇ ਟੈਕਸੀਆਂ, ਕਾਰਾਂ ਆਦਿ ਰਾਹੀਂ ਆਉਣ ਵਾਲਿਆਂ ਲਈ ਨਿਯਤ ਥਾਂ ਤੇ ਰੁਕ ਗਈ। ਮੀਟਰ ਅਨੁਸਾਰ ਕਿਰਾਇਆ 45 ਰੁਪਏ ਸੀ। ਅੰਦਰ ਬੈਠੇ ਬਚਿੱਤਰ ਸਿੰਘ ਨੇ ਦੇ ਦਿੱਤਾ। ਫਿਰ ਆਪਣਾ ਅਟੈਚੀ ਸੰਭਾਲਿਆ, ਲੰਮੀ ਤਣੀ ਵਾਲਾ ਬੈਗ ਮੋਢੇ ਤੇ ਲਟਕਾਇਆ, ਲਿਫਟ ਵੱਲ ਤੁਰ ਪਿਆ। ਲਿਫਟ ਭੁੰਜਈ ਸੀ। ਲਿਫਟ ਬੁਆਏ ਉੱਥੇ ਨਹੀਂ ਸੀ। ਬਚਿੱਤਰ ਸਿੰਘ ਲਿਫਟ 'ਚ ਦਾਖਲ ਹੋਇਆ। ਉਹਨੇ ਪਹਿਲਾਂ ਲੋਹੇ ਦੀ ਗ੍ਰਿਲ ਬੰਦ ਕੀਤੀ, ਫਿਰ ਲਿਫਟ ਦਾ ਸਰਕ ਕੇ ਬੰਦ ਹੋਣ ਵਾਲਾ ਦਰਵਾਜ਼ਾ, ਲਿਫਟ ਚੱਲਣ ਦਾ ਬਟਨ ਦਬਾ ਕੇ ਉਹਨੇ 8ਵੀਂ ਮੰਜ਼ਿਲ ਤੇ ਰੁਕਣ ਵਾਲਾ ਬਟਨ ਵੀ ਦਬਾ ਦਿੱਤਾ। ਉਹ ਲਿਫਟ 'ਚ ਇਕੱਲਾ ਹੀ ਸੀ। ਲਿਫਟ ਮੰਜ਼ਿਲਾਂ ਹੇਠਾਂ ਚੜ੍ਹਦੀ 8ਵੀਂ ਮੰਜ਼ਿਲ ਤੇ ਜਾ ਰੁਕੀ। ਉਹਨੇ ਬਾਹਰ ਆ ਕੇ ਲਿਫਟ ਦਾ ਦਰਵਾਜ਼ਾ ਸਹੀ ਤਰ੍ਹਾਂ ਬੰਦ ਕਰ ਦਿੱਤਾ ਤਾਂ ਕਿ ਕਿਸੇ ਵੀ ਮੰਜ਼ਿਲ ਤੇ ਜੇ ਕਿਸੇ ਨੂੰ ਲਿਫਟ ਦੀ ਜ਼ਰੂਰਤ ਹੋਵੇ ਤਾਂ ਬਟਨ ਦਬਾ ਕੇ ਆਪਣੇ ਕੋਲ ਲਿਫਟ ਲਿਆ ਸਕੇ। ਬਚਿੱਤਰ ਸਿੰਘ ਆਪਣਾ ਅਟੈਚੀ ਤੇ ਬੈਗ ਸੰਭਾਲੀ ਲਿਫਟ ਦੇ ਦਰਵਾਜ਼ੇ ਤੋਂ ਚੱਲ ਕੇ ਆਪਣੇ ਫਲੈਟ ਦੇ ਦਰਵਾਜ਼ੇ ਸਾਹਮਣੇ ਪਹੁੰਚਿਆ। ਮੋਢੇ ਤੋਂ ਹੇਠਾਂ ਸਰਕ ਰਹੀ ਬੈਗ ਦੀ ਤਣੀ ਨੂੰ ਸੰਭਾਲਦੇ ਹੋਏ ਨੇ ਘੰਟੀ ਵਜਾਈ। ਘੰਟੀ ਦੇ ਵੱਜਣ ਦੇ ਉਹਦਾ ਪਰਿਵਾਰ ਉਡੀਕ ਕਰ ਹੀ ਰਿਹਾ ਸੀ ਤੇ ਘੰਟੀ ਦੇ ਵੱਜਦਿਆਂ ਸਾਰ ਹੀ ਛੋਟਾ ਪੋਤਾ ਗੁਰਤੇਜ ਦੌੜਦਾ ਹੋਇਆ ਦਰਵਾਜ਼ੇ ਤੇ ਪਹੁੰਚਾ।
ਉਹ ਆਪਣੇ ਦਾਦੇ ਨੂੰ ਵੇਖ ਕੇ ਬਹੁਤ ਖੁਸ਼ ਸੀ। ਗ੍ਰੈਂਡਪਾ ਖੁਸ਼ੀ 'ਚ ਚੀਕਦੇ ਹੋਏ ਗੁਰਤੇਜ ਬਚਿੱਤਰ ਸਿੰਘ ਨਾਲ ਚਿੰਬੜ ਗਿਆ। ਉਹ ਮੈਨੂੰ ਡੇਗ ਨਾ ਦੇਈਂ ਪੁੱਤ ਗੁਰਤੇਜ, ਬਸ ਛੱਡ ਹੁਣ। ਆਪਣੇ ਪੋਤੇ ਦੀਆਂ ਬਾਹਾਂ 'ਚ ਘੁੱਟਿਆ ਦਾਦਾ ਛੁੱਟਣ ਲਈ ਅਰਜ਼ੋਈ ਕਰ ਰਿਹਾ ਸੀ। ਘਰ ਬਾਕੀ ਮੈਂਬਰ ਵੀ ਉੱਥੇ ਪਹੁੰਚ ਗਏ ਸੀ। ਬਚਿੱਤਰ ਸਿੰਘ ਦਰਵਾਜ਼ਾ ਲੰਘਿਆ। ਪੁੱਤ, ਨੂੰਹ ਤੇ ਵੱਡੇ ਪੋਤੇ ਨੇ ਉਹਦੀ ਪੈਰੀਂ ਹੱਥ ਲਾਇਆ। ਸਾਰੇ ਡਰਾਇੰਗ ਰੂਮ 'ਚ ਸੋਫੇ ਤੇ ਜਾ ਬੈਠੇ। ਹਰਜੀਤ ਕੌਰ ਆਪਣੀ ਸੁਭਾਵਕ ਮੁੱਖ ਮੁਦਰਾ ਨਾਲ ਗੰਭੀਰਤਾ ਵਿੱਚ ਸੀ। ਛੋਟਾ ਪੋਤਾ ਗੁਰਤੇਜ ਦਾਦੇ ਦੀ ਬਗਲ 'ਚ ਹੀ ਸੀ। ਸਫ਼ਰ ਠੀਕ ਰਿਹਾ ਪਾਪਾ? ਬਚਿੱਤਰ ਸਿੰਘ ਦੇ ਪੁੱਤਰ ਅਵਤਾਰ ਨੇ ਪੁੱਛਿਆ। ਬਿਲਕੁਲ ਠੀਕ, ਤੇ ਮਿਸ਼ਨ ਵੀ ਸਫਲ, ਬਚਿੱਤਰ ਸਿੰਘ ਦਾ ਉੱਤਰ ਸੀ। ਮਿਸ਼ਨ ਸਫਲ ਕੀ ਮਤਲਬ? ਬਈ ਪਿੰਡ 'ਚ ਘਰ, ਟੈਲੀਫੋਨ, ਕਿਚਨ, ਬਿਜਲੀ, ਪਾਣੀ ਸਭ ਕੁਝ ਐਨ ਵਰਕਿੰਗ ਆਰਡਰ 'ਚ। ਬਸ ਹੁਣ ਤੁਸੀਂ ਤਿਆਰ ਕਰੋ ਆਪਣੀ ਦਾਦੀ ਨੂੰ ਤੇ ਜਾਈਏ ਅਸੀਂ ਆਪਣੇ ਟਿਕਾਣੇ। ਬਚਿੱਤਰ ਸਿੰਘ ਨੇ ਦੋਵਾਂ ਪੋਤਿਆਂ ਵੱਲ ਵੇਖਦੇ ਹੋਏ ਨੇ ਕਿਹਾ। ਗ੍ਰੈਂਡਮਾ ਕਮ ਔਨ, ਆਓ ਛੇਤੀ, ਤੁਸੀਂ ਆਪਣੇ ਸਹੁਰੇ ਜਾਣ ਲਈ ਤਿਆਰ ਹੋਣਾ। ਨਿੱਕੇ ਗੁਰਤੇਜ ਨੇ ਆਪਣੀ ਚੰਚਲਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਾਰਿਆਂ ਨੂੰ ਹਸਾਤਾ। ਇਸ ਵਕਤ ਹਰਜੀਤ ਕੌਰ ਰਸੋਈ 'ਚ ਚਾਹ ਬਣਾ ਰਹੀ ਸੀ। ਸਾਰੇ ਪਰਿਵਾਰ ਨੇ ਚਾਹ ਪੀਤੀ। ਬਚਿੱਤਰ ਸਿੰਘ ਨੂੰ ਨਹਾਉਣ ਧੋਣ ਦੀ ਕਾਹਲੀ ਸੀ। ਉਹਨੇ ਉੱਠਦੇ ਹੋਏ ਨੇ ਆਖਿਆ, ਬ੍ਰੇਕਫਾਸਟ ਤੇ ਬਾਕੀ ਗੱਲਬਾਤ ਹੋਏਗੀ। ਇੱਕ ਐਤਵਾਰ, ਦੂਜਾ ਬੰਬਈ ਸ਼ਹਿਰ। ਇੱਥੇ ਅੰਮ੍ਰਿਤ ਵੇਲੇ ਦੀ ਕਦਰ ਕੋਈ ਟਾਵਾਂ ਬਜ਼ੁਰਗ ਹੀ ਕਰਦਾ ਹੈ। ਬਚਿੱਤਰ ਸਿੰਘ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵੀ ਕੁਵੇਲੇ ਸੌਂ ਕੇ ਕੁਵੇਲੇ ਉੱਠਣ ਦੀ ਆਦੀ ਸੀ। ਅਜੇ ਤੱਕ ਕਿਸੇ ਨੇ ਵੀ ਸਵੇਰ ਦੀ ਕਿਰਿਆ ਨਹੀਂ ਸੀ ਕੀਤੀ। ਸਾਰੇ ਆਪੋ ਆਪਣੀਆਂ ਕਿਰਿਆਵਾਂ 'ਚ ਰੁੱਝ ਗਏ। ਅਖੀਰਲਾ 15ਵਾਂ ਅਧਿਆਇ। ਉਸ ਦਿਨ ਬ੍ਰੇਕਫਾਸਟ ਮੇਜ਼ ਤੇ ਬਚਿੱਤਰ ਸਿੰਘ ਨੇ ਆਪਣੀ ਪੰਜਾਬ ਫੇਰੀ ਦਾ ਹਾਲ ਵਿਸਥਾਰ ਨਾਲ ਦੱਸਿਆ। ਨਵੇਂ ਤੇ ਪੱਕੇ ਬਣੇ ਦੋਸਤ ਚਰਨ ਸਿੰਘ ਬਾਰੇ ਬੜਾ ਕੁਝ ਦੱਸਿਆ ਗਿਆ। ਪਰਿਵਾਰ ਦੇ ਸਾਰੇ ਜੀਆਂ ਨੂੰ ਸਪਸ਼ਟ ਅੰਦਾਜ਼ਾ ਹੋ ਗਿਆ ਕਿ ਚਰਨ ਸਿੰਘ ਹੀ ਬਚਿੱਤਰ ਸਿੰਘ ਦਾ ਪ੍ਰਮੁੱਖ ਸਹਿਯੋਗੀ ਹੋਏਗਾ। ਪਾਪਾ, ਚਰਨ ਸਿੰਘ ਜੀ ਦੀ ਤਾਂ ਪਿੰਡ ਜ਼ਮੀਨ ਵੀ ਨਹੀਂ ਤੇ ਉਹਨਾਂ ਦੇ ਤਿੰਨੇ ਪੁੱਤਰ ਸ਼ਹਿਰ 'ਚ ਸੈਟਲਡ ਆ। ਉਹ ਕਿਉਂ ਪਿੰਡ ਆ ਗਏ? ਬਚਿੱਤਰ ਸਿੰਘ ਦੇ ਪੁੱਤਰ ਅਵਤਾਰ ਸਿੰਘ ਨੇ ਪੁੱਛਿਆ। ਬੇਟਾ, ਬੜੀ ਅਜੀਬ ਵਜ੍ਹਾ ਦੱਸੀ ਸੀ ਉਹਨੇ। ਉਹ ਕਹਿੰਦਾ ਸੀ ਕਿ ਲੁਧਿਆਣੇ ਉਹਨਾਂ ਦੇ ਕਿਸੇ ਬੰਦੇ ਦੀ ਮੌਤ ਹੋ ਗਈ, ਸੰਸਕਾਰ ਕਰਨਾ ਸੀ। ਸ਼ਮਸ਼ਾਨ ਗਏ ਤਾਂ ਸ਼ਹਿਰੀ ਸ਼ਮਸ਼ਾਨ ਦੇ 10-12 ਸੰਸਕਾਰ ਕਰਨ ਵਾਲੇ ਟਿਕਾਣਿਆਂ 'ਚੋਂ ਕੋਈ ਖਾਲੀ ਨਹੀਂ ਸੀ। 4-5 ਚਿਤਾਵਾਂ ਜਲ ਰਹੀਆਂ ਸੀ ਤੇ ਬਾਕੀ ਦੀ ਥਾਵਾਂ ਤੋਂ ਅਜੇ ਫੁੱਲ ਨਹੀਂ ਸਨ ਚੁਗੇ ਗਏ। ਹੋਰ ਥਾਂ ਵੀ ਕੋਈ ਖਾਲੀ ਨਹੀਂ ਸੀ ਜਿੱਥੇ ਚਿਤਾ ਬਣਾ ਲਈ ਜਾਂਦੀ। ਜਿਨ੍ਹਾਂ ਦੇ ਫੁੱਲ ਚੁਗਣ ਵਾਲੇ ਸੀ ਉਹਨਾਂ ਨੂੰ ਸੰਪਰਕ ਕੀਤਾ ਗਿਆ ਤਾਂ ਉਹ ਆਖਣ ਕਿ ਫੁੱਲਾਂ ਦੀ ਰਸਮ ਤਾਂ ਚੌਥੇ ਦਿਨ ਹੁੰਦੀ ਹੈ। ਇਸੇ ਦੌਰਾਨ 2 ਹੋਰ ਮ੍ਰਿਤਕ ਸਰੀਰ ਆ ਗਏ। ਸਭ ਤੋਂ ਚਰਨ ਸਿੰਘ ਕਹਿੰਦਾ, ਜਿਸ ਸ਼ਹਿਰ ਵਿੱਚ ਮੁਰਦੇ ਵੀ ਨਹੀਂ ਝੱਲੇ ਜਾਂਦੇ ਉਸ ਸ਼ਹਿਰ 'ਚ ਨਹੀਂ ਰਹਿਣਾ। ਉਹ ਲੁਧਿਆਣਾ ਛੱਡ ਕੇ ਪਿੰਡ ਆ ਗਿਆ। ਸਟ੍ਰੇਂਜ, ਨੂੰਹ ਜਸਵੀਰ ਨੇ ਕਿਹਾ ਤੇ ਹਰਜੀਤ ਕੌਰ ਚੁੱਪ ਹੀ ਰਹੀ। ਇਹ ਵੱਧ ਰਹੀ ਪਾਪੂਲੇਸ਼ਨ ਕਰਕੇ ਪ੍ਰੋਬਲਮ ਆ, ਅਵਤਾਰ ਸਿੰਘ ਦੀ ਟਿੱਪਣੀ ਸੀ। ਪਾਪੂਲੇਸ਼ਨ ਤਾਂ ਜਿਉਂਦਿਆਂ ਦੀ ਹੁੰਦੀ ਹੈ। ਜੇ ਜਿਉਂਦੇ ਲੋਕ ਜੀਂਦੇ ਜੀ ਕਿਸੇ ਖੁੱਲ੍ਹੇ ਥਾਂ ਚਲੇ ਜਾਣ ਤਾਂ ਮਹਾਨਗਰਾਂ ਦੀਆਂ ਸ਼ਮਸ਼ਾਨਾਂ 'ਚ ਮੁਰਦਿਆਂ ਦੀ ਪਾਪੂਲੇਸ਼ਨ ਵੀ ਘਟੇਗੀ। ਮੁਰਦਿਆਂ ਦਾ ਸੰਸਕਾਰ ਤਾਂ ਆਰਾਮ ਨਾਲ ਹੋ ਸਕੇਗਾ, ਬਚਿੱਤਰ ਸਿੰਘ ਨੇ ਕਿਹਾ ਤੇ ਉੱਠ ਕੇ ਆਪਣੇ ਕਮਰੇ ਵੱਲ ਚੱਲ ਪਿਆ। 1 ਹਫ਼ਤੇ ਬਾਅਦ ਦੀ ਬਚਿੱਤਰ ਸਿੰਘ ਨੂੰ ਪਸ਼ਚਿਮ ਐਕਸਪ੍ਰੈਸ ਵਿੱਚ ਸੀਟ ਮਿਲ ਗਈ। ਉਹ ਤੇ ਹਰਜੀਤ ਕੌਰ ਫਰਵਰੀ ਦੀ 7 ਤਾਰੀਖ ਨੂੰ ਬਿਆਸ ਰੇਲਵੇ ਸਟੇਸ਼ਨ ਤੇ ਉਤਰੇ। ਪਿੰਡ ਚਰਨ ਸਿੰਘ ਨੂੰ ਉਹਨਾਂ ਦੇ ਆਉਣ ਦਾ ਪਤਾ ਸੀ। ਉਹ ਇੱਕ ਟੈਂਪੂ ਰਾਹੀਂ ਉਹਨਾਂ ਦੇ ਪਿੰਡ ਪਹੁੰਚਣ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਉਡੀਕ ਰਿਹਾ ਸੀ। ਚਰਨ ਸਿੰਘ ਬਹੁਤ ਖੁਸ਼ ਸੀ ਆਪਣੇ ਸਾਥੀ ਹਮਖਿਆਲ ਨੂੰ ਪਾ ਕੇ। ਫਰਵਰੀ ਦੇ ਵੱਧਦੇ ਦਿਨਾਂ ਦੀ ਖੁੱਲ੍ਹੀ ਤੇ ਨਿੱਘੀ ਸ਼ਾਮ ਕਿਸੇ ਵਾਅਦੇ ਤੇ ਕੀਤੇ ਗਏ ਦਸਖਤਾਂ ਦੀ ਗਵਾਹੀ ਵਾਂਗ ਲੱਗਦੀ ਸੀ। ਪਿੰਡ 'ਚ ਰਾਤ ਹਰਜੀਤ ਕੌਰ ਨੇ ਬੜੇ ਚਿਰ ਬਾਅਦ ਕੱਟੀ ਸੀ। ਅੱਜ ਦਾ ਪਿੰਡ ਦਾ ਘਰ ਬਹੁਤ ਵੱਖਰਾ ਸੀ। ਹਰਜੀਤ ਕੌਰ ਨੇ ਆਪਣੇ ਪੁੱਤ, ਨੂੰਹ ਤੇ ਪੋਤਿਆਂ ਨਾਲ ਗੱਲ ਕੀਤੀ ਸੀ। ਉਹਦੀ ਰਸੋਈ 'ਚ ਬੰਬਈ ਵਰਗੀਆਂ ਹੀ ਸਹੂਲਤਾਂ ਸਨ। ਛੱਤ ਉੱਤੇ ਲੱਗੇ ਡਿਸ਼ ਐਂਟੀਨਾ ਰਾਹੀਂ ਟੀਵੀ ਉੱਤੇ ਬੰਬਈ ਵਾਲੇ ਹੀ ਚੈਨਲ ਲੱਗ ਸਕਦੇ ਸਨ। ਬੈੱਡਰੂਮ ਤੇ ਬਾਥਰੂਮ ਵੀ ਪੂਰੀ ਤਰ੍ਹਾਂ ਸੁਸੱਜਿਤ ਸਨ। ਰਸੋਈ 'ਚ ਗੈਸ ਤੇ ਮਾਈਕ੍ਰੋਵੇਵ ਓਵਨ ਦਾ ਪ੍ਰਬੰਧ ਵੀ ਬਚਿੱਤਰ ਸਿੰਘ ਨੇ ਕੀਤਾ ਸੀ। ਹਰਜੀਤ ਕੌਰ ਨੂੰ ਟੈਲੀਫੋਨ ਰਾਹੀਂ ਬੰਬਈ ਵਿਚਲਾ ਆਪਣਾ ਪਰਿਵਾਰ ਕੋਲ ਲੱਗਾ ਤੇ ਬੰਬਈ ਦੀਆਂ ਸਾਰੀਆਂ ਸਹੂਲਤਾਂ ਆਪਣੇ ਪਿੰਡ ਵਾਲੇ ਘਰ 'ਚ ਲੱਗੀਆਂ। ਉਹਨੂੰ ਲੱਗਾ ਕਿ ਉਹਦੇ ਪਤੀ ਬਚਿੱਤਰ ਸਿੰਘ ਨੇ ਆਪਣਾ ਵਚਨ ਨਿਭਾਇਆ ਹੋਵੇ। ਉਹਨੂੰ ਆਪਣੇ ਪਤੀ ਦੀ ਮਿਹਨਤ ਸਦਕਾ ਕੀਤੀ ਕਮਾਈ ਦੀ ਹੀ ਇਹ ਬਰਕਤ ਲੱਗੀ ਤੇ ਆਪਣੇ ਪਤੀ ਉੱਤੇ ਫਖਰ ਦੇ ਭਾਵ ਉਹਦੇ ਮਨ 'ਚ ਉੱਭਰੇ। ਪਿੰਡ 'ਚ ਸਵੇਰ ਹੁੰਦਿਆਂ ਹੀ ਸੂਰਜ ਨੇ ਸੋਨੇ ਦੀ ਵਰਖਾ ਕਰ ਦਿੱਤੀ। ਘਰ ਦੇ ਬਨੇਰੇ ਸੁਨਹਿਰੀ ਭਾਅ ਮਾਰਦੇ ਹੋਏ ਹਰਜੀਤ ਕੌਰ ਨੂੰ ਜੀ ਆਇਆਂ ਆਖ ਰਹੇ ਸਨ। ਉਸ ਸਵੇਰ ਦੀ ਰੋਟੀ ਹਰਜੀਤ ਕੌਰ ਹੋਰਾਂ ਨੇ ਆਪਣੀ ਜਠਾਣੀ ਕੋਲ ਹੀ ਖਾਣੀ ਸੀ। ਉਹਨਾਂ ਦੀ ਰਸੋਈ ਅੱਜ ਦੇ ਦਿਨ ਚਾਲੂ ਹੋ ਸਕਦੀ ਸੀ। ਜਠਾਣੀ ਨੇ ਵੀ ਉਚੇਚ ਨਾਲ ਸ਼ਾਹ ਵੇਲਾ ਕਰਵਾਇਆ। ਸਵੇਰ ਕੁਝ ਹੋਰ ਜਵਾਨ ਹੋਈ। ਚਰਨ ਸਿੰਘ ਨਾਲ 10-12 ਬਜ਼ੁਰਗ ਬਚਿੱਤਰ ਸਿੰਘ ਦੇ ਘਰ ਆਏ। ਉਹਨਾਂ ਦੀਆਂ ਅੱਖਾਂ ਤੇ ਮੋਤੀਏ-ਬਿੰਦ ਦੇ ਆਪਰੇਸ਼ਨ ਬਚਿੱਤਰ ਸਿੰਘ ਨੇ ਕਰਵਾਏ ਸਨ। ਹੁਣ ਇਹ ਸਾਰੇ ਆਪਰੇਸ਼ਨ ਤੋਂ 1.25 ਮਹੀਨਾ ਬਾਅਦ ਬੜੇ
ਆਤਮ ਵਿਸ਼ਵਾਸ ਨਾਲ ਤੁਰ ਫਿਰ ਰਹੇ ਸਨ ਤੇ ਨੇਤਰਹੀਨਤਾ ਦੀ ਲਾਚਾਰੀ ਤੋਂ ਮੁਕਤ ਹੋ ਕੇ ਬਾਕੀ ਦੀ ਜ਼ਿੰਦਗੀ ਸਾਰਥਕਤਾ ਦੇ ਅਭਿਲਾਖੀ ਹੋ ਕੇ ਆਪਣੇ ਬੁੱਢੇ ਮੋਢਿਆਂ ਲਈ ਬਚਿੱਤਰ ਸਿੰਘ ਕੋਲੋਂ ਕੋਈ ਸੇਵਾ ਦਾ ਭਾਰ ਮੰਗਣ ਆਏ ਸਨ। ਹਰਜੀਤ ਕੌਰ ਇਹ ਸਭ ਕੁਝ ਜਾਣ ਕੇ ਬਹੁਤ ਆਨੰਦਿਤ ਹੋਈ ਤੇ ਪਿੰਡ ਮੋਨਾ ਉਹਨੂੰ ਸੇਵਾ ਦੀਆਂ ਅਨੇਕ ਸੰਭਾਵਨਾਵਾਂ ਨਾਲ ਭਰਪੂਰ ਲੱਗਾ। ਦਿਨ ਲੰਘਦੇ ਗਏ। ਬਚਿੱਤਰ ਸਿੰਘ, ਚਰਨ ਸਿੰਘ, ਦਸੌਂਧਾ ਸਿੰਘ, ਹਰਨਾਮ ਸਿੰਘ, ਕਰਤਾਰ ਸਿੰਘ ਤੇ ਕਈ ਹੋਰ ਜਥੇ 'ਚ ਸ਼ਾਮਲ ਹੁੰਦੇ ਗਏ। ਜਥੇ ਅੱਗੇ ਪਿੰਡ ਦੇ ਮਸਲੇ, ਵਿੱਦਿਆ, ਸਿਹਤ, ਗੁਰਦੁਆਰਾ, ਸਮਾਜਿਕ ਕਾਰਜ, ਸਮੂਹਿਕ ਲੋੜਾਂ, ਨਸ਼ਾਬੰਦੀ, ਗਲੀਆਂ, ਸੜਕਾਂ, ਸਕੂਲਾਂ, ਪਰਿਵਾਰ ਨਿਯੋਜਨ, ਡੰਗਰਾਂ ਦਾ ਹਸਪਤਾਲ, ਮੁੱਢਲਾ ਸਿਹਤ ਕੇਂਦਰ ਆਦਿ ਵਿਚਾਰੇ ਜਾਂਦੇ ਤੇ ਕਾਰਵਾਈ ਕੀਤੀ ਜਾਂਦੀ। ਸਾਰੇ ਪਿੰਡ ਵਾਸੀਆਂ ਦਾ ਆਤਮ ਵਿਸ਼ਵਾਸ ਤੇ ਆਤਮ ਚਾਨਣ ਵੱਧਦਾ ਜਾ ਰਿਹਾ ਸੀ। ਬਚਿੱਤਰ ਸਿੰਘ ਦੇ ਚਰਨ ਸਿੰਘ ਪਿੰਡ ਦੇ ਹਰ ਪਰਿਵਾਰ ਦੇ ਮੈਂਬਰਾਂ ਵਾਂਗ ਸਨ। ਹਰਜੀਤ ਕੌਰ ਨੂੰ ਮਿਲਣ ਵਾਲਾ ਆਦਰ ਉਹਨੂੰ ਖੀਵਿਆਂ ਕਰੀ ਰੱਖਦਾ। ਅਕਸਰ ਰਾਤ ਨੂੰ 10 ਵਜੇ ਜਦੋਂ ਟੈਲੀਫੋਨ ਦੀ ਦਰ ਚੌਥਾਈ ਹੋ ਜਾਂਦੀ, ਬਚਿੱਤਰ ਸਿੰਘ ਬੰਬਈ ਆਪਣੇ ਪੁੱਤਰ ਅਵਤਾਰ ਸਿੰਘ ਨਾਲ ਟੈਲੀਫੋਨ ਤੇ ਗੱਲ ਕਰਦਾ। ਪਿੰਡ 'ਚ ਵੱਧ ਰਹੇ ਸੁੱਖ ਤੇ ਸਹੂਲਤਾਂ ਬਾਰੇ ਦੱਸ ਕੇ ਆਪਣੀ ਖੁਸ਼ੀ ਆਪਣੇ ਪੁੱਤਰ ਨਾਲ ਸਾਂਝੀ ਕਰਦਾ। ਹੋਰ ਦਿਨ ਬੀਤੇ। 6 ਮਹੀਨੇ ਲੰਘ ਗਏ। ਐਤਵਾਰ ਦਾ ਦਿਨ ਸੀ। ਸਵੇਰ 9:30 ਵਜੇ ਬੰਬਈ ਤੋਂ ਅਵਤਾਰ ਸਿੰਘ ਦਾ ਫੋਨ ਸੀ। ਪਾਪਾ ਸਤਿ ਸ਼੍ਰੀ ਅਕਾਲ, ਮੈਂ ਅਵਤਾਰ। ਸਤਿ ਸ਼੍ਰੀ ਅਕਾਲ ਪੁੱਤਰ, ਸੁਣਾਓ ਆਪਣੀ ਰਾਜੀ ਖੁਸ਼ੀ। ਪਾਪਾ ਸਭ ਠੀਕ ਆ, ਤੁਸੀਂ ਦੱਸੋ। ਪੁੱਤਰ ਮੈਂ ਤਾਂ ਇੱਥੇ ਆ ਕੇ ਤਕੜਾ ਹੋ ਗਿਆ ਵਾਂ। ਤੁਹਾਡੀ ਮੰਮੀ ਦੀ ਸਿਹਤ ਵੀ ਚੰਗੀ ਹੋ ਗਈ ਅੱਗੇ ਨਾਲੋਂ। ਹੋਰ ਕੀ ਹਾਲ ਆ ਸੁਸਾਇਟੀ ਦਾ। ਪਾਪਾ ਉਹ ਡਿਸਾਈ ਸੀ ਨਾ 6ਵੇਂ ਫਲੋਰ ਵਾਲਾ, ਉਹਦੀ ਡੈਥ ਹੋ ਗਈ ਹੈ ਇਸ ਮੰਗਲਵਾਰ। ਦਿਲ ਦੇ 2 ਦੌਰੇ 1 ਘੰਟੇ 'ਚ ਹੀ ਪੈ ਗਏ। ਵੈਰੀ ਸੌਰੀ ਪੁੱਤਰ। ਪਾਪਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਦੱਸ ਪੁੱਤਰ। ਪਾਪਾ ਮਿਸਿਸ ਡਿਸਾਈ ਤਾਂ ਬਹੁਤ ਘਬਰਾਈ ਸੀ। ਉਹਨਾਂ ਦੀ ਬੇਟੀ ਅੰਜੂ ਦਾ ਵੀ ਬੁਰਾ ਹਾਲ ਸੀ। ਰਾਤ 10 ਵਜੇ ਬੋਡੀ ਮਿਲਣੀ ਸੀ। ਮੈਂ ਤੇ ਪਾਟਿਲ ਹਸਪਤਾਲ ਗਏ, ਫਿਰ ਸਲਾਹ ਕੀਤੀ ਕਿ ਬੋਡੀ ਸਵੇਰੇ ਹੀ ਲੈ ਲਈ ਜਾਵੇ ਹਸਪਤਾਲ 'ਚੋਂ। ਉਹਨਾਂ ਦੇ ਘਰ ਕਿਹੜਾ ਕੋਈ ਆਦਮੀ ਸੀ। 2 ਔਰਤਾਂ ਵਿਚਾਰੀਆਂ ਕੀ ਕਰਨਗੀਆਂ। ਖੈਰ ਅਗਲੇ ਦਿਨ ਕੁਝ ਰਿਸ਼ਤੇਦਾਰ ਵੀ ਆ ਗਏ। ਮਾਟੂੰਗਾ ਦੀ ਸ਼ਮਸ਼ਾਨ ਵਿੱਚ ਸੰਸਕਾਰ ਲਈ ਜਾਣਾ ਸੀ। ਉੱਥੇ ਪਤਾ ਲੱਗਾ ਕਿ 2 ਦਿਨ ਵਾਰੀ ਨਹੀਂ ਆ ਸਕਦੀ ਸੰਸਕਾਰ ਕਰਨ ਦੀ। ਜੇ ਡੈਡ ਬੋਡੀ ਮੋਰਗ ਵਿੱਚ ਰਖਵਾਈਏ ਤਾਂ ਖਰਚਾ 3000 ਸੀ। ਮਿਸਿਸ ਡਿਸਾਈ ਆਖੇ ਕਿ ਉਹਨਾਂ ਤਾਂ ਪਰਸੋਂ ਹੀ ਫਲੈਟ ਦੀ ਕਿਸ਼ਤ ਤਾਰੀ ਹੈ, ਘਰ 'ਚ ਪੈਸਾ ਵੀ ਨਹੀਂ। ਹੈਲੋ ਪਾਪਾ ਸੁਣ ਰਹੇ ਹੋ ਨਾ। ਹਾਂ ਪੁੱਤਰ ਸੁਣਦਾ ਵਾਂ, ਤੂੰ ਕਹੀ ਚੱਲ। ਪਾਪਾ ਪੈਸੇ ਤਾਂ ਮੈਂ ਦੇ ਦਿੰਦਾ, ਕੋਈ ਗੱਲ ਨਹੀਂ ਸੀ। ਡਿਸਾਈ ਜੀ ਦਾ ਇੱਕ ਭਣੇਵਾਂ ਸੀ, ਉਹਨੇ ਇਹ ਅਜੀਬ ਹੀ ਸਲਾਹ ਦਿੱਤੀ। ਪਾਪਾ ਕੀ ਪੁੱਤਰ। ਪਾਪਾ ਉਹ ਕਹਿੰਦਾ ਰੋਜ਼ਾਨਾ ਸੂਰਤ ਤੋਂ ਇੱਕ ਟਰੱਕ ਆਉਂਦਾ ਵਾ ਮੱਛੀ ਲੈ ਕੇ, ਉਹ ਖਾਲੀ ਜਾਂਦਾ। ਜਦੋਂ ਉਹ ਟਰੱਕ ਵਾਪਸ ਜਾਂਦਾ ਵਾ ਤਾਂ ਉਹਦੇ ਵਿੱਚ ਲੋਕ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਸਿਰਫ 1000 ਰੁਪਏ ਦੇ ਕੇ ਰੱਖ ਸਕਦੇ ਆ ਤੇ ਸੂਰਤ ਤੋਂ ਅੱਗੇ ਇੱਕ ਪਿੰਡ ਵਿੱਚ 2000 ਦੇ ਖਰਚੇ ਨਾਲ ਸੰਸਕਾਰ ਦਾ ਵੀ ਇੰਤਜ਼ਾਮ ਹੈ। ਟਰੱਕ ਬੰਦ, ਬਾਡੀ ਅੰਦਰੋਂ 0 ਟੈਂਪਰੇਚਰ ਹੁੰਦਾ ਵਾ। ਲਾਸ਼ ਦੇ ਖਰਾਬ ਹੋਣ ਦਾ ਕੋਈ ਡਰ ਨਹੀਂ। ਬਹੁਤ ਵਧੀਆ ਇੰਤਜ਼ਾਮ ਆ। ਡਿਸਾਈ ਦਾ ਭਣੇਵਾਂ ਦੱਸੇ। ਨਾਲੇ ਆਖੇ ਹਰਿਦੁਆਰ 'ਚ ਫੁੱਲ ਪਾਉਣ ਲਈ ਜੇ ਫੁੱਲ ਚਾਹੀਦੇ ਹੋਣ ਤਾਂ 1000 ਦਾ ਖਰਚਾ ਹੋਰ ਆ, ਉਹ ਫੁੱਲ ਘਰ ਪਹੁੰਚਾ ਦੇਣਗੇ। ਕਿਸੇ ਬੰਦੇ ਨੂੰ ਆਪਣੀ ਡਿਊਟੀ ਤੋਂ ਛੁੱਟੀ ਲੈਣ ਦੀ ਲੋੜ ਨਹੀਂ। ਲੱਖ ਲਾਹਨਤ ਇਹਨਾਂ ਦੇ। ਫਿਰ ਕੀ ਹੋਇਆ ਪੁੱਤਰ। ਹੋਣਾ ਕੀ ਸੀ, ਡਿਸਾਈ ਦੇ ਭਣੇਵੇਂ ਨੇ ਸਭ ਕੁਝ ਮੈਨੇਜ ਕਰਵਾ ਦਿੱਤਾ। ਪਾਪਾ ਉਸ ਦਿਨ ਤਾਂ ਮੈਂ ਬੜਾ ਹੀ ਉਦਾਸ ਹਾਂ। ਤੁਹਾਨੂੰ ਮਿਲਣ ਨੂੰ ਜੀਅ ਕਰਦਾ ਹੈ। ਤੁਸੀਂ ਆ ਜਾਓ 2-4 ਦਿਨਾਂ ਲਈ। ਮੈਂ ਆ ਜਾਵਾਂਗਾ ਪੁੱਤਰ, ਤੂੰ ਉਦਾਸ ਨਾ ਹੋ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਆ ਪੁੱਤਰ। ਮੌਤ ਤਾਂ ਹਕੀਕਤ ਹੈ। ਪਾਪਾ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ, ਪਰ ਜੋ ਕੁਝ ਡਿਸਾਈ ਦੀ ਮੌਤ ਤੋਂ ਬਾਅਦ ਹੋਇਆ, ਮੱਛੀਆਂ ਵਾਲਾ ਫਰੀਜ਼ਰ, ਟਰੱਕ, ਸੰਸਕਾਰ, ਮਜ਼ਦੂਰੀ, ਤੇ ਮੈਨੂੰ ਇਹ ਦੁਖੀ ਕਰਨ ਡਿਆ। ਪਾਪਾ ਪੁੱਤਰ ਜਦੋਂ ਕੋਈ ਪਰਿਵਾਰ ਨਾਲੋਂ ਟੁੱਟ ਕੇ ਪੈਸੇ ਤੇ ਜਾਇਦਾਦ ਨਾਲ ਜੁੜੇਗਾ ਤਾਂ ਹੀ ਇਸ ਤਰ੍ਹਾਂ ਹੋਏਗਾ। ਪੁੱਤਰ ਆਪਾਂ ਤਾਂ ਸਾਰੇ ਪਰਿਵਾਰ ਨੂੰ ਸਮਰਪਿਤ ਹਾਂ, ਤੂੰ ਕਿਉਂ ਮਨ ਦੁਖੀ ਕਰਦਾ ਪੁੱਤਰ। ਪਾਪਾ ਇੱਥੇ ਬੰਬਈ 'ਚ ਲੋਕ ਪੈਸੇ ਪਿੱਛੇ ਪਰਿਵਾਰ ਤੇ ਰੱਬ ਸਭ ਕੁਝ ਛੱਡ ਚੁੱਕੇ ਆ। ਪਾਪਾ ਤੁਸੀਂ ਚੰਗਾ ਕੀਤਾ ਪਿੰਡ ਚਲੇ ਗਏ। ਪਾਪਾ ਜਦੋਂ ਮੈਂ ਰਿਟਾਇਰ ਹੋਇਆ ਨਾ, ਮੈਂ ਤੇ ਜਸਵੀਰ ਵੀ ਪਿੰਡ ਆਵਾਂਗੇ। ਅਸੀਂ ਨਹੀਂ ਆਪਣੀ ਲਾਸ਼ ਮੱਛੀਆਂ ਢੋਣ ਵਾਲੇ ਟਰੱਕਾਂ 'ਚ ਢੋਈ ਜਾਣ ਦੇਣੀ। ਪਾਪਾ ਅਸੀਂ ਛੇਤੀ ਪਿੰਡ ਆਉਣਾ ਚਾਹੁੰਦੇ ਹਾਂ। ਅਸੀਂ ਵੀ ਜ਼ਰੂਰ ਪਿੰਡ ਆਵਾਂਗੇ। ਅਵਤਾਰ ਦੇ ਆਖਰੀ ਬੋਲ ਭਾਵੁਕਤਾ ਤੇ ਉਦਾਸੀ ਕਾਰਨ ਭਾਰੇ ਸਨ। ਉਹਦੇ ਕੋਲੋਂ ਹੋਰ ਨਾ ਬੋਲਿਆ ਗਿਆ ਤੇ ਉਹਨੇ ਫੋਨ ਰੱਖ ਦਿੱਤਾ। ਬਚਿੱਤਰ ਸਿੰਘ ਨੇ ਆਪਣੇ ਚੁਬਾਰੇ ਦੀ ਬਾਰੀ 'ਚ ਬਾਹਰ ਵੇਖਿਆ। ਦੂਰ ਨੀਲਾ ਅਸਮਾਨ, ਰੁੱਖਾਂ ਦੀਆਂ ਟੀਸੀਆਂ, ਖੇਤਾਂ ਦੀ ਹਰਿਆਵਲ, ਪਿੰਡ ਦੀ ਧਰਤ ਦੀ ਮਿੱਟੀ ਨੇ ਜਿਵੇਂ ਇੱਕੋ ਹੀ ਆਵਾਜ਼ 'ਚ ਆਖਿਆ ਹੋਵੇ, ਸਾਨੂੰ ਤਾਂ ਆਪਣਿਆਂ ਦੀ ਸਦਾ ਹੀ ਉਡੀਕ ਰਹਿੰਦੀ ਹੈ। ਧੰਨਵਾਦ।